ਬਈ ਮੈਂ ਇੱਕ ਸਵਾਲ ਪੁੱਛਣ ਲੱਗਾ, ਇਹ ਕੱਟਿਆ ਨਹੀਂ ਜਾਣਾ। ਇਹ ਮੇਰੇ ਕੋਲ ਵੀਡੀਓ ਵੀ ਹੈ ਤੁਹਾਡੀ ਫੁੱਲ ਫੜੇ ਹੋਏ, ਤੁਸੀਂ ਗੁਲਦਸਤਾ ਫੜਿਆ ਹੋਇਆ, ਤੁਹਾਡਾ ਵਿਆਹ ਹੋਇਆ, ਤੁਹਾਡੀ 2 ਬੱਚੀਆਂ, ਫਿਰ ਉਹ ਕੀ ਕਹਾਣੀ ਹੈ? ਰਿਸ਼ਤਾ ਜੁੜਦਾ, ਗੱਲਾਂ ਹੋਈਆਂ 2 ਮਹੀਨੇ 3 ਮਹੀਨੇ ਆਫਟਰ ਫਿਜ਼ੀਕਲ ਰਿਲੇਸ਼ਨ ਹੋ ਗਿਆ, 6 ਮਹੀਨੇ ਬਾਅਦ ਇੰਟਰਸਟ ਘਟਣਾ ਸ਼ੁਰੂ ਹੋ ਗਿਆ। ਤਾਂ ਮੈਂ ਉਦੋਂ ਆਪਦੇ ਵੱਲੋਂ ਜਿੰਨੀ ਮੇਰੀ ਹੈਸੀਅਤ ਆ ਮੈਂ ਤਿਆਰ ਸ਼ਿਆਰ ਹੋ ਕੇ ਉਹਦੇ ਸਕੂਲ ਦੇ ਬਾਹਰ ਉਹਦੀ ਫੁੱਲਾਂ ਵਾਲਾ ਲੈ ਕੇ ਗੁਲਦਸਤਾ ਰੈੱਡ ਵਗੈਰਾ ਉਹਦੇ ਲਈ ਗ੍ਰੀਟਿੰਗਸ ਵਗੈਰਾ ਲੈ ਕੇ ਗਿਆ। ਉਹ ਜਿਵੇਂ ਛੁੱਟੀ ਹੋਈ ਗੇਟ ਖੁੱਲ੍ਹਿਆ ਅਤੇ ਮੈਂ ਗਿਆ। ਫਿਰ ਮੈਂ ਬਿਲਕੁਲ ਸੰਗ ਨਹੀਂ ਕੀਤੀ, ਮੈਂ ਰੋਡ 'ਤੇ ਨੀਚੇ ਗੋਡਾ ਲਾ ਕੇ ਇੱਦਾਂ ਪ੍ਰੋਪਰ ਉਹਨੂੰ ਪ੍ਰੈਜ਼ੈਂਟ ਕੀਤਾ, ਇੱਕਦਮ ਸਰਪ੍ਰਾਈਜ਼ ਹੋ ਗਈ। ਸਤਿ ਸ਼੍ਰੀ ਅਕਾਲ ਜੀ, ਇੱਕ ਵਾਰੀ ਫਿਰ ਸਵਾਗਤ ਹੈ ਤੁਹਾਡਾ ਇੱਕ ਟਾਕ ਸ਼ੋ 'ਤੇ। ਅਤੇ ਅੱਜ ਜਿਹੜੇ ਮੇਰੇ ਨਾਲ ਮਹਿਮਾਨ ਨੇ, ਪਹਿਲਾਂ ਤਾਂ ਇਹਨਾਂ ਨੇ ਸਾਰੀਆਂ ਆ ਕੇ ਕੰਧਾਂ ਕੁੰਧਾਂ ਚੇਂਜ ਕਰਾਈਆਂ, ਆਹ ਵਾਲ 'ਤੇ ਨਹੀਂ ਮੈਂ ਕਰਨਾ, ਆਹ ਵਾਲ 'ਤੇ ਨਹੀਂ ਕਰਨਾ। ਅਤੇ ਸਾਡੇ ਬਹੁਤ ਹੀ ਅਜੀਜ਼ ਸਾਡੇ ਵੱਡੇ ਭਰਾ ਜਿਨ੍ਹਾਂ ਤੋਂ ਬਹੁਤ ਕੁਛ ਸਿੱਖਿਆ ਜ਼ਿੰਦਗੀ ਦੇ ਵਿੱਚ, ਔਰ ਪਰ ਪਹਿਲੀ ਵਾਰੀ ਉਹ ਕੈਮਰੇ 'ਤੇ ਸਿਖਾਉਣ ਆ ਰਹੇ ਨੇ। ਜਿਹੜੀ ਇਹ ਕਲਾਸ ਦਿੰਦੇ ਨੇ ਉਹ 1 to 1 ਹੀ ਦਿੰਦੇ ਨੇ। ਇਹ ਸੋਸ਼ਲ ਮੀਡੀਆ ਮੋਟੀਵੇਸ਼ਨ ਦੇ ਵਿੱਚ ਯਕੀਨ ਨਹੀਂ ਰੱਖਦੇ। ਅਤੇ ਜਦੋਂ ਇਹਨਾਂ ਨੇ ਕਿਸੇ ਨੂੰ ਕੁਛ ਸਿਖਾਉਣਾ ਹੈ, ਕੁਛ ਸਿੱਖਣ ਵਾਲਾ ਹੋਵੇ ਤਾਂ ਉਹਨੂੰ ਮਿਲ ਕੇ ਸਮਝਾਉਂਦੇ ਨੇ। ਪਰ ਅੱਜ ਅਸੀਂ ਬਹੁਤ ਮਿੰਨਤਾਂ ਤਰਲੇ ਬਾਅਦ ਇਹਨਾਂ ਨੂੰ ਅੱਜ ਪੋਡਕਾਸਟ 'ਤੇ ਲੈ ਕੇ ਆਏ ਹਾਂ ਕਿ ਪਲੀਜ਼ ਤੁਸੀਂ ਆਓ। ਅਤੇ ਵੱਡੇ ਵੀਰੇ ਵੀ ਨੇ, ਹਰ ਤਰ੍ਹਾਂ ਦਾ ਪਿਆਰ ਮਜ਼ਾਕ ਬਾਈ ਨਾਲ ਕੀਤਾ। ਅਤੇ ਵੈਸੇ ਬਾਈ ਫਿਲਮ ਇੰਡਸਟਰੀ ਤੋਂ ਪ੍ਰੋਡਿਊਸਰ ਨੇ, ਔਰ ਬਾਈ ਦੀ ਪੰਜਾਬ ਦੀ ਮੈਨੂੰ ਜੋ ਲੱਗਦਾ ਪਹਿਲੀ ਵੈਲ ਐਜੂਕੇਟਿਡ ਅਤੇ ਪੜ੍ਹੀ ਲਿਖੀ ਇੱਕ ਏਪੈਕਸ ਪ੍ਰੋਡਕਸ਼ਨ ਬਾਈ ਦੀ, ਏਪੈਕਸ ਗਰੁੱਪ ਬਾਈ ਹੋਣੀ ਜਿਹੜੀ ਮੈਨੇਜਮੈਂਟ ਹੈ ਸਿਕਿਉਰਿਟੀ ਕੰਪਨੀ ਏਪੈਕਸ ਦੀ ਚਲਾਉਂਦੇ ਨੇ। ਅਤੇ ਅੱਜ ਮੇਰੇ ਨਾਲ ਹੈ। ਸਵਾਗਤ ਹੈ ਬਾਈ। ਸਤਿ ਸ਼੍ਰੀ ਅਕਾਲ ਜੀ। ਸੀਰੀਅਸ ਜਿਹੇ ਮਾਹੌਲ 'ਚ ਕਰਤੀ ਮੈਂ ਇੰਟਰੋਡਕਸ਼ਨ, ਕਿਵੇਂ ਹੋ? ਠੀਕ ਹੈ ਜੀ। ਬਾਈ ਬਹੁਤ ਜ਼ੋਰ ਲਵਾਇਆ ਤੁਸੀਂ, ਪਹਿਲਾਂ ਉਹ ਵਾਲ ਨਹੀਂ ਕਰਨੀ, ਫਿਰ ਮੇਰੀ ਜਰਾਬਾਂ ਲਿਆਓ, ਫਿਰ ਮੈਂ ਸ਼ਰਟ ਚੇਂਜ ਕਰਨੀ, ਇਹ ਕਿਉਂ ਸਾਰਾ ਕੁਛ? ਇਹ ਸਾਰੀ ਗੱਲਾਂ ਤੁਸੀਂ ਆਪ ਹੀ ਕਹੀਆਂ। ਤੁਸੀਂ ਮੈਨੂੰ ਕਿਹਾ ਸੀ ਮੈਂ ਐਵੇਂ ਕਹੂੰਗਾ ਅਤੇ ਤੁਸੀਂ ਕੁਛ ਨਹੀਂ ਕਹਿਣਾ। ਮੈਂ ਕਿਹਾ ਠੀਕ ਹੈ ਵੀਰੇ, ਮੰਨ ਲੈਂਦਾ ਜੀ। ਇਹ ਪੋਡਕਾਸਟ ਮੈਨੂੰ ਭਾਰਾ ਪੈਣਾ। ਹੋਰ ਬਾਈ ਕਿਵੇਂ ਹੋ? ਘਰ ਪਰਿਵਾਰ ਕਿਵੇਂ? ਬਹੁਤ ਵਧੀਆ ਵੀਰੇ। ਇਹ ਡਾਇਲੋਗ ਮੇਰਾ ਵੈਸੇ ਸਭ ਤੋਂ ਪਹਿਲਾਂ। ਸਤਿ ਸ਼੍ਰੀ ਅਕਾਲ ਵੀਰੇ, ਹੋਰ ਤੁਸੀਂ ਠੀਕ ਹੋ? ਘਰੇ ਠੀਕ ਨੇ ਸਾਰੇ? ਮੈਂ ਕਹਿ ਦਿੰਦਾ ਕਿ ਅੱਜ ਤੱਕ ਮੈਂ ਜੋ ਵੀ ਸਿੱਖਿਆ ਤੁਹਾਡੇ ਕੋਲੋਂ ਸਿੱਖਿਆ। ਠੀਕ ਹੈ, ਇਹ ਵੀ ਗੱਲ ਜੋ ਵੀ ਹੈ ਤੁਹਾਡੇ ਇਹ ਗੱਲਾਂ ਕਰ ਲਈ, ਇਹ ਗੱਲਾਂ ਕਰ ਲਓ ਜੀ। ਅੱਜ ਪੋਡਕਾਸਟ ਕਰ ਰਹੇ ਹਾਂ ਬਾਈ, ਬੜੇ ਦਿਨਾਂ ਬਾਅਦ ਤੁਸੀਂ ਸਾਨੂੰ ਮੌਕਾ ਦਿੱਤਾ, ਟਾਈਮ ਦਿੱਤਾ। ਸੋਸ਼ਲ ਮੀਡੀਆ ਤੋਂ ਦੂਰ ਕਿਉਂ ਰਹਿੰਦੇ ਹੋ ਬਾਈ? ਸੋਸ਼ਲ ਮੀਡੀਆ ਤੋਂ ਇਸ ਲਈ ਮੈਂ ਦੂਰ ਰਹਿਣਾ ਕਿਉਂਕਿ ਮੈਨੂੰ ਲੱਗਦਾ ਕਿ ਮੇਰੀ ਜੋ ਵਿਚਾਰ ਨੇ, ਜੋ ਮੇਰੇ ਥੋਟ ਨੇ, ਉਹ ਮੇਰੇ ਨਿੱਜੀ ਨੇ। ਮੈਂ ਕਦੇ ਵੀ ਆਪਣੇ ਵਿਚਾਰਾਂ ਨੂੰ ਕਿਸੇ 'ਤੇ ਥੋਪਣਾ ਨਹੀਂ ਚਾਹੁੰਦਾ। ਅਤੇ ਮੈਨੂੰ ਜਿਵੇਂ ਤੁਸੀਂ 1 to 1 ਗੱਲ ਕਹੀ ਹੈ, ਅਤੇ ਕੁਛ ਰਿਸ਼ਤੇ ਮੇਰੇ ਦਿਲ ਦੇ ਬਹੁਤ ਅਜ਼ੀਜ਼ ਨੇ, ਬਹੁਤ ਕਰੀਬ ਨੇ। ਉੱਥੇ ਫਿਰ ਮੈਨੂੰ ਇਹ ਮੈਟਰ ਨਹੀਂ ਕਰਦਾ ਕਿ ਅਗਲਾ ਬੰਦਾ ਕੀ ਸੋਚਦਾ। ਜਿਹੜਾ ਬੰਦਾ ਮੇਰਾ ਉਹ ਕਦੇ ਵੀ ਮੇਰੇ ਬੁਰੇ ਨੂੰ ਵੀ ਅੱਛੇ ਨੂੰ ਉਹ ਸਿਰਫ ਆਪਣੀ ਭਲਾਈ 'ਚ ਐਕਸੈਪਟ ਕਰ ਲੈਂਦਾ ਕਿ ਯਾਰ ਅਗਰ ਇਹ ਮੇਰੇ ਲਈ ਸਮਾਂ ਕੱਢ ਰਿਹਾ, ਮੇਰੇ ਲਈ ਕੁਛ ਕਹਿ ਰਿਹਾ ਤਾਂ ਮੈਨੂੰ ਪਿਆਰ ਕਰਦਾ। ਪਰ ਸੋਸ਼ਲ ਮੀਡੀਆ 'ਤੇ ਕੀ ਹੋ ਜਾਂਦਾ ਕਿ ਚੰਦ ਲੋਕ ਘਰ ਬੈਠੇ ਨੇ ਜਿਨ੍ਹਾਂ ਦਾ ਆਪਦਾ ਨਿੱਜੀ ਕੋਈ ਵੀ ਥੋਟ ਹੋ ਸਕਦਾ, ਤਾਂ ਮੈਂ ਉਹਨਾਂ ਨੂੰ ਕਦੇ ਕੋਈ ਦੇਣਾ ਨਹੀਂ ਠੀਕ ਸਮਝਦਾ ਹੈਗਾ। ਤੁਸੀਂ ਬਈ ਇਸ ਚੀਜ਼ 'ਚ ਵਿਸ਼ਵਾਸ ਰੱਖਦੇ ਹੋ ਕਿ ਸਾਰੇ ਤੁਹਾਨੂੰ ਚੰਗਾ ਕਹਿਣ? ਇੱਦਾਂ ਕਦੇ ਵੀ ਨਹੀਂ ਹੁੰਦਾ। ਪਰ ਤੁਸੀਂ ਕਿਉਂ ਕਿਹਾ ਕਿ ਜੇ ਇੱਕ ਵੀ ਕਮੈਂਟ ਗਲਤ ਆ ਗਿਆ ਤਾਂ ਮੇਰੇ ਕੋਲ ਬਰਦਾਸ਼ਤ ਨਹੀਂ ਹੋਣਾ? ਮੈਂ ਤਾਂ ਗੱਲ ਕਹੀ ਨਹੀਂ ਵੀਰੇ, ਮੈਂ ਤਾਂ ਗੱਲ ਕਹੀ ਨਹੀਂ। ਇਹ ਤੁਹਾਡਾ ਸਵਾਲ ਸੀ ਵੀਰੇ, ਫਿਰ ਕੀ ਕਰਾਂਗੇ? ਅੱਛਾ, ਫਿਰ ਕੀ ਕਰਾਂਗੇ ਆਪਾਂ? ਮਿਹਨਤ ਕਰ ਲਾ। ਇਹ ਮੰਨਦੇ ਆਪਾਂ ਕਿ ਸਾਰੇ ਆਪਣੇ ਵਿਚਾਰਾਂ ਨਾਲ ਸਹਿਮਤ ਨਹੀਂ ਹੋ ਸਕਦੇ? ਕਦੇ ਵੀ ਨਹੀਂ ਹੁੰਦਾ ਵੀਰੇ। ਇਹ ਤਾਂ ਕਦੇ ਜਦੋਂ ਸਾਡੇ ਮਹਾਂਪੁਰਸ਼ ਇਸ ਧਰਤੀ ਦੇ ਉੱਤੇ ਆਏ ਆ, ਮਹਾਂਪੁਰਸ਼ਾਂ ਨੇ ਆਪਣੇ ਆਪਣੇ ਤਰੀਕੇ ਨਾਲ ਪ੍ਰਚਾਰ ਕੀਤਾ, ਗੁਰੂ ਸਾਹਿਬ ਨੇ, ਤਾਂ ਲੋਕਾਂ ਨੇ ਤਾਂ ਗੁਰੂ ਨਾਨਕ ਸਾਹਿਬ ਲਈ ਵੀ ਬਹੁਤ ਕੁਝ ਬੋਲਿਆ। ਆਪਣੀ ਤਾਂ ਕਾਤ ਹੀ ਕੋਈ ਨਹੀਂ। ਗੁਰਬਾਣੀ ਵਿੱਚ ਕਬੀਰ ਸਾਹਿਬ ਲਿਖਦੇ ਨੇ, ਜਬ ਲੋਕ ਨਾ ਭਤੀਜੇ ਤੋਂ ਹਮ ਕਾ ਕੀਜੇ। ਜੇ ਗੁਰੂ ਮਹਾਰਾਜ ਹੱਥ ਖੜੇ ਹੋ ਗਏ ਤਾਂ ਆਪਣੀ ਤਾਂ ਕਾਤ ਹੀ ਕੀ ਹੈ। ਲੋਕ ਗੁਰੂ ਘਰ ਜਾਂਦੇ ਨੇ, ਉੱਥੇ ਵੀ ਲੋਕਾਂ ਦੀ ਆਪਣੀ ਫਰਮਾਇਸ਼ ਹੁੰਦੀ ਹੈ। ਗੁਰਬਾਣੀ 'ਚ ਲਿਖਦੇ ਨੇ ਗੁਰੂ ਮਹਾਰਾਜ ਕਿ ਗੁਰਦੁਆਰਾ ਸਾਹਿਬ ਕਿ ਅਗਰ ਪ੍ਰਣਾਮ ਕਰਨ ਜਾਂਦਾ, ਮੈਨੂੰ ਪੂਰਾ ਸਲੋਕ ਯਾਦ ਨਹੀਂ, ਗੁਰਬਾਣੀ ਤੋਂ ਕੋਈ ਅਕਸ਼ਰ ਉੱਪਰ ਥੱਲੇ ਹੋ ਗਏ ਤਾਂ ਉਹਦੇ ਲਈ ਮੈਂ क्षमा ਮੰਗਦਾ ਪਹਿਲਾਂ ਹੀ। ਕਹਿੰਦੇ ਜੇ ਕੋਈ ਆਵੇ ਤੋਂ ਬੇਟਾ ਮੰਗੇ भेंट रुपया लीजिए जी, कोई आवे तो दुख का मारा हम पे कृपा कीजिए जी। ਜਿਹੜਾ ਬੰਦਾ ਗੁਰੂ ਘਰ ਪ੍ਰਣਾਮ ਕਰਨ ਵੀ ਜਾਂਦਾ ਕਿ ਮੋਟਿਵ ਨਾਲ ਜਾਂਦਾ, ਤਾਂ ਉਹ ਇਹਦਾ ਮਤਲਬ ਰੱਬ ਤੋਂ ਵੀ ਖੁਸ਼ ਨਹੀਂ ਹੈ, ਉਹਨੂੰ ਰੱਬ 'ਤੇ ਵੀ ਡਾਊਟ ਆ। ਉਹ ਤਾਂ ਰੱਬ ਨੂੰ ਵੀ ਲਾਲਚ ਦੇ ਰਿਹਾ ਕਿ ਮਹਾਰਾਜ ਮੇਰੀ ਆ ਸੁਖਣਾ ਪੂਰੀ ਹੋ ਜਾਏ। ਤੁਸੀਂ ਇਹ ਲੈ ਲਓ ਵੀ ਜਿਹੜਾ ਸਾਰੀ ਧਰਤੀ ਨੂੰ ਸਾਰਾ ਦੇਣ ਵਾਲਾ ਅਕਾਲ ਪੁਰਖ ਹੈ, ਲੋਕ ਤਾਂ ਉਹਨੂੰ ਵੀ ਆਫਰਸ ਦਿੰਦੇ ਨੇ। ਸੋ ਸੁਸਾਇਟੀ ਨੂੰ ਜਾਂ ਕਿਸੇ ਨੂੰ ਵੀ ਆਪਾਂ ਸੰਤੁਸ਼ਟ ਨਹੀਂ ਵੀਰੇ ਕਦੇ ਵੀ ਕਰ ਸਕਦੇ ਜੀ। ਜਦੋਂ ਮੈਂ ਤੁਹਾਨੂੰ ਪਹਿਲੀ ਵਾਰੀ ਮਿਲਿਆ ਸੀ ਨਾ, ਤਾਂ ਤੁਹਾਡੀ ਲੁੱਕ ਤੋਂ, ਤੁਹਾਡੇ ਲਾਈਫ ਸਟਾਈਲ ਤੋਂ, ਜਿੱਦਾਂ ਦੀ ਯਾਰੀ ਦੋਸਤੀ ਤੁਸੀਂ ਉੱਠਦੇ ਬੈਠਦੇ ਹੋ, ਹਰ ਬੰਦਾ ਚਲੋ ਤਾਂ ਨਹੀਂ ਪਰ 70% ਤੁਹਾਡੇ ਸਰਕਲ ਦੇ ਵਿੱਚ ਜਿਹੜੇ ਤੁਹਾਡੇ ਦੋਸਤ ਨੇ, ਜਿੰਨਾ ਤੁਹਾਡਾ ਤਾਮਾ ਜਾਮਾ ਲਾਣਾ, ਉਹ ਸਾਰੇ ਡਰਿੰਕ ਕਰਦੇ ਨੇ, ਨੌਨ ਵੈਜ ਖਾਂਦੇ ਨੇ। ਤੁਸੀਂ ਇਕੱਲੇ ਸਾਫ਼ ਸੁਥਰੇ, ਇਹ ਵੀ ਹੈ ਨਹੀਂ ਤੁਸੀਂ ਉਹਨਾਂ ਦੀਆਂ ਮਹਿਫਲਾਂ ਅਵੋਇਡ ਕਰਦੇ ਹੋ, ਉਹਨਾਂ ਦੀ ਪਾਰਟੀਆਂ 'ਚ ਜਾਂਦੇ ਹੋ, ਉਹਨਾਂ ਟੇਬਲਾਂ 'ਤੇ ਬਹਿੰਦੇ ਹੋ, ਪਰ ਅੱਜ ਤੱਕ ਤੁਸੀਂ ਸ਼ਰਾਬ ਦਾ ਤੁਪਕਾ ਵੀ ਨਹੀਂ ਪੀਤਾ, ਨਾ ਕਦੀ ਤੁਸੀਂ ਚਿਕਨ ਖਾਧਾ। ਇਹ ਚੀਜ਼ਾਂ ਕਿੱਦਾਂ ਦੂਰ ਕਿੱਦਾਂ ਇਸ ਚੀਜ਼ ਤੋਂ? ਚਿਕਨ ਖਾਣਾ ਗਲਤ ਹੈ ਪਹਿਲਾਂ ਦੱਸੋ। ਦੇਖੋ ਵੀਰੇ, ਇਹ ਜਿਹੜਾ ਮੁੱਦਾ ਚਿਕਨ ਖਾਣਾ ਗਲਤ ਹੈ ਜਾਂ ਨਹੀਂ ਗਲਤ ਹੈ, ਇਹਦੇ ਬਾਰੇ ਤਾਂ ਮਤਲਬ ਇਹ ਤਾਂ ਬਹੁਤ ਵੱਡੀ ਡਿਬੇਟ ਹੈ, ਇਹਦੇ ਵਿੱਚ ਮੈਂ ਪੈਣਾ ਹੀ ਨਹੀਂ ਚਾਹੁੰਦਾ। ਇੱਥੇ ਗੱਲ ਫਿਰ ਹੋ ਜਾਂਦੀ ਕਿ ਸਭ ਦਾ ਆਪਣਾ ਆਪਣਾ ਨਿੱਜੀ ਜੀਵਨ ਹੈ, ਇਸ ਬਾਰੇ ਕੁਛ ਨਹੀਂ ਕਿਹਾ ਜਾਂਦਾ। ਹਾਂ, ਪਰ ਸਾਡੇ ਮਹਾਂਪੁਰਸ਼ਾਂ ਜਾਂ ਸਾਡੇ ਗ੍ਰੰਥਾਂ ਦੇ ਵਿੱਚ ਇਸ ਚੀਜ਼ ਤੋਂ ਮਨਾਹੀ ਕੀਤੀ ਕਿ ਜੀਵ ਹੱਤਿਆ ਨੂੰ ਸਾਰਿਆਂ ਨੇ ਮਨਾ ਕੀਤਾ। ਉਹ ਬੇਸਿਕ ਚੀਜ਼ਾਂ ਦਾ ਕੰਸੈਪਟ ਹੈ। ਮੌਤ ਦਾ ਮਤਲਬ ਮੌਤ ਹੈ, ਚਾਹੇ ਕਿਸੇ ਜੀਵ ਦੀ, ਚਾਹੇ ਕਿਸੇ ਇਨਸਾਨ ਦੀ ਹੈ। ਸੋ ਇਹਦੇ ਵਿੱਚ ਜ਼ਿਆਦਾ ਜਾਣਾ ਤਾਂ ਉਹ ਤਾਂ ਫਿਰ ਡੀਪ। ਇਸ ਲਈ ਤਾਂ ਨਹੀਂ ਤੁਸੀਂ ਨਹੀਂ ਖਾਂਦੇ ਤਾਂ? ਨਹੀਂ, ਮੈਂ ਕੁਛ ਵੀ ਕਹਿ ਸਕਦੇ, ਪਰ ਮੈਂ ਮਤਲਬ ਗੁਰੂ ਮਹਾਰਾਜ ਨੂੰ ਮਤਲਬ ਮੈਂ 24 ਘੰਟਿਆਂ ਵਿੱਚ ਮਤਲਬ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਗੁਰੂ ਘਰ ਮਹਾਰਾਜ ਨੇ ਡਿਊਟੀ ਲਾਈ ਆ। ਗੁਰੂ ਮਹਾਰਾਜ ਮੈਨੂੰ ਬੁਲਾ ਲੈਂਦੇ, ਮੈਂ ਪ੍ਰਣਾਮ ਕਰਨ ਜਾਂਦਾ ਹੀ ਹਾਂ ਕਿਤੇ ਵੀ ਮੈਂ ਹੋਵਾਂ। ਤਾਂ ਮੈਂ ਵਿਸ਼ਵਾਸ ਕਰਦਾ ਕਿ ਮੈਂ ਨੌਨ ਵੈਜ ਖਾਣਾ ਠੀਕ ਨਹੀਂ ਸਮਝਦਾ। ਇਸ ਕਰਕੇ ਮੈਂ ਬਚਪਨ ਦੇ ਵਿੱਚ ਹੀ ਮਤਲਬ ਮੇਰੇ ਦਾਦਾ ਜੀ ਸੀਗੇ ਅੰਮ੍ਰਿਤਧਾਰੀ ਸੀਗੇ, ਉਹਨਾਂ ਨੇ ਅੰਮ੍ਰਿਤ ਛਕਿਆ ਹੋਇਆ ਮੇਰੇ ਦਾਦਾ ਜੀ ਨੇ।
ਤਾਂ ਮੈਂ ਬਚਪਨ ਦੇ ਵਿੱਚ ਹੀ ਗੁਰੂ ਸਾਹਿਬ ਨਾਲ ਮਤਲਬ ਕੋਸ਼ਿਸ਼ ਮੈਂ ਕੀਤੀ ਸੀ ਕਿ ਮੈਂ ਜੁੜ ਜਾ। ਮੈਂ ਬਚਪਨ ਤੋਂ ਹੀ ਮਤਲਬ ਨੌਨ ਵੈਜ ਸ਼ਰਾਬ ਦਾ ਤਿਆਗ ਕੀਤਾ ਹੈ। ਮੈਂ ਨਹੀਂ ਕਦੇ ਬਚਪਨ ਤੋਂ ਕੀਤਾ? ਬਚਪਨ ਤੋਂ ਪਹਿਲਾਂ ਤਾਂ ਨਹੀਂ ਪੀਤੀ ਕਦੇ? ਨਹੀਂ, ਬਚਪਨ ਤੋਂ ਪਹਿਲਾਂ ਨਹੀਂ ਤੇ ਕਰੇ ਬਚਪਨ 'ਚ ਹੀ ਤਿਆਗਤੀ ਸੀ ਸ਼ਰਾਬ ਨੌਨ ਵੈਜ। ਤੇ ਦੱਸਿਆ ਉਹਦਾ ਜਵਾਬ ਵੀਰੇ ਕਿ ਪੂਰਾ ਸਿਸਟਮ ਕਿਵੇਂ ਲੈ ਕੇ ਚੱਲਦੇ ਹੋ ਫਿਰ ਇੰਨੀ ਯਾਰੀ ਦੋਸਤੀ ਤੁਹਾਡੀ? ਵੀਰੇ ਇਹ ਚੀਜ਼ ਮੈਨੂੰ ਨਹੀਂ ਲੱਗਦਾ ਕਿ ਬੜੇ ਲੋਕ ਕਹਿੰਦੇ ਨੇ ਕਿ ਜਿਹੜੇ ਲੋਕ ਨੌਨ ਵੈਜ ਨਹੀਂ ਖਾਂਦੇ, ਸ਼ਰਾਬ ਨਹੀਂ ਪੀਂਦੇ, ਕਿਸੇ ਨਾਲ ਬੈਠਦੇ ਨਹੀਂ, ਦੋਸਤੀ ਨਹੀਂ। ਕਿਉਂਕਿ ਦੋਸਤੀ ਦਾ ਵੀਰੇ ਇਹਨਾਂ ਨਾਲ ਕੁਝ ਲੈਣਾ ਦੇਣਾ ਨਹੀਂ ਹੈ, ਇਹਨਾਂ ਚੀਜ਼ਾਂ ਦੇ ਨਾਲ, ਠੀਕ ਹੈ ਨਾ। ਦੋਸਤੀ ਦਾ ਇੱਕ ਆਪਸੀ ਮੇਲ ਵਰਤਾਓ ਜਾਂ ਪਿਆਰ ਨਾਲ ਦੋਸਤੀ ਹੁੰਦੀ ਹੈ। ਦੋਸਤੀ ਜਿਹੜਾ ਦੋਸਤ ਰਿਸ਼ਤਾ ਬੜਾ ਅਨਮੁੱਲਾ ਰਿਸ਼ਤਾ ਹੁੰਦਾ। ਜਿਵੇਂ ਆਪਣੇ ਸਕਾ ਭੈਣ, ਸਕਾ ਭਰਾ, ਆਪਾਂ ਜਿਸ ਮਾਂ ਦੇ ਕੁੱਖੋਂ ਲੈਂਦੇ ਹਾਂ, ਉਹ ਰਿਸ਼ਤੇ ਸਾਡੇ ਪੱਕੇ ਹੋ ਜਾਂਦੇ। ਉਹ ਚੰਗੇ ਹੋਣ ਜਾਂ ਨਾ ਹੋਣ ਸਾਨੂੰ ਨਿਭਾਉਣਾ ਪੈਂਦਾ। ਪਰ ਦੋਸਤ ਲਈ ਅਸੀਂ ਉਹ ਰਿਸ਼ਤਾ ਅਸੀਂ ਆਪ ਚੁਣਦੇ ਹਾਂ। ਪਰਮਾਤਮਾ ਨੇ ਸਾਨੂੰ ਉਹਦੇ ਲਈ ਖੁੱਲ੍ਹਾ ਰੱਖਿਆ ਹੋਇਆ। ਦੋਸਤੀ ਬੇਸਿਕਲੀ ਇੱਕ ਮੈਂ ਅੱਗੇ ਵੀ ਇੱਕ ਵਾਰ ਜ਼ਿਕਰ ਕੀਤਾ ਸੀ ਕਿ ਦੋਸਤੀ ਜੋ ਪੰਜਾਬੀ ਦਾ ਅੱਖਰ ਹੈ ਦੋਸਤੀ, ਦੋਸਤੀ ਦੋ ਸ਼ਬਦਾਂ ਦੇ ਮੇਲ ਤੋਂ ਬਣਦਾ। ਦੋ ਔਰ ਸਤੀ। ਸਤੀ ਪ੍ਰਥਾ ਆਪਾਂ ਨੂੰ ਸਕੂਲ 10th ਵਿੱਚ ਪੜ੍ਹਦੇ ਹੁੰਦੇ ਸਾਰਿਆਂ ਨੂੰ ਪਤਾ। ਸਤੀ ਮਤਲਬ ਤਿਆਗ ਭਾਵਨਾ। ਜਦੋਂ ਦੋ ਬੰਦੇ ਆਪਣੀ ਇੱਛਾਵਾਂ ਭਾਵਨਾਵਾਂ ਦਾ ਤਿਆਗ ਕਰਦੇ ਆ ਫਿਰ ਦੋਸਤੀ ਬਣਦੀ ਹੈ। ਲਾਲਚ ਦਾ ਤਿਆਗ ਕਰਦੇ ਇੱਕ ਦੂਸਰੇ ਦੇ ਲਈ, ਤਾਂ ਦੋਸਤੀ ਬਹੁਤ ਵੱਡੀ ਚੀਜ਼ ਹੈ ਇਨਸਾਨ ਦੇ ਲਈ। ਬਈ ਪਰਖ ਕਿਵੇਂ ਹੋਵੇ ਕਿ ਕਿਹੜਾ ਇਨਸਾਨ ਤੁਹਾਡੇ ਲਈ ਦੋਸਤ ਵਧੀਆ ਹੈ? ਜਾਂ ਤੁਸੀਂ ਸਪੋਜ਼ ਤੁਹਾਡੀ ਜ਼ਿੰਦਗੀ 'ਚ ਕੋਈ ਨਵਾਂ ਇਨਸਾਨ ਆਇਆ, ਜਿਵੇਂ ਆਪਾਂ ਮਿਲੇ, ਤੁਸੀਂ ਮੈਨੂੰ ਮਿਲੇ ਹੈ ਨਾ, ਅਤੇ ਪਰਖ ਕਿਵੇਂ ਕੀਤੀ ਜਾਵੇ ਕਿ ਇਹ ਇਨਸਾਨ ਵਾਕਈ ਤੁਹਾਡੇ ਨਾਲ ਦਿਲੋਂ ਹੈ? ਜਾਂ ਉਹ ਪਰਖ ਕਿੱਦਾਂ ਕਰੇ ਬੰਦਾ ਇੱਕ ਦੋਸਤੀ 'ਚ? ਵੀਰੇ ਦੇਖੋ, ਮੈਨੂੰ ਨਹੀਂ ਲੱਗਦਾ ਧਰਤੀ ਤੋਂ ਕੋਈ ਇਹੋ ਜਿਹਾ ਥਰਮਾਮੀਟਰ ਬਣੇ ਜਿਹੜਾ ਆਪਾਂ ਲਾ ਕੇ ਕਿਤੇ ਚੈੱਕ ਕਰ ਲਾਂਗੇ ਵੀ ਆਈ ਮੇਰਾ ਵੀਰ ਬਣ ਕੇ ਮਾੜਾ ਕੱਚ 'ਚ ਤੇਰੇ ਥਰਮਾਮੀਟਰ ਲਾ ਲਈਏ, ਹੈ ਨਾ। ਸੋ ਵੀਰੇ ਇਹ ਤਾਂ ਇਨਸਾਨ ਦਾ, ਜਿਵੇਂ ਕਹਿੰਦੇ ਨਾ, ਕਿਸੇ ਇਨਸਾਨ ਦਾ ਜਿਹੜਾ ਵਰਤਣ ਦਾ ਤਰੀਕਾ ਹੈ ਉਹੀ ਸਿੱਧ ਕਰਦਾ ਕਿ ਤੁਹਾਡੇ ਲਈ ਉਹ ਕਿੰਨਾ ਕੁ ਖਾਸ ਹੈ ਜਾਂ ਤੁਹਾਡੇ ਲਈ ਕਿੰਨਾ ਕੁ ਸਹੀ ਹੈ, ਉਹਦੇ ਮਿਲ ਵਰਤਾਓ ਤੋਂ। ਛੋਟੀ ਜਿਹੀ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ, ਜਿਵੇਂ ਪਰ ਅੱਜ ਕੱਲ੍ਹ ਜ਼ਿਆਦਾਤਰ ਜਿਹੜੀਆਂ ਦੋਸਤੀਆਂ ਨੇ ਉਹ ਲਾਲਚ ਦੀਆਂ ਨੇ ਜਾਂ ਸਵਾਰਥ ਦੀਆਂ ਨੇ। ਫੋਰ ਐਗਜ਼ਾਮਪਲ, ਮੰਨ ਲਓ ਤੁਹਾਡੇ ਕੋਲੇ ਕਾਰ ਹੈ ਅਤੇ ਮੇਰੇ ਕੋਲ ਕਾਰ ਨਹੀਂ ਹੈ। ਮੈਨੂੰ ਲੱਗਦਾ ਕਿ ਯਾਰ ਮੈਨੂੰ ਕਾਰ ਦੀ ਲੋੜ ਆ, ਮੈਂ ਦੇਖਿਆ ਅਨਮੋਲ ਕੋਲੇ ਕਾਰ ਆ, ਮੈਂ ਤੁਹਾਡੇ ਨਾਲ ਕਾਰ ਚੱਕਰ 'ਚ ਦੋਸਤੀ ਕਰ ਲਈ। ਪਰ ਜਿੱਦਣ ਤੁਹਾਨੂੰ ਇਹ ਗੱਲ ਪਤਾ ਲੱਗੇਗੀ ਤਾਂ ਉਹ ਕਾਰ ਵੀ ਚਲੇ ਜਾਵੇਗੀ, ਦੋਸਤ ਵੀ ਚਲਾ ਜਾਊ ਮੇਰੇ ਤੋਂ ਸਾਰੀ ਉਮਰ ਵਾਸਤੇ ਜੀ। ਸੋ ਬੈਟਰ ਇਹ ਹੈ ਕਿ ਸਾਨੂੰ ਕਿ ਜਿਵੇਂ ਕਿ ਤੁਹਾਨੂੰ ਮੈਂ ਇੱਕ ਛੋਟੀ ਜਿਹੀ ਕਹਾਣੀ ਸੁਣਾ ਦਿੰਦਾ। ਅਗਰ ਕਹਿੰਦੇ ਵੀ ਇੱਕ ਰਾਜਾ ਇੱਕ ਮੇਲਾ ਲਾਉਂਦਾ, ਇੱਕ ਰਾਜਾ ਇੱਕ ਮੇਲਾ ਲਾਉਂਦਾ, ਉਹਦੇ ਵਿੱਚ ਉਹ ਜਿੰਨੀਆਂ ਵੀ ਸਾਡੀ ਜ਼ਿੰਦਗੀ ਦੀ ਸਹੂਲਤਾਂ ਹੁੰਦੀਆਂ ਨੇ ਉਹਦੇ ਅਨੁਸਾਰ ਨਾ, ਸਹੂਲਤਾਂ ਦੇ ਅਨੁਸਾਰ ਉਹ ਸਮੱਗਰੀ ਰੱਖ ਦਿੰਦਾ ਹੈ, ਸੋਨਾ, ਹੀਰੇ, ਗਵਾਰਾ, ਗਹਿਣਾ। ਅਤੇ ਉਹ ਕਹਿੰਦਾ ਜਿਹਨੂੰ ਜਿਹੜੀ ਵੀ ਚੀਜ਼ ਦੀ ਲੋੜ ਹੈ ਉਹ ਤੁਸੀਂ ਲੈ ਸਕਦੇ ਹੋ, ਆਪਣੇ ਵਾਸਤੇ ਲਿਜਾ ਸਕਦੇ ਹੋ। ਤਾਂ ਇੱਕ ਮੇਲਾ, ਉਹ ਜਿਵੇਂ ਰਾਜਾ ਨੇ ਜਿਹੜਾ ਮੇਲਾ ਲਗਾਇਆ, ਉਹਨੇ ਕਿਹਾ ਵੀ ਸੂਰਜ ਉਦੇ ਹੋਣ 'ਤੇ ਸਵੇਰੇ ਚੜ੍ਹਨ 'ਤੇ ਮੇਲਾ ਲੱਗੂਗਾ, ਅਸਤ ਹੋਣ 'ਤੇ ਮੇਲਾ ਬੰਦ ਹੋ ਜਾਏਗਾ। ਜਦੋਂ ਮੇਲਾ ਖਤਮ ਹੋਣ ਲੱਗਦਾ, ਕਿ ਛੋਟਾ ਜਿਹਾ ਬੱਚਾ ਮੇਲੇ ਵਿੱਚ ਆ ਜਾਂਦਾ ਅਤੇ ਰਾਜਾ ਵੀ ਮੇਲਾ ਦੇਖ ਰਿਹਾ ਹੁੰਦਾ ਆ ਕੇ, ਜਿਹਦੇ ਮੇਲਾ ਲਾਇਆ ਹੁੰਦਾ। ਛੋਟਾ ਜਿਹਾ ਬੱਚਾ ਆ ਕੇ ਰਾਜੇ ਦਾ ਗੁੱਟ ਫੜ ਲੈਂਦਾ। ਉਹ ਰਾਜਾ ਕਹਿੰਦਾ, ਬੇਟਾ ਕੀ ਚਾਹੀਦਾ? ਉਹ ਕਹਿੰਦਾ, ਤੂੰ ਚਾਹੀਦਾ। ਉਹ ਕਹਿੰਦਾ, ਬੇਟਾ ਮੇਰਾ ਤੂੰ ਕੀ ਕਰੇਂਗਾ? ਉਹਦੇ ਕਿੰਨੀਆਂ ਵਸਤੂਆਂ ਲੱਗੀਆਂ, ਖਿਡੌਣੇ ਨੇ, ਹੀਰੇ ਨੇ, ਜਵਾਹਰਾਤ ਨੇ, ਲੈ ਜਾ। ਹਰ ਬੰਦਾ ਆਪਣੀ ਬੁੱਧੀ ਦੇ ਅਨੁਸਾਰ ਵੀ ਪਹਿਲਾਂ ਹੀਰੇ ਚੱਕ ਲਓ, ਉਹਦੇ ਵਿੱਚ ਕਿ ਸੋਨਾ ਕਰ ਲਾਂਗੇ, ਫਿਰ ਪੈਸਾ ਕਰ ਲਾਂਗੇ, ਫਿਰ ਨਾਜ ਲਿਆਵਾਂਗੇ, ਐਂ ਕਰਕੇ। ਕੋਈ ਕਹਿੰਦਾ ਨਹੀਂ ਯਾਰ, ਹੀਰੇ ਚੋਰੀ ਹੋ ਜਾਣਗੇ, ਇਕੱਲਾ ਰਾਸ਼ਨ ਹੀ ਲੈ ਲਓ, ਜਿਉਣ ਵਾਸਤੇ ਰੋਟੀ ਚਾਹੀਦੀ ਹੈ। ਉਹ ਬੱਚਾ ਕਹਿੰਦਾ, ਨਹੀਂ ਰਾਜ ਨੇ, ਮੈਨੂੰ ਤੂੰ ਚਾਹੀਦਾ। ਉਹ ਕਹਿੰਦਾ, ਕਿਉਂ? ਉਹ ਕਹਿੰਦਾ, ਮੇਲਾ ਤਾਂ 10 ਮਿੰਟ 'ਚ ਹੁਣੇ ਖਤਮ ਹੋ ਜਾਏਗਾ, ਜਿਹੜੀ ਵਸਤੂਆਂ ਨੇ ਕਿੰਨੀ ਦੇਰ ਦੀ ਇਕੱਠੀ ਕਰ ਲਾਂਗੇ ਅਸੀਂ, ਪਰ ਮੈਨੂੰ ਤੂੰ ਜਿੱਦਾਂ ਜਿੰਨੀ ਦੇਰ ਤੂੰ ਜਿਉਂਦਾ, ਤੇਰੀ ਸਲਤਨਤ ਜਿਉਂਦੀ, ਤਾਂ ਮੈਂ ਰਹੂੰਗਾ। ਸੋ ਜ਼ਿੰਦਗੀ ਦੇ ਵਿੱਚ ਕਦੇ ਵਸਤੂ ਨਾਲ ਨਾ ਜੁੜੋ, ਦੋਸਤ ਨਾਲ ਜੁੜੋ। ਅਗਰ ਦੋਸਤ ਤੁਹਾਡਾ ਤਾਂ ਉਹਦਾ ਜੋ ਕੁਛ ਹੈ ਤੁਹਾਡਾ ਹੀ ਹੈ ਨਾ। ਰੱਬ ਨਾ ਕਰੇ ਤੁਹਾਡਾ ਮੇਰਾ ਪਿਆਰ ਅੱਛਾ ਹੈ, ਤੁਹਾਡੀ ਮੇਰੀ ਦੋਸਤੀ ਅੱਛੀ ਹੈ, ਮੇਰੇ ਘਰੇ ਸੁੱਖ ਦੁੱਖ ਹੈ, ਕਿ ਬਿਮਾਰੀ ਠਮਾਰੀ ਹੈ, ਤਾਂ ਮੇਰੇ ਕਹਿਣ ਦੀ ਲੋੜ ਹੀ ਨਹੀਂ ਪੈਣੀ। ਤੁਸੀਂ ਪਹਿਲਾਂ ਕਹਿਣਾ ਮੈਂ ਕਾਰ ਲੈ ਕੇ ਆਉਣਾ, ਆਪਾਂ ਜਾ ਆਉਂਦੇ ਯਾਰ। ਸੋ ਮਿੱਤਰਤਾ ਕਾਰ ਨਾਲ ਨਹੀਂ, ਮਿੱਤਰਤਾ ਦੋਸਤ ਨਾਲ ਹੋਣੀ ਜ਼ਰੂਰੀ। ਇਹ ਚੀਜ਼ ਹੈ ਕਿ ਸਵਾਰਥ ਜਿਹੜਾ ਹੈਗਾ ਉਹ ਟੈਂਪਰੇਰੀ ਚੀਜ਼ ਹੈਗੀ ਹੈ। ਦੋਸਤੀ ਦਾ ਲੈਵਲ ਬਹੁਤ ਵੱਡਾ ਹੈ ਇਹਦੇ ਤੋਂ। ਪਰ ਕਈ ਵਾਰੀ ਦੋਸਤੀ 'ਚ ਬਈ ਬਹੁਤ ਤਰ੍ਹਾਂ ਦੀ ਗੱਲਾਂ ਹੋ ਜਾਂਦੀਆਂ, ਇਹਨੂੰ ਸੌਰਟ ਆਊਟ ਕਰਨਾ ਚਾਹੀਦਾ ਕਿ ਦੋਸਤ ਤੋਂ ਮੁੱਖ ਮੋੜਨਾ? ਬਿਲਕੁਲ ਸੌਰਟ ਆਊਟ ਕਰਨਾ ਚਾਹੀਦਾ। ਦੇਖੋ ਵੀਰੇ, ਮੈਨੂੰ ਇਹ ਲੱਗਦਾ ਜ਼ਿੰਦਗੀ ਦੇ ਵਿੱਚ ਜਿਹੜੇ ਦੋਸਤੀ ਆ, ਦੋਸਤੀ 'ਚ ਕਦੇ ਗੁੱਡ ਬਾਈ ਨਹੀਂ ਹੁੰਦੀ ਅਤੇ ਦੋਸਤੀ 'ਚ ਕਦੇ ਨਾਰਾਜ਼ਗੀ ਨਹੀਂ ਹੁੰਦੀ। ਜਦੋਂ ਵੀ ਕਦੇ ਝਗੜਾ ਹੁੰਦਾ, ਹਮੇਸ਼ਾ ਮੁੱਦੇ ਦਾ ਝਗੜਾ ਹੁੰਦਾ, ਰਿਸ਼ਤੇ ਦਾ ਕਦੇ ਝਗੜਾ ਨਹੀਂ ਹੁੰਦਾ। ਪਰ ਜ਼ਿਆਦਾਤਰ ਸਮਾਜ ਦੇ ਵਿੱਚ ਸਾਡੇ, ਚਾਹੇ ਉਹ ਪਰਿਵਾਰ ਦੀ ਗੱਲ ਹੈ, ਚਾਹੇ ਦੋਸਤੀ ਦੀ ਗੱਲ ਹੈ, ਹਮੇਸ਼ਾ ਜੋ ਮੁੱਦਾ ਹੁੰਦਾ, ਮੁੱਦੇ 'ਤੇ ਗੁੱਡ ਬਾਏ ਹੋ ਜਾਂਦੀ ਹੈ। ਰਿਸ਼ਤੇ ਨੂੰ ਕਦੇ ਅਹਿਮੀਅਤ ਨਹੀਂ ਦਿੱਤੀ ਜਾਂਦੀ। ਸਪੋਜ਼ ਕੱਲ੍ਹ ਨੂੰ ਮੈਨੂੰ ਤੁਹਾਡੀ ਕੋਈ ਗੱਲ ਬੁਰੀ ਲੱਗਦੀ ਹੈ ਨਾ, ਆਪਾਂ ਰੋਜ਼ ਜਿਵੇਂ ਆਪਾਂ ਮਿਲਦੇ ਹਾਂ, ਅਕਸਰ ਕਾਫੀ ਬੈਠਦੇ ਹਾਂ, ਉੱਥੇ ਕੋਈ ਮਜ਼ਾਕ ਹੋ ਗਿਆ ਜਾਂ ਕੋਈ ਚੀਜ਼ ਮੈਨੂੰ ਤੁਹਾਡੀ ਗੱਲ ਬੁਰੀ ਲੱਗ ਗਈ, ਤਾਂ ਮੈਂ ਉਸ ਗੱਲ 'ਤੇ ਨਾਰਾਜ਼ ਰਹੂੰਗਾ। ਰਿਸ਼ਤੇ ਦੀ ਕੋਈ ਨਾਰਾਜ਼ਗੀ ਨਹੀਂ ਹੈ। ਉਸ ਇੰਸੀਡੈਂਟ ਤੋਂ ਜਾਣ ਤੋਂ ਬਾਅਦ ਤੁਸੀਂ 2 ਘੰਟੇ ਬਾਅਦ ਮੈਨੂੰ ਕਿਸੇ ਹੋਰ ਕੰਮ ਲਈ ਫੋਨ ਕਰੋਗੇ ਜਾਂ ਮੈਂ ਤੁਹਾਨੂੰ ਕਰਾਂ, ਤਾਂ ਆਪਣਾ ਰਿਸ਼ਤਾ ਉੱਥੇ ਕਾਇਮ ਹੋਣਾ ਚਾਹੀਦਾ। ਪਰ ਜਦੋਂ ਉਸ ਮੁੱਦੇ ਦੀ ਗੱਲ ਹੋਊਗੀ, ਮੈਂ ਕਹੂੰਗਾ ਉੱਥੇ ਭਾਈ ਉੱਥੇ ਤੂੰ ਗਲਤ ਸੀ। ਸੋ ਅੱਜ ਮੈਨੂੰ ਉਹ ਬੜੇ ਵੱਡੇ ਰਿਸ਼ਤੇ 20-20, 25-25 ਸਾਲਾਂ ਦੀ ਦੋਸਤੀਆਂ, 10-10 ਸਾਲ ਦੀਆਂ ਦੋਸਤੀਆਂ, ਨਰਸਰੀ ਦੀ ਦੋਸਤੀਆਂ, ਉਹ ਹਮੇਸ਼ਾ ਮਤਲਬ ਇੱਕ ਛੋਟੇ ਜਿਹੇ ਮੁੱਦੇ 'ਤੇ ਦੂਰ ਹੋ ਜਾਂਦੀਆਂ। ਪਰ ਮੈਨੂੰ ਲੱਗਦਾ ਅੱਜ ਤੱਕ ਜ਼ਿੰਦਗੀ 'ਚ ਮੈਂ ਅਗਰ ਕਦੇ ਕਿਸੇ ਨੂੰ ਗੁੱਡ ਬਾਏ ਬੋਲੀ ਹੈ, ਮੈਂ ਕਦੇ ਪਿੱਠ ਦਿਖਾ ਕੇ ਗੁੱਡ ਬਾਏ ਨਹੀਂ ਬੋਲੀ। ਮੈਂ ਹਮੇਸ਼ਾ ਫੇਸ ਕੀਤਾ, ਹਮੇਸ਼ਾ ਗੱਲ ਪੁੱਛੀ, ਗੱਲ ਦੱਸੋ ਗੱਲ ਕੀ ਹੈ। ਅਤੇ ਮੈਂ ਅਗਰ ਮੇਰੇ ਤੋਂ ਕੋਈ ਗਲਤੀ ਹੋਈ ਤਾਂ ਮੈਂ ਸਿਰ ਝੁਕਾਇਆ। ਅਗਰ ਦੂਸਰਾ ਬੰਦਾ ਤਾਂ ਮੈਂ ਉਹਨੂੰ ਕਹਿ ਕੇ ਇੱਥੇ ਤੂੰ ਗਲਤ ਹੈ, ਇਹਨੂੰ ਐਕਸੈਪਟ ਕਰ ਲਾ। ਪਰ ਇਹ ਅਗਰ ਆਪਾਂ ਰਿਸ਼ਤਾ ਛੱਡ ਰਹੇ ਹਾਂ ਤਾਂ ਫਿਰ ਉਹ ਨਹੀਂ, ਮੈਨੂੰ ਨਹੀਂ ਇਹ ਮਤਲਬ ਪਾਲਿਸੀ ਸਮਝ ਆਉਂਦੀ ਕਿ ਅਗਰ ਕੋਈ ਗੱਲ ਹੋ ਗਈ ਤਾਂ ਦੋਸਤੀ ਛੱਡ ਦਿਓ। ਪਰ ਜੇ ਇੱਕੋ ਬੰਦਾ ਬਾਰ-ਬਾਰ ਬਈ ਸੇਮ ਹੀ ਗਲਤੀ ਕਰ ਰਿਹਾ ਔਰ ਬਾਰ-ਬਾਰ ਐਕਸਪੈਕਟ ਕਰ ਰਿਹਾ ਤੁਸੀਂ ਮਾਫ਼ ਕਰੀ ਚੱਲੋ ਉਹਨੂੰ, ਹਾਂਜੀ, ਫਿਰ ਕੀ ਉੱਥੇ ਕੀ ਕਰਨਾ ਚਾਹੀਦਾ? ਉਹ ਤਾਂ ਫਿਰ ਹੁਣ ਤੁਸੀਂ ਆਪ ਸਮਝਦਾਰ ਹੋ। ਫਿਰ ਵੀ
ਇਹ ਤਾਂ ਤੁਸੀਂ ਆਪ ਸਮਝਦਾਰ ਹੋ। ਮੈਂ ਦੱਸਿਆ ਪਹਿਲਾਂ ਵੀ ਕਿ ਇਸ ਪੋਡਕਾਸਟ ਦੇ ਵਿੱਚ ਜਿਹੜੀਆਂ ਗੱਲਾਂ ਮੈਂ ਤੁਹਾਡੇ ਕੋਲ ਆਲਰੇਡੀ ਸੁਣ ਚੁੱਕਾ ਉਹ ਮੈਂ ਦੁਬਾਰਾ ਸੁਣਨੀਆਂ ਚਾਹਾਂਗਾ, ਕਿਉਂਕਿ ਜਿਹੜੀ ਆਡੀਅנס ਹੈ ਹਾਂਜੀ ਹੋ ਸਕਦਾ ਕਿ ਚਲੋ ਜਿਹੜੀ ਸਾਡੀ ਕਨਵਰਸੇਸ਼ਨ ਅੱਜ ਵਾਲੀ ਹੋ ਰਹੀ ਨਾ ਬੜੀ ਮਤਲਬ ਹਜ਼ਾਰਾਂ ਹੀ ਹੋ ਚੁੱਕੀਆਂ ਹੁਣ ਤੱਕ ਨਾ। ਮਤਲਬ ਮੈਂ ਜਿੰਨਾ ਤੁਹਾਡਾ ਸੁਣਿਆ, ਇੱਕ ਵਾਰੀ ਮੈਂ ਤੇ ਮੇਰਾ ਦੋਸਤ ਮੰਥਨ ਚਲੇ ਗਏ ਬਾਈ ਕੋਲ ਮਿਲਣ ਰਾਤੀ 11 ਵਜੇ। ਉਹ ਵਿਚਾਰਾ ਸਵੇਰੇ 4 ਵਜੇ ਤੱਕ ਗੱਡੀ 'ਚ ਬੈਠਾ ਰਿਹਾ ਤੇ ਮੈਂ 4 ਵਜੇ ਤੱਕ ਬਾਈ ਦਾ ਭਾਸ਼ਣ ਨਹੀਂ ਸੁਣਦਾ ਰਿਹਾ ਜਾਂ ਉਹ ਗੱਲਾਂ ਸੁਣਦਾ ਰਿਹਾ। ਉਹ ਤਾਂ ਚਲਦੀਆਂ ਹੀ ਰਹਿੰਦੀਆਂ ਹੈ ਨਾ, ਚੱਲਦੀਆਂ ਹੋ ਸਕਦਾ ਪੋਡਕਾਸਟ ਵਾਲੀਆਂ ਸਾਰੀਆਂ ਗੱਲਾਂ ਮੈਂ ਆਲਰੇਡੀ ਸੁਣੀਆਂ ਹੀ ਹੋਣ, ਪਰ ਜਿਹੜੀ ਆਡੀਅנס ਸੁਣ ਰਹੀ ਹੈ, ਜਿਨ੍ਹਾਂ ਨੂੰ ਵਾਕਈ ਜ਼ਿੰਦਗੀ ਦੇ ਵਿੱਚ ਰਿਸ਼ਤਿਆਂ ਨੂੰ ਨਾਲ ਲੈ ਕੇ ਚੱਲਣਾ, ਹਾਂਜੀ ਵੀਰੇ, ਜਿਨ੍ਹਾਂ ਨੇ ਤਾਂ ਦੇਖੋ ਇਕੱਲੇ ਹੀ ਰਹਿਣਾ, ਉਹ ਤਾਂ ਇਸ ਪੋਡਕਾਸਟ ਦਾ ਵੀ ਆਨੰਦ ਨਹੀਂ ਚੱਕ ਪਾਉਣਗੇ। ਬਿਲਕੁਲ ਵੀਰੇ, ਬਿਲਕੁਲ। ਪਰ ਜਿਨ੍ਹਾਂ ਨੇ ਸਭ ਕੁਝ ਨਾਲ ਲੈ ਕੇ ਚੱਲਣਾ, ਦੋਸਤੀ, ਦੁਨੀਆਦਾਰੀ, ਕਈ ਵਾਰ ਬੰਦੇ ਨੂੰ ਪਤਾ ਲੱਗ ਜਾਂਦਾ ਬਾਈ ਕਿ ਦੁਨੀਆ ਬੜੀ ਹੈ ਨਾ, ਉਹ ਹੈ ਬੀਪ, ਤੇ ਫਿਰ ਵੀ ਦੁਨੀਆਦਾਰੀ 'ਚ ਚੱਲਣਾ ਪੈਂਦਾ। ਉਹ ਕਿੱਦਾਂ ਵੀਰੇ ਦੇਖੋ, ਮੈਨੂੰ ਇਹ ਲੱਗਦਾ ਕਿ ਠੀਕ ਹੈ, ਸੰਸਾਰ ਨੂੰ ਖੁਸ਼ ਕਰਨਾ ਬਹੁਤ ਔਖਾ ਹੈ, ਇਹ 'ਚ ਤਾਂ ਕੋਈ ਦੋ ਰਾਏ ਨਹੀਂ ਹੈ, ਠੀਕ ਹੈ। ਬਟ ਮੈਨੂੰ ਇਹ ਲੱਗਦਾ ਕਿ ਯਾਰ ਸਹੀ ਇਨਸਾਨ ਜਾਂ ਆਪਾਂ ਲੋਕੀ ਕਹਿੰਦੇ ਜੀ ਅਸੀਂ ਮਰਦ ਹੁੰਦੇ ਜੀ, ਅਸੀਂ ਬਾਈ ਲਿਆ ਮਾਰ ਦਾਂਗੇ, ਯਾਰ ਇਹ ਮੈਨੂੰ ਲੱਗਦਾ ਕਿ ਬੈਲੈਂਸ ਮੈਨ ਕੌਣ ਹੈ? ਉਹਨੂੰ ਜਿਹੜਾ ਬੰਦਾ ਆਪਣੇ ਬਚਪਨ ਦਾ ਜਾਂ ਸਕੂਲ ਦੇ ਜਾਂ ਆਪਣੇ ਕਾਲਜ ਦੇ ਦੋਸਤਾਂ ਨਾਲ ਵੀ ਠੀਕ ਰਹੇ, ਜਦੋਂ ਉਹਦੀ ਵਿਆਹਤਾ ਜ਼ਿੰਦਗੀ ਆਉਂਦੀ ਹੈ, ਆਪਦੀ ਮਾਂ ਪਿਓ ਨਾਲ ਵੀ ਵਧੀਆ ਰਵੇ, ਫਿਰ ਜਿਹਨੂੰ ਵਿਆਹ ਕੇ ਲਿਆ ਉਹਦੇ ਨਾਲ ਵੀ ਵਧੀਆ ਰਵੇ, ਫਿਰ ਜਿਹੜਾ ਬੱਚਿਆਂ ਨੂੰ ਧਰਤੀ 'ਤੇ ਜਨਮ ਦਿੱਤਾ ਉਹਨਾਂ ਨਾਲ ਵਧੀਆ ਰਵੇ। ਇਹ ਨਹੀਂ ਕਿ ਯਾਰ ਬਾਈ ਬਹੁਤ ਵਧੀਆ ਬੰਦਾ, ਇਹ ਤਾਂ ਬਾਈ 2:30 ਵਜੇ ਯਾਰੀ ਲਈ ਆ ਜਾਂਦਾ, ਘਰੇ ਜਨਾਨੀ ਦੁਖੀ ਹੈ, ਮੇਰੀ ਹਾਲ ਨਹੀਂ ਪੁੱਛ ਰਿਹਾ, ਅੱਛਾ ਮਾਂ ਕਹਿੰਦੀ ਹੈ ਮੈਨੂੰ ਪਾਣੀ ਨਹੀਂ ਪੁੱਛਦਾ, ਦੋਸਤ ਵਾਲੇ ਕਹਿੰਦਾ ਦੱਸ ਗੋਲੀ ਕਿਤੇ ਮਾਰਨੀ, ਬਾਈ ਮਾਰ ਦਾਂਗੇ ਤੇਰੇ ਲਈ ਬੰਦਾ। ਇਹ ਹੁੰਦਾ ਬਾਈ ਅੱਜ ਕੱਲ੍ਹ ਸਮਾਜ 'ਚ। ਤਾਂ ਮੈਨੂੰ ਉਹ ਕੋਈ ਵਧੀਆ ਗੱਲ ਨਹੀਂ। ਜਾਂ ਕੋਈ ਬੰਦਾ ਕਹੇ ਯਾਰ ਹੁਣ ਕਈ ਬੰਦੇ ਹੁੰਦੇ ਆ, ਯਾਰ ਤੇਰੀ ਭਾਬੀ ਦਾ ਫੋਨ ਆ ਗਿਆ, ਮੈਂ ਨਹੀਂ ਆ ਸਕਦਾ, ਮੈਂ ਨਹੀਂ ਕਰ ਸਕਦਾ, ਮੈਂ ਉੱਥੇ ਜਾਣਾ, ਮੈਂ ਫਲਾਨਾ ਜਾਣਾ। ਠੀਕ ਹੈ, ਵਾਈਫ ਦੀ ਬਹੁਤ ਇੰਪੋਰਟੈਂਸ ਹੈ, ਸਾਡੀ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਹੈ ਉਹ, ਪਰ ਇਹ ਵੀ ਨਹੀਂ ਕਿ ਅਸੀਂ ਜਿਨ੍ਹਾਂ ਦੋਸਤਾਂ ਨੇ ਉਹ ਵਿਆਹ ਤੱਕ ਸਾਡਾ ਸਾਥ ਦਿੱਤਾ, ਬੜੇ ਹੀ ਸਾਡੀ ਲਾਈਫ ਵਿੱਚ ਉਤਾਰ ਚੜ੍ਹਾਅ ਆਉਂਦੇ ਆ, ਦੋਸਤ ਸਾਡਾ ਮੋਢਾ ਲਾ ਕੇ ਖੜਾ ਕਰਦੇ ਆ, ਤੇ ਅਸੀਂ ਅੱਜ ਉਹਨਾਂ ਦੋਸਤਾਂ ਨੂੰ ਛੱਡ ਦਈਏ, ਹੈ ਨਾ। ਤੁਸੀਂ ਕਹਿਣਾ ਚਾਹੁੰਦੇ ਹੋ ਕਿ ਮੈਨੇਜਮੈਂਟ ਹੋਣੀ ਚਾਹੀਦੀ? ਮੈਨੇਜਮੈਂਟ ਕਿਵੇਂ ਹੋਵੇ? ਬੈਲੈਂਸ ਹੁਣ ਵੀਰੇ ਇਹ ਹੁਣ ਡਿਪੈਂਡ ਕਰਦਾ ਬੰਦੇ ਦੇ ਉੱਤੇ। ਤੁਸੀਂ ਕਿਵੇਂ ਕਰਦੇ ਹੋ ਮੈਨੇਜ ਬਾਈ? ਤੁਹਾਡੀ ਵਾਈਫ ਵੀ ਨੇ, ਭਾਬੀ ਵੀ ਨੇ, ਸਾਡੇ ਭੈਣ ਵੀ ਨੇ, 2 ਗੁੜੀਆਂ ਵੀ ਨੇ, ਬੱਚੇ ਵੀ ਨੇ, ਇੰਨਾ ਤਾਮਾ ਜਾਮਾ। ਉਸ ਤੋਂ ਬਾਅਦ ਤੁਸੀਂ ਅਗਲੇ ਸਵਾਲ ਮੈਂ ਬਾਅਦ 'ਚ ਆਊਂਗਾ, ਤੁਸੀਂ ਪਹਿਲਾਂ ਇਹਦਾ ਜਵਾਬ ਦਿਓ, ਤੁਸੀਂ ਕਿਵੇਂ ਮੈਨੇਜ ਕਰਦੇ ਹੋ ਸਾਰਾ? ਦੇਖੋ ਵੀਰੇ, ਪਹਿਲਾਂ ਮੈਨੂੰ ਲੱਗਦਾ ਕਿ ਨਾ ਇਹ ਸਾਰਾ ਕੁਝ ਮੈਨੇਜ ਉਦੋਂ ਹੁੰਦਾ ਜਦੋਂ ਇਨਸਾਨ ਅੰਦਰੋਂ ਉਹਨਾਂ ਚੀਜ਼ਾਂ ਨੂੰ ਇੰਪੋਰਟੈਂਸ ਦਿੰਦਾ, ਕਰਨਾ ਚਾਹਵੇ ਮੈਨੇਜ। ਹਾਂ, ਜਿਸ ਕਰਨਾ ਚਾਹਵੇ। ਮੈਨੂੰ ਨਹੀਂ ਲੱਗਦਾ ਧਰਤੀ 'ਤੇ ਕੋਈ ਇਹੋ ਜਿਹੀ ਚੀਜ਼ ਹੈ ਜਿਹੜੀ ਇਨਸਾਨ ਨਹੀਂ ਕਰ ਸਕਦਾ। ਪਹਿਲਾਂ ਉਹਦੇ ਡਿਪੈਂਡ ਕਰਦਾ, ਜਿਵੇਂ ਹੁਣ ਮੇਰੇ ਫਾਦਰ ਪੁਲਿਸ ਪਰਿਵਾਰ ਵਿੱਚ ਸੀਗੇ, ਤਾਂ ਮੇਰੇ ਫਾਦਰ ਡਰਿੰਕ ਕਰਦੇ ਸੀ, ਬਹੁਤ ਜ਼ਿਆਦਾ ਡਰਿੰਕ ਕਰਦੇ ਸੀਗੇ, ਠੀਕ ਹੈ, ਪਰ ਮੈਂ ਡਰਿੰਕ ਨਹੀਂ ਕੀਤੀ। ਤੁਸੀਂ ਇਸ ਲਈ ਨਹੀਂ ਕੀਤੀ ਕਿਉਂਕਿ ਪਾਪਾ ਬਹੁਤ ਕਰਦੇ ਸੀ? ਇਹ ਵੀ ਇੱਕ ਵੱਡਾ ਤੁਸੀਂ ਐਸਪੈਕਟਸ ਲਾ ਸਕਦੇ ਹੋ। ਮੈਨੂੰ ਤਾਂ ਇਹਨੂੰ ਕੋਈ ਪਬਲਿਕਲੀ ਬੋਲਣ 'ਚ ਕੋਈ ਹਰਜ ਨਹੀਂ ਹੈ ਮੈਨੂੰ, ਪਰ ਮੈਂ ਸ਼ੁਰੂ ਤੋਂ ਧਰਮ ਮਤਲਬ ਗੁਰੂ ਘਰ ਨਾਲ ਜੁੜ ਗਿਆ ਸੀ ਮੈਂ, ਇਹ ਇੱਕ ਵੱਡਾ ਰੀਜ਼ਨ। ਬਈ ਤੁਹਾਡੇ ਪਹਿਰਾਵੇ ਤੋਂ ਲੱਗਦਾ ਕਿ ਤੁਹਾਨੂੰ ਭਗਵਦ ਗੀਤਾ ਜੀ ਬਾਰੇ ਵੀ ਬਹੁਤ ਤੱਕ ਗਿਆਨ ਹੈ, ਮੈਂ ਸਾਰਾ ਨਹੀਂ ਕਹੂੰਗਾ, ਤੇ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਵੀ ਤੁਹਾਡੇ ਕੋਲ ਬਹੁਤ ਗਿਆਨ ਹੈ, ਪਰ ਤੁਹਾਡਾ ਪਹਿਰਾਵੇ ਨਾਲ ਚੀਜ਼ਾਂ ਮੈਚ ਨਹੀਂ ਕਰਦੀਆਂ। ਮੇਰੇ ਪਹਿਰਾਵੇ ਦਾ ਤਾਂ ਕਦੇ ਤੁਹਾਡੇ ਇੰਟਰਨਲ ਚੀਜ਼ਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਨਾ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 10ਵੇਂ ਗ੍ਰੰਥ ਵਿੱਚ ਲਿਖਦੇ ਨੇ, ਕਹਿੰਦੇ ਦੇਖ ਭੇਖ ਮਕ ਦੇਖੀਏ, ਪੁੱਛ ਲੀਜੇ ਗਿਆਨ, ਮੋਲ ਕਰੋ ਤਲਵਾਰ ਕਾ, ਪੜਾ ਰਹਿਣੇ ਦੋ ਮਿਆਨ। ਗੁਰੂ ਸਾਹਿਬ ਕਹਿੰਦੇ ਯੁੱਧ ਦੇ ਵਿੱਚ ਕਦੇ ਵੀ ਮਿਆਨ ਦੀ ਵਰਤੋਂ ਨਹੀਂ ਕੀਤੀ ਜਾਂਦੀ, ਅੰਦਰੋਂ ਤਲਵਾਰ ਦੀ ਵਰਤੋਂ ਕੀਤੀ। ਵਾਹ, ਠੀਕ ਹੈ। ਪਰ ਮੈਂ ਫਿਰ ਵੀ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ, ਮੈਂ ਇਹ ਕਹਿਣਾ ਚਾਹੁੰਦਾ, ਇਹ ਮੇਰੇ ਨਿੱਜੀ ਵਿਚਾਰ ਨੇ, ਇਹਨੂੰ ਕਿਸੇ ਧਰਮ, ਕਿਸੇ ਜਾਤੀ ਨਾਲ ਨਾ ਜੋੜਿਆ ਜਾਵੇ, ਕਿਸੇ ਗ੍ਰੰਥ ਨਾਲ ਨਾ ਜੋੜਿਆ ਜਾਵੇ। ਜਿਵੇਂ ਹਰ ਬੰਦੇ ਦਾ ਆਪਣਾ ਓਪੀਨੀਅਨ ਹੈ, ਕਿਸੇ ਨੂੰ ਕਾਲਾ ਰੰਗ ਪਸੰਦ ਆ, ਕਿਸੇ ਨੂੰ ਚਿੱਟਾ ਰੰਗ ਪਸੰਦ ਆ, ਤਾਂ ਇਹ ਮੇਰੇ ਪਰਸਨਲ ਥਾਟ ਨੇ, ਮੈਂ ਇਹਨੂੰ ਕਿਸੇ ਵੀ ਉਹ ਚੀਜ਼ ਨਾਲ ਨਹੀਂ ਕੰਸਰਨ ਕਰਦਾ। ਪਰ ਲੋਕ ਬਈ ਅਕਸਰ ਕਿਤੇ ਨਾ ਕਿਤੇ ਅੱਜ ਕਰਦੇ ਨੇ ਜੱਜ ਲੁੱਕ ਨਾਲ, ਹਾਂਜੀ, ਕਿ ਯਾਰ ਇਹ ਤਾਂ ਸੂਟਡ ਬੂਟਡ ਪਾਏ ਹੁਣ, ਇਹਨਾਂ ਨੂੰ ਕੱਪੜਿਆਂ ਤੋਂ ਇਲਾਵਾ ਹੋਰ ਕੀ ਪਤਾ ਹੁਣ। ਤੁਹਾਡੇ ਨਾਲ ਕਦੀ ਦਾ ਐਕਸਪੀਰੀਅੰਸ ਹੋਇਆ ਕਿ ਤੁਹਾਨੂੰ ਕਿਸੇ ਨੇ ਐਂ ਹੀ? ਹਾਂਜੀ, ਬਹੁਤ ਵਾਰ ਹੁੰਦਾ ਜੀ। ਫਿਰ ਉੱਥੇ ਕੀ ਹੁੰਦਾ? ਕੁਛ ਨਹੀਂ, ਦੇਖੋ ਕਈ ਜਗ੍ਹਾ ਤੇ ਜਵਾਬ ਦਿੱਤਾ ਜਾਂਦਾ, ਕਈ ਜਗ੍ਹਾ ਮੈਂ ਦੇਣਾ ਨਹੀਂ ਠੀਕ ਸਮਝਦਾ ਹੁੰਦਾ, ਕਈ ਜਗ੍ਹਾ ਤੇ ਕੰਟਰੋਲ ਕਰ ਲੈਣਾ। ਹਾਂਜੀ, ਲਾਈਫ ਵਿੱਚ ਸਭ ਤੋਂ ਵੱਡੀ ਚੀਜ਼ ਹੀ ਪੇਸ਼ੈਂਸ ਆ ਵੀਰੇ, ਸਬਰ ਹੀ ਹੈ। ਅੱਜ ਜਿਵੇਂ ਤੁਸੀਂ ਗੱਲ ਕਰਦੇ ਹੋ ਕਿ ਅਗਰ ਘਰ ਨਹੀਂ ਮੈਨੇਜ ਹੁੰਦਾ, ਉਹ 'ਚ ਸਭ ਤੋਂ ਵੱਡੀ ਪ੍ਰੋਬਲਮ ਹੀ ਸਬਰ ਹੈ। ਸਭ ਤੋਂ ਵੱਡੀ ਗੱਲ ਹੀ ਪੇਸ਼ੈਂਸ ਦੀ ਹੈ ਕਿ ਲੋਕਾਂ 'ਚ ਪੇਸ਼ੈਂਸ ਨਹੀਂ ਹੈ, ਲੋਕਾਂ 'ਚ ਸਬਰ ਨਹੀਂ ਹੈ, ਉਸੇ ਕਰਕੇ ਪ੍ਰੋਬਲਮਸ ਆਉਂਦੀਆਂ ਫੈਮਿਲੀ ਵਿੱਚ ਸਾਰੀਆਂ ਵੀਰੇ। ਬਈ ਇੱਕ ਵਧੀਆ ਫੈਮਿਲੀ ਆਪਣੀ, ਇੱਕ ਭਾਵੇਂ ਉਹ ਅੱਜ ਬੇਟਾ ਹੈ, ਕੱਲ੍ਹ ਨੂੰ ਉਹਨੇ ਹਸਬੈਂਡ ਬਣਨਾ ਹੈ, ਆਪਣੀ ਮਾਂ ਦਾ ਪੁੱਤ ਹੈ, ਇੱਕ ਵਧੀਆ ਹੱਸਦਾ ਖੇਲਦਾ ਪਰਿਵਾਰ। ਅੱਜ ਹਰ ਘਰ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਹੈ, ਡਿਪਰੈਸ਼ਨ ਦਾ ਕੋਈ ਸ਼ਿਕਾਰ ਹੈ, ਕੋਈ ਕੁਛ ਸ਼ਿਕਾਰ ਹੈ। ਇੱਕ ਹੱਸਦੀ ਫੈਮਿਲੀ ਕਿਵੇਂ, ਸਭ ਤੋਂ ਪਹਿਲੀ ਪ੍ਰਾਇੋਰਟੀ ਕਿਹੜੀ ਚੀਜ਼ ਨੂੰ ਮੰਨਦੇ ਹੋ? ਇੱਕ ਹੱਸਦੀ ਫੈਮਿਲੀ, ਅੱਜ ਹੱਸਦੀ ਫੈਮਿਲੀ ਕੋਈ ਅੱਜ ਬਣਨਾ ਚਾਹੁੰਦੀ ਹੈ, ਪਹਿਲੀ ਪ੍ਰਾਇੋਰਟੀ ਕਿਸ ਚੀਜ਼ ਨੂੰ ਦਿੰਦੇ ਹੋ ਕਿ ਇਹ ਪਹਿਲੀ ਸ਼ੁਰੂਆਤ ਹੈ? ਦੇਖੋ ਵੀਰੇ, ਇਹਦੇ ਵਿੱਚ ਮੈਂ ਫਿਰ ਕਹੂੰਗਾ, ਮੈਂ ਜੋ ਵੀ ਗੱਲਾਂ ਪਹਿਲਾਂ ਵੀ ਕਹੀਆਂ, ਜਾਂ ਮੈਂ ਹੁਣ ਕਹੀਆਂ, ਜਾਂ ਮੈਂ ਬਾਰ-ਬਾਰ ਕਹਿ ਰਿਹਾ, ਸ਼ਾਇਦ ਮੈਂ ਵਰਡ ਰਿਪੀਟ ਵੀ ਕਰ ਦਊਂਗਾ, ਇਹ ਮੇਰੇ ਨਿੱਜੀ ਵਿਚਾਰ ਨੇ। ਤੁਸੀਂ ਖੁੱਲ੍ਹ ਕੇ ਗੱਲ ਕਰੋ ਵੀਰੇ। ਮੈਂ ਖੁੱਲ੍ਹ ਕੇ ਵੀਰੇ ਗੱਲ ਕਰ ਰਿਹਾ, ਮੈਂ ਕਿਸੇ ਨੂੰ ਜਵਾਬ ਦੇ ਨਹੀਂ ਹੈਗਾ, ਪਰ ਮੈਂ ਇਹ ਕਹਿਣਾ ਚਾਹੁੰਦਾ, ਮੇਰੇ ਜਿਹੜੇ ਵਿਚਾਰ ਨੇ ਮੇਰੇ ਨਿੱਜੀ ਨੇ, ਮੇਰੇ ਇਸ ਗੱਲ ਨੂੰ ਪੂਰਾ ਸਹਿਮਤ ਹਾਂ ਬਾਈ। ਠੀਕ ਹੈ, ਇਹਦਾ ਮੈਂ ਕਿਸੇ ਨਾਲ ਉਹ ਨਹੀਂ ਕਰਦਾ ਕਿ ਕੱਲ੍ਹ ਨੂੰ ਮੈਂ ਨਹੀਂ ਤੁਹਾਨੂੰ ਕਿਸੇ ਨੂੰ, ਪਹਿਲੀ ਗੱਲ ਤਾਂ ਮੈਂ ਉਸ ਪਦਵੀ ਤੇ ਨਹੀਂ ਪਹੁੰਚਿਆ, ਜਾਂ ਮੈਂ ਕਿਸੇ ਮੁਕਾਮ ਤੇ ਨਹੀਂ ਲੱਗਿਆ, ਅੱਜ ਮੈਂ ਕੋਈ ਪ੍ਰਿੰਸੀਪਲ ਨਹੀਂ ਆ ਜਿਹੜੀ ਕਿ ਅੱਛੀਆਂ ਸਾਡੀ ਸੁਸਾਇਟੀ ਦੇ ਵਿੱਚ ਕੋਈ ਸੰਤ ਸਮਾਜ ਹੈ, ਕਿਸੇ ਵੀ ਪਾਦੀ ਤੇ ਨੇ ਨਾ ਆਪਣੀ ਔਕਾਤ ਹੈ ਕਿ ਜਿਹੜਾ ਮੈਂ ਸਮਾਜ ਨੂੰ ਕਿਸੇ ਨੂੰ ਮੈਂ ਸੰਦੇਸ਼ ਦੇ ਸਕਾਂ। ਮੇਰੇ ਨਿੱਜੀ ਵਿਚਾਰ ਨੇ। ਤਜਰਬਾ ਬਾਈ ਜਿਹੜਾ 4-5ਵੀਂ ਵਾਰੀ ਪੌਡਕਾਸਟ 'ਚ ਇਹੀ ਗੱਲਾਂ ਆਪਾਂ ਕਰਤੀ ਆ, ਕੋਈ ਖਾਸਾ ਤਜਰਬਾ ਰਿਹਾ ਕਿ ਤਜਰਬੇ ਵਾਲਿਆਂ ਦੇ ਨਾਲ ਰਹਿਣਾ ਮੈਂ।
ਐਕਚੁਅਲੀ ਨਾ ਕਈ ਵਾਰੀ ਕਿਸੇ ਬੰਦੇ ਦਾ ਬੰਦਾ ਕਹਿੰਦਾ ਯਾਰ ਭਾਈ ਫਲਾਣੇ ਸਿਆ ਤੈਨੂੰ ਐ ਆਹ ਗੱਲ ਤੂੰ ਬਹੁਤ ਵਧੀਆ ਬੋਲ ਲੈਣਾ, ਆਹ ਕਿਵੇਂ ਕਰ ਲੈਣਾ। ਉਹ ਕਹਿੰਦਾ ਤੈਨੂੰ ਪਤਾ ਕਾਕਾ ਮੇਰੇ ਸਿਲੇਬਸ 'ਚ ਕੌਣ ਸੀ? ਕਹਿੰਦਾ ਕੌਣ? ਕਹਿੰਦਾ ਅਨਮੋਲ ਗਵਤਰਾ। ਹੁਣ ਜਿਹਦੇ ਸਿਲੇਬਸ 'ਚ ਇਹ ਚੀਜ਼ਾਂ ਆਈਆਂ, ਹੁਣ ਜਿਹੜਾ ਬੰਦਾ ਉਹਨੂੰ ਪਾਸ ਕਰਕੇ ਉਹ 'ਚੋਂ ਵੀ 33% ਨਹੀਂ, ਉਹ 'ਚ 99% ਨੰਬਰ ਲੈ ਕੇ ਬੈਠਾ ਹੋਵੇ, ਤਜਰਬੇ ਬਹੁਤ ਨੇ ਤੁਹਾਡੇ ਨਾਲ ਦਿਆਂ ਦੇ। ਤੇ ਮੈਨੂੰ ਅਨਮੋਲ ਗਵਤਰੇ ਸਾਰੇ ਨੇ ਮੇਰੇ ਕੋਲ, ਇੱਕ ਨਹੀਂ ਹੈ। ਤਾਂ ਹੀ ਉਹ ਸਾਰਿਆਂ ਦਾ ਹੋ ਜਾਂਦਾ ਨਾ ਫਿਰ। ਸੋ ਵੀਰੇ ਪਰਿਵਾਰ ਦੇ ਵਿੱਚ ਮੈਨੂੰ ਐਵੇਂ ਲੱਗਦਾ ਪਿਓ ਜਾਂ ਮੇਲ ਜਿਹੜਾ ਬੰਦਾ ਉਹਦਾ ਬਹੁਤ ਵੱਡਾ ਯੋਗਦਾਨ ਹੁੰਦਾ। ਠੀਕ ਹੈ, ਸਾਡੇ ਸਮਾਜ ਦੇ ਵਿੱਚ ਹਮੇਸ਼ਾ ਮਾਂ ਨੂੰ ਬਹੁਤ ਵੱਡਾ ਦਰਜਾ ਦਿੱਤਾ ਗਿਆ ਔਰ ਇਹ 'ਚੋਂ ਠਲਾਇਆ ਵੀ ਨਹੀਂ ਜਾ ਸਕਦਾ। ਮਾਂ ਦਾ ਤਿਆਗ 7 ਜਨਮ ਲੈ ਕੇ ਵੀ ਕੋਈ ਬੰਦਾ ਨਹੀਂ ਤਾਰ ਸਕਦਾ, ਬਟ ਪਿਓ ਦਾ ਵੀ ਬਹੁਤ ਵੱਡਾ ਦਰਜਾ ਹੁੰਦਾ। ਜੇ ਆਪਾਂ ਬੇਸਿਕ ਜੀ ਆਪਾਂ ਵੀਰੇ ਗੱਲ ਕਰੀਏ ਕਿ ਜਿਹੜਾ ਜਿਹਨੂੰ ਮਾਂ ਮਤਲਬ ਆਪਣੇ ਪੁੱਤ ਨੂੰ ਬੜੇ ਚਾਵਾਂ ਨਾਲ ਲਾਡਾਂ ਨਾਲ ਪਾੜਦੀ ਹੈ ਨਾ, ਉਹਨੂੰ ਪੁੱਤ ਵੱਡਾ ਹੋ ਜਾਂਦਾ ਹੈ, ਉਹਦਾ ਵਿਆਹ ਹੋ ਜਾਂਦਾ, ਫਿਰ ਉਹੀ ਪੁੱਤ ਮਾਂ ਨੂੰ ਲੱਗਦਾ ਕਿ ਹੁਣ ਇਹ ਮੇਰੀ ਗੱਲ ਨਹੀਂ ਸੁਣਦਾ, ਉਹੀ ਪਿਓ ਨੂੰ ਲੱਗਦਾ ਕਿ ਹੁਣ ਆਪਣੀ ਘਰ ਵਾਲੀ ਦੀ ਗੱਲ ਸੁਣਦਾ। ਤਾਂ 90% ਬੰਦੇ ਇਸ ਚੀਜ਼ ਵਿੱਚ ਇਹ ਕਹਿ ਦਿੰਦੇ ਯਾਰ ਸਾਡੇ ਘਰ ਨੂੰ ਕੁੜੀ ਚੰਗੀ ਨਹੀਂ ਮਿਲੀ, ਕੁੜੀ ਦੇ ਆਉਣ ਨਾਲ ਘਰ ਖਰਾਬ ਹੋ ਗਿਆ। ਅੱਜ ਤੁਸੀਂ ਵੀ ਅਕਸਰ ਚੀਜ਼ਾਂ ਬਿਲਕੁਲ ਸੁਣਨ ਮਿਲਦੀਆਂ ਕਿ ਕੁੜੀ ਦੇ ਆਉਣ ਨਾਲ ਘਰ ਖਰਾਬ ਹੋ ਗਿਆ। ਤਾਂ ਮੈਨੂੰ ਇਹਦੇ ਵਿੱਚ ਇੱਕ ਗੱਲ ਇਹ ਵੀ ਹੈ ਕਿ ਕੁੜੀ ਨੇ ਇਹੋ ਜਿਹਾ ਕੀ ਤੁਹਾਡੇ ਮੁੰਡੇ ਨਾਲ ਕਰਤਾ ਕਿ ਤੁਹਾਡਾ ਘਰ ਖਰਾਬ ਹੋ ਗਿਆ। ਇੱਥੇ ਗੱਲ ਸਿਰਫ ਵੀਰੇ ਜਿੱਥੇ ਖੜਦੀ ਸਿਰਫ ਬੈਲੈਂਸ 'ਤੇ ਆ ਕੇ ਗੱਲ ਖੜ ਜਾਂਦੀ ਹੈ। ਅਗਰ ਬੰਦੇ ਨੂੰ ਇੰਨੀ ਸਮਝ ਹੋਵੇ ਕਿ ਉਹਨੇ ਇਸ ਚੀਜ਼ ਨੂੰ ਬੈਲੈਂਸ ਕਰਨਾ ਤਾਂ ਕਿਵੇਂ ਕੀਤਾ ਜਾ ਸਕਦਾ। ਹੁਣ ਮੈਂ ਛੋਟੀ ਜੀ ਤੁਸੀਂ ਮੈਨੂੰ ਚਲੋ ਗੱਲ ਬੜੀ ਮਜ਼ਾਕ ਵਾਲੀ ਹੈ, ਬਟ ਹੈ ਮੇਰੀ ਨਿੱਜੀ ਜ਼ਿੰਦਗੀ ਦੀ ਹੈ। ਜਿਵੇਂ ਤੁਸੀਂ ਮੈਨੂੰ ਪੁੱਛਿਆ ਕਿ ਵੀਰੇ ਤੁਸੀਂ ਕਿਵੇਂ ਮੈਨੇਜ ਕਰਦੇ ਹੋ, ਜਦੋਂ ਮੇਰਾ ਵਿਆਹ ਹੋਇਆ ਰਿਸ਼ਤੇਦਾਰ ਆਏ ਸਾਰੇ ਵਾਪਸ 'ਚ 2-3 ਦਿਨ ਘਰੇ ਰੌਣਕ ਲੱਗੀ ਰਹਿੰਦੀਆਂ, ਤੇ ਜਦੋਂ ਸਭ ਰਿਸ਼ਤੇਦਾਰ ਪਿੰਡ ਨੂੰ ਮੁੜ ਗਏ। ਤੁਹਾਡੇ ਵਿਆਹ ਵਾਲੀ ਵੀਡੀਓ ਕੋਈ ਚਲਾ ਸਕਦੇ ਅਸੀਂ ਵਿੱਚ? ਤੇ ਜਦੋਂ ਇਹ ਰਾਜ਼ ਕੋ ਰਾਜ਼ ਹੀ ਰਹਿਣੇ ਦੋ। ਤੇ ਜਦੋਂ ਰਿਸ਼ਤੇਦਾਰ ਮੁੜ ਗਏ, ਅਸੀਂ ਜਿੱਦਣ ਆਪਣੇ ਪੰਜਾਬੀਆਂ ਦੇ ਕਲਚਰ ਆ ਘਰੇ ਕਹਿ ਦਿੰਦੇ ਆ ਜੀ ਵੀ ਕੁੜੀ ਨੂੰ ਅੱਜ ਚੁੱਲ੍ਹੇ ਚਾੜਨਾ, ਵੀ ਮਿੱਠਾ ਬਣਾਉਣਾ ਕੁਛ ਨਾ ਕਾਈਂਡ ਆਫ ਇੱਦਾਂ। ਜਦੋਂ ਘਰੇ ਬੈਠੇ ਤਾਂ ਫਿਰ ਮੈਂ ਜਿੱਦਣ ਮੈਂ ਕੰਮ 'ਤੇ ਜਾਣਾ ਸ਼ੁਰੂ ਕਰਨਾ ਸੀਗਾ, ਮੈਂ ਮੰਮੀ ਪਾਪਾ ਮੈਂ ਹੈ ਨਾ ਅਸੀਂ ਬੈਠ ਗਏ ਅਤੇ ਮੈਂ ਮਾਤਾ ਨੂੰ ਅਤੇ ਬਾਪੂ ਜੀ ਨੂੰ ਕਿਹਾ ਮੈਂ ਦੇਖੋ ਕੱਲ੍ਹ ਤੋਂ ਮੈਂ ਕੰਮ 'ਤੇ ਜਾਣਾ ਸ਼ੁਰੂ ਕਰਨਾ, ਵੀ ਮੇਰੀ ਤੁਹਾਨੂੰ ਇੱਕ ਪਿਆਰ ਨਾਲ ਇੱਕ ਬੜੀ ਰਿਕੁਐਸਟ ਹੈ, ਹੁਣ ਤੁਸੀਂ ਐਕਸੈਪਟ ਕਰ ਲਓਗੇ ਬਹੁਤ ਵਧੀਆ, ਨਹੀਂ ਚੱਲਣਾ ਉਵੇਂ ਹੀ ਹੈ ਜਿਵੇਂ ਮੈਂ ਜੋ ਮੇਰੇ ਦਿਲ ਦੀ ਇੱਛਾ। ਕਹਿੰਦੇ ਕਿਵੇਂ? ਮੈਂ ਕਿਹਾ ਪਾਪਾ ਜੀ ਨੂੰ ਕਿਹਾ, ਬਾਪੂ ਜੀ ਨੂੰ ਮੈਂ ਕਿਹਾ ਦੇਖੋ ਪਹਿਲਾਂ ਤੁਹਾਡਾ ਲੇਡੀਜ਼ 'ਚ ਬੋਲਣ ਦਾ ਕੰਮ ਹੀ ਨਹੀਂ ਹੈ ਘਰ ਦੇ ਵਿੱਚ, ਕਿ ਨੋ ਐ ਨਹੀਂ ਕਰਦੀ, ਨੋ ਉਹ ਨਹੀਂ ਕਰਦੀ। ਤੁਹਾਨੂੰ ਕੋਈ ਵੀ ਇਹ ਤੋਂ ਨਾਰਾਜ਼ਗੀ ਹੈ ਜਾਂ ਤੁਹਾਨੂੰ ਲੱਗਦਾ ਸੇਵਾ 'ਚ ਕਮੀ ਹੈ, ਤੁਸੀਂ ਮਾਤਾ ਨਾਲ ਗੱਲ ਕਰੋ, ਮਾਤਾ ਉਹਨੂੰ ਆਪਣੀ ਧੀਆਂ ਵਾਂਗ ਉਹਨੂੰ ਸਮਝਾਵੇ। ਕਿਉਂਕਿ ਅਨਮੋਲ ਵੀਰੇ ਮੈਨੂੰ ਇਹ ਲੱਗਦਾ ਕਿ ਜ਼ਿੰਦਗੀ ਦੀ ਜੋ ਬੇਸਿਕ ਫੈਮਿਲੀ ਹੁੰਦੀ ਹੈ, ਠੀਕ ਹੈ, ਕਿਸੇ ਦੇ 2 ਬੇਟੇ 2 ਬੇਟੀਆਂ, ਉਹ ਅਲੱਗ ਇੱਕ ਬੇਸਿਕ ਫੈਮਿਲੀ ਘਰ 'ਚ ਇੱਕ ਮੁੰਡਾ ਹੁੰਦਾ ਇੱਕ ਕੁੜੀ ਹੁੰਦੀ ਹੈ, ਜਿਹਨੂੰ ਬਸ ਸਟੈਂਡਰਡ ਫੈਮਿਲੀ ਕਹਿ ਦਿੰਦੇ ਆ, ਠੀਕ ਹੈ। ਕੁੜੀ ਦਾ ਵਿਆਹ ਹੋ ਜਾਂਦਾ, ਉਸ ਘਰ 'ਚ ਨੋ ਆਏ। ਸੋ ਐਵੇਂ ਜ਼ਿੰਦਗੀ ਦੀ ਕਿਸ਼ਤੀ 'ਚ 4 ਬੰਦੇ ਸਵਾਰ ਹੁੰਦੇ ਆ, ਉਹਦੇ ਵਿੱਚੋਂ ਇੱਕ ਉਤਰ ਜਾਂਦੀ ਹੈ, ਇੱਕ ਬਹਿ ਜਾਂਦੀ, ਤਾਂ ਕਿਸ਼ਤੀ ਬਰਾਬਰ ਹੋ ਜਾਂਦੀ। ਸੋ ਸਭ ਤੋਂ ਪਹਿਲਾਂ ਪੇਰੈਂਟਸ ਨੂੰ ਸੋਚਣਾ ਚਾਹੀਦਾ ਕਿ ਜਿਵੇਂ ਸਾਡੀ ਕੁੜੀ ਲੇਟ ਉੱਠਦੀ ਸੀ ਪਰ ਅਸੀਂ ਉਹਨੂੰ ਕੁਛ ਨਹੀਂ ਕਹਿੰਦੇ ਸੀ, ਉਹਨੂੰ 4 ਚੀਜ਼ਾਂ ਨਹੀਂ ਵੀ ਆਉਂਦੀਆਂ ਸੀ ਅਸੀਂ ਉਹਨੂੰ ਕੁਛ ਨਹੀਂ ਕਹਿੰਦੇ ਸੀ, ਪਰ ਜਿਹੜੀ ਕੁੜੀ ਸਾਡੇ ਘਰ ਆਈ ਆ ਅਸੀਂ ਕਿਉਂ ਐਕਸਪੈਕਟ ਕਰਦੇ ਹਾਂ ਕਿ ਰੋਬਟ ਹੈ, ਇਹ ਚਾਬੀ ਨਾ ਚੱਲੇ, ਇਹ ਸਵੇਰੇ ਉੱਠਦੇ 6 ਵਜੇ, ਇਹ ਸੁਪਰਮੈਨ ਥੋੜ੍ਹਾ ਉੱਠਦੇ, ਉਹਦੇ 6 ਬਾਹਾਂ ਲੱਗੀਆਂ 6 ਹੱਥ ਲੱਗੇ ਉੱਡ ਕੇ ਸਾਰਾ ਕੁਛ ਕਰਦੇ। ਉਹਨੂੰ ਵੀ ਸਮਝਣ ਨੂੰ ਟਾਈਮ ਲੱਗਦਾ ਹੈ। ਆਪਾਂ ਕਿਸੇ ਰਿਸ਼ਤੇਦਾਰ ਦੇ ਘਰ ਵੀਰੇ 4 ਦਿਨ ਰਹਿਣ ਜਾਂਦੇ, ਆਪਾਂ ਨੂੰ ਘਰ ਦਾ ਸਮਾਨ ਸਮਝ ਨਹੀਂ ਆਉਂਦਾ, ਤਾਂ ਉਹਨੇ ਆਪਣੀ ਜ਼ਿੰਦਗੀ ਦੇ 20-25 ਸਾਲ ਕਿਤੇ ਕੱਟ ਕੇ ਆਈ ਹੈ, ਉਹ ਤੁਹਾਡੇ ਘਰ ਆ ਕੇ ਉਹਨੂੰ ਚੀਜ਼ਾਂ ਨੂੰ ਸਮਝਣ ਨੂੰ ਮੌਕਾ ਟਾਈਮ ਲੱਗੂ ਉਹਨੂੰ, ਅਤੇ ਉਹ 'ਚ ਆਪਾਂ ਹੀ ਫੈਮਿਲੀ ਨੇ ਸਪੋਰਟ ਕਰਨੀ ਹੁੰਦੀ ਹੈ। ਤਾਂ ਮੈਂ ਮਾਤਾ ਬਾਪੂ ਜੀ ਨੂੰ ਕਿਹਾ ਵੀ ਤੁਹਾਡਾ ਮਤਲਬ ਨਹੀਂ ਹੈ। ਮਾਤਾ ਨੂੰ ਮੈਂ ਕਿਹਾ ਮਾਤਾ ਦੇਖੋ ਜਿਵੇਂ ਵੱਡੇ ਭੈਣ ਸੀ ਘਰੇ, ਵੀ ਉਹ ਵਿਆਹ ਕੇ ਚਲੀ ਗਈ, ਹੁਣ ਇਹ ਆ ਗਈ, ਹੁਣ ਜਿਵੇਂ ਉਹ ਲੇਟ ਉੱਠਦੀ ਸੀ ਜਾਂ ਕਿਸੇ ਵੀ ਚੀਜ਼ 'ਚ ਉਹਨੂੰ ਕਮੀ ਸੀ, ਤਾਂ ਤੁਸੀਂ ਉਹਨੂੰ ਸਿਖਾਉਣ ਦੀ ਕੋਸ਼ਿਸ਼ ਕਰਦੇ ਸੀ, ਨਾ ਕਿ ਸੀ ਆਪਾਂ ਨੂੰ ਟੌਂਚਾਂ ਕਰਦੇ ਸੀ ਜਾਂ ਉਹਨੂੰ ਆਪਾਂ ਨਿੰਦਿਆ ਕਰਦੇ ਸੀ ਤੇਰੇ ਪੇਰੈਂਟਸ ਨੇ ਸਿਖਾ ਕੇ ਨਹੀਂ ਭੇਜਿਆ ਜਾਂ ਕਾਈਂਡ ਆਫ ਨਾ। ਬਾਕੀ ਸਭ ਦਾ ਆਪਣਾ ਆਪਣਾ ਬੋਲਣ ਦਾ ਤਰੀਕਾ। ਸੋ ਮੈਂ ਕਿਹਾ ਦੂਸਰੀ ਗੱਲ, ਜੇ ਤੁਸੀਂ ਆਪਸ 'ਚ ਮਿਲ ਕੇ ਰਹੋਗੇ ਬਹੁਤ ਵਧੀਆ, ਪਰ ਸ਼ਾਮ ਨੂੰ ਜਦੋਂ ਮੈਂ ਘਰੇ ਆਵਾਂ ਮੈਨੂੰ ਸਾਰੇ ਸਮਾਈਲੀ ਫੇਸ ਚਾਹੀਦੇ ਆ। ਮੈਂ ਨਹੀਂ ਦੇਖਣਾ ਕਿ ਮੰਮੀ ਆਪਣੇ ਕਮਰੇ 'ਚ ਬੈਠੇ ਆ, ਬਾਪੂ ਜੀ ਆਪਣੇ ਬੈਠੇ ਜਾਓ ਆਪਦੇ ਕਮਰੇ 'ਚ ਬੈਠੀ। ਇਹ ਤਾਂ ਡਿਕਟੇਟਰਸ਼ਿਪ ਹੋ ਗਈ ਨਾ ਫਿਰ। ਮਰਜ਼ੀ ਸਮਝ ਲਓ ਵੀਰੇ, ਮੈਂ ਤਾਂ ਘਰ ਚਲਾਉਣਾ ਸੀ, ਬੈਲੈਂਸ ਰੱਖਣਾ ਸੀ। ਮੈਂ ਕਿਹਾ ਮੇਰੇ ਲਈ ਤੁਸੀਂ ਸਾਰੇ ਬਰਾਬਰ ਹੋ, ਨਾ ਮੈਂ ਆਪਣੀ ਵਾਈਫ ਨੂੰ ਮੈਂ ਕਿਹਾ ਨਾ ਮੈਂ ਆਪਣੀ ਮਾਂ ਦੀ ਸ਼ਾਨ ਦੇ ਖਿਲਾਫ ਸੁਣ ਸਕਦਾ। ਮਾਤਾ ਨੂੰ ਕਿਹਾ ਕਿ ਜਿਹਨੂੰ ਮੈਂ ਵਿਆਹ ਕੇ ਲਿਆ ਉਹਦੇ ਪ੍ਰਤੀ ਵੀ ਮੇਰੇ 4 ਫਰਜ਼ ਬਣਦੇ, ਮੈਂ ਉਹਨੂੰ ਵੀ ਬਰਾਬਰ ਰੱਖਣਾ ਚਾਹੁੰਦਾ। ਅਤੇ ਆਪਣੇ ਪਿਤਾ ਜੀ ਨੂੰ ਵੀ ਕਹਿਤਾ ਮੈਂ, ਅਤੇ ਆਪਦੀ ਵਾਈਫ ਨੂੰ ਵੀ ਕਿਹਾ ਕਿ ਮੈਂ ਆਪਣੇ ਮਾਂ ਪਿਓ ਦੀ ਸ਼ਾਨ ਦੇ ਖਿਲਾਫ ਕੁਛ ਨਹੀਂ ਸੁਣ ਸਕਦਾ। ਸੋ ਬੈਟਰ ਤੁਸੀਂ ਸਾਰੇ ਜਾਣੇ ਬਰਾਬਰ ਆਪਸ 'ਚ ਬੈਲੈਂਸ ਕਰੋ। ਪ੍ਰੋਬਲਮ ਕਿੱਥੇ ਆਉਂਦੀ ਹੈ? ਜਦੋਂ ਮੁੰਡਾ ਇੱਕ ਵਾਪਸ ਕੰਮ ਤੋਂ ਆਉਂਦਾ, ਉਹਦੀ ਵਾਈਫ ਉਹਦੇ ਨਾਲ ਕੋਈ ਗੱਲ ਸ਼ੇਅਰ ਕਰਦੀ ਹੈ ਅਤੇ ਉਹ ਕੁਇੱਕ ਜਾ ਕੇ ਆਪਣੀ ਮਾਤਾ ਨਾਲ ਗੱਲ ਕਰਦਾ, ਤਾਂ ਮਾਤਾ ਨੂੰ ਕੀ ਲੱਗਦਾ ਇਹਨੇ ਚੁਗਲੀ ਕਰਤੀ। ਉਹਨੇ ਭਾਵੇਂ ਆਪਣਾ ਦਿਲ ਫਰੋਲਿਆ ਹੋਵੇ, ਉਹਨੇ ਓਬਵੀਅਸ ਹੁਣ ਉਹਦੇ ਲਈ ਉਹਦੀ ਜ਼ਿੰਦਗੀ ਦਾ ਰਾਜਾ ਤਾਂ ਉਹਦਾ ਹਸਬੈਂਡ ਆ ਨਾ। ਇਹ ਹੁਣ ਮੁੰਡੇ ਦੀ ਸਮਝਦਾਰੀ ਆ, ਉਹਨੇ ਉਹ ਗੱਲ ਸੁਣ ਕੇ ਉਹਨੂੰ ਕਿਵੇਂ ਹੈਂਡਲ ਕਰਨਾ, ਸਿਚੁਏਸ਼ਨ ਨੂੰ ਕਿਵੇਂ ਹੈਂਡਲ ਕਰਨਾ। ਉਹ ਜੇ ਉਹ ਜਾ ਕੇ ਕੁਇੱਕ ਵਾਵਰਨ ਦੇ ਟੀਕੇ ਵਾਂਗੂ ਇੰਜੈਕਸ਼ਨ ਠਾ ਮਾਰੂ ਤਾਂ ਰਿਐਕਸ਼ਨ ਤਾਂ ਵੀਰੇ ਹੋਣਾ ਹੀ ਹੋਣਾ। ਪਰਿਵਾਰ ਬੜਾ ਮਜ਼ਾ ਆ ਰਿਹਾ ਮੈਨੂੰ ਸੁਣ ਕੇ, ਠੀਕ ਹੈ ਨਾ। ਹੁਣ ਜੇ ਇੱਦਾਂ ਹੀ ਮਾਂ ਦੀ ਗੱਲ ਸੁਣ ਕਿਸੇ ਦਾ ਵਾਈਫ ਨੂੰ ਤੂੰ ਮਾਤਾ ਨੂੰ ਐਂ ਕਹਿ, ਤਾਂ ਉਹਨੂੰ ਲੱਗਣਾ ਕਿ ਦੱਸ ਵੀ ਮੰਮੀ ਘਰ 'ਚ ਲੜਾਈ ਪਵਾਈ ਜਾਂਦੇ ਆ। ਸੋ ਇਹ ਤਾਂ ਮੁੰਡੇ ਦਾ ਫਰਜ਼ ਬਣਦਾ ਹੈ ਕਿ ਚੀਜ਼ ਨੂੰ ਕਿਵੇਂ ਸਿਚੁਏਸ਼ਨ ਨੂੰ ਹੈਂਡਲ ਕਰਨਾ, ਠੀਕ ਹੈ ਨਾ। ਤਾਂ ਮੈਂ ਫਿਰ ਜਦੋਂ ਮਾਤਾ ਨੂੰ ਵੀ ਇਹ ਗੱਲ ਕਹਿ ਦਿੱਤੀ ਕਿ ਮਾਤਾ ਮੇਰੀ ਜਿੰਨੀ, ਕਿਉਂਕਿ ਦੇਖੋ ਵੀਰੇ
ਤਾਂ ਵੀਰੇ ਮੈਨੂੰ ਇਹ ਲੱਗਦਾ ਕਿ ਜਦੋਂ ਮਾਂ ਨੂੰ ਜਾਂ ਵਾਈਫ ਨੂੰ ਪਤਾ ਲੱਗ ਗਿਆ ਕਿ ਮੇਰੇ ਹਸਬੈਂਡ ਨੇ ਮੇਰੇ ਪੁੱਤ ਨੇ ਸੁਣਨਾ ਨਹੀਂ ਹੈ, ਤਾਂ ਤੁਹਾਡੀ ਅੱਡੀ ਪਰੇਸ਼ਾਨੀ ਘਟ ਜਾਂਦੀ ਹੈ। ਠੀਕ ਹੈ, ਫਿਰ ਬੰਦਾ ਉਹਨਾਂ ਦੋ ਜਿਹੜੇ ਪੁਰਾਣੇ ਮੁਹਾਵਰੇ ਆ, ਜੋਰੂ ਦਾ ਗੁਲਾਮ ਮਾਂ ਦੇ ਪਿੱਛੇ ਲੱਗਿਆ, ਉਹਨਾਂ ਤੋਂ ਉੱਪਰ ਉੱਠ ਜਾਂਦਾ। ਪਰ ਬਈ ਇਹਦਾ ਨੁਕਸਾਨ ਵੀ ਤਾਂ ਹੈ ਕਿ ਜੇ ਅੰਦਰ ਹੀ ਦੱਬਣ ਲੱਗ ਗਏ ਦੋਨੋਂ ਆਪਣੀਆਂ ਗੱਲਾਂ, ਫਿਰ ਉਹ ਪ੍ਰੋਬਲਮ ਵੱਧ ਨਹੀਂ ਜਾਂਦੀ? ਕੌਣ ਦੱਬਣ ਲੱਗ ਦੋਨੋਂ, ਜਿੱਦਾਂ ਤੁਸੀਂ ਕਿਹਾ ਕਿ ਛੋਟੀ ਛੋਟੀ ਗੱਲਾਂ ਸ਼ੇਅਰ ਨਹੀਂ ਕਰਨੀਆਂ। ਨਹੀਂ ਵੀਰੇ, ਇਹ ਤਾਂ ਹੁਣ ਬੇਸਿਕ ਕਾਮਨ ਸੈਂਸ ਦੀ ਗੱਲ। ਹੁਣ ਮੈਨੂੰ ਲੱਗਦਾ ਸ਼ਾਇਦ ਜਿਹੜੀ ਚੀਜ਼ ਨਾਲ ਘਰ ਟੁੱਟ ਸਕਦਾ ਹੈ ਉਹਨੂੰ ਹੈਂਡਲ ਕਰਨਾ ਹੀ ਜ਼ਿੰਦਗੀ ਹੈ। ਹੋਰ ਸਟਰਗਲ ਕੀ ਹੁੰਦਾ, ਮੈਨੂੰ ਜਵਾਬ ਦੇ ਦਿਓ। ਜ਼ਿੰਦਗੀ 'ਚ ਸਟਰਗਲ ਕੀ ਹੈ ਜੇ ਤੁਸੀਂ ਇੰਨਾ ਹੀ ਨਹੀਂ ਹੈਂਡਲ ਕਰ ਸਕਦੇ? ਠੀਕ ਹੈ, ਮੈਨੂੰ ਇੱਕ ਗੱਲ ਦੱਸੋ, ਜਿਹੜੀ ਕੁੜੀ ਅੱਜ ਸੱਸ ਦੇ ਨਾ ਉੱਠਣ ਦੇ ਤਾਨੇ ਤੋਂ ਗੁੱਸਾ ਕਰਦੀ ਹੈ, ਜਦੋਂ ਕੁਵਾਰੀ ਹੁੰਦੀ ਹੈ ਉਹਦੀ ਮਾਂ ਕਹਿੰਦੀ ਤੂੰ ਉੱਠਦੀ ਨਹੀਂ, ਤੈਨੂੰ ਆਉਂਦਾ ਨਹੀਂ ਕੋਈ ਸਹੁਰੇ ਜਾ ਕੇ ਕੁਕਿੰਗ, ਉਹ 2 ਮਿੰਟ ਲਈ ਮੂੰਹ ਵੱਟਦੀ ਹੈ, ਕਾਲਜ ਜਾਂਦੀ ਹੈ, ਸ਼ਾਮ ਨੂੰ ਆ ਕੇ ਫਿਰ ਮੰਮੀ ਕੀ ਬਣਾਇਆ, ਫਿਰ ਉਸੇ ਮਾਂ ਨੂੰ ਜੱਫੀ ਪਾ ਲੈਂਦੀ ਹੈ। ਕੀ ਜੱਫੀ ਸੱਸ ਨੂੰ ਨਹੀਂ ਪੈ ਸਕਦੀ? ਵੈਰੀ ਡੀਪ। ਕੀ ਇਹ ਜੱਫੀ ਸੱਸ ਨੂੰ ਨਹੀਂ ਪੈ ਸਕਦੀ? ਤੇ ਜਿਹੜੀ ਮਾਂ ਆਪਦੀ ਧੀ ਨੇ ਲੇਟ ਉੱਠਣ ਤੇ ਜਾਂ ਕੁਛ ਕਰਨ ਤੇ ਸਵੇਰੇ ਉਹਨੂੰ ਫਿਰ ਰੋਟੀ ਬਣਾ ਕੇ ਡੱਬੇ ਦੇ ਦਿੰਦੀ ਹੈ, ਕੀ ਉਹ ਨੌ ਲਈ 2 ਰੋਟੀਆਂ ਨਹੀਂ ਲਾ ਸਕਦੀ ਜੇ ਨੌ ਢਿੱਲੀ ਆ ਤਾਂ? ਇੰਨੇ ਨਿਊਟਰਲ ਕਿਵੇਂ ਹੋ ਸਕਦੇ ਹੋ? ਨਹੀਂ ਹੋਣਾ ਹੈ ਹੀ, ਰਿਸ਼ਤਾ ਹੀ ਇਹੀ ਹੈ ਵੀਰੇ। ਮੇਰਾ ਵਿਆਹ ਨਹੀਂ ਨਾ ਹੋਇਆ ਅਜੇ, ਪਰ ਮੈਨੂੰ ਮਜ਼ਾ ਬਹੁਤ ਆ ਰਿਹਾ। ਪਰ ਵੀਰੇ ਦੇਖੋ, ਇਹੀ ਅਸਲੀ ਸੰਸਾਰ ਇਹੀ ਹੈ ਜਿਹਨੇ ਇਹ ਚੀਜ਼ ਬੈਲੈਂਸ ਕਰ ਲਈ। ਅਦਰਵਾਈਜ਼ ਘਰ ਖਰਾਬ ਹੋਣ ਦੇ ਹੋਰ ਕੋਈ ਮੈਨੂੰ ਜਵਾਬ ਦਿਓ, ਕੋਈ ਵੱਡਾ ਧਰਤੀ ਦਾ ਕੋਈ ਧਨੁਸ਼ਬਾਨ ਨਹੀਂ ਚੱਲ ਜਾਂਦਾ ਅੱਗੇ। ਇਹੀ ਬੇਸਿਕ ਰੀਜ਼ਨਸ ਨੇ ਜਿਹੜੇ ਕਿ ਸਾਡਾ ਸਮਾਜ, ਸਾਡਾ ਪਰਿਵਾਰ ਹੈਂਡਲ ਨਹੀਂ ਕਰ ਪਾਉਂਦਾ। ਤੇ ਸਭ ਤੋਂ ਵੱਡਾ ਰੋਲ ਮੁੰਡੇ ਦਾ ਮੈਂ ਇਸ ਲਈ ਕਹਿੰਦਾ ਕਿ ਉਹਦੇ ਹੀ ਹੱਥ ਸਾਰੇ ਘਰ ਦੀ ਕਮਾਂਡ ਹੁੰਦੀ ਹੈ। ਉਹ ਆਪਣੀ ਮਾਂ ਨੂੰ ਕਦੇ ਜ਼ਾਹਰ ਹੀ ਨਾ ਹੋਣ ਦੇਵੇ ਕਿ ਮੇਰਾ ਵਿਆਹ ਹੋ ਗਿਆ। ਬੰਦੇ ਦੀ ਰੂਟੀਨ ਹੋਣੀ ਚਾਹੀਦੀ ਕਿ ਬੰਦਾ ਸਵੇਰੇ ਉੱਠਿਆ, ਆਪਣਾ ਬ੍ਰੇਕਫਾਸਟ ਕੀਤਾ ਕਰਕੇ ਟਾਈਮਲੀ 10 ਮਿੰਟ ਆਪਣੀ ਮਾਂ ਕੋਲ ਬੈਠੋ, ਮਾਤਾ ਕਿੱਦਾਂ, ਤੁਸੀਂ ਠੀਕ ਹੋ, ਕੀ ਚੱਲ ਰਿਹਾ, ਕਿਤੇ ਤੁਸੀਂ ਰਿਸ਼ਤੇਦਾਰੀ 'ਚ ਆਉਣਾ ਜਾਣਾ ਦੱਸੋ, ਕੋਈ ਕਿਸੇ ਵੀ ਪ੍ਰਕਾਰ ਦੀ ਕੋਈ ਮਰਿਆਦਾ ਜਾਂ ਕੋਈ ਵੀ ਪਰਿਵਾਰਕ ਕੋਈ ਵੀ ਹੈ ਨਾ ਰੀਤੀ ਰਿਵਾਜ ਆਪਾਂ ਕਹਿ ਦਿੰਦੇ, ਕੋਈ ਕਰਨ ਵਾਲਾ ਤਾਂ ਨਹੀਂ ਜਿੱਥੇ ਮੇਰੇ ਜਾਣ ਦੀ ਲੋੜ ਤਾਂ ਨਹੀਂ, ਕੁਛ ਵੀ ਐਨੀ ਕਾਈਂਡ ਆਫ। ਜਦੋਂ ਮਾਂ ਨੂੰ ਲੱਗੂ ਕਿ ਉਹ ਪਰਿਵਾਰ ਨੂੰ ਅੱਜ ਵੀ ਉਨੀ ਇੰਪੋਰਟੈਂਸ ਦੇ ਰਿਹਾ ਜੋ ਪਹਿਲਾਂ ਦੇ ਰਿਹਾ ਸੀ, ਮਾਂ ਨੂੰ ਕਦੇ ਲੱਗਣਾ ਨਹੀਂ ਮੇਰਾ ਪੁੱਤ ਪਰਾਇਆ ਹੋ ਗਿਆ। ਪ੍ਰੋਬਲਮ ਉਦੋਂ ਹੁੰਦੀ ਕਿ ਜਦੋਂ ਸਵੇਰੇ ਕੰਮ ਤੋਂ ਗਿਆ, ਵਾਪਸ ਆਇਆ, ਆ ਕੇ ਆਪਦੇ ਕਮਰੇ 'ਚ ਵੜ ਗਿਆ, ਤਾਂ ਮਾਂ ਨੂੰ ਲੱਗਦਾ ਹੀ ਨਹੀਂ ਉਹ ਮੇਰਾ ਨਹੀਂ ਰਿਹਾ। ਬਈ 50-60% ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਅੱਜ ਘਰ ਹੋਏ ਪਏ ਨੇ ਖਰਾਬ। ਫੈਮਲੀਆਂ ਨਿਊਕਲੀਅਰ ਹੁੰਦੀਆਂ ਜਾ ਰਹੀਆਂ, ਇਕੱਲੇ ਘਰ ਰਹਿਣਾ ਪਸੰਦ ਨੇ। ਤੁਸੀਂ ਜਿੱਦਾਂ ਗੱਲ ਕੀਤੀ ਐਕਸਟੈਂਡਡ ਫੈਮਿਲੀ ਦੀ, ਇੱਕ ਮਾਂ ਬੱਚਾ, ਮਤਲਬ ਇੱਕ ਪੇਰੈਂਟਸ ਤੇ ਇੱਕ ਉਹਦਾ ਬੇਟਾ ਤੇ ਨੂੰਹ, ਉਹ ਵੀ ਅਲੱਗ-ਅਲੱਗ ਰਹਿ ਰਹੇ ਨੇ ਅੱਜ ਕੱਲ੍ਹ। ਮੈਂ ਬਹੁਤ ਪਰਿਵਾਰ ਐਸੇ ਜਾਣਦਾ ਜਿਹੜੇ ਮਾਂ ਬਾਪ ਅਲੱਗ ਰਹਿ ਰਹੇ ਨੇ, ਪੁੱਤ ਵੀ ਲੱਗ ਰਹੇ। ਆਹੀ ਰੀਜ਼ਨਸ ਨੇ ਵੀਰੇ। ਫਿਰ ਇਹ ਇਕੱਠੇ ਕਿਵੇਂ ਹੋਣ ਬਈ? ਨੂੰਹ, ਜਿੱਦਾਂ ਤੁਸੀਂ ਗੱਲਾਂ ਕੀਤੀਆਂ ਕਿ ਨੂੰਹ ਆਈ ਬਗਾਨੇ ਘਰੋਂ, ਹੈ ਨਾ, ਇੱਕ ਧੀ ਆਈ, ਉਹਦੀ ਬਣ ਨਹੀਂ ਰਹੀ ਆਪਣੀ ਸੱਸ ਨਾਲ। ਜਿਹੜਾ ਮੁੰਡਾ ਹੈ ਉਹ ਵਿਚਾਰਾ ਹੁਣ ਨੂੰਹ ਮਗਰ, ਆਪਣੀ ਵਾਈਫ ਮਗਰ ਲੱਗੇ ਕਿ ਆਪਣੀ ਮਾਂ ਮਗਰ ਲੱਗੇ? ਵੀਰੇ ਮਗਰ ਲੱਗਣਾ, ਮੈਂ ਉਹੀ ਤਾਂ ਗੱਲ ਕਹਿਣਾ ਚਾਹੁੰਦਾ ਕਿ ਵੀਰੇ ਗੱਲਾਂ ਕਹਾਣੀਆਂ, ਬਾਹਰ ਜਾ ਕੇ ਥਾਪੀਆਂ ਮਾਰਨਾ, ਅਸੀਂ ਐਂ ਕਰ ਦਿੰਦੇ, ਅਸੀਂ ਓਂ ਕਰ ਦਿੰਦੇ ਆ, ਇਹ ਕੋਈ ਬਹਾਦਰੀ ਨਹੀਂ ਹੈ। ਪਰਿਵਾਰ ਚਲਾਉਣਾ ਤਾਂ ਬਹੁਤ ਵੱਡੀ ਜੰਗ ਹੈ ਅਸਲ 'ਚ। ਤੁਸੀਂ ਘਰ ਤੋਂ ਬਾਹਰ ਆ ਕੇ ਆਪਾਂ ਫੰਨੇ ਖਾਂ ਬਣੀ ਜਾਂਦੇ ਆ। ਪਰ ਹਸਬੈਂਡ ਕਰੇ ਕਿ ਵਿੱਚ ਬੰਦਾ ਕੀ ਕਰੇ ਜੇ ਹੁਣ ਦੋਨਾਂ ਦੀ ਨਹੀਂ ਬਣਦੀ ਵੀ ਆਪਸ 'ਚ? ਵੀਰੇ ਸਿਚੁਏਸ਼ਨ ਹੈਂਡਲ ਕਰਨੀ ਚਾਹੀਦੀ ਹੈ ਵੀਰੇ। ਇਹਦਾ ਮਤਲਬ ਸਾਡੇ 'ਚ ਅਸੀਂ ਇੰਨੇ ਹੀ ਮੈਂਟਲ ਲੈਵਲ ਸਾਡਾ ਕਮਜ਼ੋਰ ਹੈ। ਜਿਹੜੀ ਮਾਂ ਨੇ ਕੁੱਖੋਂ ਸਾਨੂੰ ਜੰਮਿਆ, ਜਿਹਨੂੰ ਆਪਾਂ ਗੁਰੂ ਘਰ ਹਾਜ਼ਰੀ ਲਾ ਕੇ, ਹੈ ਨਾ, ਉਹਨੂੰ ਆਪਣੀ ਜਿਹਦੇ ਨਾਲ ਆਪਾਂ ਐਡੀ ਜ਼ਿੰਦਗੀ ਬਿਤਾਉਣੀ ਆ, ਆਪਾਂ ਉਹਨਾਂ ਨੂੰ ਮੈਨੇਜ ਹੀ ਨਹੀਂ ਕਰ ਸਕਦੇ। ਇੱਕ ਸੋਚਣ ਵਾਲੀ ਗੱਲ ਹੈ ਕਿ ਆਪਾਂ ਮੈਨੇਜ ਨਹੀਂ ਕਰ ਸਕਦੇ ਬੰਦੇ ਨੂੰ। ਦੇਖੋ ਪਰ ਇੱਕ ਪਾਸੋਂ ਜਿੱਦਾਂ ਸਪੋਜ਼ ਮੈਂ ਫਸ ਗਿਆ ਵਿੱਚ, ਮੇਰਾ ਵਿਆਹ ਹੋ ਗਿਆ, ਮੇਰੀ ਵਾਈਫ ਕਹਿੰਦੀ ਨਹੀਂ ਤੇਰੀ ਮਾਂ ਨਾਲ ਨਹੀਂ ਬਣ ਰਹੀ, ਤੇ ਮਾਂ ਕਹਿੰਦੀ ਨਹੀਂ ਤੇਰੀ ਵਾਈਫ ਨਾਲ ਨਹੀਂ ਬਣ ਰਹੀ, ਤੇ ਦੋਨੋਂ ਆਪਸ 'ਚ ਨਹੀਂ ਬਣ ਰਹੀ। ਮੈਂ ਵਿੱਚ ਫਸ ਗਿਆ, ਦੋਨਾਂ ਨੂੰ ਸਮਝਾਉਣਾ, ਇਹਨੂੰ ਸਮਝਾਉਣਾ, ਵਾਈਫ ਨੂੰ ਕਹਿੰਦਾ ਨਹੀਂ ਤੂੰ ਆਪਣੀ ਮਾਂ ਮਗਰ ਲੱਗਿਆ, ਮਾਂ ਨੂੰ ਸਮਝਾਉਣਾ, ਕਹਿੰਦੇ ਨਹੀਂ ਤੂੰ ਆਪਣੀ ਵਾਈਫ ਮਗਰ ਲੱਗਿਆ। ਉਹ ਬੰਦਾ ਵਿੱਚ ਕੀ ਕਰੇ? ਉਹਦੇ ਬਾਰੇ ਸਮਝਾਓ ਕਿ ਬੰਦਾ ਕਿਵੇਂ ਮੈਨੇਜ ਕਰੇ, ਕਿਉਂਕਿ ਉਹ ਦੋਨੋਂ ਤਾਂ ਲੜੀਆਂ। ਬੰਦਾ ਕਿਵੇਂ ਮੈਨੇਜ ਕਰੇ ਸਿਚੁਏਸ਼ਨ ਨੂੰ? ਦੇਖੋ, ਪਹਿਲੀ ਗੱਲ ਤਾਂ ਮੈਨੂੰ ਵੀਰੇ ਲੱਗਦਾ, ਮੇਰਾ ਵਿਸ਼ਵਾਸ ਹੈ, ਜਦੋਂ ਕੋਈ ਬੰਦਾ ਕਿਸੇ ਰਿਸ਼ਤੇ ਨੂੰ ਦਿਲੋਂ ਅਹਿਮੀਅਤ ਦੇ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਰਹਿ ਕੇ ਪ੍ਰਮਾਤਮਾ ਕੇ ਮਾਲਕ ਮੇਰੇ ਘਰ ਦੀ ਡੋਰ ਤੇਰੇ ਹੱਥ ਹੈ, ਉਹਦਾ ਕਦੇ ਵਿਗੜ ਹੀ ਨਹੀਂ ਸਕਦਾ। ਸ਼ਰਧਾ ਤੇ ਭਾਵਨਾ ਤੇ ਤੁਹਾਡੀ ਇੰਟੈਂਸ਼ਨ ਤੇ ਬਹੁਤ ਜ਼ਿਆਦਾ ਡਿਪੈਂਡ ਕਰਦੀਆਂ। ਸਮ ਟਾਈਮ ਚੀਜ਼ ਕੀ ਹੁੰਦੀ ਹੈ ਕਿ ਅਸੀਂ ਜਿਹਨੂੰ ਆਪਾਂ ਕਹਿ ਦਿੰਦੇ ਨਾ ਕਿ ਕਿਸੇ ਚੀਜ਼ ਨੂੰ ਲਗਾਤਾਰ ਨਹੀਂ ਕਰਦੇ। ਮੰਨ ਲਓ ਘਰ ਦੇ ਵਿੱਚ ਪ੍ਰੋਬਲਮ ਆ ਗਈ, ਤੁਹਾਡੀ ਵਾਈਫ ਨਾਰਾਜ਼ ਹੋ ਗਈ, ਤੁਹਾਡੇ ਨਾਲ ਵਾਈਫ ਤੁਹਾਡੀ ਨਾਰਾਜ਼ ਹੋ ਗਈ, ਆਪਾਂ ਕੀ ਕਰਦੇ ਹਾਂ? ਆਪਾਂ ਐਫਰਟ ਕਰਦੇ ਹਾਂ ਕਿ ਚਲੋ ਯਾਰ ਤੂੰ ਮੰਨ ਜਾਵੇ। ਇੱਕ ਵਾਰ ਕਹਿੰਦੇ, ਤੀਜੀ ਵਾਰ ਕਹਿੰਦਾ ਚੱਲ ਦਫਾ ਹੋ ਯਾਰ, ਨਹੀਂ ਮੰਨਦੀ ਤਾਂ ਨਾ ਸਹੀ। ਫਿਰ ਕਿਉਂ ਬਈ? ਤੁਸੀਂ ਉਹਨੂੰ ਅਹਿਸਾਸ ਕਰਾਓ ਕਿ ਮੇਰੇ ਲਈ ਤੂੰ ਬਹੁਤ ਇੰਪੋਰਟੈਂਟ ਹੈ। ਮਤਲਬ ਯੂ ਵਾਂਟ ਟੂ ਸੇ that she should think, she should feel to be loved। ਉਹਨੂੰ ਕਹੋ ਨਾ ਕਿ ਆਈ ਲਵ ਯੂ, ਉਹਨੂੰ ਮਹਿਸੂਸ ਕਰਾਓ। ਉਹਨੂੰ ਵੀਰੇ ਮੇਰੀ ਗੱਲ ਸੁਣੋ, ਮੈਨੂੰ ਲੱਗਦਾ ਔਰਤ ਉਹ ਚੀਜ਼ ਹੈ ਜਿਹੜੀ 20 ਰੁਪਏ ਦੇ ਗੋਲਗੱਪਿਆਂ ਤੇ ਵੀ ਖੁਸ਼ ਹੋ ਸਕਦੀ ਹੈ ਜੇ ਬੰਦਾ ਪਿਆਰ ਨਾਲ ਖਿਲਾਵੇ। ਨਹੀਂ ਤਾਂ ਭਾਵੇਂ ਤੁਸੀਂ 2 ਲੱਖ ਦਾ ਗੁੱਚੀ ਦਾ ਬੈਗ ਲੈ ਦਿਓ, ਉਹਦਾ ਮੂੰਹ ਫਿਰ ਨਹੀਂ ਸਿੱਧਾ ਹੋਣਾ। ਸੋ ਡਿਪੈਂਡ ਕਰਦਾ ਕਿ ਵਾਲੀ ਤੇ ਗੁੱਚੀ ਵਾਲੀ ਦੋਨੋਂ ਹੀ ਦੇਖ ਲੈਣ, ਠੀਕ ਹੈ। ਸੋ ਇਹ ਡਿਪੈਂਡ ਇਹ ਚੀਜ਼ ਕਰਦਾ ਕਿ ਤੁਹਾਡੇ ਤੇ ਕਿ ਤੁਸੀਂ ਉਹਨੂੰ ਇੰਪੋਰਟੈਂਸ ਕਿੰਨੀ ਦਿੰਦੇ, ਤੁਸੀਂ ਉਹਨੂੰ ਬੈਟਰ ਫੀਲ ਕਿੰਨਾ ਕਰਾਉਂਦੇ ਹੋ। ਜੇ ਕੋਈ ਗੁੱਚੀ ਦਾ ਬੈਗ ਲੈ ਕੇ ਬਾਅਦ 'ਚ ਖੁਸ਼ ਨਾ ਹੋਵੇ, ਤੁਸੀਂ ਗੋਲਗੱਪੇ ਨਾ ਖਵਾਓ 20 ਰੁਪਏ ਦੇ, ਫਿਰ ਇਹ ਤਾਂ ਵੀਰੇ ਹੁਣ ਤੇ ਮਰਜ਼ੀ ਕਹਿ ਲਓ ਵੀਰੇ। ਤੁਸੀਂ ਗੁੱਚੀ ਦਾ ਬੈਗ ਵੀ ਲਿਆ ਤਾਂ 2 ਲੱਖ ਦਾ, ਹਾਂਜੀ, ਤੇ ਉਸ ਤੋਂ ਬਾਅਦ ਭਾਬੀ ਨੇ ਕਿਹਾ ਕਿ ਹੁਣ ਗੋਲਗੱਪੇ ਖਾਣੇ ਨੇ, ਉਹ ਤਾਂ ਬੈਗ ਵਾਪਸ ਲੈ ਲਓ ਵੀਰੇ। ਦੇਖਿਆ ਕਿਵੇਂ ਮੰਨ ਜਾਂਦੀ ਹੈ। ਉਹਨੂੰ ਕਿਹਾ ਇਹ ਬੈਗ ਮੈਂ ਆਪਣੀ ਭੈਣ ਨੂੰ ਦੇਣਾ, ਹਾਂ ਮੈਂ ਤੇਰੀ ਨਨਾਣ ਨੂੰ ਦੇਣ ਲੱਗਿਆ ਬੈਗ। ਸਭ ਤੋਂ ਖੂਬਸੂਰਤ ਗੱਲ ਤੁਹਾਡੀ ਪਤਾ ਕੀ ਲੱਗਦੀ ਹੈ? ਤੁਹਾਡੇ 2 ਬੱਚੀਆਂ ਨੇ, ਛੋਟੀਆਂ ਸਾਡੀਆਂ ਭੈਣਾਂ ਨੇ, ਤੁਸੀਂ ਉਹਨਾਂ ਨੂੰ ਪੈਰੈਂਟਿੰਗ ਦੇ ਵਿੱਚ ਕੋਈ ਕਮੀ ਨਹੀਂ ਆਉਣ ਦੇ ਰਹੇ। ਅਸੀਂ ਜਿਹੜੀ ਅਪਬ੍ਰਿੰਗਿੰਗ 'ਚ ਵੱਡੇ ਹੋਏ ਆ, ਜਾਂ ਜੋ ਪੁਰਾਣੇ ਜ਼ਮਾਨੇ ਦੀ ਗੱਲ ਕਰ ਲਓ ਜਾਂ ਸਾਡੇ ਪਿਛਲੇ ਟਾਈਮ ਦੀ, ਮਾਂ-ਬਾਪ ਨਾ ਲੁਕਾਉਂਦੇ ਸੀ ਕਿ ਆਹ ਚੀਜ਼ ਨਹੀਂ ਦੱਸਣੀ, ਪਰ ਤੁਸੀਂ ਆਪਣੀ ਬੱਚਿਆਂ ਨੂੰ ਖੁੱਲ੍ਹ ਕੇ ਗੱਲ ਦੱਸ ਰਹੇ ਹੋ। ਮੈਂ ਇੱਕ ਬੜਾ ਅਹਿਮ ਟੌਪਿਕ ਚੱਲ ਰਿਹਾ ਬਾਈ, ਫਿਲਮ ਵੀ ਆਈ ਓ ਮਾਈ ਗੋਡ,
ਉਹਦੇ ਵਿੱਚ ਵੀ ਨਾ ਮਤਲਬ ਖੁੱਲ੍ਹ ਕੇ ਹੋਈਆਂ ਗੱਲਾਂ। ਸ਼ਾਇਦ ਜਿਹੜੇ ਸਾਡੇ ਵਰਗੇ ਵੀ ਜਦੋਂ ਫਿਲਮ ਸ਼ੁਰੂ ਹੋਈ ਨਾ ਅਤੇ ਮੈਂ ਕਿਹਾ ਆਹ ਕੀ, ਇਹ ਕੀ ਚੱਲ ਰਿਹਾ। ਤਾਂ ਜਦੋਂ ਐਂਡਿੰਗ ਵੱਲ ਤੁਰੇ ਤਾਂ ਮੈਨੂੰ ਲੱਗਿਆ ਕਿ ਵਾਕਈ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ। ਜੇ ਬੱਚੇ ਨੂੰ ਤੁਸੀਂ ਸਿਖਾਓਗੇ ਹੀ ਨਹੀਂ ਕਿ ਅੱਗ 'ਚ ਹੱਥ ਪਾਉਣ ਨਾਲ ਅੱਗ ਸੜਦਾ। ਹੁਣ ਪਹਿਲੀ ਵਾਰੀ ਬੱਚਾ ਵਿਚਾਰਾ ਵੱਡਾ ਹੋ ਰਿਹਾ, ਅੱਗ 'ਚ ਬਾਰ-ਬਾਰ ਹੱਥ ਪਾ ਰਿਹਾ, ਪਿਓ ਕੰਨ 'ਤੇ ਮਾਰ ਰਿਹਾ ਚਪੇੜ, ਹੈ ਨਾ। ਉਹਨੂੰ ਵਿਚਾਰੇ ਨੂੰ ਪਤਾ ਲੱਗ ਰਿਹਾ ਮੇਰੇ ਚਪੇੜ ਕਿਉਂ ਮਾਰ ਰਹੇ ਨੇ, ਹੈ ਨਾ। ਅਤੇ ਉਹ ਤੁਸੀਂ ਕੀ ਮਤਲਬ ਸਮਝਦੇ ਹੋ ਕਿ ਜਿਹੜੀ ਇਹ ਘਟਨਾ ਹੋਈ ਆ ਹੁਣ ਪੰਜਾਬ ਦੇ ਵਿੱਚ, ਜਿਹਦੇ ਵਿੱਚ ਇੱਕ ਅੰਮ੍ਰਿਤਸਰ ਦੇ ਵਿੱਚ ਇੱਕ ਫਾਦਰ ਨੇ ਆਪਣੀ ਬੇਟੀ ਨੂੰ ਮਾਰਤਾ ਅਤੇ ਉਹ ਕਿਸੇ ਸ਼ਾਇਦ ਮੁੰਡੇ ਨਾਲ ਦੇਖ ਲਿਆ ਸੀਗਾ ਕਿਸੇ ਨਾਲ ਜਾਂ ਜੋ ਵੀ, ਉਹ ਕਿੱਦਾਂ ਇਹ ਸਮਾਜ ਕਿੱਦਾਂ ਸੁਧਰੂਗਾ ਬਾਈ ਫਿਰ? ਦੇਖੋ ਵੀਰੇ, ਮੈਨੂੰ ਪਹਿਲਾਂ ਤਾਂ ਨਾ ਤਾਂ ਮੈਂ ਫਿਲਮ ਦੇਖੀ ਹੈ ਜਿਹੜੀ ਤੁਸੀਂ ਕਹਿ ਰਹੇ ਹੋ, ਅਤੇ ਇਸ ਨਿਊਜ਼ ਬਾਰੇ ਵੀ ਮੈਨੂੰ ਜ਼ਿਆਦਾ ਅਪਡੇਟ ਨਹੀਂ ਹੈਗਾ। ਤੁਸੀਂ ਪੁਰਾਣੇ ਜ਼ਮਾਨੇ ਸੁਣਿਆ ਕਿ ਜਦੋਂ ਕਿਸੇ ਦੀ ਧੀ ਘਰੋਂ ਕੋਈ ਗਲਤ ਕੰਮ 'ਚ ਫੜੀ ਜਾਂਦੀ ਸੀ ਜਾਂ ਕੁਛ ਵੀ ਹੁੰਦਾ ਸੀ ਉਹਨੂੰ ਮਾਰ ਦਿੰਦੇ ਸੀ? ਉਹੀ ਮੇਰੇ ਹਿਸਾਬ ਨਾਲ ਹੋਇਆ ਅੰਮ੍ਰਿਤਸਰ ਦੇ ਵਿੱਚ ਕਿ ਉਹਨਾਂ ਦੀ ਬੇਟੀ ਨੂੰ ਦੇਖਿਆ ਉਹਨਾਂ ਨੇ ਕਿਸੇ ਨਾਲ ਅਤੇ ਉਹਨਾਂ ਨੇ ਮਾਰ, ਅਤੇ ਮੇਰੇ ਖਿਆਲ ਨਾਲ ਮੋਟਰਸਾਈਕਲ ਦੇ ਪਿੱਛੇ ਬੰਨ੍ਹ ਕੇ ਵੀ ਉਹਨਾਂ ਦੀ ਬੋਡੀ ਨੂੰ ਘੁਮਾਇਆ। ਇੱਦਾਂ ਦੀ ਘਟਨਾ ਅਕਸਰ ਦੇਖਣ 'ਚ ਮਿਲਦੀਆਂ ਸਮਾਜ ਦੇ ਵਿੱਚ ਵੀਰੇ, ਅਕਸਰ ਦੇਖਣ ਨੂੰ ਮਿਲਦਾ ਵੀਰੇ। ਦੇਖੋ, ਮੈਨੂੰ ਇਹ ਲੱਗਦਾ ਕਿ ਐਵਰੀਥਿੰਗਸ ਹੈਪਨ ਫॉर ਅ ਰੀਜ਼ਨ। ਹਰ ਚੀਜ਼ ਸਹੀ ਗਲਤ ਬਾਅਦ ਦਾ ਵਿਸ਼ਾ, ਪਹਿਲਾਂ ਹੋਈ ਕਿਉਂ ਆ। ਪਹਿਲਾ ਵਿਸ਼ਾ ਤਾਂ ਇਹ ਹੈ ਕਿ ਉਹ ਨੌਬਤ ਹੀ ਕਿਉਂ ਆਈ। ਜਿਵੇਂ ਤੁਸੀਂ ਸਵਾਲ ਕੀਤਾ ਕਿ ਮਤਲਬ ਫੈਮਿਲੀ ਨੂੰ ਲੈ ਕੇ, ਮੈਨੂੰ ਲੱਗਦਾ ਯਾਰ ਪਹਿਲੀ ਗੱਲ ਤਾਂ ਬੇਟਾ ਜਾਂ ਬੇਟੀ ਸਾਡੇ ਲਈ ਸਮਾਜ ਨੂੰ ਇਸ ਚੀਜ਼ 'ਚੋਂ ਬਾਹਰ ਆਉਣਾ ਚਾਹੀਦਾ। ਹਰ ਬੰਦਾ ਜਿਹੜਾ ਵੀ ਰੂਲ, ਜਿਹੜੀ ਵੀ ਚੀਜ਼ ਆਉਂਦੀ ਕੁੜੀਆਂ 'ਤੇ ਕਿਉਂ ਲਾਗੂ ਕਰ ਦਿੱਤੀ ਜਾਂਦੀ ਹੈ, ਉਹ ਬਰਾਬਰ ਮੁੰਡਿਆਂ 'ਤੇ ਵੀ ਲਾਗੂ ਹੋਣੀ ਚਾਹੀਦੀ ਹੈ। ਜਦੋਂ ਕਿ ਆਪਾਂ ਆਪਣੀ ਬੇਟੀ ਨੂੰ ਕਹਿੰਦੇ ਕਿ ਬੇਟਾ, ਅਕਸਰ ਬੇਟੀਆਂ ਮੁੰਡਿਆਂ ਨੂੰ, ਕੁੜੀਆਂ ਨੂੰ ਘਰ 'ਚ ਕਿਹਾ ਜਾਂਦਾ ਬੇਟਾ ਜਦੋਂ ਕੁੜੀ ਜਵਾਨ ਹੁੰਦੀ ਹੈ ਬਾਹਰ ਨਹੀਂ ਖੜਨਾ, ਮੁੰਡਿਆਂ ਕੋਲ ਨਹੀਂ ਜਾਣਾ, ਇਹ ਨਹੀਂ ਕਰਨਾ। ਕਦੇ ਮੁੰਡਿਆਂ ਨੂੰ ਕਿਹਾ ਕੁੜੀਆਂ ਕੋਲ ਨਹੀਂ ਜਾਣਾ। ਪੁਰਾਣੇ ਸਾਡੇ ਸਮਾਜ ਦੇ ਵਿੱਚ ਇੱਕ ਬੜਾ ਸਿੰਪਲ ਜਿਹਾ ਸਲੋਗਨ ਸੀਗਾ, ਆਪਾਂ ਸਭ ਨੇ ਸੁਣਿਆ ਹੈ ਕਿ ਧੀਆਂ ਭੈਣਾਂ ਸਾਂਝੀਆਂ ਹੁੰਦੀਆਂ, ਹਰ ਬੰਦਾ ਬੋਲਦਾ, ਹੈ ਨਾ। ਪਰ ਕਦੇ ਆਪਣੇ ਬੱਚਿਆਂ ਨੂੰ ਚੀਜ਼ ਸਿਖਾਈ ਗਈ, ਮੁੰਡਿਆਂ ਨੂੰ ਇਹ ਚੀਜ਼ 'ਤੇ ਫੋਕਸ ਕੀਤਾ ਗਿਆ ਕਿ ਧੀਆਂ ਭੈਣਾਂ ਸਾਂਝੀਆਂ ਹੁੰਦੀਆਂ ਨੇ। ਇਸ ਚੀਜ਼ ਬਾਰੇ ਕੋਈ ਗਾਈਡੈਂਸ ਦਿੰਦਾ ਕੌਣ? ਫਾਦਰ ਆਪਦਾ ਬੱਚਾ ਜਦੋਂ ਟੀਨੇਜ ਵਿੱਚ ਆਉਂਦਾ ਉਹਨੂੰ ਬੈਠ ਕੇ ਸਮਝਾਉਂਦਾ ਕਿ ਬੇਟਾ ਤੇਰੀ ਘਰ ਦੇ ਵਿੱਚ ਵੱਡੀ ਭੈਣ ਆ, ਅਤੇ ਜੇ ਤੂੰ ਚਾਹੁੰਦਾ ਤੇਰੀ ਭੈਣ ਨਾਲ ਕੋਈ ਵੀ ਮਤਲਬ ਇੱਦਾਂ ਦਾ ਨਾ ਹੋਵੇ, ਤੈਨੂੰ ਵੀ ਸਮਾਜ ਦੇ ਵਿੱਚ ਉਵੇਂ ਦਾ ਹੀ ਬਣਨਾ ਪੈਣਾ। ਪਰ ਇਸ ਟੌਪਿਕ 'ਤੇ ਕੋਈ ਗੱਲ ਹੀ ਨਹੀਂ ਕਰਦਾ। ਆਪਦੀ ਬੇਟੀਆਂ ਨਾਲ ਵੀ ਠੀਕ ਹੈ, ਮੈਨੂੰ ਇਹ ਲੱਗਦਾ ਹੈ ਕਿ ਇੱਕ ਬੇਟੀ ਦੀ ਇੱਕ ਪਿਓ ਨਾਲ ਜੋ ਮਰਿਆਦਾ ਹੈ ਉਹ ਹਮੇਸ਼ਾ ਕਾਇਮ ਰਹਿਣੀ ਚਾਹੀਦੀ ਹੈ। ਉਹ ਕਦੇ, ਕਿਉਂਕਿ ਅਸੀਂ ਉਹ ਕਹਿ ਲਓ ਆਪਾਂ ਯੂਰਪ ਵਿੱਚ ਜਾਂ ਉੱਧਰਲੀ ਆਪਾਂ ਕੰਟਰੀਆਂ 'ਚ ਨਹੀਂ ਪੈਦਾ ਹੋਏ, ਆਪਾਂ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ ਪੈਦਾ ਹੋਏ ਹਾਂ, ਸਪੈਸ਼ਲੀ ਪੰਜਾਬ ਦੇ ਵਿੱਚ ਜਿੱਥੇ ਦਾ ਸੱਭਿਆਚਾਰ ਇੱਦਾਂ ਦਾ ਹੈ ਨਾ, ਜਿੱਥੇ ਹਰ ਰਿਸ਼ਤੇ ਨੂੰ ਬਹੁਤ ਅਹਿਮੀਅਤ ਦਿੱਤੀ ਜਾਂਦੀ ਹੈ। ਤਾਂ ਉਹ ਹੁਣ ਸਾਡੇ ਬਾਪੂ ਜੀ ਜਾਂ ਸਾਡੇ ਗ੍ਰੈਂਡਫਾਦਰ ਕਹਿੰਦੇ ਜਦੋਂ ਅਸੀਂ ਵੱਡੇ ਹੋਣ ਲੱਗੇ, ਉਹ ਬੇਸਿਕਲੀ ਕੀ ਸੀ, ਇੱਕ ਚੀਜ਼ ਸਿਖਾਈ ਜਾਂਦੀ ਸੀ ਕਿ ਜਦੋਂ ਕਿਸੇ ਦੋਸਤ ਦੇ ਘਰ ਜਾਣਾ ਤਾਂ ਉਹਦੀ ਘਰ ਵਾਲੀ ਨੂੰ ਭਾਬੀ ਨਹੀਂ ਕਹਿਣਾ, ਉਹਨੂੰ ਭੈਣ ਜੀ ਕਹਿਣਾ। ਅੱਜ ਬੱਚਿਆਂ ਨੂੰ ਸਿੱਧ ਨਹੀਂ ਦਿੱਤੀ ਜਾਂਦੀ, ਅੱਜ ਬੱਚਿਆਂ ਨੂੰ ਕੋਈ ਸਿੱਧ ਨਹੀਂ ਦਿੱਤੀ ਜਾਂਦੀ। ਅੱਜ ਭਾਬੀਆਂ ਦੇ ਨਾਮ 'ਤੇ ਜੋਕ ਕੀਤੇ ਜਾਂਦੇ ਨੇ। ਉਹ ਇਸੇ ਵੀਰੇ ਕਾਰਨ ਇਹੀ ਹੈ ਕਿ ਉਹ ਚੀਜ਼ਾਂ ਪਰੇ ਹੋ ਗਈਆਂ ਨਾ। ਜਦੋਂ ਤੁਸੀਂ ਕਿਸੇ ਦੇ ਘਰ ਜਾ ਕੇ ਆਪਾਂ ਕਹਿਣਾ ਭੈਣੇ ਗੱਲ ਸੁਣਿਓ ਜੀ, ਭੈਣੇ ਪਾਣੀ ਦਿਓ ਜੀ, ਭੈਣੇ, ਉਹ ਨਾ ਚਾਹੁੰਦੇ ਹੋਈ ਵੀ ਤੁਹਾਡੇ ਅੰਦਰ ਅਗਰ ਕੋਈ ਖਿਆਲ ਪੈਦਾ ਹੋ ਰਿਹਾ ਤਾਂ ਉਹ ਜਿਹੜਾ ਨਾ ਭੈਣ ਸ਼ਬਦ ਹੈ ਉਹਦੇ ਵਿੱਚ ਇੰਨੀ ਪਾਵਰ ਹੈ ਕਿ ਤੁਹਾਨੂੰ ਉਹਦੀ ਇੱਜ਼ਤ ਦੇ ਲਈ ਜਾਂ ਕਿਸੇ ਚੀਜ਼ ਲਈ ਤੁਹਾਨੂੰ ਆਪਣੀਆਂ ਭਾਵਨਾਵਾਂ 'ਤੇ ਤੁਹਾਨੂੰ ਕੰਟਰੋਲ ਕਰਨਾ ਪੈਣਾ। ਜਦੋਂ ਹੁਣ ਉਹ 'ਤੇ ਸ਼ਬਦ ਹੀ ਬਦਲ ਗਏ, ਭਾਵ ਹੀ ਬਦਲ ਗਏ ਸਾਰੇ, ਤਾਂ ਫਿਰ ਆਪਾਂ ਕੀ ਕਹਿ ਸਕਦੇ ਹਾਂ ਵੀਰੇ? ਇਸ ਘਟਨਾ ਬਾਰੇ ਤੁਹਾਡਾ ਕੀ ਕਹਿਣਾ ਬਾਈ, ਜਿਹੜੀ ਆ ਘਟਨਾ ਵੀਰੇ? ਦੇਖੋ, ਉਹੀ ਗੱਲ ਹੈ ਕਿ ਹਰ ਗੱਲ ਦੇ ਦੋ ਪਹਿਲੂ ਨੇ। ਪਹਿਲਾਂ ਤਾਂ ਮੈਂ ਕਹਿਣਾ ਚਾਹੂੰਗਾ ਕਿ ਇੱਕ ਪਿਓ ਜਿਹਨੇ ਇੱਕ ਬੱਚੀ ਨੂੰ ਜਨਮ ਦਿੱਤਾ, ਫਿਰ ਉਹਨੂੰ ਪਾਲਣ ਪੋਸਣ ਲਈ ਦਿਹਾੜੀਆਂ ਵੀ ਕੀਤੀਆਂ ਹੋਣਗੀਆਂ ਜਾਂ ਕੋਈ ਬਿਜ਼ਨਸ ਵੀ ਕੀਤਾ ਹੋਊਗਾ, ਕੁਝ ਵੀ ਕੀਤਾ, ਉਹਨੇ ਬੱਚਾ ਪਾਲਿਆ, ਉਹੀ ਧੀ ਆਪਣੇ ਹੱਥੋਂ ਮਾਰਨੀ, ਮਤਲਬ ਪਤਾ ਨਹੀਂ ਕਿਸ ਕਿੱਡੀ ਨੌਬਤ ਆ ਗਈ ਕਿ ਉਹਨੂੰ ਆਪਣੀ ਧੀ ਹੱਥੋਂ ਮਾਰਨੀ ਪਈ ਆ। ਪਰ ਜਦੋਂ ਮੁੰਡਾ ਬਾਈ ਕੋਈ ਕੁੜੀ ਲੈ ਕੇ ਭੱਜਦਾ ਘਰੋਂ ਕਿਸੇ ਦੀ, ਕੋਈ ਮੁੰਡਾ ਤਾਂ ਨਹੀਂ ਕਿਸੇ ਨੇ ਮਾਰਿਆ ਹੋਊਗਾ ਵੀਰੇ। ਇਹੀ ਸਮਾਜ ਦੀ ਗਲਤੀ ਨਾ। ਮੈਂ ਵੀ ਤਾਂ 5 ਮਿੰਟ ਪਹਿਲਾਂ ਵੀਰੇ ਇਹੀ ਗੱਲ ਕਹਿ ਕੇ ਰੂਲ ਦੋਨੋਂ ਪਾਸੇ ਇੰਪਲੀਮੈਂਟ ਹੋਣੇ ਚਾਹੀਦੇ ਆ, ਉਹਦੇ ਪਿੱਛੇ ਦੇ ਕਾਰਨ ਨਹੀਂ ਦੇਖ ਕੇ। ਪਰ ਇਹਦੇ ਪਹਿਲਰ ਮੈਂ ਇਹ ਵੀ ਨਹੀਂ ਕਹਿਣਾ ਚਾਹੁੰਦਾ ਕਿ ਅਗਰ ਇਹ ਚੀਜ਼ ਉਹਦੇ ਫਾਦਰ ਨੇ ਚੀਜ਼ ਕੀਤੀ ਹੈ ਤਾਂ ਸਹੀ ਕੀਤੀ ਹੈ, ਪਰ ਇਹਦਾ ਮਤਲਬ ਇਹ ਵੀ ਨਹੀਂ ਮੈਂ ਕਹਿਣਾ ਚਾਹੁੰਦਾ ਕਿ ਇਸ ਗੱਲ 'ਚ ਕੁੜੀਆਂ ਨੂੰ ਬੜਾਵਾ ਮਿਲ ਜੇਕਰ ਇਹ ਚੀਜ਼ ਗਲਤ ਕੀਤੀ ਹੈ ਤਾਂ ਕੁੜੀਆਂ ਨੂੰ ਵੀ ਤਾਂ ਆਪਣੇ ਸੋਚਣਾ ਕਿ ਅਸੀਂ ਪਿਓ ਦੀ ਪੱਗ ਹੈ। ਮੈਨੂੰ ਇੱਕ ਮੈਂ ਛੋਟੀ ਜਿਹੀ ਮਤਲਬ ਮੇਰਾ ਪਰਸਨਲ ਓਪੀਨੀਅਨ ਇਹ ਕਹਿੰਦਾ, ਮੈਨੂੰ ਲੱਗਦਾ ਅੱਜ ਕੱਲ੍ਹ ਭਰੂਣ ਹੱਤਿਆ ਦੇ ਵੱਡੇ ਸੈਮੀਨਾਰ ਹੁੰਦੇ ਨੇ, ਹਰ ਥਾਂ 'ਤੇ ਵੱਡੇ ਹੋਰਡਿੰਗ ਲੱਗੇ। ਕਦੇ ਕਿਸੇ ਨੇ ਦੱਸਿਆ ਭਰੂਣ ਹੱਤਿਆ ਕੀਤੀ ਕਿਉਂ ਜਾਂਦੀ ਹੈ? ਮੈਨੂੰ ਦੱਸੋ, ਮੁੰਡੇ ਨੇ ਜਨਮ ਲਿਆ, ਕੁੜੀ ਨੇ ਜਨਮ ਲਿਆ, ਦੋਨੇ ਪੜ੍ਹੇ, ਦੋਨੇ ਸਕੂਲ ਗਏ, ਦੋਨਾਂ ਦੇ ਵਿਆਹ, ਕਿਹੜੇ ਖਰਚੇ 'ਚ ਫਰਕ ਆ? ਮੈਨੂੰ ਜਵਾਬ ਦੇ ਦਿਓ। ਅੱਜ ਦਾ ਤੁਸੀਂ ਵਿਆਹ ਕਰਕੇ ਦੇਖ ਲਓ, ਕੁੜੀ ਦਾ ਵਿਆਹ ਕਰ ਲਓ ਤਾਂ ਵੀ ਉਨਾ ਖਰਚਾ। ਕਿਸੇ ਸਕੂਲ 'ਚ ਲਿਖਿਆ, ਕਦੇ ਸਕੂਲ ਦੇ ਵਿੱਚ ਕਦੇ ਐਂ ਹੋਇਆ ਜੇ ਫੀਮੇਲ ਹੈ ਤਾਂ ਫੀਸ ਘੱਟ ਜ਼ਿਆਦਾ ਹੈ, ਮੁੰਡਾ ਹੈ ਤਾਂ ਫੀਸ ਘੱਟ ਹੈ, ਖਰਚਾ ਤਾਂ ਬਰਾਬਰ ਹੈ। ਤਾਂ ਪਿਓ ਕਿੱਥੋਂ ਮਰਦਾ? ਮਰਦਾ ਸਿਰਫ ਇੱਜ਼ਤ ਤੋਂ। ਫੋਰ ਐਗਜ਼ਾਮਪਲ, ਮੈਨੂੰ ਲੱਗਦਾ ਕਿ ਸਕੂਲਾਂ ਦੇ ਵਿੱਚ ਇੱਕ ਭਰੂਣ ਹੱਤਿਆ ਦੇ ਬਾਰੇ ਲੈਕਚਰ ਲਾਉਣ ਤੋਂ ਬੈਟਰ ਕੀ ਹੈ, ਉਹਨਾਂ ਦੇ ਬੇਟੀਆਂ ਦੇ ਸੈਮੀਨਾਰ ਹੋਣੇ ਚਾਹੀਦੇ। ਕੁੜੀਆਂ ਨੂੰ ਗਾਈਡੈਂਸ ਦੇਣੀ ਚਾਹੀਦੀ ਹੈ ਕਿ ਭਰੂਣ ਹੱਤਿਆ ਹੋ ਕਿਉਂ ਰਹੀ ਹੈ, ਉਹਦੇ ਲਈ ਤੁਸੀਂ ਜ਼ਿੰਮੇਵਾਰ ਹੋ ਇੱਕ ਰੀਜ਼ਨ ਦੇ ਉੱਤੇ। ਮਤਲਬ ਮੇਰਾ ਪਰਸਨਲ ਓਪੀਨੀਅਨ ਆ। ਫੋਰ ਐਗਜ਼ਾਮਪਲ 10 ਘਰ ਦੇ ਵਿੱਚ ਕੁੜੀਆਂ ਪੈਦਾ ਹੋਈਆਂ, ਇੱਕ ਮਹੱਲੇ ਵਿੱਚ 11 ਘਰ ਨੇ, 10 ਘਰ 'ਚ ਬੇਟੀ ਪੈਦਾ ਹੋਈ। ਪਹਿਲੀ ਬੇਟੀ ਦਾ ਕੋਈ ਵੀਡੀਓ ਕਲਿੱਪ ਆ ਗਿਆ, ਦੂਜੀ ਬੇਟੀ ਹੋਟਲ 'ਚ ਫੜੀ ਗਈ, ਤੀਜੀ ਬੇਟੀ ਕਾਰ ਵਿੱਚ ਫੜੀ ਗਈ, ਚੌਥੀ ਦਾ ਕੋਈ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਜਦੋਂ ਇੱਦਾਂ ਕਰਦੇ 10 ਘਰਾਂ ਵਿੱਚ ਅਪਚਨਕ ਜਾਂ ਕੁਝ ਵੀ ਪ੍ਰੋਬਲਮਸ ਆ ਗਈਆਂ ਬੇਟੀਆਂ ਨਾਲ ਰਿਲੇਟਡ, ਜਦੋਂ 11ਵੇਂ ਘਰ ਕੁੜੀ ਜੰਮਣੀ ਤਾਂ ਪਿਓ ਨੂੰ ਬਿਪਤਾ ਖੜੀ ਹੋ ਜਾਣੀ ਹੈ ਕਿ ਮੇਰੀ ਹੁਣ ਜ਼ਿੰਮੇਵਾਰੀ ਵੱਧ ਗਈ, ਮੈਨੂੰ ਰੱਬ ਨੇ
ਸਮਝ ਰਹੇ ਹੋ। ਪਰ ਜੇ ਉਹੀ ਪਹਿਲੀ ਕੁੜੀ ਨੇ ਇੱਦਾਂ ਦਾ ਕੋਈ ਵੀ ਲਾਂਛਨ ਆਪਣੇ ਪਰਿਵਾਰ 'ਤੇ ਨਹੀਂ ਲਾਇਆ, ਉਹ ਪੜ੍ਹੀ ਲਿਖੀ, ਆਪਣੇ ਪੈਰਾਂ 'ਤੇ ਸਟੈਂਡ ਹੋਈ, ਹਾਂ ਉਹਨੂੰ ਕੋਈ ਜੀਵਨ ਸਾਥੀ ਪਸੰਦ ਆਇਆ ਤਾਂ ਉਹਨੇ ਸਭ ਤੋਂ ਪਹਿਲਾਂ ਆਪਣੇ ਪੇਰੈਂਟਸ ਨਾਲ ਡਿਸਕਸ ਕੀਤਾ ਕਿ ਕਿਉਂਕਿ ਆਪਾਂ ਹੁਣ ਉਸ ਸਮੇਂ 'ਚ ਨਹੀਂ ਰਹਿ ਰਹੇ, ਆਪਾਂ ਕਿਹੜੀ ਸਦੀ 'ਚ ਆ ਗਏ ਹਾਂ। ਪਿਓ ਨੇ ਵੀ ਕਿਸੇ ਬੇਟੀ ਨੂੰ ਘਰ ਨਹੀਂ ਬਿਠਾਉਣਾ ਹੁੰਦਾ। ਮੈਂ ਵੀ ਬੀਇੰਗ ਅ ਫਾਦਰ ਕਹਿੰਦਾ, ਮੈਂ ਵੀ ਕੋਈ ਪਿਓ ਆਪਣੀ ਬੇਟੀ ਨੂੰ ਘਰ ਨਹੀਂ ਬਿਠਾਉਂਦਾ। ਉਹ ਸਿਰਫ ਇਹ ਚਾਹੁੰਦਾ ਹੁੰਦਾ ਕਿ ਆਪਾਂ ਕੋਈ ਵੀ ਚੀਜ਼ ਸਮਾਜ ਦੇ ਵਿੱਚ ਕਰਨੀ ਹੈ ਜਾਂ ਕੁਛ ਵੀ ਕਰਨਾ ਕਿ ਉਹ ਪਰਿਵਾਰ ਬੱਚੇ ਲਈ ਠੀਕ, ਜਿੱਥੇ ਉਹਦੀ ਕੁੜੀ ਖੁਸ਼ ਰਹਿ ਸਕੇ। ਹੋਰ ਪਿਓ ਦਾ ਕੋਈ ਮੋਟਿਵ ਨਹੀਂ ਹੁੰਦਾ। ਤਾਂ ਜਦੋਂ 10 ਬੱਚੀਆਂ ਪੈਦਾ ਹੋਈਆਂ, ਕਿਸੇ ਨੇ ਪਿਓ ਦੀ ਪੱਗ ਨੂੰ ਕੋਈ ਇੱਦਾਂ ਦੀ ਲਾਲਚ ਲਾਈ। ਜਦੋਂ 11ਵੇਂ ਘਰ ਕੁੜੀ ਪੈਦਾ ਹੋਣੀ ਤਾਂ ਉਹਦਾ ਸਿਰ ਉੱਚਾ ਹੋ ਜਾਣਾ। ਉਹ ਸਭ ਤੋਂ ਪਹਿਲਾਂ ਆਪਣੀ ਮੁੱਛਾਂ ਖੜੇ ਕਰੂ, ਕਿਉਂ? ਕੋਈ ਕਿਸੇ ਦੀ ਬੇਟੀ ਪਾਇਲਟ ਬਣ ਗਈ, ਕਿਸੇ ਦੀ ਜੱਜ ਲੱਗ ਗਈ, ਕਿਸੇ ਨੇ ਕੁਝ ਸਮਾਜ ਲਈ ਕੁਝ ਕਰਤਾ। ਤਾਂ ਆਪਣੇ ਬੱਚਿਆਂ ਨੂੰ ਸਭ ਤੋਂ ਪਹਿਲਾਂ ਪਿਓ ਦਾ ਫਰਜ਼ ਇਹ ਬਣਦਾ ਕਿ ਆਪਣੀ ਬੇਟੀਆਂ ਨੂੰ ਟਾਈਮ ਦਿਓ, ਉਹਨਾਂ ਨਾਲ ਗੱਲਾਂ ਬਾਤਾਂ ਕਰੋ, ਉਹਨਾਂ ਨੂੰ ਸਾਡੀਆਂ ਔਰਤ ਦੇ ਜਾਮੇ ਵਿੱਚ ਜੋ ਪੈਦਾ ਹੋਈਆਂ, ਜਿਵੇਂ ਹੁਣ ਆਪਾਂ ਮਾਤਾ ਗੁਜਰੀ ਜੀ ਦੀ ਗੱਲ ਕਰੀਏ, ਤੁਸੀਂ ਦੇਖੋ ਕਿੱਡਾ ਵੱਡਾ ਬਲੀਦਾਨ ਉਹਨਾਂ ਦਾ। ਸ਼੍ਰੀ ਗੁਰੂ ਤੇਗ ਬਹਾਦਰ ਜੀ, ਉਹਨਾਂ ਦੇ ਪਹਿਲਾਂ ਜਿਹੜੇ ਪਤੀ ਸੀਗੇ, ਉਹਨਾਂ ਨੂੰ ਦੇਖੋ ਹਿੰਦੂ ਧਰਮ ਦੇ ਲਈ ਉਹਨਾਂ ਨੇ ਆਪਣਾ ਮਤਲਬ ਉਹ ਕਰਤਾ, ਬਲੀਦਾਨ ਦੇਖੋ ਕਿੰਨਾ। ਫਿਰ ਉਹਨਾਂ ਦਾ ਬੇਟੇ ਦਾ ਬਲੀਦਾਨ, ਉਹਨਾਂ ਦੇ ਗਾਂ ਪੋਤਿਆਂ ਦਾ ਬਲੀਦਾਨ। ਮਾਈ ਭਾਗੋ ਲਾ ਲਓ, ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਜਦੋਂ ਯੁੱਧ ਹੋਇਆ ਮੁਕਤਸਰ ਦੇ ਵਿੱਚ, 40 ਸਿੱਖ ਨੂੰ ਵਾਪਸ ਲੈ ਕੇ ਉੱਥੇ ਆਏ ਤੇ ਜੋ ਉਹਨਾਂ ਨੇ ਸਿੰਘਾਂ ਨੂੰ ਵਾਪਸ ਮੋੜਿਆ ਕਿ ਜਾਓ ਗੁਰੂ ਸਾਹਿਬ ਦਾ ਤੁਸੀਂ ਜਾ ਕੇ ਸਾਥ ਦਿਓ। ਤਾਂ ਉਹ ਵੀ ਔਰਤ ਦੇ ਜਾਮੇ 'ਚ ਆਈ ਸੀ ਨਾ ਮਾਈ ਭਾਗੋ। ਉੱਥੋਂ ਲੈ ਕੇ ਨੰਦੇੜ ਸਾਹਿਬ ਤੱਕ ਗੁਰੂ ਸਾਹਿਬ ਦਾ ਉਹਨਾਂ ਨੇ ਸਾਥ ਦਿੱਤਾ। ਤਾਂ ਉਹ ਵੀ ਬੱਚਿਆਂ ਨੂੰ ਉਹਨਾਂ ਬਾਰੇ ਗਾਈਡ ਕਰੋ ਨਾ ਕਿ ਔਰਤ 'ਚ ਪਾਵਰ ਕਿੰਨੀ ਆ, ਔਰਤ 'ਚ ਜਨਨੀ ਕਿੰਨੀ ਆ। ਅੱਜ ਸਾਡੇ ਕੋਲ ਟਾਈਮ ਹੀ ਨਹੀਂ ਆ, ਅਸੀਂ ਆਪਣੇ ਕੰਮਾਂ ਕਾਰਾਂ 'ਚ ਇੰਨੇ ਜ਼ਿਆਦਾ ਵਿਅਸਤ ਹੋ ਚੁੱਕੇ ਹਾਂ। ਘਰ ਜਿਹੜੀ ਸਾਡੀ ਲੇਡੀਜ਼ ਨੇ ਉਹ ਮੋਸਟਲੀ ਸੋਸ਼ਲ ਮੀਡੀਆ 'ਤੇ ਉਹ ਵੀ ਬਿਜ਼ੀ ਨੇ, TV 'ਤੇ ਬਿਜ਼ੀ ਆ, ਵੈਬ ਸੀਰੀਜ਼ ਦੇਖ ਰਹੀਆਂ ਨੇ। ਬੱਚਿਆਂ ਨੂੰ ਬੇਟਾ ਜਾਂ ਬੇਟੀ ਦੋਨਾਂ ਦੇ ਬਰਾਬਰ ਇੰਪਲੀਮੈਂਟ ਹੁੰਦਾ। ਤੁਸੀਂ ਉਹਨਾਂ ਦੇ ਮੋਰਲ ਆਈਡੀਅਲਸ ਹੀ ਬਦਲ ਗਏ, ਉਹਨਾਂ ਨੂੰ ਟਾਈਮ ਹੀ ਨਹੀਂ ਦਿੱਤਾ ਜਾ ਰਿਹਾ। ਪਰ ਬਾਈ ਕਿਤੇ ਨਾ ਕਿਤੇ ਸਮਾਜ 'ਚ ਮੈਨੂੰ ਜੋ ਲੱਗਦਾ ਕਿਤੇ ਨਾ ਕਿਤੇ ਕੁਛ % ਜ਼ਿਆਦਾ ਕੁੜੀਆਂ ਨਾਲ ਵੀ ਧੱਕਾ ਨਹੀਂ ਹੁੰਦਾ। ਠੀਕ ਹੈ, ਆਪਾਂ ਮੁੰਡੇ ਕੁੜੀ ਦੇ ਬਰਾਬਰ ਦੀ ਗੱਲ ਕਰ ਰਹੇ ਹਾਂ, ਮੁੰਡੇ ਵੀ ਬਹੁਤ ਗਲਤ ਐਗਜ਼ਾਮਪਲ ਸੈੱਟ ਕਰਕੇ ਜਾਂਦੇ ਨੇ। ਬਿਲਕੁਲ ਠੀਕ ਹੈ ਵੀਰੇ, ਕੁੜੀਆਂ ਦੇ ਕੰਪੇਅਰਡ ਮੁੰਡੇ ਜ਼ਿਆਦਾ ਗਲਤ ਨੇ। ਪਰ ਫਿਰ ਵੀ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ, ਕਿਉਂਕਿ ਅਸੀਂ ਵੀ ਇੱਕ NGO ਚਲਾਉਂਦੇ ਹਾਂ, ਸਾਡੇ ਕੋਲ ਵੀ ਜਦੋਂ ਇੱਦਾਂ ਪੇਸ਼ੈਂਟਸ ਆਉਂਦੇ ਨੇ। ਔਰ ਕਿਤੇ ਨਾ ਕਿਤੇ ਨਾ ਬਾਈ ਮੈਂ ਵੀ ਆਪਣੇ ਦਿਲ ਦੀ ਗੱਲ ਕਰਨਾ ਚਾਹੁੰਦਾ, ਕਿਤੇ ਨਾ ਕਿਤੇ ਤੁਸੀਂ ਇਹ ਵੀ ਮੰਨਦੇ ਹੋ ਕਿ ਸਕੂਲਸ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਸੁਧਾਰ ਹੋ ਕੇ ਬੱਚਿਆਂ ਨੂੰ ਇੱਕ ਲੈਕਚਰ ਜਾਂ ਇੱਕ ਪੀਰੀਅਡ ਇਸ ਐਜੂਕੇਸ਼ਨ ਦੇ ਉੱਪਰ ਵੀ ਲੱਗਣਾ ਚਾਹੀਦਾ, ਭਾਵੇਂ ਉਹ ਸੈਕਸ ਐਜੂਕੇਸ਼ਨ ਕਿਉਂ ਹੀ ਨਾ ਹੋਵੇ। ਬਿਲਕੁਲ ਹੋਣੀ ਚਾਹੀਦੀ ਵੀਰੇ। ਬੱਚਿਆਂ ਨੂੰ ਦੇਖੋ ਵੀਰੇ, ਇਹ ਤਾਂ ਪੁਰਾਣੀ ਕਹਾਵਤ ਆ, ਜਦੋਂ ਆਪਾਂ ਨਹੀਂ ਪੰਜਾਬੀ 'ਚ ਕਹਿੰਦੇ ਕਾਕਾ ਜਿਹੜੀ ਗੱਲ ਤੇ ਮੈਨੂੰ ਦੱਸਦੀ ਮੈਨੂੰ ਬਾਹਰੋਂ ਨਾ ਪਤਾ ਲੱਗੇ। ਅਸੀਂ ਇਹ ਗੱਲ ਕਿਉਂ ਕਹਿੰਦੇ ਹਾਂ ਕਿ ਬਾਹਰੋਂ ਨਾ ਪਤਾ ਲੱਗੇ? ਕਿਉਂ? ਕਿਉਂਕਿ ਬਾਹਰਲੇ ਨੇ ਹਮੇਸ਼ਾ ਵੱਧ ਘੱਟ ਦੱਸਣਾ ਤੇ ਤੁਹਾਡੀ ਇਨਸਲਟ ਕਰਨੀ ਹੈ। ਇਹ ਤਾਂ ਪੁਰਾਣੀ ਕਹਾਵਤ ਆ ਨਾ ਕਿ ਯਾਰ ਮੈਨੂੰ ਘਰੋਂ ਪਤਾ ਲੱਗ ਜੇ। ਤਾਂ ਬਾਈ ਐਵੇਂ ਜੇ ਤੁਸੀਂ ਆਪਣੇ ਬੱਚੇ ਨੂੰ, ਜੇ ਤੁਸੀਂ ਇਸ ਗੱਲ ਦੇ ਵਿੱਚ ਥੋੜ੍ਹੀ ਬੜੀ ਇੰਪੋਰਟੈਂਸ ਫੀਲ ਕਰਦੇ ਹੋ ਕਿ ਕਾਕਾ ਮੈਨੂੰ ਬਾਹਰੋਂ ਨਾ ਪਤਾ ਲੱਗੇ, ਬੜੀ ਤਕਲੀਫ ਹੈ ਨਾ, ਤਾਂ ਫਿਰ ਬੱਚੇ ਨੂੰ ਵੀ ਬਾਹਰੋਂ ਗਿਆਨ ਕਿਉਂ ਲੈਣ ਦੇ ਰਹੇ ਹੋ? ਗਿਆਨ ਘਰੋਂ ਦੇ ਦਿਓ। ਜੇ ਇਸ ਗੱਲ ਦੀ ਤਕਲੀਫ ਹੈ ਕਿ ਬਾਹਰੋਂ ਬੱਚੇ ਦੀ ਗੱਲ ਬਾਹਰੋਂ ਨਾ ਆਵੇ, ਤਾਂ ਬੱਚੇ ਨੂੰ ਬਾਹਰ ਜਾਣ ਕੌਣ ਦੇ ਰਿਹਾ? ਜਿਵੇਂ ਬਾਈ ਹੁਣ ਅਸੀਂ ਸਾਡੀ NGO ਦੇ ਵਿੱਚ ਵੀ ਨਾ ਪੇਸ਼ੈਂਟਸ ਆਉਂਦੇ ਨੇ, 7 ਕੁੜੀਆਂ 8 ਕੁੜੀਆਂ, ਅਤੇ ਮੈਂ ਜਦੋਂ ਉਹਨਾਂ ਨੂੰ ਪੁੱਛਦਾ ਕਿ ਤੁਸੀਂ 8 ਕੁੜੀਆਂ ਪਹਿਲਾਂ, ਤੁਸੀਂ 9ਵੀਂ ਕੁੜੀ ਫਿਰ ਕਿਉਂ ਲਿਆਂਦੀ? ਉਹ ਕਹਿੰਦੇ ਭਗਵਾਨ ਕੀ ਮਰਜ਼ੀ, ਹਮੇ ਤਾਂ ਪਤਾ ਹੀ ਨਹੀਂ। ਤਾਂ ਉੱਥੇ ਕਈ ਵਾਰ ਮਨ ਕਰਦਾ ਕਿ ਕਿਤੇ ਨਾ ਕਿਤੇ ਜਿਹੜੇ ਲੈਕਚਰ ਨੇ ਇਹ ਇੰਡੀਆ ਭਰ ਦੇ ਵਿੱਚ ਘੱਟੋ ਘੱਟ, ਕਿਉਂਕਿ ਅੱਜ ਪਾਪੂਲੇਸ਼ਨ ਦੇ ਵਿੱਚ ਆਪਾਂ ਪਹਿਲੇ ਨੰਬਰ 'ਤੇ ਆ ਗਏ ਦੁਨੀਆ 'ਚ, ਹੈ ਨਾ। ਤਾਂ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹ ਲੈਕਚਰ ਵੀ ਡਿਸਕਸ ਹੋਣੇ ਚਾਹੀਦੇ ਸਕੂਲਸ ਦੇ ਵਿੱਚ ਕਿ ਅਸਲ ਦੇ ਵਿੱਚ ਇਹ ਹੈ ਕੀ ਪ੍ਰੋਸੈਸ, ਕੀ ਚੱਲਦਾ, ਬੱਚਾ ਹੋਣ ਦਾ ਪ੍ਰੋਸੈਸ ਕੀ ਹੈ। ਕਿਤੇ ਨਾ ਕਿਤੇ ਇਹ ਵੀ ਕਮੀ ਹੈ। ਬੱਚਿਆਂ ਨੂੰ ਇਹ ਚੀਜ਼ ਤੁਸੀਂ ਜਿੰਨੀ ਜਲਦੀ ਸੈਕਸ ਬਾਰੇ ਐਜੂਕੇਸ਼ਨ ਦੇ ਦੋਗੇ, ਉਹਦਾ ਸਭ ਤੋਂ ਵੱਡਾ ਸੁੱਖ ਤੁਹਾਨੂੰ ਆ। ਕਿਉਂਕਿ ਦੇਖੋ ਅੱਜ ਕੱਲ੍ਹ ਬੱਚੇ TV ਦੇਖਦੇ ਆ, ਸੋਸ਼ਲ ਮੀਡੀਆ ਦੇਖਦੇ ਆ, ਟੈਬਸ ਨੇ ਬੱਚਿਆਂ ਕੋਲ, ਹੈ ਨਾ। ਉਹਦੇ 'ਤੇ ਉੱਤੇ ਬੇਫਜ਼ੂਲ ਦੀ ਐਡਸ ਆਉਂਦੀਆਂ ਰਹਿੰਦੀਆਂ ਨੇ। ਬੱਚੇ ਤੋਂ ਇੱਕ ਐਡ ਕਲਿੱਕ ਹੋ ਗਈ, ਅੱਗੇ ਬੱਚਾ ਨਾ, ਤਾਂ ਇੱਕ ਜਿਹੜੀ ਟੀਨੇਜ ਹੁੰਦੀ ਆ ਉਸ ਵਿੱਚ ਬੰਦਾ ਓਬਵੀਅਸ ਆਪਾਂ ਸਭ ਲੋਕ ਉਸ ਉਮਰ ਦੇ ਵਿੱਚੋਂ ਲੰਘੇ, ਉਹ ਚੀਜ਼ ਤੁਹਾਡੇ ਦਿਮਾਗ 'ਤੇ ਇਫੈਕਟ ਕਰਦੀ ਹੈ। ਬੈਟਰ ਆ ਤੁਸੀਂ ਬੱਚੇ ਨੂੰ ਉਸ ਚੀਜ਼ ਬਾਰੇ ਜਾਂ ਉਹ ਚੀਜ਼ਾਂ ਬਾਰੇ ਜੋ ਵੀ ਚੀਜ਼ਾਂ ਹੈਗੀਆਂ ਨੇ ਤੁਸੀਂ ਆਪ ਡਿਸਕਸ ਕਰ ਲਓ, ਜ਼ਿਆਦਾ ਬੈਟਰ ਹੈ। ਤੁਸੀਂ ਕਰਦੇ ਹੋ ਬਈ? ਬਿਲਕੁਲ ਕਰਦਾ ਮੈਂ। ਤੁਸੀਂ ਪਹਿਲਾ ਝਾਕਾ ਕਿੱਦਾਂ ਚੱਕਿਆ ਸੀ ਇਹ ਲਾ ਕੇ ਆਪਣੇ ਆਪ ਹੀ ਮਤਲਬ ਬਹਿ ਗਏ ਕਿ ਬੱਚੇ ਆ ਗਲਤ ਆ? ਜੇ ਮੇਰੇ ਖਿਆਲ ਨਾਲ ਬੱਚੀਆਂ ਤੁਹਾਡੀਆਂ 7-8 ਸਾਲ ਦੀ, ਵੱਡੀ ਬੇਟੀ 10 ਸਾਲ ਕੰਪਲੀਟ ਹੋ ਗਿਆ, ਟਰਨਿੰਗ ਇਨਟੂ 11 ਆ, ਛੋਟੀ ਅਜੇ 6 ਸਾਲ ਦੀ ਹੈ। ਤੁਸੀਂ ਦੋਨਾਂ ਨੂੰ ਬਿਠਾ ਕੇ ਸਾਰਾ ਛੋਟੀ ਨਾਲ ਹਜੇ ਛੋਟੀ ਦੀ ਮੈਨੂੰ ਨਹੀਂ ਲੱਗਦਾ ਕੋਈ ਇੰਨੀ ਏਜ ਆਈ ਹੈ। ਵੱਡੀ ਜਿਹੜੀ ਟਰਨਿੰਗ ਇਨਟੂ 11 ਆ, ਕਿਉਂਕਿ ਬ੍ਰਦਰ ਦੇਖੋ ਮੈਂ ਚਾਹੇ ਇੱਥੇ ਬਹਿ ਕੇ ਐਕਸੈਪਟ ਕਰਾਂ ਜਾਂ ਨਾ ਕਰਾਂ, ਧਰਤੀ ਤੇ ਜੋ ਕੁਛ ਹੈ ਉਹ ਤਾਂ ਹੈ। ਜਿਵੇਂ ਪੁਰਾਣੀ ਕਹਾਵਤ ਨਾ, ਆਪਾਂ ਕਹਿੰਦੇ ਜੀ ਕਬੂਤਰ ਬਿੱਲੀ ਨੂੰ ਦੇਖ ਕੇ ਅੱਖਾਂ ਬੰਦ ਕਰਨ ਦਾ, ਬਿੱਲੀ ਨਹੀਂ ਹੈ, ਪਰ ਬਿੱਲੀ ਤਾਂ ਹੈ ਹੀ ਹੈ। ਮੈਂ ਜਿੰਨਾ ਮਰਜ਼ੀ ਉਸ ਚੀਜ਼ ਤੋਂ ਭੱਜ ਲਾਂ, ਬੱਚਿਆਂ ਨਾਲ 24 ਘੰਟੇ ਆਪਾਂ ਨਹੀਂ ਰਹਿ ਸਕਦੇ। ਹੋਰ ਛੱਡੋ, ਸਕੂਲ ਦੇ ਵਿੱਚ ਕਲਾਸ ਦੇ ਵਿੱਚ ਬੱਚੇ ਬੈਠਦੇ ਆ, ਉਹ ਆਪਸ ਕਨਵਰਸੇਸ਼ਨ ਕਰਦੇ ਆ। ਸਭ ਦੇ ਘਰਾਂ ਦਾ ਮਾਹੌਲ ਅਲੱਗ-ਅਲੱਗ ਹੈ। ਮੰਨ ਲਓ ਮੇਰੇ ਘਰ ਦੇ ਵਿੱਚ ਮੈਂ ਕਹਿੰਦਾ ਜੀ ਮੈਂ ਨੌਨ ਵੈਜ ਨਹੀਂ ਖਾਂਦਾ, ਅੰਡਾ ਮੀਟ ਨਹੀਂ ਖਾਂਦਾ, ਮੈਂ ਰੋਜ਼ ਗੁਰੂ ਘਰ ਜਾਂਦਾ, ਇਹ ਮੇਰੇ ਘਰ ਦਾ ਸੰਸਕਾਰ ਹੈ। ਜਾਂ ਸੌਰੀ, ਸਾਡੇ ਮਾਂ ਪਿਓ ਨੇ ਸਾਨੂੰ ਜੋ ਸੰਸਕਾਰ ਦਿੱਤੇ ਹੈਗੇ ਨਾ, ਇਹ ਸਾਡੇ ਘਰ ਦਾ ਸਿਸਟਮ ਹੈ। ਦੂਜੇ ਦੇ ਘਰ ਦਾ ਨਹੀਂ ਹੋ ਸਕਦਾ। ਦੂਜਾ ਕੋਈ ਵੈਸਟਰਨ ਕਲਚਰ ਵਾਲਾ ਹੋਏਗਾ, ਉਹਨਾਂ ਦੇ ਘਰ ਦੇ ਵਿੱਚ ਹੁਣ ਕਈ ਘਰਾਂ ਦਾ ਆਪਾਂ ਕਲਚਰ ਦੇਖਿਆ, ਫਾਦਰ ਘਰੇ ਸਮੋਕ ਕਰਦਾ ਬੱਚਿਆਂ ਮੂਹਰੇ ਬੈਠ ਕੇ, ਜਾਂ ਕਿਸੇ ਦੇ ਮਦਰ ਵੀ ਡਰਿੰਕ ਕਰਦੇ ਆ, ਜਾਂ ਕਿਸੇ ਦੇ ਗ੍ਰੈਂਡਫਾਦਰ ਤੇ ਫਾਦਰ ਵੀ ਆਪਸ ਡਰਿੰਕ ਕਰ ਲੈਂਦੇ ਆ। ਸੋ ਮੈਂ ਨਹੀਂ ਕਹਿੰਦਾ ਕਿ ਉਹ ਉਹਨਾਂ ਦੀ ਫੈਮਿਲੀ ਗਲਤ ਹੈ, ਮੈਂ ਜਨਰਲ ਸੋਸਾਇਟੀ ਦੀ ਗੱਲ ਕਰ ਰਿਹਾ। ਸੋਹਣੀ ਗੱਲ ਕਰ ਰਹੇ ਹੋ, ਆਪਣਾ ਕਲਚਰ। ਤੁਸੀਂ ਇਹ ਸਮਝਾਉਣਾ ਚਾਹੁੰਦੇ ਹੋ ਕਿ ਇਹ ਹਰ ਤਰ੍ਹਾਂ ਦੇ ਸਮਾਜ ਦੇ ਵਿੱਚ ਕਿਵੇਂ ਰਹਿਣਾ, ਤਾਂ ਉਹ ਬੱਚੇ ਜਦੋਂ ਆਪਸ 'ਚ ਇਕੱਠੇ ਹੋਣਗੇ ਉਵੇਂ ਦੀ ਗੱਲਾਂ ਹੋਣਗੀਆਂ। ਹੁਣ ਮੰਨ ਲਓ ਸਾਡੇ ਘਰੇ ਹੈਗਾ ਕਿ ਬੱਚਿਆਂ ਨੇ ਇਕੱਲੇ TV ਨਹੀਂ ਦੇਖਣਾ, ਇਹ ਸਾਡੇ ਘਰ ਦਾ ਸਿਸਟਮ ਹੈ ਨਾ, ਦੂਜੇ ਦੇ ਘਰ ਦਾ ਤਾਂ ਨਹੀਂ ਹੈ। ਬੱਚਾ ਕੋਈ ਵੈਬ ਸੀਰੀਜ਼ ਦੇਖ ਕੇ ਆ ਗਿਆ, ਉਹਦੇ ਵਿੱਚ ਕੋਈ ਉਹਨੇ ਕਿਸੇ ਵੀ ਤਰ੍ਹਾਂ ਦੀ ਨਿਊਡਿਟੀ ਦਾ ਕੋਈ ਸੀਨ ਦੇਖ ਰਿਹਾ, ਤਾਂ ਆਬਵੀਅਸ ਵੀਰੇ ਆਪਾਂ ਵੀ ਕੋਈ ਚੀਜ਼ ਦੇਖਦੇ ਹਾਂ, ਆਪਾਂ ਆਪਸ 'ਚ ਕਰਦੇ ਵੀਰੇ ਤੂੰ ਫਿਲਮ ਦੇਖੀ,
ਜਿਵੇਂ ਤੁਸੀਂ ਹੁਣ ਜ਼ਿਕਰ ਕੀਤਾ ਵੀਰੇ ਓ ਮਾਈ ਗੋਡ ਚਾਹ ਹੋ ਗਿਆ ਜੀ, ਤਾਂ ਬੱਚੇ ਵੀ ਤਾਂ ਆਪਸ 'ਚ ਗੱਲਾਂ ਕਰਦੇ ਆ ਨਾ, ਤਾਂ ਮੇਰੇ ਬੱਚੇ ਦਿਮਾਗ 'ਚ ਕੋਈ ਚੀਜ਼ ਪੈ ਗਈ, ਇਫ ਸ਼ੀ ਨੋ ਅਬਾਊਟ ਇਟ, ਉਹਨੂੰ ਪਹਿਲਾਂ ਹੀ ਪਤਾ ਇਹ ਚੀਜ਼ ਬਾਰੇ, ਸੈਕਸ ਬਾਰੇ ਜਾਂ ਪੋਰਨ ਬਾਰੇ, ਤਾਂ ਉਹ ਕਹੂਗਾ ਹਾਂ ਯਾਰ ਮੇਰੇ ਪਾਪਾ ਨੇ ਮੈਨੂੰ ਦੱਸਿਆ ਦਿਸ ਇਜ਼ ਨਾਟ ਗੁੱਡ ਥਿੰਗ, ਇਹਦੇ ਬਾਰੇ ਇਹ ਠੀਕ ਨਹੀਂ ਹੈ, ਮੈਂ ਨਹੀਂ ਦੇਖਣਾ। ਜੇ ਆਪਾਂ ਬੱਚੇ ਨੂੰ ਦੱਸਿਆ ਹੀ ਨਹੀਂ, ਉਹਦੇ ਅੰਦਰ ਕਰੋਸਿਟੀ ਪੈਦਾ ਹੋ ਗਈ। ਪੰਜਾਬੀ ਤਾਂ ਵੈਸੇ ਖਾਸ ਪ੍ਰੋਬਲਮ ਆ, ਤੁਸੀਂ ਆਪਣੇ ਕਿਤੇ ਵੀ ਕੰਧ ਤੇ ਵਾਈਟ ਪੇਂਟ ਕਰਾਓ ਤੇ ਲਿਖ ਦਿਓ ਉੱਧਰ ਦੇਖਣਾ ਸਖਤ ਮਨਾ ਹੈ, ਜਨਤਾ ਪੌੜੀਆਂ ਲਾ ਦੇਖੂ, ਰਾਤ ਨੂੰ ਟਾਈਮ ਕਰਕੇ ਵੀ ਕਦੋਂ ਗਾਰਡ ਚਲਾ ਜਾਓ ਉਦੋਂ ਦੇਖਾਂਗੇ, ਜਾਂ ਗਾਰਡ ਤੇ ਬੋਰੀ ਪਾ ਲਓ, ਪਰ ਦੇਖਣਾ ਜ਼ਰੂਰ ਹੈ। ਤਾਂ ਕਰੋਸਿਟੀ ਪੈਦਾ ਹੋ ਗਈ ਨਾ, ਮਤਲਬ ਇਹ ਬੱਚਿਆਂ ਨੂੰ ਸਭ ਤੋਂ ਵੱਡਾ ਟਾਈਮ ਦੇਣਾ ਬਹੁਤ ਜ਼ਰੂਰੀ ਹੈ। ਵੈਰੀ ਡੀਪ ਟੌਪਿਕ। ਇੱਕ ਸਾਡੀ ਸਭ ਤੋਂ ਵੱਡੀ ਸਾਡੀ ਮਾਵਾਂ ਦੀ ਮੇਜਰ ਪ੍ਰੋਬਲਮ ਹੈ ਪੰਜਾਬ 'ਚ, ਖਾਸ ਕਰਕੇ ਕੋਈ ਵੀ ਗੱਲ ਹੋਣੀ ਆ ਸਪੈਸ਼ਲੀ ਗਰਲਸ ਨੂੰ ਲੈ ਕੇ, ਜੇ ਤੇਰੇ ਪਿਓ ਨੂੰ ਪਤਾ ਲੱਗ ਗਿਆ ਨਾ ਤਾਂ ਹਿਸਾਬ ਲਾ ਲਈ। ਤਾਂ ਤੁਸੀਂ ਦੇਖੋ ਪਿਓ ਤਾਂ ਯਮਰਾਜ ਬਣਾਤਾ, ਬੱਚੀ ਤਾਂ ਪਿਓ ਦੇ ਨਾਂ ਤੋਂ ਇੰਨੀ ਸਹਿਮ ਜਾਂਦੀ ਕਿ ਮੈਂ ਪਾਪਾ ਨਾਲ ਕੋਈ ਗੱਲ ਹੀ ਨਹੀਂ ਕਰਨੀ। ਕਿਉਂ ਨਹੀਂ ਗੱਲ ਕਰਨੀ ਯਾਰ, ਉਹ ਮੇਰਾ ਅੰਸ਼ ਹੈ, ਮੇਰੇ ਸਰੀਰ ਦਾ ਹਿੱਸਾ ਯਾਰ, ਕਿਉਂ ਨਹੀਂ। ਦੂਜੀ ਗੱਲ, ਫਿਰ ਕੁਝ ਪਿਓ ਵੀ ਹੁੰਦੇ ਆ, ਤੇਰਾ ਦਿਮਾਗ ਕੰਮ ਨਹੀਂ ਕਰਦਾ, ਤੈਨੂੰ ਅਕਲ ਨਹੀਂ ਹੈ, ਤੂੰ ਨਲਾਇਕ ਹੈ, ਚਾਹੇ ਮੁੰਡਾ ਜਾਂ ਕੁੜੀ। ਅੱਜ ਕੱਲ੍ਹ ਪਿਓ ਆਪਣੇ ਬੱਚੇ ਨੂੰ ਨਿੰਦਣ 'ਤੇ ਜ਼ੋਰ ਦਿੰਦੇ, ਕਿਉਂ ਨਲਾਇਕ ਹੈ। ਅੱਛਾ ਤੁਸੀਂ ਆਪਣੇ ਨੂੰ ਕਹਿੰਦੇ ਮੈਂ ਬਹੁਤ ਸੁਪੀਰੀਅਰ ਹਾਂ, ਇੱਕ ਫਾਦਰ ਹਮੇਸ਼ਾ ਇਹ ਕਹਿੰਦਾ ਮੈਂ ਬਹੁਤ ਘੈਂਟ ਹਾਂ। ਬਾਈ ਤੇਰਾ ਹੀ ਹਿੱਸਾ ਹੈ, ਤੇਰਾ ਹੀ ਖੂਨ, ਨਲਾਇਕ ਕਿਵੇਂ ਹੋ ਜੂਗਾ। ਉਹ ਤੇ ਪ੍ਰਾਊਡ ਫੀਲ ਕਰੋ, ਉਹਨੂੰ ਦੱਸੋ ਕਿ ਤੂੰ ਮੇਰਾ ਖੂਨ ਆ, ਤੂੰ ਮੇਰਾ ਅੰਸ਼ ਹੈ, ਤੂੰ ਗਲਤ ਨਹੀਂ ਕਰ ਸਕਦਾ, ਤੂੰ ਗਲਤ ਹੋਣਾ ਹੀ ਨਹੀਂ ਹੈ, ਤੂੰ ਠੀਕ ਕਰਕੇ ਦਿਖਾ। ਉਹਨੂੰ ਪ੍ਰਾਊਡ ਤਾਂ ਫੀਲ ਕਰਾਓ ਨਾ। ਤੁਸੀਂ ਦੇਖੋ ਕਿ ਯਾਰ ਆਪਾਂ ਅੱਜ ਕੱਲ੍ਹ ਕੂੜਾ ਲੈ ਕੇ ਆਉਣਾ, ਡਸਟਬਿਨ ਲੈ ਕੇ ਆਉਣਾ, ਉਹ 'ਚ ਕੂੜਾ ਪਾਉਣਾ, ਆਪਾਂ ਨੂੰ ਘਰੋਂ ਲੇਡੀਜ਼ ਫੋਨ ਕਰਦੀਆਂ ਕੂੜਾ ਡਸਟਬਿਨ ਫਲਾਨੀ ਕੰਪਨੀ ਦਾ ਲੈ ਕੇ ਆਇਓ ਜੀ, ਕੂੜਾ ਪਾਉਣਾ, ਪਰ ਉਹਦਾ ਬ੍ਰਾਂਡ ਮੈਟਰ ਕਰ ਰਿਹਾ ਵੀ ਉਹ ਕਿੱਥੋਂ ਬਣਿਆ, ਤੇ ਇਹ ਸਾਡੇ ਸਰੀਰ ਦਾ ਹਿੱਸਾ ਨੇ ਯਾਰ, ਇਹ ਕਿਵੇਂ ਗਲਤ ਹੋ ਸਕਦੇ ਆ। ਸੋ ਬੱਚਿਆਂ ਨੂੰ ਸੈਲਫ ਕੌਨਫੀਡੈਂਸ ਦਿਓ, ਬੱਚਿਆਂ ਨੂੰ ਉਹਨਾਂ ਨੂੰ ਇੰਨਾ ਮੈਂਟਲ ਲੈਵਲ ਡਾਊਨ ਕਰੋ ਹੀ ਨਾ ਉਹਨਾਂ ਦਾ ਕਿ ਉਹ ਇਹ ਸੋਚਣ ਕਿ ਅਸੀਂ ਪਾਪਾ ਨਾਲ ਕੋਈ ਗੱਲ ਕਰਾਂਗੇ ਡੈਡੀ ਨੇ ਕਹਿਣਾ ਤੇਰੀ ਗਲਤੀ। ਉਹਨੂੰ ਯਾਰ ਉਹਨੂੰ ਮੌਕਾ ਤਾਂ ਦਿਓ, ਤੁਹਾਡੇ ਤੱਕ ਆਵੇ, ਤੁਹਾਡੇ ਨਾਲ ਗੱਲ ਸ਼ੇਅਰ ਕਰੇ। ਪਰ ਇਸ ਚੀਜ਼ ਨਾਲ ਬਈ ਇੱਕ ਸਾਈਡ ਇਫੈਕਟ ਵੀ ਹੈ ਕਿ ਬੱਚੇ ਜ਼ਿਆਦਾ ਖੁੱਲ੍ਹ ਨਹੀਂ ਜਾਣਗੇ ਵੀਰੇ। ਇਹ ਤਾਂ ਵੀਰੇ ਦੇਖੋ, ਇਹ ਤਾਂ ਡਿਪੈਂਡ ਕਰਦਾ ਨਾ, ਜਿੱਧਰ ਨੂੰ ਮਰਜ਼ੀ ਚੱਲ ਪਓ। ਜਿੱਦਾਂ ਜੇ ਤੁਸੀਂ ਹੁਣ ਆਪਣੇ ਬੱਚਿਆਂ ਤੇ ਜ਼ਿਆਦਾ ਟਰਸਟ ਕਰੋਗੇ ਤਾਂ ਜ਼ਿਆਦਾ ਫੋਰ ਗ੍ਰਾਂਟਡ ਨਹੀਂ ਲੈਣ ਲੱਗ ਵੀਰੇ ਦੇਖੋ ਟਰਸਟ ਦੇਖੋ ਵੀਰੇ, ਜਿਹੜਾ ਵਿਸ਼ਵਾਸ, ਅਵੇਅਰਨੈਸ ਤੇ ਜਾਗਰੂਕ, ਬੜਾ ਫਰਕ ਹੈ ਨਾ ਗੱਲਾਂ 'ਚ। ਵਿਸ਼ਵਾਸ ਕਰਨਾ ਮਤਲਬ ਇਹ ਥੋੜ੍ਹਾ ਕਿ ਹੁਣ ਅੱਖਾਂ ਹੀ ਬੰਦ ਕਰ ਲਓ। ਇਹ ਤਾਂ ਯਾਰ ਇਹ ਤਾਂ ਅਨਮੋਲ ਜੀ ਮੈਨੂੰ ਲੱਗਦਾ ਇਹ ਤਾਂ ਬੇਸਿਕ ਕਾਮਨ ਸੈਂਸ ਹੈ। ਇਹ ਤਾਂ ਕਾਮਨ ਸੈਂਸ ਹੈ। ਜੇ ਹੁਣ ਮਾਲਕ ਵਰਕਰ ਦੇ ਆਪਣੇ ਮਾਲਕ ਆਪਣੇ ਵਰਕਰ ਦੇ ਉੱਤੇ ਖੁੱਲ੍ਹਾ ਛੱਡਦਾ ਕਿ ਮੇਰਾ ਵਰਕਰ ਬੜਾ ਇਮਾਨਦਾਰ ਆ, ਪਰ ਉਹ ਗੱਲੇ ਤੇ ਨਿਗਾਹ ਪੂਰੀ ਰੱਖਦਾ, ਕਿਉਂ ਰੱਖਦਾ, ਠੀਕ ਹੈ। ਅਤੇ ਜੇ ਤੁਸੀਂ ਬੱਚਿਆਂ ਨੂੰ ਇਹ ਤਾਂ ਯਾਰ ਇਹ ਤਾਂ ਮੈਨੂੰ ਲੱਗਦਾ ਇਹ ਬੇਸਿਕ ਗੱਲਾਂ ਨੇ ਅਨਮੋਲ ਜੀ, ਇਹਦੇ ਵਿੱਚ ਮੈਨੂੰ ਲੱਗਦਾ ਕੋਈ ਡੇਢ-ਬੋਣ ਦੀ ਤਾਂ ਗੱਲ ਹੀ ਹੈ ਨਹੀਂ ਨਾ। ਆਪਣਾ ਬੱਚਾ ਹੈ ਅਤੇ ਆਪੇ ਜ਼ਿੰਮੇਵਾਰੀ ਲੈਣੀ ਹੈ, ਆਪੇ ਰਿਸਪੋਂਸੀਬਿਲਿਟੀ ਲੈਣੀ ਉਹਦੀ। ਪਰ ਜਿੰਨਾ ਮਾਂ ਬਾਪ ਕੋਲ ਟਾਈਮ ਹੀ ਹੈ ਨਹੀਂ ਆਪਣੇ ਬੱਚਿਆਂ ਲਈ, ਸਾਰਾ ਦਿਨ ਬਿਜ਼ਨਸ 'ਚ ਬਿਜ਼ੀ ਨੇ, ਜੀ ਕਹਿੰਦੇ ਮੈਂ ਤੁਹਾਡੇ ਲਈ ਕਮਾਵਾਂ ਕਿ ਤੁਹਾਡੇ ਕੋਲ ਬੈਠਾਂ। ਵੀਰੇ ਇਹ ਸਭ ਬਹਾਨੇ ਨੇ, ਜਿਹਨੇ ਸਭ ਮੈਨੇਜ ਕਰਨਾ ਉਹ ਕਰ ਲੈਂਦਾ। ਹੁਣ ਮੇਰੀ ਟਰੈਵਲਿੰਗ ਵਾਲੀ ਜੋਬ ਹੈ ਬ੍ਰਦਰ, ਮਤਲਬ ਸਭ ਤੋਂ ਵੱਧ ਟਰੈਵਲਿੰਗ ਮੇਰੀ ਫੈਮਿਲੀ 'ਚ ਸਭ ਤੋਂ ਵੱਧ ਮੇਰੀ ਟਰੈਵਲਿੰਗ ਹੈ, ਬਟ ਮੈਂ ਇਨ ਟੱਚ ਰਹਿਣਾ। ਤੁਸੀਂ ਮੇਰਾ ਫੋਨ ਖੋਲ੍ਹ ਕੇ ਦੇਖ ਲਓ, ਉਹਦੇ 'ਚ ਡੇਲੀ ਸਵੇਰੇ ਤੁਸੀਂ ਹੁਣ ਮੈਂ ਕਹੂੰਗਾ ਤੁਹਾਨੂੰ ਲਾਈਵ ਵੀ ਦਿਖਾ ਦਿੰਦਾ ਖੋਲ੍ਹ ਕੇ, ਤੁਸੀਂ ਚਾਹੇ ਔਨ ਰਿਕਾਰਡ ਵੀ ਦੇ ਸਕਦੇ ਹੋ। ਡੇਲੀ ਸਵੇਰੇ ਦੋਨੋਂ ਬੇਟੀਆਂ ਨੇ ਉੱਠ ਕੇ ਸਵੇਰੇ ਵਾਇਸ ਨੋਟ ਭੇਜਣਾ, ਪਾਪਾ ਗੁੱਡ ਮਾਰਨਿੰਗ, ਮੈਂ ਸਕੂਲ ਜਾ ਰਹੀ ਹਾਂ, ਹੋਰ ਤੁਸੀਂ ਠੀਕ ਹੋ, ਮੈਂ ਸਕੂਲ ਤੋਂ ਆ ਕੇ ਤੁਹਾਨੂੰ ਕਰਦੀ ਹਾਂ। ਮੈਨੂੰ ਲੱਗਦਾ ਜਿਹੜੇ ਦਿਲ ਬਾਹਰ ਬਣਨੇ ਪਹਿਲਾਂ ਆਪਣੇ ਪਿਓ ਨਾਲ ਦਿਲ ਬਣ ਜਾਣ ਉਹਨਾਂ ਦੇ, ਜਿਹੜੇ ਵਾਇਸ ਨੋਟ ਵਾਇਸ ਚੈਟਾਂ ਬਾਹਰ ਹੋਣੀਆਂ ਪਹਿਲਾਂ ਮੇਰੇ ਨਾਲ ਹੋ ਜਾਣ। ਤੁਹਾਨੂੰ ਕੋਈ ਦਿੱਕਤ ਨਹੀਂ ਪਈ ਅਗਰ ਬੇਟੀਆਂ ਆਪ ਹੀ ਮੁੰਡਾ ਲੱਭ ਕੇ ਵਿਆਹ ਕਰਾ ਲੈਣਗੀਆਂ, ਇਹਦੇ 'ਚ ਕੋਈ ਦਿੱਕਤ ਨਹੀਂ ਕਿਸੇ ਨੂੰ। ਬ੍ਰਦਰ ਦੇਖੋ ਪਹਿਲੀ ਗੱਲ ਤਾਂ ਇਹ ਸਟੇਜ ਬੜੀ ਅਰਲੀ ਹੈ ਮੇਰੇ ਵਾਸਤੇ, ਹਜੇ ਉਹ ਛੋਟੀਆਂ ਨੇ, ਠੀਕ ਹੈ। ਦੂਸਰੀ ਗੱਲ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਿਆ ਵੀ ਮੈਂ ਬੱਚੀਆਂ ਘਰ ਨਹੀਂ ਰੱਖਣੀਆਂ, ਮੈਂ ਵੀ ਵਿਆਹੁਣੀਆਂ ਨੇ ਇੱਕ ਦਿਨ। ਅਗਰ ਉਹ ਇੱਕ ਫਾਦਰ ਦੀ ਕੀ ਸੋਚ ਆਪਣੀ ਬੱਚੀਆਂ ਵਿਆਹ ਨੂੰ ਲੈ ਕੇ, ਬੀਇੰਗ ਅ ਫਾਦਰ ਉਹ ਕੀ ਚਾਹੁੰਦਾ ਇੱਕ ਮੁੰਡੇ ਦੇ ਵਿੱਚ? ਦੇਖੋ ਵੀਰੇ ਇਹ ਵੀ ਮੈਂ ਕਹੂੰਗਾ ਹਰ ਫੈਮਿਲੀ ਦਾ ਆਪਣੇ ਹਰ ਫੈਮਿਲੀ ਦੇ ਉਹ ਨੇ ਐਥਿਕਸ ਨੇ ਜਿਹਨੂੰ ਆਪਾਂ ਕਹਿ ਸਕਦੇ ਹਾਂ। ਹੁਣ ਕੁਝ ਲੋਕ ਹੁੰਦੇ ਜਿਹੜੇ ਕਹਿੰਦੇ ਕਿ ਅਸੀਂ ਇੰਟਰਕਾਸਟ ਵਿਆਹ ਹੀ ਨਹੀਂ ਕਰਨਾ, ਕੁਝ ਲੋਕ ਕਹਿੰਦੇ ਅਸੀਂ ਆਪਣੀ ਕਾਸਟ ਵਿੱਚ ਹੀ ਵਿਆਹ ਕਰਨਾ। ਸਹੀ ਹੈ ਗਲਤ ਹੈ ਵੀਰੇ ਉਹੀ ਕਹਿੰਦਾ ਮੈਂ, ਡਿਪੈਂਡ ਕਰਦਾ ਹੈ। ਨਹੀਂ ਜ਼ਮਾਨੇ ਦੇ ਹਿਸਾਬ ਨਾਲ ਅੱਜ ਕੱਲ੍ਹ ਬੱਚੇ ਸਫਰ ਕਰ ਰਹੇ ਨੇ ਬਾਈ, ਕਿਉਂਕਿ ਪੇਰੈਂਟਸ ਕਹਿ ਦਿੰਦੇ ਨੇ ਕਿ ਅਸੀਂ ਇੰਟਰਕਾਸਟ ਮੈਰਿਜ ਨਹੀਂ ਕਰਨੀ, ਪਰ ਬੱਚਿਆਂ ਦਾ ਕੀ ਕਸੂਰ ਹੈ? ਬੱਚੇ ਮਾਡਰਨ ਨੇ, ਪੜ੍ਹਦੇ ਮਾਡਰਨ ਸਕੂਲਾਂ 'ਚ ਨੇ, ਪੜ੍ਹਾਏ ਮਾਡਰਨ ਫੈਮਲੀਆਂ 'ਚ ਨੇ, ਮਾਡਰਨ ਸਕੂਲਾਂ 'ਚ। ਤਾਂ ਮੈਂ ਐਜ਼ ਅ ਬੱਚਾ ਪੁੱਛਣਾ ਚਾਹੁੰਦਾ ਤੁਹਾਡੇ ਕੋਲ ਕਿ ਹੁਣ ਤੁਸੀਂ ਸਕੂਲ ਪਾਇਆ ਉਹਨੂੰ ਕਨਵੈਂਟ, ਜਿੱਥੇ ਕੋਈ ਇੰਟਰਕਾਸਟ ਨਹੀਂ, ਕੋਈ ਕੁਛ ਨਹੀਂ, ਪਰ ਤੁਸੀਂ ਵਿਆਹ ਤੇ ਉਹਨੂੰ ਸਟੈਂਪ ਲਾਤੀ ਕਿ ਇੰਟਰਕਾਸਟ। ਮੇਰੀ ਬੱਚੀਆਂ ਕਨਵੈਂਟ ਨਹੀਂ ਪੜ੍ਹਦੀ। ਨਹੀਂ ਵੈਸੇ ਆਪਾਂ ਮੈਂ ਦੱਸਦਾ, ਸਾਰਾ ਪੋਡਕਾਸਟ ਤੁਹਾਡੀ ਫੈਮਿਲੀ ਤੇ ਨਹੀਂ ਹੋ ਰਿਹਾ, ਬਟ ਇੱਕ ਸੁਸਾਇਟੀ ਦਾ ਹਾਲ ਦੇਖਦੇ ਹੋਏ। ਸੋ ਵੀਰੇ ਦੇਖੋ ਇਹਦੇ ਵਿੱਚ ਨਾ ਅਨਮੋਲ ਜੀ ਪਤਾ ਕੀ ਚੱਕਰ ਆ, ਮਤਲਬ ਸਭ ਤੋਂ ਵੱਡੀ ਚੀਜ਼ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਕਹੀ ਹੈ ਹੁਣ ਵੀ ਕਹਿ ਰਿਹਾ, ਸਭ ਤੋਂ ਪਹਿਲਾਂ ਪਰਿਵਾਰ ਤੇ ਡਿਪੈਂਡ ਕਰਦਾ ਸਾਰਾ ਕੁਝ। ਪਰਿਵਾਰ ਹੀ ਇਹ ਪੋਡਕਾਸਟ ਸੁਣ ਰਿਹਾ, ਸਪੋਜ਼ ਇਹ ਪੋਡਕਾਸਟ ਦੇ ਜ਼ਰੀਏ ਪਰਿਵਾਰ ਨੇ ਸਿੱਖਿਆ ਲੈਣੀ ਹੋਵੇ, ਪਰਿਵਾਰ ਨੇ ਆਪਣੀ ਥਿੰਕਿੰਗ ਬਦਲਣੀ ਹੋਵੇ, ਕਿਉਂਕਿ ਜ਼ਰੂਰੀ ਨਹੀਂ ਹੁੰਦਾ ਕਿ ਚਿੱਟੇ ਬਾਲ ਆਉਣ ਨਾਲ ਕੋਈ ਬੰਦਾ ਬਹੁਤ ਗਿਆਨੀ ਹੋ ਜਾਂਦਾ, ਤੇ ਸਾਡੇ ਵਰਗੇ ਜਿਹਨਾਂ ਦੀ ਦਾੜੀਆਂ ਨਹੀਂ ਆਈਆਂ ਉਹ ਐਂ ਹੀ ਤੁਰੇ ਫਿਰਦੇ ਨੇ। ਮੈਂ ਸਿਰਫ ਤੁਹਾਡੇ ਕੋਲ ਤਜਰਬਾ ਲੈ ਰਿਹਾ ਕਿ ਇਸ ਚੀਜ਼ ਦੇ ਵਿੱਚ ਨਾ ਬੱਚੇ ਬਹੁਤ ਸਫਰ ਕਰਦੇ ਨੇ ਬਾਈ, ਕਿ ਸਾਡੇ ਫਾਦਰ ਨੇ ਕਿਹਾ ਹੋਇਆ ਜੀ ਇੰਟਰਕਾਸਟ ਮੈਰਿਜ ਨਹੀਂ ਕਰਨੀ, ਜਾਂ ਕਿਹਾ ਹੀ ਉਦੋਂ ਜਦੋਂ ਤੁਸੀਂ ਮੁੰਡਾ ਲੱਭ ਚੁੱਕੇ ਹੋ, ਜਾਂ ਜਦੋਂ ਕੁੜੀ ਲੱਭ ਲਈ, ਜਾਂ ਪਹਿਲਾਂ ਹੀ ਘਰੋਂ ਦੱਸ ਦੇਣ ਕਿ ਪੁੱਤਰ ਤੇਰਾ ਬਾਹਰ ਵਿਆਹ ਨਹੀਂ ਹੋਣਾ, ਭਾਵੇਂ ਜਿਹੜਾ ਮਰਜ਼ੀ ਲੱਭ ਲਓ, ਤੇ ਇੰਟਰਕਾਸਟ ਨਹੀਂ ਹੋਣਾ, ਜਾਂ ਵਿਆਹ ਹੀ ਨਹੀਂ ਬਾਹਰ ਹੋਣਾ, ਫਿਰ ਹੈ ਹੀ ਨਹੀਂ। ਇਹ ਪਹਿਲਾਂ ਮਾਂ ਬਾਪ ਗੱਲਾਂ ਕਰਦੇ ਨੇ। ਦੇਖੋ ਵੀਰੇ ਪਹਿਲੀ ਗੱਲ ਤਾਂ ਨਾ ਇਹ ਜਿਹੜੀ ਚੀਜ਼ ਹੈਗੀ ਹੈ ਇਹ ਬਹੁਤ ਵੱਡੀ ਡਿਬੇਟ ਹੈ, ਤੇ ਵੱਡੇ ਵੱਡੇ ਬੁੱਧੀਜੀਵ ਬੜੀ ਡਿਬੇਟਾਂ ਕਰ ਚੁੱਕੇ, ਤੇ ਇਹਦਾ ਕੋਈ ਸੋਲੂਸ਼ਨ ਨਹੀਂ ਹੈ ਇਸ ਚੀਜ਼ ਦਾ। ਉਹ ਡਿਪੈਂਡ ਆ ਕੇ ਪਰਿਵਾਰ 'ਤੇ ਖਤਮ ਹੁੰਦੀ ਹੈ ਕਿ ਕੁਝ ਪਰਿਵਾਰ
ਉਸ ਚੀਜ਼ ਨੂੰ ਸਮਝ ਲੈਂਦੇ ਆ, ਉਹਨਾਂ ਲਈ ਬੱਚੇ ਦੀ ਖੁਸ਼ੀ ਦੇ ਉੱਤੇ ਉਹ ਤੁਹਾਡੇ ਹਿਸਾਬ ਨਾਲ ਕੀ ਹੋਣਾ ਚਾਹੀਦਾ? ਤੁਹਾਡਾ ਓਪੀਨੀਅਨ ਕੀ ਹੈ? ਛੱਡੋ ਸਮਾਜ ਨੂੰ, ਤੁਹਾਡਾ ਓਪੀਨੀਅਨ ਕੀ ਹੈ? ਦੇਖੋ ਵੀਰੇ, ਮੇਰਾ ਓਪੀਨੀਅਨ ਤਾਂ ਇਹ ਹੈ ਕਿ ਮੈਂ ਆਪਦੀ ਬੇਟੀਆਂ ਲਈ ਜਿਹੜਾ ਵੀ ਜੀਵਨ ਸਾਥੀ ਚੁਣਨਾ ਚਾਹੁੰਦਾ, ਅਗਰ ਮੈਨੂੰ ਲੱਗਦਾ ਕਿ ਉਹ ਬੰਦਾ ਉਹਦੇ ਲਈ ਬੈਸਟ ਆ ਤਾਂ ਮੇਰੇ ਲਈ ਚੀਜ਼ ਮੈਟਰ ਨਹੀਂ। ਵਾਹ, ਮੇਰੇ ਲਈ ਚੀਜ਼ ਮੈਂ ਦਿਲੋਂ ਇਹ ਚਾਹੁੰਦਾ ਕਿ ਜਿਹੜਾ ਸਾਡਾ ਪੋਡਕਾਸਟ ਹੈ ਨਾ ਭਾਈ, ਅਸੀਂ ਲੋਕਾਂ ਤੇ ਕੋਈ ਥੋਪ ਤਾਂ ਰਹੇ ਨਹੀਂ ਕਿ ਅਸੀਂ ਜਿਹੜੀਆਂ ਗੱਲਾਂ ਕਰ ਰਹੇ ਹਾਂ ਉਹ ਯੂਨੀਵਰਸਲ ਟਰੁੱਥ ਹੈ। ਬਟ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਪਹਿਲ ਇਹ ਗੱਲ ਕਿ ਜਿੱਥੇ ਵੀ ਉਹ ਰਿਸ਼ਤਾ ਜੁੜੇ ਤਾਂ ਉਹ ਜਿਹੜੇ ਮਾਹੌਲ 'ਚ, ਜਿਹੜੇ ਪੰਜਾਬ 'ਚ ਮੈਂ ਪੈਦਾ ਹੋਇਆ, ਸਾਡੀ ਪੰਜਾਬੀਅਤ ਨੂੰ, ਸਾਡੇ ਕਲਚਰ ਨੂੰ, ਸਾਡੇ ਸੱਭਿਆਚਾਰ ਨੂੰ ਸਮਝਣ ਵਾਲੀ ਫੈਮਿਲੀ। ਹਾਂ ਬਿਲਕੁਲ, ਇਹ ਤਾਂ ਬਾਈ ਜੇ ਸਾਡੇ ਜੇ ਕਿਸੇ ਧਰਮ ਦੇ ਸਿਧਾਂਤ ਸਾਨੂੰ ਗੁਰੂਆਂ ਪੀਰਾਂ ਤੋਂ ਹੀ, ਪਰ ਜਿਵੇਂ ਹੁਣ ਸਾਡੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ, ਮਹਾਰਾਜ ਨੇ ਸਾਨੂੰ ਆਖਿਆ ਕਿ ਜੋ ਮਰਜ਼ੀ ਹੋ ਜੇ ਆਪਣਾ ਧਰਮ ਨਹੀਂ ਛੱਡਣਾ, ਆਪਣੇ ਧਰਮ ਤੋਂ ਕਦੇ ਬਾਹਰ ਨਹੀਂ ਜਾਣਾ, ਠੀਕ ਹੈ ਨਾ। ਤਾਂ ਮੈਂ ਚਾਹੁੰਦਾ ਕਿ ਸਾਡੇ ਬੱਚੇ ਆਪਣੇ ਧਰਮ ਨਾਲ ਜੁੜੇ ਰਹਿਣ। ਕਿਸੇ ਮੈਨੂੰ ਮਤਲਬ ਅਗਰ ਕੋਈ ਚੀਜ਼ ਉਹ ਤੋਂ ਹੀ ਦੂਰ ਕਰ ਰਹੀ ਹੈ ਤਾਂ ਉਹ ਤੋਂ ਕੁਝ ਵੀ ਨਹੀਂ ਵੱਡਾ। ਨਹੀਂ, ਉਹ ਤਾਂ ਬਿਲਕੁਲ ਪਰਿਵਾਰ ਦੇ ਦੇਖੋ ਵੀਰੇ, ਇਸ ਚੀਜ਼ ਦਾ ਮੈਂ ਤੁਹਾਨੂੰ ਇਹ ਗੱਲ ਕਹਿਣਾ ਕਿ ਹਰ ਪਰਿਵਾਰ ਦੀ ਇੱਕ ਬਾਉਂਡਰੀ ਹੁੰਦੀ ਹੈ, ਹਰ ਪਰਿਵਾਰ ਦਾ ਇੱਕ ਢਾਂਚਾ ਹੁੰਦਾ, ਤਾਂ ਡਾਟਰ ਨੂੰ ਵੀ ਉਹ ਬਾਉਂਡਰੀ ਤੇ ਉਹ ਢਾਂਚਾ ਸਮਝਣਾ ਚਾਹੀਦਾ। ਐਜ਼ ਅ ਡਾਟਰ ਬਈ ਤੁਸੀਂ ਕੀ ਐਕਸਪੈਕਟੇਸ਼ਨਸ ਕਰ ਰਹੇ ਹੋ ਇੱਕ ਬੱਚੀ ਵੱਲੋਂ? ਆਪਾਂ ਪੇਰੈਂਟਸ ਵੱਲੋਂ ਗੱਲਾਂ ਕੀਤੀਆਂ ਕਿ ਪੇਰੈਂਟਸ ਬਦਲਣ ਆਪਣੀ ਸੋਚ, ਆਪਣੇ ਬੱਚਿਆਂ ਨਾਲ ਬੈਠਣ, ਬਟ ਬੱਚਿਆਂ ਵੱਲੋਂ ਤੁਸੀਂ ਕੀ ਰਿਸਪੌਂਸਿਬਿਲਿਟੀਜ਼ ਚਾਹੁੰਦੇ ਹੋ ਜਿਹੜੀਆਂ ਐਜ਼ ਅ ਪੇਰੈਂਟਸ ਐਕਸਪੈਕਟ ਕਰਦੇ ਹੋ ਤੁਸੀਂ ਆਪਣੇ ਬੱਚੇ? ਵੀਰੇ ਮੈਨੂੰ ਲੱਗਦਾ ਆਪਾਂ ਨਾ ਇੱਦਾਂ ਪਰਟੀਕੂਲਰ ਡਾਟਰ ਤੇ ਜਾਂ ਨਹੀਂ ਗੱਲ ਕਰ ਸਕਦੇ। ਨਹੀਂ, ਆਪਾਂ ਮਤਲਬ ਡਾਟਰਸ ਤੇ ਬੱਚਿਆਂ ਤੇ ਉਹ ਵੀਰੇ, ਉਹ ਮੈਨੂੰ ਲੱਗਦਾ ਕਿ ਨਾ ਬੇਸਿਕਲੀ ਇਹ ਬਚਪਨ ਤੋਂ ਸ਼ੁਰੂ ਹੁੰਦੀ ਚੀਜ਼, ਇਹ ਆਪਾਂ ਬੱਚਿਆਂ ਨੂੰ ਥੋਪ ਨਹੀਂ ਸਕਦੇ। ਆਪਾਂ ਸੁਣਨਾ ਚਾਹਾਂਗੇ। ਮੈਨੂੰ ਲੱਗਦਾ ਕਿ ਜਿਹੜਾ ਨਿਊ ਬੌਰਨ ਬੇਬੀ ਇੱਕ ਦਿਨ ਤੋਂ ਲੈ ਕੇ ਤੁਸੀਂ ਲਾ ਲਓ 5 ਸਾਲ ਤੱਕ ਦਾ ਬੱਚਾ ਲਾ ਲਓ, ਠੀਕ ਹੈ, ਉਹ ਇੱਕ ਕੰਪਿਊਟਰ ਵਾਂਗੂ ਹੁੰਦਾ ਜਿਹਨੂੰ ਆਪਾਂ ਬਲੈਂਕ ਕੰਪਿਊਟਰ ਲੈਂਦੇ ਹਾਂ, ਜਿਹ 'ਚ ਆਪਾਂ ਸੌਫਟਵੇਅਰ ਸਾਰੇ ਡਾਊਨਲੋਡ ਕਰਦੇ ਹਾਂ। ਬੱਚੇ ਦੀ ਜਾਗ ਖੋਲਦੀ ਹੈ, ਬੱਚਾ ਅੱਖਾਂ ਖੋਲ੍ਹਦਾ, ਉਹ ਦੇਖਦਾ ਘਰ ਦਾ ਮਾਹੌਲ, ਦੇਖਦਾ ਹੌਲੀ ਹੌਲੀ ਉਹ ਘਰ ਦਾ ਸਿਸਟਮ ਦੇਖਦਾ। ਅਗਰ ਉਹ ਬੰਦਾ ਦੇਖਦਾ ਕਿ ਸਾਡੇ ਘਰੇ ਉਹਨੂੰ ਪਤਾ ਕੁਛ ਨਹੀਂ ਹੈ, ਉਹਨੂੰ ਲੱਗਦਾ ਕਿ ਯਾਰ ਜਦੋਂ ਰਾਤ ਹੁੰਦੀ ਹੈ ਸਾਡੇ ਸਾਰੇ ਘਰ ਦੇ ਹੱਥ ਮੂੰਹ ਧੋ ਕੇ ਗੁਰੂ ਮਹਾਰਾਜ ਨੂੰ ਪ੍ਰਣਾਮ ਕਰਕੇ ਸੌਂਦੇ ਆ, ਤਾਂ ਉਹਨੂੰ ਲੱਗਣਾ ਇਹੀ ਸੰਸਾਰ ਹੈ। ਉਹ ਦੇਖੇਗਾ ਜਦੋਂ ਉਹਦੀ ਅੱਖ ਖੁੱਲ੍ਹਦੀ ਹੈ, ਉਹ ਕੀ ਦੇਖਦਾ ਕਿ ਸਾਰੇ ਉੱਠ ਗਏ ਆ ਜੀ, ਕੋਈ ਇਸ਼ਨਾਨ ਕਰਕੇ ਕੋਈ ਬੰਦਾ ਪਾਠ ਕਰ ਰਿਹਾ, ਪੂਜਾ ਕਰ ਰਿਹਾ, ਕਿਉਂਕਿ ਉਹਨੇ ਤਾਂ ਕੁਛ ਧਰਤੀ 'ਤੇ ਦੇਖਿਆ ਨਹੀਂ ਨਾ, ਉਹਦੇ ਲਈ ਇਹੀ ਸੰਸਾਰ ਬਣ ਜਾਣਾ। ਹੁਣ ਉਹ ਕੀ ਦੇਖਦਾ, ਉਹਦੀ ਅੱਖ ਖੁੱਲ੍ਹੀ, ਰਾਤ ਨੂੰ 12 ਵਜੇ ਵੈਬ ਸੀਰੀਜ਼ ਚੱਲ ਰਹੀ ਹੈ, 2:30 ਵੱਜ ਗਏ, ਵੈਬ ਸੀਰੀਜ਼ ਨਹੀਂ ਮੁੱਕ ਰਹੀ, ਕਿ ਵੈਬ ਸੀਰੀਜ਼ ਮੁਕਾ ਕੇ ਉੱਠਣੀ ਹੈ, ਉਹਦੇ ਲਈ ਤਾਂ ਇਹੀ ਸੰਸਾਰ ਹੈ। ਹਾਂ ਬਿਲਕੁਲ, ਉਹਦੇ ਲਈ ਇਹੀ ਸੰਸਾਰ ਬਣ ਗਿਆ ਨਾ। ਹੋਰ ਜਿਹੜੇ ਫਿਰ ਦੂਸਰੀ ਗੱਲ ਉਹ ਵੀ ਦੇਖਦਾ ਕਿ ਦਾਦਾ ਦਾਦੀ ਥੱਲੇ ਨੇ, ਮੰਮੀ ਪਾਪਾ ਦਾਦਾ ਦਾਦੀ ਨਾਲ ਬੈਠਦੇ ਨਹੀਂ, ਨਾ ਉਹਨਾਂ ਨਾਲ ਟੀਵੀ ਦੇਖਦੇ ਆ, ਨਾ ਉਹਨਾਂ ਨਾਲ ਗੱਲਾਂ ਮਾਰੀ ਜਾਂਦੀਆਂ, ਤਾਂ ਕੱਲ੍ਹ ਨੂੰ ਅਸੀਂ ਕਿਵੇਂ ਐਕਸਪੈਕਟ ਕਰ ਰਹੇ ਕਿ ਬੱਚੇ ਸਾਡੇ ਨਾਲ ਬੈਠ ਜਾਣ? ਜਾਂ ਤਾਂ ਬੱਚੇ ਉਹ ਚੀਜ਼ ਦੇਖੀ ਹੋਵੇ ਨਾ, ਬੱਚੇ ਨੇ ਕਲਚਰ ਦੇਖਿਆ ਹੋਵੇ, ਤਾਂ ਬੱਚਾ ਫਿਰ ਉਵੇਂ ਢਲ ਜੂਗਾ, ਉਵੇਂ ਬੈਠ ਜੂਗਾ। ਅਤੇ ਸਭ ਤੋਂ ਵੱਡੀ ਮੇਜਰ ਪ੍ਰੋਬਲਮ ਹੈ ਅੱਜ ਕੱਲ੍ਹ ਆਪਣੇ ਬੈਡਰੂਮ 'ਚ ਖਾਣਾ ਪਹੁੰਚਣਾ, ਉਹ ਸਭ ਤੋਂ ਮੇਜਰ ਪ੍ਰੋਬਲਮ ਅੱਜ ਕੱਲ੍ਹ ਘਰਾਂ ਦੀ, ਕਿ ਜਿਹੜੇ ਮੰਮੀ ਪਾਪਾ ਜਿੱਥੇ ਬੈਠੇ ਉੱਥੇ ਖਾਣਾ ਖਾ ਲੈਂਦੇ ਆ, ਬੰਦਾ ਜਿੱਥੇ ਬੈਠਾ ਉੱਥੇ ਖਾਣਾ ਖਾ ਲੈਂਦਾ, ਠੀਕ ਹੈ, ਜਿਹੜਾ ਜਿੱਥੇ ਬੈਠਾ ਉੱਥੇ ਖਾਣਾ ਖਾ ਲੈਂਦਾ। ਸੋ ਇੱਕ ਫੈਮਿਲੀ ਦਾ ਰੂਲ ਹੋਣਾ ਚਾਹੀਦਾ ਕਿ ਬੰਦੇ ਸਵੇਰੇ ਸਾਰੇ ਬ੍ਰੇਕਫਾਸਟ 'ਤੇ ਇਕੱਠੇ ਹੋਣਗੇ, ਕਮ ਸੇ ਕਮ ਤੁਸੀਂ ਦਿਨ 'ਚ 3 ਵਾਰ ਤਾਂ ਆਪਣਾ ਮੂੰਹ ਆਪਸ 'ਚ ਦੇਖੋਗੇ, ਸਮਝਦੇ ਹੋ? ਕਿ ਬ੍ਰੇਕਫਾਸਟ 'ਤੇ ਇਕੱਠੇ ਹੋ ਗਏ, ਲੰਚ 'ਤੇ ਇਕੱਠੇ ਹੋ ਗਏ, ਐਟਲੀਸਟ ਡਿਨਰ 'ਤੇ ਤਾਂ ਇਕੱਠੇ ਹੋ ਜਾਓ ਯਾਰ, ਸਾਰੇ ਇਕੱਠੇ ਬੈਠੋਗੇ, ਇੱਕ ਦੂਜੇ ਨਾਲ ਗੱਲਾਂ ਹੋਣਗੀਆਂ, ਇੱਕ ਦੂਜੇ ਨੂੰ ਦਿਨ ਚਾਰਿਆ ਪੁੱਛੋ, ਤੇਰਾ ਦਿਨ ਕਿਵੇਂ ਰਿਹਾ, ਬੱਚਾ ਫਾਦਰ ਬੱਚੇ ਨੂੰ ਪੁੱਛਦਾ, ਬੇਟਾ ਤੇਰਾ ਸਕੂਲ ਕਿੱਦਾਂ ਰਿਹਾ, ਕੋਈ ਦਾਦਾ ਗੱਲ ਕਰਦਾ ਹੈ ਨਾ, ਕੋਈ ਦਾਦਾ ਜੀ ਕੁਝ ਬੱਚਿਆਂ ਨੂੰ ਗੱਲ ਕਰਦੇ ਆ। ਸੋ ਇਹੀ ਬੇਸਿਕ ਚੀਜ਼ਾਂ ਜੋ ਸਾਡੀਆਂ ਪਰੇ ਹੋ ਚੁੱਕੀਆਂ। ਔਰ ਇਹ ਵੀਰੇ ਉਹ ਕੰਮ ਨਹੀਂ ਜਿਹਨਾਂ ਲਈ ਆਪਾਂ ਨੂੰ ਧਰਤੀ ਹਿਲਾਉਣੀ ਪੈਣੀ ਆ ਜਾਂ ਕੋਈ ਬਹੁਤ ਵੱਡੀ ਚੀਜ਼ ਕਰਨੀ ਪੈਣੀ, ਇਹ ਤਾਂ ਬੇਸਿਕ ਚੀਜ਼ਾਂ ਨੇ ਆਪਣੇ ਘਰ ਦੀਆਂ, ਆਪਾਂ ਸਾਰੇ ਕਰ ਸਕਦੇ ਹੈਗੇ ਆ। ਸੋ ਇਹ ਚੀਜ਼ ਕਦੇ ਬੱਚਿਆਂ 'ਤੇ ਨਹੀਂ ਆਪਾਂ ਥੋਪ ਸਕਦੇ ਹੈਗੇ ਕਿ ਪੂਰੇ ਘਰ ਦਾ ਮਾਹੌਲ ਹੀ ਤੁਹਾਨੂੰ ਇਹ ਬਣਾਉਣਾ ਪੈਣਾ, ਜੀ ਸਾਡਾ ਸਭ ਤੋਂ ਵੱਡਾ ਯੋਗਦਾਨ ਹੈ। ਅਤੇ ਉਸ ਤੋਂ ਮੇਜਰ ਚੀਜ਼ ਹੈ ਜਿਹੜੇ ਮੋਬਾਈਲ ਫੋਨ ਸਭ ਕੁਛ ਆ ਗਏ, ਬੱਚਿਆਂ ਨੇ ਕਿਤਾਬਾਂ ਪੜ੍ਹਨੀਆਂ ਛੱਡਤੀਆਂ। ਸਾਡੇ ਦੱਸੋ ਮੈਨੂੰ ਅੱਜ ਕਿਹੜੀ ਅੱਜ ਦੇ ਟਾਈਮ ਦੇ ਵਿੱਚ ਮਾਂ ਜਿਹਦੀ ਆਪਣੀ ਲਾਇਬ੍ਰੇਰੀ ਹੈ, ਕਿਹੜਾ ਫਾਦਰ ਹੈ ਜਿਹਦੀ ਆਪਣੀ ਲਾਇਬ੍ਰੇਰੀ ਹੈ ਹੀ ਨਹੀਂ ਹੈ। ਪੋਡਕਾਸਟ ਬਣ ਗਏ ਨਾ ਬਾਈ, ਹੁਣ ਪੋਡਕਾਸਟਿੰਗ ਹੋ ਗਈ ਨਾ, ਹੁਣ ਕਿਤਾਬਾਂ ਤੋਂ ਯੁੱਗ ਬਦਲ ਰਿਹਾ, ਹੁਣ ਪੋਡਕਾਸਟਿੰਗ ਆ ਗਈ। ਹੁਣ ਅਸੀਂ ਜਿਹੜੀ ਗੱਲਬਾਤ ਕਰ ਰਹੇ ਹਾਂ ਕਿ ਇਹ ਵੀ ਕਿਤਾਬ ਹੀ ਆ, ਕਿ ਆਪਣਾ ਜਿਮ ਲਾਉਂਦੇ ਟਰੈਵਲਿੰਗ ਕਰਦੇ ਲੋਕ ਆਪਣਾ ਪੋਡਕਾਸਟ। ਹੁਣ ਤੁਸੀਂ ਕਿੰਨੀਆਂ ਕਿਤਾਬਾਂ ਪੜ੍ਹੀਆਂ? ਮੈਂ ਨਹੀਂ ਪੜ੍ਹ ਸਕਦਾ, ਤਾਂ ਮੈਂ ਤੁਹਾਨੂੰ ਪੜ੍ਹ ਕੇ ਕਿਤਾਬਾਂ ਹੀ ਪੜ੍ਹੀ ਜਾਂਦਾ ਕਿ ਚਲੋ ਪੜ੍ਹੀ ਚੱਲੋ। ਚਲੋ ਬ੍ਰਦਰ, ਡਿਪੈਂਡ ਫਿਰ ਇਹ ਵੀ ਕਰਦਾ ਨਾ, ਪੋਡਕਾਸਟ ਸੁਣ ਕੀ ਰਹੇ ਹੋ ਤੁਸੀਂ, ਇਹ ਵੀ ਡਿਪੈਂਡ ਕਰਦਾ, ਇਹ ਮੈਟਰ ਕਰਦਾ, ਠੀਕ ਹੈ ਨਾ। ਸੋ ਜਿੱਦਣ ਮਤਲਬ ਕਹਿਣ ਦਾ ਮਤਲਬ ਗੱਲ ਤਾਂ ਗਿਆਨ ਦੀ ਹੋ ਰਹੀ ਹੈ, ਚਾਹੇ ਪੋਡਕਾਸਟ ਹੈ ਚਾਹੇ ਬੁੱਕ ਹੈ। ਹੁਣ ਬੁੱਕ ਦੇ ਵਿੱਚ ਅਸ਼ਲੀਲਤਾ ਤਾਂ ਵੰਡੀ ਨਹੀਂ ਜਾ ਰਹੀ, ਬੁੱਕ ਦੇ ਵਿੱਚ ਗਿਆਨ ਹੀ ਦਿੱਤਾ ਜਾ ਰਿਹਾ। ਗੱਲ ਤਾਂ ਅੱਛੇ ਗਿਆਨ ਦੀ ਹੈ ਨਾ, ਕਿ ਅਗਰ ਬੰਦੇ ਨੂੰ ਅੱਛਾ ਗਿਆਨ ਹੀ ਨਹੀਂ ਮਿਲ ਰਿਹਾ। ਸੋ ਕਹਿਣ ਦਾ ਮਤਲਬ ਮੈਨੂੰ ਲੱਗਦਾ ਕਿ ਓਵਰਆਲ ਪੂਰੀ ਜਿਹੜਾ ਸਿਸਟਮ ਹੈਗਾ, ਜੇ ਆਪਾਂ ਗੱਲ ਕਰੀਏ ਤਾਂ ਕਿਸੇ ਬੱਚੇ, ਪੇਰੈਂਟਸ, ਮਾਂ, ਦਾਦਾ ਆਪਣੀ, ਇਹ ਓਵਰਆਲ ਪੂਰੀ ਫੈਮਿਲੀ ਨੂੰ ਹੀ ਚੀਜ਼ ਸਮਝਣੀ ਪੈਣੀ ਹੈ। ਪਰ ਸ਼ੁਰੂਆਤ ਕਿੱਥੋਂ ਹੋਣੀ ਹੈ ਇਹ ਡਿਪੈਂਡ ਕਰਦਾ। ਮੈਨੂੰ ਇੱਦਾਂ ਲੱਗ ਰਿਹਾ ਕਿ ਜਿਵੇਂ ਪੋਡਕਾਸਟ ਦੇ ਵਿੱਚ ਨਾ ਥੱਲੇ ਕਮੈਂਟ ਆਉਣ ਲੱਗ ਜਾਂਦੇ ਆ ਕਿ ਸਾਡੇ ਘਰ ਦੀ ਆਹ ਕਹਾਣੀ ਹੈ, ਬਾਬਾ ਜੀ ਦੱਸੋ ਕੀ ਹੱਲ ਕਰੀਏ। ਸਾਡੇ ਘਰ 'ਚ ਇਹ ਮੇਰੀ ਸੱਸ ਕਲੇਸ਼ ਕਰਦੀ ਹੈ, ਇਹ ਮੇਰੀ ਨੂੰਹ ਕਲੇਸ਼ ਕਰਦੀ ਹੈ, ਦੱਸ ਵੀ ਪੁੱਤਰਾ ਹੁਣ ਕਿਵੇਂ ਹੱਲ ਕਰੀਏ। ਨਹੀਂ ਵੀਰੇ, ਮੈਨੂੰ ਇਹ ਲੱਗਦਾ, ਦੇਖੋ ਮੁੰਡੇ ਦਾ ਰੋਲ ਮੈਂ ਇਸ ਲਈ ਕਹਿ ਰਿਹਾ ਕਿ ਮੈਂ ਤੁਹਾਨੂੰ ਛੋਟੀ ਐਗਜ਼ਾਮਪਲ ਦਿੰਦਾ ਕਿ ਮੇਰੇ ਰੀਅਲ ਮਾਮਾ ਜੀ ਦੀ ਜਿਹੜੀ ਬੇਟੀ ਹੈਗੀ ਜਲੰਧਰ ਵਿਆਹੇ ਹੋਏ ਨੇ, ਅਤੇ ਜਿਹੜੇ ਉਹਨਾਂ ਦੇ ਸਹੁਰਾ ਸਾਹਿਬ ਨੇ, ਮਤਲਬ ਜਿਹੜੀ ਸਾਡੀ ਭੈਣ ਆ ਬਿਲਕੁਲ ਸਿੰਪਲ ਘਰ 'ਚ, ਮਤਲਬ ਜ਼ਿਆਦਾ ਪੜ੍ਹੀ ਨਹੀਂ ਸੀਗੀ, ਅਤੇ ਜਿਹੜੇ ਉਹਨਾਂ ਦੇ ਸਹੁਰਾ ਸਾਹਿਬ ਸੀ ਉਹ ਬਿਜਲੀ ਬੋਰਡ ਦੇ ਵਿੱਚ SDO ਸੀਗੇ। ਭੈਣ ਪਿੰਡ ਦੀ ਸੀਗੀ, ਜਲੰਧਰ ਸ਼ਹਿਰ 'ਚ ਵਿਆਹ ਹੋ ਗਿਆ, ਅਤੇ ਤੀਜੇ ਚੌਥੇ ਮਹੀਨੇ ਦੀ ਗੱਲ ਆ, ਭੈਣ ਰਸੋਈ ਦੇ ਵਿੱਚ ਕੋਈ ਚੀਜ਼ ਸੈਟਲ ਕਰ ਰਹੀ, ਅਤੇ ਉਹਨਾਂ ਕੋਲੋਂ ਇੱਕ ਕੱਚ ਦਾ ਜਾਰ ਥੱਲੇ ਡਿੱਗ ਗਿਆ। ਇਹ ਗੱਲ ਬੜੀ ਸਮਝਣ ਵਾਲੀ ਹੈ, ਕੱਚ ਦਾ ਜਾਰ ਡਿੱਗਿਆ, ਉਹ ਘਬਰਾ ਗਈ, ਮੇਰੇ ਕੋਲੋਂ ਕੱਚ ਦਾ ਜਾਰ ਟੁੱਟ ਗਿਆ, ਬੜਾ ਜਿਵੇਂ ਸੈੱਟ ਨਹੀਂ ਹੁੰਦੇ ਤਿੰਨ ਕੁ, ਇਹਨੂੰ ਭੱਜ ਕੇ ਸਹੁਰਾ ਸਾਹਿਬ ਅੰਦਰ ਆਏ ਕਿਚਨ ਦੇ ਵਿੱਚ, ਅਤੇ ਉਹ ਘਬਰਾ ਗਈ ਵੀ ਮੇਰੇ ਗਾਲਾਂ ਪੈਣਗੀਆਂ। ਉਹ ਕਹਿੰਦੇ ਬੇਟਾ ਸ਼ਾਬਾਸ਼, ਬਹੁਤ ਵਧੀਆ ਹੋਇਆ,
ਮੈਂ ਤੇਰੀ ਮੰਮੀ ਨੂੰ ਬੜੀ ਦੇ ਕੇ ਸੈੱਟ ਬਦਲ ਦੇ, ਉਹ ਮੰਨਦੀ ਨਹੀਂ ਸੀ। ਆਹ ਲੈ ਪਰ ਸੈੱਟ ਫਿਰ ਥੱਲੇ ਆ ਵੀ 2 ਤੋੜ, ਕੰਮ ਨਵੇੜ, ਸੈੱਟ ਤਾਂ ਬਹਾਨੇ ਨਵਾਂ ਆਊਗਾ, 3 ਸਾਲ ਦੇ ਪੁਰਾਣੇ ਸੀ। ਹੁਣ ਬੱਚੇ ਦਾ ਕੌਨਫੀਡੈਂਸ ਦੇਖੋ ਕਿੰਨਾ। ਇਹ ਸੱਚੀ ਗੱਲ ਹੈ, ਇਹ ਬਿਲਕੁਲ ਰਿਐਲਿਟੀ ਹੈ। ਵਾਹ ਜੀ ਵਾਹ। ਹੁਣ ਇਦਾਂ ਦੇ ਜੇ ਮਾਂ ਪਿਓ ਹੋਣਗੇ ਤਾਂ ਦੱਸੋ, ਫਿਲਮ ਦਾ ਸੀਨ ਲੱਗਿਆ ਸੀ ਮੈਨੂੰ ਇਹ, ਸਮਝਦੇ ਹੋ? ਬਿਲਕੁਲ ਬਹੁਤ ਵਧੀਆ ਗੱਲ ਹੈ। ਤਾਂ ਇਹ ਜਦੋਂ ਆ ਦੇਖੋ ਮੇਰੇ ਗੂਜ਼ਬੰਪ ਖੜੇ, ਜਦੋਂ ਅਸੀਂ ਭੈਣ ਕੋਲੇ ਗਏ ਤੇ ਸਾਨੂੰ ਭੈਣ ਨੇ ਗੱਲ ਦੱਸੀ, ਸਾਨੂੰ ਇੰਨੀ ਖੁਸ਼ੀ ਹੋਈ ਕਿ ਸਾਡੀ ਭੈਣ ਚੰਗੀ ਫੈਮਿਲੀ ਕੋਲ ਗਈ, ਹੈ ਨਾ। ਸੋ ਕਹਿਣ ਦਾ ਮਤਲਬ ਜਦੋਂ ਹੁਣ ਬੱਚੀ ਨੂੰ ਛੋਟੀ ਜੀ ਹਰਕਤ ਤੇ ਨਿੰਦਿਆ ਜਾਊਗਾ, ਨੁਕਸਾਨ ਤੇ ਨਿੰਦਿਆ ਜਾਊ, ਉਹਦਾ ਵੀ ਤਾਂ ਘਰ ਉਨਾ ਹੀ ਹੈ ਨਾ ਵੀਰੇ। ਇਹ ਬਈ ਮੈਨੂੰ ਗੱਲ ਹੋਰ ਦੱਸੋ ਇਸ ਪੋਡਕਾਸਟ ਦੇ ਜ਼ਰੀਏ, ਤੇ ਤੁਸੀਂ ਬੋਰ ਤਾਂ ਨਹੀਂ ਹੋ ਰਹੇ? ਮੈਂ ਬਹੁਤ ਇੰਜੋਏ ਕਰ ਰਿਹਾ, ਮੈਂ ਐਜ਼ ਅ ਪੋਡਕਾਸਟਰ ਬਹੁਤ ਕੁਝ ਸਿੱਖ ਰਿਹਾ। ਕੱਲ੍ਹ ਨੂੰ ਮੇਰਾ ਵੀ ਵਿਆਹ ਹੋਣਾ ਨਾ। ਹਾਂਜੀ ਤਾਂ ਵਧੀਆ। ਹਾਂਜੀ ਪੋਡਕਾਸਟ ਸੁਣ ਕੇ ਸ਼ਾਇਦ ਜਿਹੜੀ ਆਣੀ ਆ, ਹਜੇ ਮੈਨੂੰ ਪਤਾ ਨਹੀਂ ਹੈ ਕੌਣ ਹੈ, ਸ਼ਾਇਦ ਉਹ ਪਹਿਲਾਂ ਹੀ ਸਿੱਖ ਜਾਵੇ ਕਿ ਕਿਵੇਂ ਦੀ ਪੋਡਕਾਸਟਿੰਗ ਕਰ ਰਿਹਾ, ਸੁਣ ਰਿਹਾ, ਤਾਂ ਉਵੇਂ ਦਾ ਹੀ ਮਾਹੌਲ ਹੋਣਾ ਪੈਣਾ। ਬਾਕੀ ਮੇਰੀ ਐਜ਼ ਅ ਮਦਰ ਨੇ ਤਾਂ ਵਾਕਈ, ਮੇਰੀ ਮਦਰ ਨੇ ਹਮੇਸ਼ਾ ਹੀ ਮੈਨੂੰ, ਚਲੋ ਘਰ ਦਾ ਮਾਹੌਲ ਸਾਡੇ ਤਾਂ ਉੱਦਾਂ ਦਾ ਹੀ ਬਣ ਗਿਆ ਹੁਣ ਸਮਾਜ ਸੇਵਾ ਵਾਲਾ, ਤਾਂ ਉਹ ਸਭ ਨੂੰ ਇੱਕ ਅੱਖ ਨਾਲ ਹੀ ਦੇਖਦੇ। ਇਹ ਚੀਜ਼ ਅਨਮੋਲ ਜੀ ਮੈਂ ਉਹੀ ਗੱਲ ਕਹਿਣਾ ਚਾਹ ਰਿਹਾ ਕਿ ਜਿੰਨੇ ਵੀ ਘਰ ਦੇ ਰਿਸ਼ਤੇ ਨੇ, ਇਹ ਸਭ ਦੀ ਆਪਣੀ ਆਪਣੀ ਰਿਸਪੌਂਸਿਬਿਲਟੀ ਬਣਦੀ ਆ। ਠੀਕ ਹੈ, ਮੈਂ ਕਹਿੰਦਾ ਮੁੰਡੇ ਦੀ ਬਹੁਤ ਵੱਡੀ ਰਿਸਪੌਂਸਿਬਿਲਟੀ, ਪਰ ਪਹਿਲ ਸਾਰਿਆਂ ਦੀ ਆ। ਹੁਣ ਜਿਵੇਂ ਮੈਨੂੰ ਇਹ ਲੱਗਦਾ ਕਿ ਯਾਰ ਅਗਰ ਮੇਰੀ ਮਾਤਾ ਨੂੰ 2:30 ਵਜੇ ਰਾਤ ਨੂੰ ਭੁੱਖ ਲੱਗਦੀ ਹੈ, ਤਾਂ ਮੇਰੀ ਵਾਈਫ ਦਾ ਫਰਜ਼ ਬਣਦਾ ਉਹ 2:30 ਵਜੇ ਉਹਨਾਂ ਨੂੰ ਖਾਣਾ ਦੇਵੇ ਰਾਤ ਨੂੰ ਅਗਰ ਲੋੜ ਹੈ। ਪਰ ਮੇਰੀ ਮਾਤਾ ਦਾ ਵੀ ਉਨਾ ਹੀ ਫਰਜ਼ ਬਣਦਾ ਜਦੋਂ ਮੇਰੀ ਵਾਈਫ ਨੂੰ ਰਾਤ ਨੂੰ 2:30 ਵਜੇ ਉਹਨਾਂ ਦੀ ਲੋੜ ਹੈ, ਤਾਂ ਉਹ ਵੀ ਉਵੇਂ ਹੀ ਉਹਦੇ ਲਈ ਖੜੇ ਹੁਣ ਜਿਵੇਂ ਉਹਨਾਂ ਲਈ ਖੜੀ ਹੋਈ। ਕਿੰਨੀ ਸੋਹਣੀ ਦੁਨੀਆ ਬਣ ਜਾਵੇ ਨਾ। ਸੋ ਬਰਾਬਰ ਬੈਲੈਂਸ ਚਾਹੀਦਾ। ਔਰ ਦੂਸਰੀ ਗੱਲ ਆ, ਕਈ ਵਾਰੀ ਮਾਪਿਆਂ ਨੂੰ ਬੱਚਿਆਂ ਲਈ ਤਿਆਗ ਕਰਨਾ ਚਾਹੀਦਾ। ਆਪਣੀ ਸੱਸ ਨੂੰ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਆਪਣੀ ਪਹਿਲੀ ਗੱਲ ਤਾਂ ਯਾਰ ਸੱਸ ਸਮਝਣਾ ਹੀ ਗਲਤ ਹੈ, ਵਰਡ ਹੀ ਗਲਤ ਹੈ। ਉਹ ਤੁਹਾਡੀ ਮਾਂ, ਉਹ ਵੀ ਤੁਹਾਡੀ ਮਾਂ ਆ, ਠੀਕ ਹੈ। ਤੁਹਾਡੀ ਮਾਂ ਨੂੰ ਵੀ 4, ਜਿਵੇਂ ਆਪਣੀ ਧੀ ਦੀ, ਜਿਵੇਂ ਪਹਿਲੇ ਅਕਸਰ ਕੀਤਾ, ਜਿਹੜੀ ਘਰੋਂ ਢਿੱਡੋਂ ਜੰਮੀ ਧੀ ਦੀ 4 ਗੱਲਾਂ ਇਗਨੋਰ ਕੀਤੀਆਂ, 4 ਉਹਦੀਆਂ ਵੀ ਇਗਨੋਰ ਕਰਨੀਆਂ ਚਾਹੀਦੀਆਂ। ਇਹੀ ਫਰਜ਼ ਬੇਟੀ ਦਾ ਬਣਦਾ, 4 ਉਹ ਵੀ ਇਗਨੋਰ ਕਰਦੇ। ਸਮਝਦੇ? ਅਗਰ ਕੋਈ ਗੱਲ ਹੈ ਵੀ ਹੈ, ਚਲੋ ਆਪਾਂ ਕਹਿੰਦੇ ਗੱਲ ਨਹੀਂ ਹੱਲ ਹੈ। ਮੈਨੂੰ ਅਨਮੋਲ ਜੀ ਛੋਟੀ ਜਿਹੀ ਗੱਲ ਦੱਸੋ, ਮੰਨ ਲਓ ਮੇਰੀ ਤੁਹਾਡੇ ਨਾਲ ਕਿਸੇ ਗੱਲ 'ਤੇ ਨਾਰਾਜ਼ਗੀ ਹੋ ਗਈ, ਹੁਣ ਮੈਂ ਤੁਹਾਨੂੰ ਫੋਨ ਲਾ ਕੇ ਮੈਂ ਕਿਵੇਂ ਪ੍ਰੋਨਾਊਂਸ ਕਰ ਰਿਹਾ, ਯਾਰ ਤੂੰ ਐਂ ਕਰਤਾ, ਯਾਰ ਤੈਨੂੰ ਪਤਾ ਨਹੀਂ, ਯਾਰ ਤੇਰਾ ਫਰਜ਼ ਨਹੀਂ ਬਣਦਾ ਸੀ ਐਂ ਕਰਨਾ, ਜੇ ਕਰਨਾ। ਇੱਕ ਮੇਰੀ ਇਹ ਲੈਂਗੁਏਜ ਆ। ਇੱਕ ਮੈਂ ਕਹਿ ਰਿਹਾ ਅਨਮੋਲ ਗੱਲ ਕਰਨੀ, ਯਾਰ ਫਰੀ ਆ, ਤੁਸੀਂ ਕਹਿਣਾ ਦੱਸ, ਯਾਰ ਆਇਆ ਯਾਰ ਆਪਾਂ ਕੌਫੀ 'ਤੇ ਬੈਠੀਏ। ਤੁਸੀਂ ਮੈਨੂੰ ਕੌਫੀ 'ਤੇ ਲੈ ਗਏ, ਆਪਾਂ ਬਹਿ ਗਏ ਕੌਫੀ 'ਤੇ। ਮੈਂ ਤੈਨੂੰ ਕਹਿਣਾ ਅਨਮੋਲ ਯਾਰ ਕੱਲ੍ਹ ਫਲਾਣੇ ਟਾਈਮ 'ਤੇ ਯਾਰ ਤੂੰ ਮੇਰੇ ਨਾਲ ਬਦਤਮੀਜ਼ੀ ਕੀਤੀ, ਮੈਨੂੰ ਬੜਾ ਬੁਰਾ ਲੱਗਿਆ, ਮੈਂ ਐਕਸਪੈਕਟ ਨਹੀਂ ਕਰਦਾ, ਯਾਰ ਤੂੰ ਮੇਰਾ ਭਰਾ ਆ, ਯਾਰ ਤੁਸੀਂ ਨਾ ਚਾਹੁੰਦੇ ਹੋ ਤੁਹਾਡਾ ਮੇਰੀ ਗੱਲ ਸੁਣਨ ਨੂੰ ਮਨ ਕਰਨਾ, ਤੇ ਤੁਸੀਂ ਸਰੈਂਡਰ ਵੀ ਕਰ ਦੂੰਗੇ। ਅਗਰ ਕੋਈ ਪ੍ਰੋਬਲਮ ਹੋ ਵੀ ਗਈ, ਅਗਰ ਜਿਹਨੂੰ ਆਪਾਂ ਸੱਸ ਕਹਿੰਦੇ ਹਾਂ, ਉਹ ਮਾਂ ਆਪਣੀ ਬੇਟੀ ਨੂੰ ਆਵਾਜ਼ ਮਾਰੇ, ਬੇਟਾ ਬੈਠ ਮੈਂ ਤੇਰੇ ਨਾਲ ਗੱਲ ਕਰਨੀ ਹੈ। ਪੰਜਾਬੀ ਨਹੀਂ ਕਹਿੰਦੇ ਗੱਲ ਠੰਡੀ ਹੋਣ ਦਿਓ, ਧੱਤੇ ਕਸ ਗੱਲ ਨਾ ਕਰੋ, 2 ਮਿੰਟ ਲਈ ਸਬਰ ਕਰ ਲਓ। ਉਹ ਕਹੇ ਬੇਟਾ ਫਲਾਣੇ ਟਾਈਮ ਫਲਾਣੇ 4 ਆਪਣੇ ਘਰ ਪ੍ਰਾਹੁਣੇ ਆਏ ਸੀ, ਜਾਂ ਤੁਸੀਂ ਆਹ ਚੀਜ਼ ਮੈਨੂੰ ਤੁਹਾਡਾ ਬੇਟਾ ਐਕਸਪੈਕਟੇਸ਼ਨ ਤੁਸੀਂ ਕੀਤੀ ਨਹੀਂ, ਸੋ ਬੇਟਾ ਮੈਂ ਤੈਨੂੰ ਬਹੁਤ ਪਿਆਰ ਕਰਦੀ, ਮੇਰੀ ਧੀਆਂ ਵਰਗੀ, ਮੈਂ ਤੈਨੂੰ ਵਰਗੀ ਨਹੀਂ, ਤੂੰ ਮੇਰੀ ਧੀ ਹੀ ਆ, ਵੀ ਸਾਡਾ ਬੁਢਾਪਾ ਬੇਟਾ ਤੇਰੇ ਨਾਲ ਹੀ ਆ, ਤਾਂ ਪਲੀਜ਼ ਤੂੰ ਇੰਨਾ ਕੁ ਸਮਝ ਲਿਆ ਕਰ। ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਕੁੜੀ ਇੰਨੀ ਪਿਆਰ ਨਾਲ ਗੱਲ ਸੁਣ ਕੇ ਬਦਤਮੀਜ਼ੀ ਕਰੂਗੀ, ਠੀਕ ਹੈ। ਇਹੀ ਸ਼ਬਦ ਕੁੜੀ ਵਾਸਤੇ ਹੈ। ਅਗਰ ਉਹਨੂੰ ਕੋਈ ਗੱਲ ਲੱਗਦੀ, ਬੁਰੀ ਲੱਗ ਜਾਂਦੀ ਹੈ, ਉਹ ਕਹੇ ਮੰਮੀ ਵੀ ਦੇਖੋ ਹੁਣ ਮੇਰੀ ਉਹ ਮੰਮੀ ਤਾਂ ਮੇਰੀ ਰਿਸ਼ਤੇ ਦੀ ਰਹਿ ਗਈ, ਮੇਰੀ ਮਾਂ ਦਾ ਅਸਲ ਤੁਸੀਂ ਹੋ, ਤੁਹਾਡੇ ਨਾਲ ਹੀ ਮੈਂ ਸਾਰੀ ਜ਼ਿੰਦਗੀ ਕੱਟਣੀ ਹੈ ਨਾ, ਇਸ ਘਰ 'ਚੋਂ ਮੈਂ ਤੁਹਾਡੇ ਨਾਲ ਹੀ ਰਹਿਣਾ, ਠੀਕ ਹੈ। ਉਹ ਮਾਂ ਤਾਂ ਮੇਰੇ ਨਾਲ ਫੋਨ 'ਤੇ 2 ਗੱਲਾਂ ਕਰ ਲੈਂਦੀ ਹੈ, ਜਾਂ ਸੁੱਕੀ ਸਾਦੀ ਪੁੱਛ ਲੈਂਦੀ ਹੈ, ਅਸਲ ਮਾਂ ਤਾਂ ਮੇਰੇ ਤੁਸੀਂ ਹੋ। ਮੰਮੀ ਤੁਸੀਂ ਆਹ ਗੱਲ ਕਹੀ ਮੈਨੂੰ ਬੜਾ ਬੁਰਾ ਲੱਗਿਆ, ਉਹ ਵੀ ਕਹਿ ਦੂਗੀ ਬੇਟਾ ਸੌਰੀ ਮੈਨੂੰ ਪਤਾ ਨਹੀਂ ਲੱਗਿਆ। ਸੋ ਗੱਲ ਇਹ ਸਬਰ ਦੀ ਹੈ, ਪੇਸ਼ੈਂਸ ਦੀ ਹੈ। ਆਪਾਂ ਇਸ ਪੋਡਕਾਸਟ ਦੇ ਵਿੱਚ ਤੁਹਾਡਾ ਨੰਬਰ ਬੋਲ ਸਕਦੇ ਹਾਂ? ਜਿੰਨੇ ਕਲੇਸ਼ ਹੁਣ ਕਰਦੇ ਹੋਇਆ ਇਹ ਨਿੱਕੀਆਂ ਵੀਰੇ ਇਹੀ ਗੱਲਾਂ ਨੇ ਨਾ। ਹੁਣ ਮੈਂ ਉਹੀ ਕਹਿੰਦਾ, ਅੱਜ ਮੇਰੀ ਮੰਮੀ ਨੂੰ ਇਹ ਪਤਾ ਕਿ ਇਹ ਕਹਿੰਦਾ, ਸਪੋਜ਼ ਭਾਜੀ ਸਿਚੁਏਸ਼ਨ ਬਣ ਗਈ, ਇੱਧਰ ਘਰ ਦਾ ਕਲੇਸ਼ ਚੱਲ ਰਿਹਾ, ਇੱਧਰ ਸੱਸ ਇਲਜ਼ਾਮ ਲਾ ਰਹੀ ਆਪਣੀ ਨੂੰਹ ਤੇ, ਨੂੰਹ ਲਾ ਰਹੀ ਆਪਣੀ ਸੱਸ ਤੇ, ਤੁਸੀਂ ਵਿੱਚ ਬਹਿ ਗਏ ਹੋ, ਕਿਵੇਂ ਫੈਸਲਾ ਕਰਾਉਂਗੇ? ਦੇਖੋ ਵੀਰੇ, ਏਪੈਕਸ ਸਿਕਿਉਰਿਟੀ ਪੇਡ ਸਰਵਿਸ ਦਿੰਦੀ ਆ। ਅਸੀਂ ਦੇਖੋ ਕਲੱਬਾਂ ਕਿੰਨਾ ਕੁਛ ਹੈ ਮੇਰੇ ਅੰਦਰ ਪੁੱਛਣ ਨੂੰ। ਅਸੀਂ ਕਲੱਬਾਂ ਦੇ ਵਿੱਚ ਸਿਕਿਉਰਿਟੀ ਕਰਦੇ, ਲੋਕਾਂ ਦੇ ਝਗੜੇ ਰੋਕਦੇ ਆ, ਤਾਂ ਅਸੀਂ ਘਰ ਦਾ ਵੀ ਰੋਕ ਦਾਂਗੇ ਪੇਡ ਸਰਵਿਸ। ਨਹੀਂ ਬਾਈ ਸੱਚ, ਹਾਂ ਪੋਡਕਾਸਟ ਦੇ ਵਿੱਚ ਹੋਰ ਆ ਲੱਗਾ, ਤੁਸੀਂ ਏਪੈਕਸ ਕੰਪਨੀ ਚਲਾਉਂਦੇ ਹੋ, ਸਿਕਿਉਰਿਟੀ ਕੰਪਨੀ ਹੈ, ਤੁਹਾਡੇ ਬਾਉਂਸਰਸ ਨੇ, ਔਰ ਸਭ ਤੋਂ ਲਿਆਕਤ ਵਾਲੇ ਬਾਉਂਸਰ ਪੰਜਾਬ ਦੇ ਵਿੱਚ ਮੈਂ ਤੁਹਾਡੇ ਹੀ ਦੇਖੇ ਨੇ। ਮਤਲਬ ਮੈਨੂੰ ਲੱਗਦਾ ਸੀ ਕਿ ਬਾਉਂਸਰ ਦਾ ਮਤਲਬ ਹੈ ਕਿ ਕੁੱਟ ਮਾਰ, ਵਾਲਾਂ ਦਾ ਸਟਾਈਲ, ਕੜੇ ਵੱਡੇ ਵੱਡੇ, ਪਰ ਤੁਹਾਡੇ ਬਾਉਂਸਰਸ ਦੇਖ ਕੇ ਬੰਦਾ ਕਹਿ ਹੀ ਨਹੀਂ ਸਕਦਾ ਕਿ ਇਹ ਬਾਉਂਸਰਸ ਨੇ। ਫਿਰ ਤੁਸੀਂ ਇਹ ਟਰੈਂਡ ਨਵਾਂ ਮਾਰਕੀਟ 'ਚ ਕਿਵੇਂ ਲਿਆਏ? ਉਹਨਾਂ ਦੀ ਕਟਿੰਗ ਵੀ ਸਿੰਪਲ, ਉਹਨਾਂ ਦੇ ਗਲ 'ਚ ਕੋਈ ਚੈਨੀ ਨਹੀਂ, ਕੋਈ ਕੜੇ ਨਹੀਂ, ਕੋਈ ਕੁਛ ਨਹੀਂ, ਕੋਈ ਬਾਹਾਂ ਨਹੀਂ, ਕੋਈ ਤੁਹਾਡੇ ਮੋਸਟਲੀ ਤੁਹਾਡੇ ਜਿਹੜੇ ਸਿਕਿਉਰਿਟੀ ਬਾਉਂਸਰਸ ਨੇ ਸਾਰੇ ਫੁੱਲ ਬਾਜੂ ਟੀ-ਸ਼ਰਟਾਂ ਸ਼ਰਟਾਂ 'ਚ ਹੁੰਦੇ ਨੇ। ਦੇਖੋ ਵੀਰੇ, ਇਹ ਨਾ ਬੇਸਿਕਲੀ ਇਹ ਜਿਹੜੀ ਬਾਉਂਸਰ ਕਹਿ ਦਈਏ ਜਾਂ ਆਪਾਂ ਬਾਡੀਗਾਰਡ ਕਹਿ ਦਈਏ, ਪਰ ਨਾ ਪਰੰਪਰਾ ਪੁਰਾਣੀ ਰਾਜਾ ਮਹਾਰਾਜਾ ਸਮੇਂ 'ਚ ਰਹਿੰਦੇ ਕਿ ਉਹ ਬੰਦਾ ਪਾਲਦੇ ਹੁੰਦੇ ਸੀਗੇ, ਹੈ ਨਾ, ਵੀ ਆਪਣੀ ਰਕਸ਼ਾ ਵਾਸਤੇ। ਇਹ ਉੱਥੋਂ ਟਰੈਂਡ ਚੱਲੇ ਆਏ ਆ। ਪਰ ਹੌਲੀ ਜੋ ਪੰਜਾਬ ਦਾ ਕਲਚਰ ਇਹ ਬਣ ਗਿਆ, ਪਹਿਲੀ ਗੱਲ ਤਾਂ ਇਹ ਹੈ ਕਿ ਮੋਸਟ ਪ੍ਰੋਬਬਲੀ ਬੰਦਿਆਂ ਨੂੰ ਪਤਾ ਹੀ ਨਹੀਂ ਕਿ ਬਾਉਂਸਰ ਹੁੰਦਾ। ਦੱਸੋ ਜੀ ਬਾਉਂਸਰ ਕੀ ਹੁੰਦਾ? ਲੋਕਾਂ ਨੂੰ ਇਹ ਲੱਗਦਾ, ਮੇਜਰ ਬੰਦਿਆਂ ਨੂੰ, ਕਿ ਯਾਰ ਜੇ ਕੁਛ ਹੋਰ ਨਹੀਂ ਨਾ ਕਰ ਸਕੇ, ਪੜ੍ਹਾਈ ਲਿਖਾਈ ਨਹੀਂ ਕਰ ਸਕੇ, ਵੀ ਸਾਰੀ ਟ੍ਰੇਡ 'ਚ ਫੇਲ ਹੈ, ਤਾਂ ਬਸ ਜਿੰਮ ਜਾਓ ਤੇ ਬਾਉਂਸਰ ਬਣ ਜਾਓ। ਵੀ ਲਾਸਟ ਉਹਨਾਂ ਕੋਲ ਆਪਸ਼ਨ ਇਹੀ ਬਚੀ ਆ। ਪਹਿਲੇ ਹੀ ਆਪਸ਼ਨ ਇਹੀ ਕਿ ਬਾਉਂਸਰ ਬਣ ਜਾਓ, ਕੁਛ ਨਹੀਂ ਕਰ ਸਕੇ। ਸੈਕਿੰਡ ਰੀਜ਼ਨ ਕੀ ਆ ਕਿ ਜੀ ਨੇਮ ਫੇਮ ਵਾਲੀ ਲਾਈਨ ਆ, ਵੱਡੇ ਕਲਾਕਾਰਾਂ ਨਾਲ ਰਵਾਂਗੇ, ਫੋਟੋਆਂ ਹੋਣਗੀਆਂ। ਜਿਹੜੇ ਬੰਦੇ ਨੂੰ ਆਪਣੀ ਜੌਬ ਦੇ ਪ੍ਰੋਫਾਈਲ ਦੀ ਬੈਕਗਰਾਊਂਡ ਹੀ ਨਹੀਂ ਪਤਾ, ਉਹਨੂੰ ਇਹ ਨਹੀਂ ਪਤਾ ਵੀ ਮੈਂ ਅੱਜ ਕਰਨ ਕੀ ਚੱਲਿਆ। ਹੁਣ ਜੇ ਫੌਜੀ ਨੇ ਬਾਰਡਰ 'ਤੇ ਲੜਨ ਜਾਣਾ, ਉਹਨੂੰ ਇਹ ਨਹੀਂ ਪਤਾ ਮੇਰਾ ਬਾਰਡਰ 'ਤੇ ਜਾ ਕੇ ਲੜਨਾ ਡਿਊਟੀ, ਉਹਨੂੰ ਇਹੀ ਨਹੀਂ ਪਤਾ, ਤਾਂ ਫੌਜ 'ਤੇ ਕਰਨ ਕੀ ਜਾ ਰਿਹਾ।
ਜਿਹੜੇ ਬੰਦੇ ਨੂੰ ਇਹੀ ਨਹੀਂ ਪਤਾ ਵੀ ਮੇਰਾ ਮੋਟਿਵ ਕੀ ਹੈ ਹਨਾ। ਉਵੇਂ ਦੇਖੋ ਮੇਰੀ ਬਾਉਂਸਰਸ ਬੇਸਿਕਲੀ ਦੇ ਆਰ ਡਿਫੈਂਡਰਸ ਨਾਟ ਅ ਫਾਈਟਰਸ। ਪਹਿਲੀ ਗੱਲ ਤਾਂ ਇਹ ਸਮਝਣੀ ਚਾਹੀਦੀ ਮੇਜਰ ਚੀਜ਼ ਹੈ ਕਿ ਜੇ ਬੰਦੇ ਨੇ ਮੁੱਕੇ ਹੀ ਮਾਰਨੇ ਮਰਾਉਣੇ ਆ ਤਾਂ ਵਿਆਹ ਤੇ ਵੇਟਰ ਕੋਲ ਆਪਣਾ ਸਟਾਫ ਆਪ ਹੀ ਲੜ ਪਣ ਸਾਰੇ ਜਾਣੇ ਜਾ ਕੇ। ਕਲੱਬ 'ਚ 40-45 ਸਟਾਫ ਹੁੰਦਾ ਕਿਚਨ 'ਚ, ਆਪ ਹੀ ਕਿਸੇ ਨੂੰ ਮੁੱਕੀ ਕਰਨ, ਸਾਡੀ ਉੱਥੇ ਲੋੜ ਕੀ ਹੈ? ਕਿ ਤੁਹਾਡੀ ਬੋਡੀ ਹੁੰਦੀ ਨਾ ਤੁਹਾਡੀ, ਪਰ ਤੁਹਾਨੂੰ ਦੇਖ ਕੇ ਤਾਂ ਲੱਗਦਾ ਨਹੀਂ ਤੁਸੀਂ ਬਾਉਂਸਰ ਕੰਪਨੀ ਦੇ ਹੈਡ ਹੋ। ਇਹ ਮੇਰੇ ਨਾਲ ਬੜੀ ਵਾਰੀ ਹੋਇਆ। ਮਤਲਬ ਤੁਸੀਂ ਐ ਬਿਲਕੁਲ ਪ੍ਰੋਪਰ ਨਹੀਂ ਮੈਨੂੰ ਹੁੰਦਾ ਮੈਂ ਫਿੱਟ ਰਹਿਣਾ, ਫਾਰਮਲ ਰਹਿਣਾ। ਮੈਨੂੰ ਤੁਸੀਂ ਫਿਰ ਕਿਵੇਂ ਇਹਨਾਂ ਬਾਉਂਸਰਸ ਨੂੰ ਕਿਵੇਂ ਮੈਨੇਜ ਕਰਦੇ ਹੋ ਬਾਈ ਤੁਸੀਂ? ਅਸੀਂ ਪ੍ਰੋਪਰ ਇਹਨਾਂ ਦੀ ਕਾਉਂਸਲਿੰਗ ਕਰਦੇ ਹਾਂ, ਬਿਲਕੁਲ ਇਹਨਾਂ ਨੂੰ ਸਮਝਾਉਂਦੇ ਹਾਂ। ਕਿਉਂਕਿ ਵੀਰੇ ਮੈਨੂੰ ਇਹ ਲੱਗਦਾ ਕਿ ਮੈਂ ਆਪਦੀ ਬੇਟੀ ਨਾਲ ਅਗਰ ਕਿਸੇ ਰੈਸਟੋਰੈਂਟ 'ਚ ਗਿਆ, ਆਪਣੀ ਵਾਈਫ ਨਾਲ ਰੈਸਟੋਰੈਂਟ 'ਚ ਗਿਆ, ਉੱਥੇ ਕਾਰਨਰ 'ਤੇ ਇੱਕ ਬੰਦਾ ਖੜਾ ਤਾਂ ਮੈਂ ਇਹ ਨਾ ਦੇਖੀ ਜਾਵਾਂ ਯਾਰ ਇਹ ਬੰਦਾ ਖੜਾ ਹੈ, ਮੈਂ ਖਾਣਾ ਕਿਵੇਂ ਖਾਵਾਂ? ਮੇਰਾ ਫਰਜ਼ ਇਹ ਬਣਦਾ ਕਿ ਯਾਰ ਇੱਥੇ ਬਾਉਂਸਰ ਪਤਾ ਕਿਵੇਂ ਦਾ ਹੋਣਾ ਚਾਹੀਦਾ ਕਿ ਉਹ ਕਹੇ ਮੈਂ ਆਪਣੀ ਬੇਟੀ ਨਾਲ ਖਾਣਾ ਖਾ ਰਿਹਾ, ਇਹ ਇੱਥੇ ਬੰਦਾ ਖੜਾ, ਮੈਂ ਸੇਫ ਹੈ। ਤੁਹਾਡੀ ਜਿਹੜੀ ਕਹਿ ਲਓ ਆਊਟਰ ਪਰਸਨੈਲਿਟੀ ਜਾਂ ਤੁਹਾਡੀ ਜੋਬ ਐਵੇਂ ਦੀ ਹੋਣੀ ਚਾਹੀਦੀ ਹੈ ਕਿ ਉਹ ਤੁਹਾਨੂੰ ਦੇਖ ਕੇ ਸਿਕਿਉਰ ਫੀਲ ਕਰੇ, ਨਾ ਕਿ ਉਹ ਹੈਜ਼ੀਟੇਟ ਹੋ ਜਾਏ ਕਿ ਯਾਰ ਇਹਨੂੰ ਪਰੇ ਕਰ, ਯਾਰ ਇਹਨੂੰ ਪਹਿਲਾਂ ਇਹਨੂੰ ਪਰੇ ਕਰ। ਅਗਰ ਕੋਈ ਬਾਉਂਸਰਸ ਦੀ ਦੁਨੀਆ ਭਰ ਦੇ ਵਿੱਚ ਪੋਡਕਾਸਟ ਦੇਖ ਰਹੇ ਨੇ ਕਿ ਉਹਨਾਂ ਨੂੰ ਤੁਸੀਂ 2-4 ਬੇਸਿਕ ਐਟੀਕੇਟ ਸਿਖਾ ਦਿਓ ਪਲੀਜ਼। ਵੀਰੇ ਨਹੀਂ ਤਾਂ ਫਿਰ ਸਾਡੀ ਕੰਪਨੀ ਉਹ ਸਾਰਿਆਂ ਨੂੰ ਅਸੀਂ ਕਹਿੰਦੇ ਤਾਂ ਅਸੀਂ ਰੋਟੀ ਕਿੱਥੋਂ ਖਾਵਾਂਗੇ ਵੀਰੇ? ਸਾਰੇ ਸਿਆਣੇ ਹੋ ਗਏ, ਸਾਨੂੰ ਕੋਣ ਪੁੱਛੇ? ਤੁਸੀਂ ਨਹੀਂ ਦੱਸਣਾ ਮਤਲਬ। ਨਹੀਂ ਵੀਰੇ ਮਜ਼ਾਕ ਕਰਦਾ ਵੀਰੇ, ਇਹ ਕਹਿਣਾ ਚਾਹੀਦਾ ਇਹਦੇ ਵਿੱਚ ਮੇਰੇ ਦਿਮਾਗ 'ਚ ਤਾਂ ਇਹੀ ਰਹਿੰਦਾ ਕਿ ਯਾਰ ਇਹਦੇ ਨਾਲ ਬਾਉਂਸਰਸ ਨੇ ਕੁੱਟਣਗੇ, ਹੁਣ ਇਹ ਬੰਦੇ ਕੁੱਟਣਗੇ। ਵੀਰੇ ਉਹ ਡਿਪੈਂਡ ਕਰਦਾ ਨਾ ਵੀਰੇ, ਦੇਖੋ ਨਾ ਉਹ ਨਾ ਪਹਿਲੀ ਗੱਲ ਤਾਂ ਜਿਹੜੇ ਵੀ ਬਾਉਂਸਰ ਕੰਪਨੀਆਂ ਰਨ ਕਰ ਰਹੀ ਹੈ ਨਾ ਉਹਨਾਂ 'ਤੇ ਡਿਪੈਂਡ ਕਰਦਾ ਕਿ ਉਹਨਾਂ ਦਾ ਆਪਣਾ ਮੈਂਟਲ ਲੈਵਲ ਕੀ ਹੈ। ਪੁਰਾਣੀ ਕਹਾਵਤ ਦਾ ਕਹਿੰਦੇ ਜਿਹੋ ਜੀ ਕੋਕੋ ਹੋ ਜੇ ਕੋਕੋ ਦੇ ਬੱਚੇ। ਸੋ ਪਹਿਲਾਂ ਤਾਂ ਉਹਨੂੰ ਪਤਾ ਹੋਵੇ ਜਿਹੜਾ ਵੀ ਬੰਦਾ ਬਾਉਂਸਰ ਕੰਪਨੀ ਰਨ ਕਰਦਾ ਕਿ ਯਾਰ ਬਾਉਂਸਰਸ ਦੀ ਜੌਬ। ਸੋ ਮੈਨੂੰ ਲੱਗਦਾ ਕਿ ਜਦੋਂ ਇੱਕ ਬੰਦਾ ਅੱਜ ਕੱਲ੍ਹ ਵੈਸੇ ਕੀ ਲੱਗਦਾ ਕਿ ਕੰਨਾਂ 'ਚ ਬਾੜੀਆਂ ਪਾ ਲਓ, ਗਲ 'ਚ ਚੇਨ ਪਾ ਲਓ, ਚਿੰਗਮ ਖਾਓ, ਐਂ ਕਰਕੇ ਖੜੇ ਹੋ ਜਾਓ, ਬਾਲ ਖੜੇ ਕਰ ਲਓ, ਵੀ ਜਿੰਨੇ ਬਰੂਟਲ ਲਿਖੀਏ, ਜਿੰਨੇ ਗੰਦੇ ਲਿਖੀਏ ਪ੍ਰਭਾਵ ਤਾਂ ਪੈਣਾ ਵੀਰੇ। ਨਹੀਂ, ਬੰਦੇ ਦਾ ਮੈਂਟਲ ਲੈਵਲ ਉਹ ਡਿਪੈਂਡ ਕਰਦਾ। ਉਹ ਗੱਲ ਫਿਰ ਉੱਥੇ ਆ ਜਾਂਦੀ ਕਿ ਤੁਹਾਡਾ ਪਰਪਸ ਕੀ ਹੈ, ਤੁਹਾਡੀ ਜੌਬ ਕੀ ਹੈ। ਜਿਵੇਂ ਹੁਣ ਏਪੈਕਸ ਹੈ, ਏਪੈਕਸ ਸਿਰਫ 3 ਕੈਟਾਗਰੀਆਂ 'ਚ ਮਤਲਬ ਅਸੀਂ ਮੇਰਾ ਬਿਜ਼ਨਸ ਕਰਦੇ ਹਾਂ। ਅਸੀਂ ਜਿਹੜੇ ਜਿਵੇਂ ਸ਼ਹਿਰ ਦੇ ਵੱਡੇ ਕਲੱਬਸ ਹੋ ਗਏ, ਵੱਡੇ ਸੈਲੀਬ੍ਰਿਟੀਜ਼ ਹੋ ਗਏ ਪੰਜਾਬ ਦੇ, ਠੀਕ ਹੈ, ਪਲੱਸ ਨਾਲ ਕੋਈ ਟੌਪ ਦੇ ਇੰਡਸਟਰੀਅਲਿਸਟ ਹੋ ਗਏ। ਅਸੀਂ ਇਹ ਤੋਂ ਇਲਾਵਾ ਕੰਮ ਨਹੀਂ ਕਰਦੇ। ਅਸੀਂ ਮੈਰਿਜ ਪੈਲਸਾਂ ਨਹੀਂ ਕਰਦੇ। ਅਸੀਂ ਮੇਰੇ ਵਰਗੇ ਬੰਦੇ ਨੂੰ ਜੇ ਸਿਕਿਉਰਿਟੀ ਦੇਣੀ ਤਾਂ ਨਹੀਂ ਦਊਂਗੇ। ਤੁਸੀਂ ਮੈਨੂੰ ਨਾਲ ਲੈ ਚੱਲੋ ਵੀਰੇ, ਮੈਂ ਤੁਹਾਡੇ ਨਾਲ ਚੱਲ ਪਾਂਗਾ। ਉਹ ਤੁਸੀਂ ਲੈ ਕੇ ਜਾਂਦੇ ਆ, ਪਰ ਅਸੀਂ ਲੜਨ ਨਹੀਂ ਲੈ ਕੇ ਜਾਂਦੇ, ਹੱਥ ਜੋੜਨ। ਇਹ ਚੀਜ਼ ਆ ਵੀਰੇ। ਕਿਵੇਂ ਲੱਗ ਰਿਹਾ ਬਈ ਤੁਹਾਨੂੰ ਪੋਡਕਾਸਟ ਕਰਕੇ? ਮੈਨੂੰ ਤਾਂ ਬਹੁਤ ਨਜ਼ਾਰਾ ਆ ਰਿਹਾ। ਜੇ ਮਨ 'ਚ ਮੇਰੇ ਇੰਨੇ ਸਵਾਲ ਨੇ ਘੁੰਮੀ ਜਾਂਦੇ ਨੇ ਕਿ ਕਿਹੜਾ ਸਵਾਲ ਇੱਧਰੋਂ ਵੱਜ ਰਿਹਾ, ਕਿਹੜਾ ਸਵਾਲ ਇੱਧਰੋਂ ਵੱਜ ਰਿਹਾ, ਕਿਹੜੇ ਟੌਪਿਕ 'ਤੇ ਆਪਾਂ ਗੱਲ ਕਰ ਸਕਦੇ ਬਾਈ? ਹੋਰ ਵੀਰੇ ਜੋ ਤੁਸੀਂ ਠੀਕ ਸਮਝਦੇ ਹੋ, ਮਤਲਬ ਤੁਸੀਂ ਯੂਨੀਵਰਸਲ ਟੌਪਿਕ 'ਤੇ। ਮੈਨੂੰ ਤਾਂ ਕਲੇਸ਼ ਵਾਲਾ ਟੌਪਿਕ ਬਹੁਤ ਵਧੀਆ ਲੱਗਿਆ ਕਿ ਹਰ ਘਰ ਦੇ ਵਿੱਚ ਆ ਚੀਜ਼ਾਂ ਸੋਲਵ ਹੋਣੀਆਂ ਚਾਹੀਦੀਆਂ। ਵੀਰੇ ਮੈਂ ਤੁਹਾਨੂੰ ਦੱਸਿਆ 90% ਜਿਹੜੇ ਰੀਜ਼ਨਸ ਨੇ ਨਾ ਉਹ ਇਹੀ ਖਤਮ ਹੋ ਜਾਣੇ ਜਦੋਂ ਮੁੰਡਾ ਸਟੈਂਡ ਲੈ ਲੂ ਘਰ ਦੇ ਵਿੱਚ। ਕਿ ਵੀਰੇ ਹੁਣ ਮੇਰੀ ਗੱਲ ਸੁਣੋ, ਜਿਵੇਂ ਮੈਂ ਆਪਣੇ ਮਾਤਾ ਨੂੰ ਕਿਹਾ ਕਿ ਮੰਮੀ ਜਦੋਂ ਮੈਂ ਘਰ ਆਵਾਂ ਮੈਨੂੰ ਹੱਸਦੇ ਦਿਖਣੇ ਚਾਹੀਦੇ ਹੋ ਸਾਰੇ ਜਾਣੇ। ਇੱਕ ਟੌਪਿਕ ਆ ਗਿਆ ਯਾਦ, ਹੁਣ ਇੱਕ ਘਰ ਦੇ ਵਿੱਚ ਬਈ ਇੱਕ ਵਿਚਾਰਾ ਬੇਟਾ, ਹੁਣ ਚਲੋ ਸਾਰੇ ਤੁਹਾਡੀ ਸੋਚ ਵਾਲੇ ਨਹੀਂ ਹੈਗੇ ਹੈ ਨਾ, ਕਈ ਹੋ ਵੀ ਜਾਂਦੇ ਨੇ ਰਿਜਡ ਆਪਣੀ ਫੈਮਿਲੀ ਨੂੰ ਲੈ ਕੇ, ਮਾਂ ਮਗਰ ਲੱਗ ਗਏ ਜਾਂ ਆਪਣੇ ਘਰ ਮਗਰ ਲੱਗ ਗਏ। ਜਿਹੜੀ ਉਹ ਵਿਚਾਰੀ ਬਗਾਨੇ ਘਰੋਂ ਲਿਆਂਦੀ ਉਹਨੂੰ ਭੁੱਲ ਜਾਂਦੇ ਆ, ਉਹਨੂੰ ਕੁੱਟਦੇ ਮਾਰਦੇ ਨੇ ਔਰ ਉਹਦੇ ਨਾਲ ਧੱਕਾ ਕਰਦੇ ਨੇ। ਉਹ ਵਿਚਾਰੀ ਆਪਣੇ ਬੱਚਿਆਂ ਕਰਕੇ ਜੀ ਰਹੀ ਹੈ। ਬਹੁਤ ਮੇਰੇ ਕੋਲ ਸਟੋਰੀਜ਼ ਨੇ ਇੱਦਾਂ ਦੀਆਂ। ਉੱਥੇ ਉਹ ਵਿਚਾਰੀ ਜਿਹੜੀ ਵਾਈਫ ਹੈ ਜਾਂ ਉਹ ਜਿਹੜੀ ਲੜਕੀ ਹੈ, ਉਹ ਵੂਮਨ ਆ, ਉਹ ਕੀ ਕਰੇ ਜਿੱਥੇ ਉਹਦਾ ਬੱਸ ਨਹੀਂ ਚੱਲ ਰਿਹਾ? ਕਿਉਂਕਿ ਪੇਕੇ ਵੀ ਨਹੀਂ ਗੱਲ ਕਰ ਸਕਦੀ, ਕਿਉਂਕਿ ਪੇਕੇ ਆ ਮੋਸਟਲੀ ਉਹਨਾਂ ਦੇ ਹੁੰਦੇ ਨਹੀਂ, ਖਤਮ ਹੋ ਗਏ, ਜਾਂ ਮਤਲਬ ਗੱਲ ਨਹੀਂ ਕਰ ਸਕਦੇ। ਉਹ ਵਿਚਾਰੀਆਂ ਸਫਰ ਕਰ ਰਹੀਆਂ ਨੇ ਬਹੁਤ ਜ਼ਿਆਦਾ। ਉੱਥੇ ਵੀਰੇ ਸਮਾਜ ਦਾ ਬਹੁਤ ਵੱਡਾ ਯੋਗਦਾਨ ਹੈ। ਤੁਸੀਂ ਉਹ ਵੀਡੀਓ ਦੇਖੀ ਸੀ ਬਈ ਜਿਹੜੀ ਕੈਨੇਡਾ ਦੇ ਵਿੱਚ ਇੱਕ ਲੜਕੀ ਨੇ ਸੁਸਾਈਡ ਕਰ ਲਿਆ ਸੀ, ਉਹਦੇ ਬੱਚੇ ਨਾਲ ਕੁੱਟਮਾਰ ਹੁੰਦੀ ਸੀ, ਮਨਪ੍ਰੀਤ ਨਾਮ ਸੀ ਸ਼ਾਇਦ ਉਹਨਾਂ ਦਾ। ਕੈਨੇਡਾ ਦੇ ਵਿੱਚ ਉਹਨਾਂ ਦੀ CCTV ਆਈ ਸੀ ਅਤੇ ਉਹਨੇ ਮਤਲਬ ਮੈਨੂੰ ਲੱਗਦਾ ਕਿ 20-30% ਲੇਡੀਜ਼ ਨੇ ਜਿਹੜੀਆਂ ਆਪਣੇ ਬੱਚਿਆਂ ਕਰਕੇ ਜੀ ਰਹੀਆਂ ਨੇ ਅੱਜ, ਮਤਲਬ ਆਪਣੀ ਮੈਰਿਡ ਲਾਈਫ ਦੇ ਵਿੱਚ ਖੁਸ਼ ਨਹੀਂ ਹੈ। ਹਸਬੈਂਡ ਦਾ ਜਾਂ ਬਾਹਰ ਅਫੇਅਰ ਚੱਲ ਰਿਹਾ ਜਾਂ ਪਰੇਸ਼ਾਨ ਨੇ ਜਾਂ ਕੁੱਟਮਾਰ ਹੁੰਦੀ ਹੈ, ਕੁਛ ਵੀ ਹੈ, ਉਹ ਕੀ ਕਰਨ ਭਾਜੀ? ਉਹ ਕਿੱਥੇ ਜਾਣ? ਮੇਰੇ ਔਰਤ ਨੂੰ ਨਾ ਪਹਿਲਾਂ ਆਪਣੀ ਵੈਲਿਊ ਸਮਝਣੀ ਚਾਹੀਦੀ ਹੈ। ਮੰਨ ਲਓ ਅਨਮੋਲ ਜੀ ਛੋਟੀ ਜਿਹੀ ਗੱਲ ਆ, ਮੈਂ ਤੁਹਾਨੂੰ ਹੁਣ ਆਹ ਗਲਾਸ ਆ, ਮੈਂ ਤੁਹਾਨੂੰ ਕਹਾਂ ਅਨਮੋਲ ਜੀ ਗਲਾਸ ਫੜ ਲਓ ਹੱਥ 'ਚ ਅਤੇ ਇਹ ਲੈ ਕੇ ਤੁਸੀਂ 24 ਘੰਟੇ ਸਪੈਂਡ ਕਰਨੇ ਆ। ਮਤਲਬ ਤੁਸੀਂ ਆਪਣੀ NGO ਦੀ ਸੇਵਾ 'ਤੇ ਜਾਣਾ, ਨਹਾਉਣਾ ਵਗੈਰਾ ਸਾਰਾ ਕੁਝ, ਖਾਣਾ ਵੀ ਖਾਣਾ, ਗਲਾਸ ਨਹੀਂ ਛੱਡਣਾ। ਪੋਸੀਬਲ ਹੈ? ਨਹੀਂ ਹੈ ਨਾ। ਤੁਹਾਨੂੰ ਮਾਂ 9 ਮਹੀਨੇ ਸਾਨੂੰ ਆਪਣੇ ਪੇਟ 'ਚ ਰੱਖਦੀ ਹੈ, 9 ਮਹੀਨੇ ਉਹ ਪਾਲਦੀ ਹੈ, ਸਾਰਾ ਕੁਝ ਨਾਲ ਰੱਖ ਕੇ ਕਰਦੀ ਹੈ। ਤਾਂ ਉਹ ਤੋਂ ਵੱਡਾ ਕੋਈ ਹੈ ਨਹੀਂ। ਪਹਿਲਾਂ ਉਹਨੂੰ ਆਪਣੀ ਪਾਵਰ ਸਮਝਣੀ ਚਾਹੀਦੀ ਹੈ, ਉਹਨੂੰ ਆਪਣੇ ਹੱਕਾਂ ਲਈ, ਜਿਵੇਂ ਆਪਾਂ ਕਹਿੰਦੇ ਜੀ ਕਿ ਰੱਬ ਵੀ ਉਹਦੀ ਮਦਦ ਕਰੇ ਜਿਹੜਾ ਆਪਣੀ ਮਦਦ ਆਪ ਕਰਦਾ। ਪਹਿਲਾਂ ਔਰਤ ਨੂੰ ਆਪਣੀ ਵੈਲਿਊ ਸਮਝਣੀ ਚਾਹੀਦੀ ਹੈ। ਔਰਤ ਇਸ ਗੱਲ ਦੇ ਵਿੱਚ ਫਿਰ ਫੈਮਿਲੀ ਦਾ ਮਤਲਬ ਗੱਲ ਓਵਰਆਲ ਅਨਮੋਲ ਜੀ ਫਿਰ ਉੱਥੇ ਖੜੀ ਹੋ ਜਾਂਦੀ ਕਿ ਇੱਕ ਬੰਦੇ 'ਤੇ ਕਦੇ ਕੋਈ ਚੀਜ਼ ਡਿਪੈਂਡ ਨਹੀਂ ਕਰਦੀ, ਓਵਰਆਲ ਸਾਰੇ ਸਿਸਟਮ ਦੇ ਵਿੱਚ। ਹੁਣ ਤੁਸੀਂ ਲਾ ਲਓ ਕਈਆਂ ਦੇ ਘਰੇ ਕਲੇਸ਼ ਪੈ ਰਿਹਾ ਹੁੰਦਾ, ਜਾਂ ਕੋਈ ਮਤਲਬ ਕੋਈ ਆਪਣੀ ਵਾਈਫ ਨੂੰ ਕੁੱਟ ਰਿਹਾ, ਨਾਲ ਦੇ ਗੁਆਂਢੀ ਗੇਟ ਖੋਲ੍ਹ ਕੇ ਕੋਈ ਛਡਾਉਣ ਨਹੀਂ ਜਾਂਦਾ, ਕਿਉਂ? ਇਹ ਆਪਾਂ ਕੀ ਲੈਣਾ? ਉਹ ਜਾਣਾ ਚਾਹੀਦਾ ਉਹਨਾਂ ਨੂੰ। ਬਿਲਕੁਲ ਵੀਰੇ ਹੈਲਪ ਕਰਨੀ ਚਾਹੀਦੀ। ਕਿਸੇ ਦੇ ਘਰ ਹੋਰ ਸਮਾਜ ਕਿੱਦਾਂ ਮਦਦ ਕਰੂਗਾ ਮੈਨੂੰ ਦੱਸੋ? ਸਮਾਜ ਦੇ ਉਹੀ ਫਿਰ ਥੱਲੇ ਫੇਸਬੁੱਕ ਦੇ ਕਮੈਂਟ ਤਾਂ ਬਥੇਰੇ ਪਾ ਦਿੰਦੇ ਆ, ਚੰਗਾ ਮਾੜਾ ਤਾਂ ਸਾਰੇ ਕਹਿ ਦਿੰਦੇ। ਠੀਕ ਆ, ਆਪਾਂ ਹਰ ਥਾਂ ਨਹੀਂ ਪਹੁੰਚ ਸਕਦੇ। ਪਰ ਔਰਤ ਹੈਲਪ ਮੰਗਣ ਕਿਹਦੇ ਕੋਲ ਜਾਵੇ ਸਮਾਜ ਦੇ ਵਿੱਚ? ਅੱਜ ਸਪੋਜ਼ ਕੋਈ ਪੋਡਕਾਸਟ ਭੈਣ ਦੇਖ ਰਹੀ ਹੈ, ਉਹ ਵਿਚਾਰੀ ਪਰੇਸ਼ਾਨ ਹੈ, ਕਿਹਦੇ ਕੋਲ ਹੈਲਪ ਮੰਗੇ ਸਮਾਜ ਦੇ ਵਿੱਚ? ਵੀਰੇ ਸਭ ਤੋਂ ਪਹਿਲਾਂ ਤਾਂ ਜਿਹੜੀ ਔਰਤ ਦੇ, ਮੈਂ ਉਹੀ ਜਿਹੜੀ ਗੱਲ ਕੀਤੀ ਵੀਰੇ, ਸਭ ਤੋਂ ਪਹਿਲਾਂ ਉਹਦੀ ਆਪਣੀ ਫੈਮਿਲੀ ਦਾ ਹੀ ਫਰਜ਼ ਬਣਦਾ ਕਿ ਅਸੀਂ ਆਪਣੀ ਧੀਆਂ ਨੂੰ ਠੀਕ ਹੈ ਅੱਛੇ ਸੰਸਕਾਰ ਦਿਓ ਕਿ ਬੇਟਾ ਉੱਥੇ ਹੀ ਰਹਿਣਾ, ਉੱਥੇ ਹੀ ਬਸਣਾ, ਪਰ ਇੰਨਾ ਵੀ ਨਾ ਕਹੋ ਕਿ ਤੁਸੀਂ ਜ਼ੁਲਮ ਹੀ ਸਹੀ ਜਾਓ।
ਬੱਚੇ ਨੂੰ ਇੰਨਾ ਮਾੜਾ ਵੀ ਨਾ ਬਣਾਓ, ਉਹਨੂੰ ਕੋਈ ਗੱਲ ਨਹੀਂ, ਕਮਾ ਕੇ ਖਾ ਲੂਗੀ, ਕਿਤੇ ਜੌਬ 'ਤੇ ਲਾ ਦਿਓ ਆਪਣੇ ਬੱਚੇ ਨੂੰ। ਤੁਸੀਂ ਠੀਕ ਹੈ, ਭਰਾ ਆਪਣੀ ਭੈਣ ਨੂੰ ਨਹੀਂ ਸੰਭਾਲ ਸਕਦਾ, ਉਹਨੂੰ ਕਿਤੇ ਜੌਬ 'ਤੇ ਲਾ ਦੇ, ਪਰ ਉਹਨੇ ਜੁੱਤੀਆਂ ਤਾਂ ਨਾ ਮਰਵਾਈ ਜਾਵੇ ਉੱਥੇ ਬਹਿ ਕੇ। ਔਰ ਦੂਸਰੀ ਗੱਲ, ਸਭ ਤੋਂ ਘਟੀਆ ਬੰਦੇ ਨੇ ਮਰਦ ਉਹ ਨੇ ਜਿਹੜੇ ਕਿ ਆਪਣੀ ਔਰਤ ਦੇ ਉੱਤੇ ਹੱਥ ਚੱਕਦੇ, ਕਿਸੇ ਵੀ ਔਰਤ ਦੇ ਉੱਤੇ, ਮਤਲਬ ਕਿਸੇ ਵੀ ਔਰਤ ਦੇ ਉੱਤੇ ਲਾ ਲਓ, ਉਹ ਬਹੁਤ ਹੀ ਮਤਲਬ ਨਾਮਰਦੀ ਦੀ ਸਭ ਤੋਂ ਨਿਸ਼ਾਨੀ ਹੈ ਕਿ ਔਰਤ ਦੇ ਹੱਥ ਚੱਕਣਾ। ਘਰਾਂ ਵਿੱਚ ਗਿਲੇ ਸ਼ਿਕਵੇ ਹੁੰਦੇ ਆ, ਅਗਰ ਉਹ ਸਭ ਦੇ ਹੁੰਦੇ, ਸਾਡੇ ਘਰ ਵੀ ਹੁੰਦੀਆਂ ਹੋਣਗੀਆਂ, ਸਭ ਦੇ ਘਰਾਂ 'ਚ ਹੁੰਦੀਆਂ, ਪਰ ਇਹ ਥੋੜ੍ਹਾ ਆਪਾਂ ਹੱਥ ਚੱਕਾਂਗੇ ਔਰਤ। ਪਰ ਬੜੀਆਂ ਔਰਤਾਂ ਨੂੰ ਬਈ ਇਹ ਲੱਗਦਾ ਕਿ ਜੇ ਅਸੀਂ ਆਵਾਜ਼ ਚੱਕੀ, ਸਾਡੇ ਬੱਚੇ ਨੇ ਜਿਹੜੇ ਉਹ ਰੁਲ ਜਾਣਗੇ ਜਾਂ ਉਹਨਾਂ ਨੂੰ ਕੌਣ ਸਾਂਭੇਗਾ। ਫਿਰ ਇੱਦਾਂ ਡਰ ਰਹੋਗੇ ਤਾਂ ਕੁਛ ਧਰਤੀ 'ਤੇ ਹੋਣਾ ਹੀ ਨਹੀਂ ਹੈ। ਫਿਰ ਮਤਲਬ ਕੁੱਟ ਖਾਈ ਜਾਓ। ਉਹੀ ਤਾਂ ਮੈਂ ਕਹਿ ਰਿਹਾ, ਮਤਲਬ ਜੇ ਤਾਂ ਡਰਦੇ ਹੀ ਰਹੋਗੇ ਫਿਰ ਤਾਂ ਕੋਈ ਹੱਲ ਸੋਲੂਸ਼ਨ ਨਿਕਲਣਾ, ਤੁਹਾਨੂੰ ਸਟੈਂਡ ਲੈਣਾ ਪੈਣਾ, ਕਿਸੇ ਲਈ ਨਹੀਂ। ਅੱਛਾ, ਆਪਣੇ ਜਿਹਨਾਂ ਬੱਚਿਆਂ ਦੀ ਤੁਸੀਂ ਦੁਹਾਈ ਪਾ ਰਹੇ ਹੋ, ਉਹਨਾਂ ਬੱਚਿਆਂ ਲਈ ਸਟੈਂਡ ਲੈ ਲਓ। ਪਰ ਬੱਚਿਆਂ ਦਾ ਕਹਿੰਦੇ ਕਰੀਅਰ ਖਤਮ ਹੋ ਜਾਏਗਾ, ਬੱਚੇ ਰੁਲ ਜਾਣਗੇ। ਮਤਲਬ ਕਿ ਮੈਨੂੰ ਜਵਾਬ ਦੇ ਦਿਓ, ਦੇਖੋ ਵੀਰੇ, ਇਹ ਤਾਂ ਤੁਹਾਡੇ ਮਨ ਦੀ ਮਾਨਸਿਕਤਾ। ਹੁਣ ਮੈਂ ਦੱਸਦਾ, ਆਪਾਂ ਅਕਸਰ ਕਈ ਲੋਕ ਦੇਖੇ ਆ, ਤੁਸੀਂ ਵੀ ਅਕਸਰ ਦੇਖਿਆ ਹੋਣਾ ਕਿ ਘਰ ਦੇ ਵਿੱਚ ਮੇਡ ਆਉਂਦੀ ਹੈ ਤੁਹਾਡੇ ਘਰ, ਠੀਕ ਹੈ, ਉਹ ਪ੍ਰੈਗਨੈਂਟ ਹੁੰਦੀ ਹੈ, ਫਿਰ ਉਹ ਛੁੱਟੀ ਕਰਦੀ ਹੈ ਜੀ, ਕਿਉਂਕਿ ਬੱਚਾ ਹੋਣ ਵਾਲਾ, ਬੱਚਾ ਉਹ ਛੋਟਾ ਹੋ ਜਾਂਦਾ, ਉਹ ਥੋੜ੍ਹੇ ਦਿਨ ਨਹੀਂ ਹੁੰਦੀ, 5-6 ਮਹੀਨੇ ਬੱਚਾ, ਫਿਰ ਉਹ ਬੱਚੇ ਨੂੰ ਵੀ ਆਪਣੀ ਝੋਲੀ 'ਚ ਬੰਨ੍ਹ ਕੇ ਨਾਲ ਘਰੇ ਲਿਆਉਂਦੀ ਹੈ, ਠੀਕ ਹੈ ਜੀ। ਬੱਚਾ ਖੇਡਦਾ ਹੁੰਦਾ, ਝਾੜੂ ਪੋਚਾ ਕਰਦੀ ਰਹਿੰਦੀ ਹੈ। ਹੌਲੀ ਹੌਲੀ ਉਹ ਬੱਚਾ, ਅਗਰ ਉਹ ਫੀਮੇਲ ਹੈ, ਬੇਟੀ ਹੈ, ਵੱਡੀ ਹੁੰਦੀ ਹੈ, ਅਗਰ ਉਹ ਪੜ੍ਹਾਉਣ ਲਾਇਕ ਨਹੀਂ ਹੈਗੇ, ਅਫੋਰਡ ਨਹੀਂ ਕਰਦੇ, ਤਾਂ ਉਹ ਉਸ ਬੱਚੀ ਨੂੰ ਵੀ ਜਦੋਂ ਵੱਡੀ ਹੁੰਦੀ ਹੈ, 5-7 ਸਾਲ ਦੀ ਹੁੰਦੀ ਹੈ, ਉਹ ਮਾਂ ਨਾਲ ਆ ਕੇ ਘਰਾਂ ਝਾੜੂ ਲਾਉਣ ਲੱਗ ਜਾਂਦੀ ਹੈ। ਬਿਲਕੁਲ ਦੇਖਿਆ, ਅਕਸਰ ਦੇਖਿਆ ਇਹ ਤਾਂ ਹੈ ਨਾ, ਉਹਦੀ ਬੇਟੀ ਵੀ ਉਸੇ ਕੰਮ ਦੇ ਨੇ। ਅਗਰ ਇੱਕ ਆਪਾਂ ਤਾਂ ਫਿਰ ਪੰਜਾਬ ਦੇ ਲੋਕਾਂ ਦੀ ਗੱਲ ਕਰ ਰਹੇ ਹਾਂ, ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ, ਚੰਗੇ ਫੈਮਲੀਜ਼, ਅਮੀਰ ਘਰਾਂ ਦੇ ਬੱਚਿਆਂ ਨਾਲ ਆ ਕੁਛ ਹੋ ਰਿਹਾ, ਪਰ ਉਸ ਲੋਕਾਂ ਨੂੰ ਦੇਖ, ਸੁਸਾਇਟੀ ਕੀ ਕਹੂਗੀ, ਬੰਦੇ ਕੀ ਕਹਿਣਗੇ, ਰਿਸ਼ਤੇਦਾਰ ਕੀ ਕਹਿਣਗੇ। ਉਹ ਯਾਰ, ਇਸ ਚੱਕਰ ਦੇ ਵਿੱਚ ਤੁਸੀਂ ਆਪਣੇ ਬੱਚੇ ਦੀ ਜ਼ਿੰਦਗੀ ਖਰਾਬ ਕਰਤੀ, ਤੁਸੀਂ ਉਹਨੂੰ ਨਰਕ ਵਾਲੀ ਜ਼ਿੰਦਗੀ ਜੀ ਰਿਹਾ, ਤੇ ਸਿਰਫ ਤੁਹਾਡੀ ਫੋਕੀ ਸ਼ਾਨ ਸ਼ੌਕਤ ਦੇ ਚੱਕਰ 'ਚ, ਤੁਹਾਡੀ ਫੋਕੀ ਸ਼ਾਨ ਸ਼ੌਕਤ ਦੇ ਚੱਕਰ ਦੇ ਵਿੱਚ ਤੁਸੀਂ ਆਪਣੇ ਬੱਚੇ ਨੂੰ ਨਰਕ ਵਾਲੀ ਜ਼ਿੰਦਗੀ ਗਵਾ ਰਹੇ ਹੋ। ਤੁਹਾਡਾ ਬੈਟਾ ਤਾਂ ਉਹ ਕੰਮ ਵਾਲੀ ਮੇਡ ਚੰਗੀ, ਉਹਨੇ ਆਪਣੇ ਪੈਰਾਂ ਦੇ ਬੱਚੀ ਤਾਂ ਖੜੀ ਕਰਤੀ ਨਾ, ਚਾਹੇ ਝਾੜੂ ਪੋਚੇ ਲਵਾ ਲਓ, ਖੜੀ ਕੀਤੀ, ਪਰ ਆਪਣੇ ਪੈਰਾਂ 'ਤੇ ਤਾਂ ਸਟੈਂਡ ਕਰਤਾ ਉਹਨਾਂ ਨੇ ਬੱਚਾ। ਤੁਸੀਂ ਉਹ ਤੋਂ ਵੀ ਮਾੜੇ ਲੋਕ ਹੋ ਕਿ ਤੁਹਾਡੇ ਸਾਹਮਣੇ ਤੁਹਾਡੀ ਧੀ ਨੇ ਇੰਨਾ ਕੁਛ ਹੋਈ ਜਾ ਰਿਹਾ, ਅਤੇ ਤੁਸੀਂ ਇਸੇ ਗੱਲ ਨਹੀਂ, ਯਾਰ ਸੁਸਾਇਟੀ ਕੀ ਕਹਿਣਗੀ, ਰਿਸ਼ਤੇਦਾਰ ਕੀ ਕਹਿਣਗੇ, ਤੁਹਾਡੇ ਬੱਚੇ ਜ਼ਿੰਦਗੀ ਸਾਰੀ ਨਰਕ ਨਾਲ ਲੰਘੀ। ਔਰ ਉਹੀ ਬੱਚਾ, ਅੱਛਾ ਰੱਬ, ਚਲੋ ਕੀ ਹੋ ਜੂ, ਕੁੜੀ ਘਰੇ ਆ ਜੂ, ਯਾਰ ਜੇ ਤੁਹਾਡੇ ਘਰ ਮੁੰਡਾ ਹੁੰਦਾ ਦੂਸਰਾ, ਫਿਰ ਤੁਹਾਡੇ ਘਰ ਜੇ 2 ਪੁੱਤ ਹੁੰਦੇ, ਉਹ ਵੀ ਪਾਲਦੇ ਨਾ, ਉਹਨੇ ਤੁਹਾਡੇ ਨਾਲ ਹੀ ਰਹਿਣਾ ਸੀ, ਧੀ ਆ ਕੇ ਰਹਿ ਲੂ, ਫਿਰ ਕੀ ਹੋ ਜੂ। ਅੱਜ ਸਮਾਜ ਨੂੰ ਬਦਲਣਾ ਚਾਹੀਦਾ ਆਪਣੇ ਬੱਚੇ। ਪਹਿਲੀ ਗੱਲ ਤਾਂ ਬਰਦਰ, ਮੁੰਡੇ ਕੁੜੀ ਦਾ ਫਰਕ ਹੀ ਬੰਦ ਕਰੋ ਕਿ ਮੁੰਡੇ ਲਈ ਇਹ ਰੂਲਸ ਨੇ, ਕੁੜੀ ਲਈ ਇਹ ਰੂਲਸ ਨੇ, ਇਹ ਬੰਦ ਕਰੋ। ਠੀਕ ਹੈ, ਮੈਂ ਇਹ ਚੀਜ਼ ਜ਼ਰੂਰ ਪੈਟਰਨ ਨਾਲ ਇਹ ਵੀ ਕਹਿਣਾ ਚਾਹੁੰਦਾ ਕਿ ਕੁੜੀਆਂ ਨੂੰ ਆਪਣੀ ਮਰਿਆਦਾ, ਜਿਹੜਾ ਮਰਿਆਦਾ ਸ਼ਬਦ ਆ ਜਾਂ ਕੋਈ ਇਹ ਮੇਰਾ ਜਾਂ ਬਣਾਇਆ ਨਹੀਂ ਹੋਇਆ, ਇੱਕ ਸਿਸਟਮ ਦਾ ਬਣਾਇਆ ਹੋਇਆ, ਠੀਕ ਹੈ ਨਾ। ਰੱਬ ਨੇ ਦੇਖੋ, ਔਰਤ ਜਨਮ ਦਿੰਦੀ ਹੈ, ਬੰਦਾ ਜਨਮ ਨਹੀਂ ਦੇ ਸਕਦਾ, ਇਹ ਪਰਮਾਤਮਾ ਸ੍ਰਿਸ਼ਟੀ ਦਾ ਨਿਯਮ ਹੈ ਨਾ, ਇਹ ਆਪਣੇ ਤੁਹਾਡੇ ਜਾਂ ਮੇਰੇ ਹੱਥ ਦਾ ਚੀਜ਼ ਨਹੀਂ ਹੈਗੀ ਬ੍ਰਦਰ। ਤਾਂ ਇਹ ਹੈ ਕਿ ਕੁੜੀਆਂ ਨੂੰ ਇਹ ਵੈਲਿਊ ਸਮਝਣੀ ਚਾਹੀਦੀ ਹੈ ਕਿ ਯਾਰ ਅਸੀਂ ਪਿਓ ਦੀ ਪੱਗ ਹੈ, ਅਸੀਂ ਪਿਓ ਦੀ ਸ਼ਾਨ ਆ, ਉਹ ਆਪਣੀਆਂ ਮੁੱਛਾਂ ਸਾਡੇ ਸਿਰ 'ਤੇ ਖੜੀਆਂ ਕਰਦਾ, ਤਾਂ ਸਾਡਾ ਫਰਜ਼ ਬਣਦਾ ਸੀ ਉਹਦਾ ਸਿਰ ਉੱਚਾ, ਫਕਰ ਨਾਲ ਉੱਚਾ ਕਰੀਏ, ਨਾ ਕਿ ਅਸੀਂ ਆਪਣੇ ਪਿਓ ਦਾ ਸਿਰ ਸਮਾਜ 'ਚ ਨੀਵਾਂ ਕਰ ਦਈਏ। ਇੰਨੀ ਕੁ ਗੱਲ, ਹੋਰ ਤਾਂ ਕੋਈ ਪ੍ਰੋਬਲਮ ਹੀ ਨਹੀਂ ਬੱਚੀ। ਨੀਵਾਂ ਕਿਹੜੀ ਗੱਲ ਤੋਂ ਬਈ ਹੁੰਦਾ ਸਿਰ ਪਿਓ ਦਾ? ਆਪਾਂ ਬੇਸਿਕ ਜੋ ਆਪਾਂ ਸੁਣਦੇ ਆ ਅੱਜ ਕੱਲ੍ਹ, ਕਿਸੇ ਬੱਚੇ ਦਾ, ਜਿਵੇਂ ਤੁਸੀਂ ਅਕਸਰ ਹੁਣ ਗੱਲ ਕੀਤੀ ਹੈ ਕਿ ਬੱਚੇ ਨੇ ਬਾਹਰ ਰਾਤ ਸਪੈਂਡ ਕਰ ਲਈ, ਜਾਂ ਕਿਸੇ ਦਾ ਕੋਈ ਵੀਡੀਓ ਵਾਇਰਲ ਹੋ ਗਈ, ਜਾਂ ਅੱਜ ਕੱਲ੍ਹ ਆਪਾਂ ਅਕਸਰ ਵੀਡੀਓ ਦੇਖਦੇ ਆ, ਕੁੜੀਆਂ ਪੀ ਕੇ ਡਰਿੰਕ ਕਰ ਰਹੀਆਂ ਨੇ ਰੋਡ ਦੇ ਉੱਤੇ, ਉਹਨਾਂ ਦਾ ਉਹ ਚੀਜ਼ ਹੋ ਰਹੀ ਹੈ। ਪਰ ਮੁੰਡੇ ਦਾ ਡਰਿੰਕ ਕਰਕੇ ਮੁੰਡੇ ਡਰਿੰਕ ਕਰਨਾ, ਉਹੀ ਤਾਂ ਗੱਲ ਕਹਿ ਰਿਹਾ ਕਿ ਰੂਲ ਤਾਂ ਬਰਾਬਰ ਉੱਧਰ ਵੀ ਇੰਪਲੀਮੈਂਟ ਹੋਣੇ ਚਾਹੀਦੇ ਨੇ, ਕਿ ਜਾਂ ਦੋਨਾਂ ਤੇ ਬੰਦ ਕਰੋ ਜਾਂ ਦੋਨਾਂ ਤੇ ਚਾਲੂ ਕਰੋ। ਬਿਲਕੁਲ ਠੀਕ ਹੈ, ਪਰ ਦੋਨਾਂ ਦੇ ਬੰਦ ਹੋ ਜਾਣੇ ਚਾਹੀਦੇ ਨੇ। ਬਿਲਕੁਲ ਠੀਕ ਹੈ। ਜਿਹੜੀ ਇੱਕ ਸੈਲਫ ਰਿਸਪੈਕਟ ਹੈ, ਜਾਂ ਜਿਹੜੀਆਂ ਬੇਸਿਕ ਚੀਜ਼ਾਂ ਨੇ, ਹੁਣ ਜੇ ਮੈਂ ਕਹਾਂ ਖੁੱਲ੍ਹ ਕੇ ਪੋਡਕਾਸਟ ਦੇ ਵਿੱਚ ਤੁਸੀਂ ਪੂਰੀ ਆਜ਼ਾਦੀ ਦੇ ਦਿਓ, ਬੱਚਿਆਂ ਦਾ ਦਿਲ ਹੈ, ਜੋ ਮਰਜ਼ੀ ਕਰੋ ਜੀ, ਸ਼ਰਾਬ ਪੀਣੀ ਹੈ ਸ਼ਰਾਬ ਪੀਓ, ਤਾਂ ਫਿਰ ਗਲਤ ਹੋ ਜਾਂਦਾ। ਉਹ ਤਾਂ ਵੀਰੇ ਦੇਖੋ, ਜੋ ਅਨਮੋਲ ਜੀ, ਮੈਨੂੰ ਲੱਗਦਾ ਕਿ ਨਾ, ਚਲੋ ਇਸ ਗੱਲ ਹੱਸੋਗੇ, ਮੈਨੂੰ ਲੱਗਦਾ ਇਹ ਬੇਵਕੂਫਾਂ ਟੌਪਿਕ ਜਿਹੜਾ ਆਪਾਂ ਡਿਸਕਸ ਕਰ ਰਹੇ ਹਾਂ, ਸੀਰੀਅਸਲੀ ਹੁਣ ਆਪਾਂ ਕਰ ਲਿਆ, ਠੀਕ ਹੈ, ਬੇਵਕੂਫਾਂ ਟੌਪਿਕ ਆ। ਅਤੇ ਜਿਹੜੇ ਮਤਲਬ ਉਹਦਾ ਰੀਜ਼ਨ ਮੈਂ ਤੁਹਾਨੂੰ ਦੱਸਦਾ ਕਾਰਨ ਕੀ ਹੈ ਬ੍ਰਦਰ। ਇਹ ਤਾਂ ਬੇਸਿਕ ਸੈਂਸ ਹੈ ਕੀ ਹੋਣਾ ਚਾਹੀਦਾ, ਕੀ ਨਹੀਂ ਹੋਣਾ ਚਾਹੀਦਾ। ਫੋਰ ਐਗਜ਼ਾਮਪਲ, ਅਸੀਂ ਕਦੇ ਬਾਥਰੂਮ 'ਚ ਨੰਗੇ ਬਾਹਰ ਆਉਂਦੇ ਹਾਂ, ਸਾਨੂੰ ਲੱਗਦਾ ਕਿ ਇੱਦਾਂ ਨਹੀਂ ਹੋਣਾ ਚਾਹੀਦਾ। ਹੁਣ ਆਪਾਂ ਇਸ ਗੱਲ 'ਤੇ ਬਹਿਸ ਕਰੀ ਜਾ ਰਹੇ ਹਾਂ ਕਿ ਜੀ ਕੀ ਹੋਣਾ ਚਾਹੀਦਾ। ਇਹ ਤਾਂ ਯਾਰ ਬੇਸਿਕ ਮੈਨਰਸ ਨੇ, ਧੀਆਂ ਨੂੰ ਆਪਣੀ ਇੱਜ਼ਤ ਪਰਦਾ ਹੋਣੀ ਚਾਹੀਦੀ, ਬੇਸਿਕ ਮੈਨਰਸ। ਪਰ ਕਈ ਵਾਰੀ ਬਾਈ ਜਿਹੜੀਆਂ ਬੇਸਿਕ ਗੱਲਾਂ ਨੇ, ਇਹ ਵਾਕਈ ਤੁਸੀਂ ਯਕੀਨ ਮੰਨੋ, ਅਸੀਂ ਵੀ ਐਕਸਪੀਰੀਅੰਸ ਕੀਤਾ ਹੈ, ਜਿਹੜੀਆਂ ਤੁਸੀਂ ਬੇਸਿਕ ਗੱਲਾਂ ਦੀ ਗੱਲ ਕਰ ਰਹੇ ਹੋ, ਕਈਆਂ ਨੂੰ ਇਹ ਪਤਾ ਹੀ ਨਹੀਂ ਹੁੰਦੀ। ਤੁਸੀਂ ਹੋਰ ਛੱਡੋ ਅਨਮੋਲ, ਮੇਰੇ ਕੋਲੇ ਬਹੁਤ ਬੰਦੇ ਇੰਟਰਵਿਊ ਲਈ ਆਉਂਦੇ, ਮੈਂ ਉਹਨਾਂ ਨੂੰ ਨਾਮ ਪੁੱਛਦਾ, ਬੇਟਾ ਤੁਹਾਡਾ ਨਾਮ ਫਲਾਨਾ ਸਿੰਘ, ਤੁਹਾਡੇ ਫਾਦਰ ਦਾ ਨਾਮ ਗੁਰਜੰਟ ਸਿੰਘ, ਮਹਿੰਦਰ ਸਿੰਘ। ਅੱਛਾ, ਉਹ ਕਹਿੰਦਾ ਗੁਰਜੰਟ ਸਿੰਘ, ਮੈਂ ਕਹਿੰਦਾ ਦੁਬਾਰਾ ਬੋਲ, ਗੁਰਜੰਟ ਸਿੰਘ, ਦੁਬਾਰਾ ਬੋਲ। ਉਹ 15 ਵਾਰ ਗੁਰਜੰਟ ਸਿੰਘ। ਉਹਨੂੰ ਇਹ ਨਹੀਂ ਪਤਾ ਵੀ ਪਿਓ ਦੇ ਨਾਂ ਦੇ ਮੂਹਰੇ ਸਰਦਾਰ ਲਾਇਆ ਜਾਂਦਾ। ਬੇਸਿਕ ਸੈਂਸ ਅਸੀਂ ਅੱਜ ਕੱਲ੍ਹ ਲੋਕਾਂ ਨੂੰ ਇੰਨੀ ਅਕਲ ਹੀ ਹੈ ਨਹੀਂ। ਬਿਲਕੁਲ। ਹੋਰ ਛੱਡੋ, ਇਹ ਫੋਨ ਕਰਦੇ ਬੱਚੇ, ਅਸੀਂ ਅਕਸਰ ਜਦੋਂ ਸਾਡਾ ਸਰਾਭਾ ਨਗਰ ਮਾਰਕੀਟ ਕਿਪਸ ਆਫਿਸ ਹੈ, ਉਹਦੇ ਥੱਲੇ ਬੱਚੇ ਖੜੇ ਦੇਖਿਆ, ਮੰਨ ਲਓ ਕਿ ਬੱਚੇ ਖੜੇ ਗੱਲ ਕਰ ਰਹੇ ਹੁੰਦੇ, ਹੈਲੋ ਤੂੰ ਨਾ ਹੀ, ਕੀ ਹੋਇਆ, ਤੇਰਾ ਬੁੜਾ ਆ ਗਿਆ ਇੱਥੇ। ਯਾਰ ਇਹ ਕੀ ਬਈ, ਉਹ ਸਿਖਾਇਆ ਨਹੀਂ ਨਾ। ਫਿਰ ਤੁਸੀਂ ਉਹੀ ਗੱਲ ਆ ਗਈ, ਤੁਸੀਂ ਕਹਿ ਰਹੇ ਸੀ ਕਿ ਆਪਾਂ ਬੇਸਿਕ ਗੱਲਾਂ ਡਿਸਕਸ ਕਰ ਰਹੇ ਹਾਂ, ਇਹੀ ਪੋਡਕਾਸਟ ਨਹੀਂ ਹੁੰਦੇ। ਬੇਸਿਕ ਇਹ ਬੱਚੇ ਵੀ ਪੋਡਕਾਸਟ ਦੇਖ ਰਹੇ ਸਾਡੇ। ਕਈ ਵਾਰ ਹੁਣ ਅੱਜ ਮੇਰੇ ਕੋਲ ਬੱਚੇ ਆਏ ਛੋਟੇ, ਉਹ 8-8, 9-9 ਸਾਲ ਦੇ ਸੀਗੇ, ਕਹਿੰਦੇ ਸਰ ਆਪਾ ਜੀ ਆਪਕੀ ਬਲੌਗਿੰਗ ਬੜੀ ਅੱਛੀ ਹੈ। ਕਿਉਂਕਿ ਹੁਣ ਆਪਾਂ ਬੱਚਿਆਂ ਨਾਲ ਕਨੈਕਟਡ ਆ। ਪਹਿਲਾਂ ਮੇਰੇ ਵਰਗਾ ਉਮੀਦ ਕਰਦਾ ਸੀਗਾ ਕਿ ਕੋਈ ਵੱਡਾ ਸੈਲੀਬ੍ਰਿਟੀ ਆਵੇ, ਉਹਦੇ ਪਲੇਟਫਾਰਮ 'ਤੇ ਆਪਾਂ ਗੱਲ ਕਰੀਏ। ਪਰ ਹੁਣ ਟੱਚਵੁੱਡ, ਚਲੋ ਆਪਾਂ ਵੱਡੇ ਸੈਲੀਬ੍ਰਿਟੀ ਨਹੀਂ ਬਣੇ, ਪਰ ਬੱਚੇ, ਬਜ਼ੁਰਗ, ਹਰ
ਗਰੁੱਪ ਸਾਨੂੰ ਸੁਣਦਾ ਸੁਣਦਾ ਤੇ ਤੁਹਾਨੂੰ ਇਸ ਪੋਡਕਾਸਟ ਦੇ ਲਿਆਉਣ ਦਾ ਕੀ ਮਕਸਦ ਸੀਗਾ ਕਿ ਬੇਸਿਕ ਗੱਲਾਂ ਹੀ ਤਾਂ ਹੁੰਦੀਆਂ ਨਹੀਂ, ਬੇਸਿਕ ਹੁੰਦਾ। ਹਰ ਕਿਸੇ ਨੂੰ ਲੱਗਦਾ ਉਹ ਤਾਂ ਬੇਸਿਕ ਜੀ ਗੱਲ ਹੈ, ਸਭ ਨੂੰ ਪਤਾ ਹੋਣੀ। ਪਰ ਵੀਰੇ ਇਹ ਬੇਸਿਕ ਚੀਜ਼ਾਂ ਹੀ ਕਹਿੰਦੇ ਨੇ ਨਾ, ਇਨਸਾਨ ਉਦੋਂ ਵੱਡਾ ਨਹੀਂ ਹੁੰਦਾ ਜਦੋਂ ਵੱਡੀਆਂ ਵੱਡੀਆਂ ਗੱਲਾਂ ਕਰੇ। ਇਨਸਾਨ ਉਦੋਂ ਵੱਡਾ ਹੁੰਦਾ ਜਦੋਂ ਨਿੱਕੀਆਂ ਨਿੱਕੀਆਂ ਗੱਲਾਂ ਸਮਝਣ ਲੱਗ ਜਾਂਦਾ। ਬੇਸਿਕ ਚੀਜ਼ਾਂ ਨੇ ਬੱਚਿਆਂ ਨੂੰ ਇਹ ਚਾਹੀਦਾ ਕਿ ਪਹਿਲਾਂ ਮੋਰਲ ਦੇਖੋ ਵੀਰੇ, ਇਹ ਨਾ ਏਜ ਦਾ ਸਟੈਪ। ਬੱਚਿਆਂ ਨੂੰ, ਬੇਟਾ ਜਾਂ ਬੇਟੀ, ਉਹਨੂੰ ਇਹ ਗਾਈਡ ਕਰੋ ਕਿ ਜਦ ਤੱਕ ਤੇਰੀ ਪੜ੍ਹਾਈ, ਤੇਰੀ ਐਜੂਕੇਸ਼ਨ ਪੂਰੀ ਨਹੀਂ ਹੁੰਦੀ, ਉਦੋਂ ਤੱਕ ਤੇਰੀ ਮੋਰਲ ਵੈਲਿਊ, ਤੇਰੀ ਸਟੱਡੀ ਤੇ ਤੇਰੀ ਫੈਮਿਲੀ ਹੈ। ਉਸ ਤੋਂ ਬਾਅਦ ਫਿਰ ਤੇਰਾ ਜੀਵਨ ਸਾਥੀ ਚੁਣਨ ਦਾ ਟਾਈਮ ਆਉਂਦਾ ਹੈ। ਦੋਸਤ ਵੀ ਆਉਂਦੇ ਉਸ ਤੋਂ ਪਹਿਲਾਂ, ਦੋਸਤ ਵੀ ਆਉਂਦੇ ਆ, ਮਤਲਬ ਮੈਂ ਜਨਰਲ ਗੱਲ ਕਰ ਰਿਹਾ ਕਿ ਉਦੋਂ ਬਾਅਦ ਤੇਰੇ ਜੀਵਨ ਸਾਥੀ ਚੁਣਨ ਦੀ ਵਾਰੀ ਆਉਂਦੀ ਹੈ। ਹੁਣ ਬੱਚੇ ਦੀ ਜਿਹੜਾ ਪੜ੍ਹਾਈ ਚੱਲ ਰਹੀ ਹੈ, ਹਜੇ 8ਵੀਂ 'ਚ ਹੈ, 9ਵੀਂ 'ਚ, ਉਹਦਾ ਫਿਰ ਚੱਲ ਪੈਂਦਾ। ਉਹਨੂੰ ਇਹ ਗਾਈਡ ਕਰੋ ਕਿ ਇਹ ਟਾਈਮ ਪੀਰੀਅਡ ਤੈਨੂੰ ਮਿਲਣਾ ਸਭ ਕੁਝ ਹੈ, ਬਟ ਟਾਈਮ ਦੇ ਅਕੋਰਡਿੰਗਲੀ ਉਹਨੂੰ ਚੀਜ਼ ਗਾਈਡ ਕਰੋ ਨਾ ਬੱਚੇ ਨੂੰ। ਕਿ ਕਿਹੜਾ ਟਾਈਮ ਹੁੰਦਾ ਵੈਸੇ ਬਾਈ ਅਫੇਅਰ ਦਾ? ਫਿਰ ਉਹਦਾ ਟਾਈਮ ਇਹ ਤੁਹਾਡੇ ਕੋਲ ਹੀ ਪੁੱਛ ਰਿਹਾ ਕਿ ਤੁਸੀਂ ਕਹਿ ਰਹੇ ਬੱਚੇ ਤੁਹਾਨੂੰ ਮਿਲੂਗਾ ਸਭ ਕੁਝ, ਬੱਚੇ ਦਾ ਕਿਹੜਾ ਟਾਈਮ ਹੈ ਫਿਰ ਅਫੇਅਰ ਕਰਨ ਦਾ ਜਾਂ ਪਿਆਰ ਕਰਨ ਦਾ? ਇਹ ਤਾਂ ਉਲਝਾਉਣ ਵਾਲੀ ਗੱਲਾਂ ਨੇ ਨਾ। ਨਹੀਂ, ਬੱਚੇ ਵੀ ਸੁਣ ਰਹੇ ਹੋਣਗੇ ਨਾ, ਫਿਰ ਬੱਚਿਆਂ ਦਾ ਸਵਾਲ ਹੋਏਗਾ। ਨਹੀਂ ਦੇਖੋ, ਬੱਚਿਆਂ ਦਾ ਸਵਾਲ ਮੈਂ ਚਲੋ ਪਹਿਲੀ ਗੱਲ ਤਾਂ ਮੈਂ ਇੰਨਾ ਯੋਗਾ ਨਹੀਂ ਕਿ ਮੈਂ ਕਿਸੇ ਨੂੰ ਮਤਲਬ ਉਹ ਦੇ ਸਕਾਂ ਕੋਈ, ਪਰ ਮੈਂ ਇਹ ਚੀਜ਼ ਕਹਿਣਾ ਚਾਹੁੰਦਾ ਕਿ ਠੀਕ ਹੈ, ਅਗਰ ਤੁਹਾਨੂੰ ਕੋਈ ਜੀਵਨ ਸਾਥੀ ਤੁਹਾਨੂੰ ਕੋਈ ਪਸੰਦ ਹੈ, ਤੁਸੀਂ ਪਹਿਲਾਂ ਆਪਣੇ ਕਰੀਅਰ 'ਤੇ ਫੋਕਸ ਕਰੋ, ਆਪਣੇ ਉਹ ਟਾਈਮ 'ਤੇ ਫੋਕਸ ਕਰੋ ਜੋ ਤੁਹਾਡਾ ਚੱਲ ਰਿਹਾ, ਜੋ ਤੁਹਾਡਾ ਪ੍ਰੈਜ਼ੈਂਟ ਚੱਲ ਰਿਹਾ, ਜਿਹਦੇ ਨਾਲ ਤੁਹਾਡਾ ਕਰੀਅਰ ਅੱਗੇ ਜਾ ਕੇ ਬਣਨਾ। ਹਾਂ, ਤੁਸੀਂ ਆਪਣੇ ਪੈਰਾਂ 'ਤੇ ਸਟੈਂਡ ਹੋਗੇ, ਤੁਸੀਂ ਆਪਣੇ ਜੀਵਨ ਦਾ ਇੱਕ ਲਕਸ਼ ਚੁਣ ਲਿਆ, ਹੁਣ ਤੁਸੀਂ, ਤੁਹਾਡੀ ਵਾਰੀ ਆਪਣਾ ਜੀਵਨ ਸਾਥੀ ਚੁਣਨ ਦੀ। ਫਿਰ ਅਗਰ ਤੁਹਾਨੂੰ ਕੋਈ ਪਸੰਦ ਹੈ, ਤੁਸੀਂ ਆਪਣੇ ਪੇਰੈਂਟਸ ਨਾਲ ਗੱਲ ਕਰੋ। ਮੁੰਡਾ ਤਾਂ ਉਹ ਗੱਲ ਕਰੇ, ਬੇਟੀ ਹੈ ਤਾਂ ਉਹ ਆਪਣੇ ਪਾਪਾ ਨਾਲ ਗੱਲ ਕਰੇ। ਫਿਰ ਉਹ ਦੇਖਣ ਕਿ ਫੈਮਿਲੀ, ਪਰਿਵਾਰ ਕਿੱਦਾਂ ਦਾ ਹੈ, ਫੈਮਿਲੀ ਕਿੱਦਾਂ ਦੀ, ਕਿਉਂਕਿ ਇਕੱਲੇ ਮੁੰਡੇ ਨਾਲ ਵੀ ਤੁਸੀਂ ਜ਼ਿੰਦਗੀ ਨਹੀਂ ਕੱਟਣੀ ਤੇ ਇਕੱਲੇ ਪਰਿਵਾਰ ਨਾਲ ਨਹੀਂ ਕੱਟਣੀ। ਦੋਨੋਂ ਪਹਿਲੂਆਂ ਦਾ ਹੁਣ ਦੇਖਣਾ ਬਹੁਤ ਜ਼ਰੂਰੀ ਹੈ ਪੂਰੀ ਫੈਮਿਲੀ ਦੇ ਵਿੱਚ। ਆਫਟਰ ਆਲ ਰਹਿਣਾ ਤਾਂ ਪਰਿਵਾਰ ਨਾਲ ਹੀ ਜਾ ਕੇ ਨਾ ਬੱਚੇ ਨੇ। ਹੋਰ ਅਕਸਰ ਕਿਉਂ ਕਹਿ ਦਿੰਦੇ ਆ ਕਿ ਜੀ ਖਾਨਦਾਨ ਦੇਖੋ ਕਿਵੇਂ ਦਾ ਹੈ। ਜੇ ਸੋਚਣ ਵਾਲੀ ਗੱਲ ਹੈ, ਰਹਿਣਾ ਤਾਂ ਮੁੰਡੇ ਨਾਲ ਹੈ, ਪਰ ਖਾਨਦਾਨ ਕਹਿਣ ਦਾ ਮਤਲਬ ਮੁੰਡੇ ਨੇ 24 ਘੰਟੇ ਘਰ ਨਹੀਂ ਰਹਿਣਾ, ਉਹਨੇ ਘਰੋਂ ਕੰਮ 'ਤੇ ਵੀ ਜਾਣਾ, ਪਿੱਛੋਂ ਪਰਿਵਾਰ ਦਾ ਸਿਸਟਮ ਵਰਤਣਾ ਆਪਸ ਦੇ ਵਿੱਚ ਸਾਰੀ ਚੀਜ਼ਾਂ ਦਾ ਦੇਖਣਾ ਜ਼ਰੂਰੀ ਹੈ। ਤਾਂ ਪੇਰੈਂਟਸ ਉਹ ਚੀਜ਼ਾਂ ਨੂੰ ਦੇਖਣਗੇ, ਅਗਰ ਸਹੀ ਸੁਟੇਬਲ ਮੈਚ ਹੈ ਤਾਂ ਬੱਚੇ ਆਪਣੇ ਪੇਰੈਂਟਸ। ਪਰ ਜੇ ਬਾਈ ਸਭ ਕੁਝ ਹੀ ਮਿਲ ਜਾਵੇ, ਦੋਨਾਂ ਦੇ ਕਰੀਅਰ ਵੀ ਬਣ, ਤੁਹਾਨੂੰ ਮੇਰਾ ਸਵਾਲ ਪੁੱਛਣ ਦੀ ਸਮਾਈਲ ਕਿਉਂ ਆ ਜਾਂਦੀ ਪਹਿਲਾਂ ਦੱਸੋ? ਕਿਉਂਕਿ ਮੈਂ ਤੁਹਾਨੂੰ ਜਾਣਦਾ, ਤੁਸੀਂ ਕਿਹੜੇ ਚੈਨਲ ਤੋਂ ਬੋਲ ਰਹੇ ਹੋ। ਓਕੇ, ਤੇ ਮੈਂ ਗਲਤ ਤਾਂ ਨਹੀਂ ਬੋਲਿਆ ਕੁਝ? ਨਹੀਂ ਕੋਈ ਤੁਹਾਨੂੰ ਅਨਕੰਫਰਟੇਬਲ ਤਾਂ ਨਹੀਂ ਲੱਗ ਰਿਹਾ? ਨਾ। ਕੋਈ ਜੇ ਮੇਰਾ ਸਵਾਲ ਤੁਹਾਨੂੰ ਅਨਕੰਫਰਟੇਬਲ ਲੱਗੇ ਤੁਸੀਂ ਦੱਸ ਸਕਦੇ ਹੋ, ਨਹੀਂ। ਬਿਲਕੁਲ ਇਤਰਾਜ਼ ਨਹੀਂ ਕੀਤਾ ਜਾਏਗਾ ਇੱਥੇ। ਨਹੀਂ। ਤੇ ਮੈਂ ਪੁੱਛ ਰਿਹਾ ਕਿਉਂਕਿ ਨਾ ਬਹੁਤ ਘੱਟ ਪੋਡਕਾਸਟ ਹੁੰਦੇ ਨੇ ਜਿੱਥੇ ਤੁਹਾਨੂੰ ਆਲਰੇਡੀ ਸਵਾਲਾਂ ਦਾ ਪਤਾ ਹੈ, ਜਵਾਬਾਂ ਦਾ ਪਤਾ, ਤੁਸੀਂ ਫਿਰ ਵੀ ਪੁੱਛ ਰਹੇ ਹੋ। ਹਾਂਜੀ, ਇਹ ਮੇਰੇ ਲਈ ਬੜਾ ਔਖਾ ਹੈ। ਇਹ ਉਵੇਂ ਤਾਂ ਹਾਂ, ਜਿਹੜੇ ਸਵਾਲਾਂ ਦੇ ਜਵਾਬ ਮੈਨੂੰ ਆਲਰੇਡੀ ਪਤਾ ਹੈ, ਜਿਹੜੇ ਅਸਲ ਜਵਾਬ ਨੇ ਉਹ ਹੋਰ ਨੇ, ਜਿਹੜਾ ਮੇਰੇ ਓਪੀਨੀਅਨ ਨੇ ਉਹ ਹੋਰ ਨੇ, ਪਰ ਜਿਹੜੇ ਤੁਹਾਡੇ ਅੰਦਰੋਂ ਜਵਾਬ ਆਣੇ ਨੇ ਉਹ ਮੈਨੂੰ ਪਤਾ ਹੈ ਕਿ ਇਹ, ਕਿਉਂਕਿ ਓਬਵੀਅਸਲੀ 4-5 ਸਾਲ ਹੋ ਗਏ ਆਪਾਂ ਨੂੰ। ਮੈਂ ਹੁਣ ਇਹ ਪੁੱਛਣਾ ਚਾਹੁੰਦਾ ਕਿ ਜਿਹੜੇ ਬੱਚਿਆਂ ਦਾ ਸਭ ਕੁਝ ਮੈਚ ਕਰ ਜਾਂਦਾ, ਕਰੀਅਰ ਵੀ ਬਣ ਗਿਆ, ਆਪਣੇ ਪੈਰਾਂ 'ਤੇ ਖੜੇ ਵੀ ਹੋ ਗਏ ਵਧੀਆ, ਫਿਰ ਘਰ ਦੇ ਅੜ ਜਾਣ ਵਿਆਹ ਨਹੀਂ ਕਰਾਉਣਾ ਇਹਦੇ ਨਾਲ, ਫਿਰ ਕੀ ਕੀਤਾ ਜਾਵੇ? ਯਾਨੀ ਜੇ ਇਹਦਾ ਮਤਲਬ ਮੈਚ ਹੀ ਨਹੀਂ ਕੀਤਾ? ਨਹੀਂ, ਮੈਚ ਮਤਲਬ ਵਧੀਆ, ਦੋਨੋਂ ਫੈਮਲੀਆਂ ਵਧੀਆ ਨੇ, ਪਰ ਘਰਦਿਆਂ ਦੀ ਗਰਾਰੀ ਨਹੀਂ ਹੁੰਦੀ ਪੁਰਾਣੇ ਦੀ ਕਿ ਇੱਥੇ ਨਹੀਂ ਕਰਾਉਣਾ, ਬਸ ਰੀਜ਼ਨ ਕੋਈ ਨਹੀਂ ਹੈਗਾ। ਹਾਂਜੀ। ਜੇ ਰੀਜ਼ਨ ਹੈਗਾ ਵੀ ਹੈ ਕਿ ਉਹਦੀ ਫੈਮਿਲੀ 'ਚ ਚਾਚੇ ਤਾਇਆਂ ਨਾਲ ਉਹਦਾ ਕੋਈ ਕਲੇਸ਼ ਹੈ, ABC ਕੋਈ ਵੀ ਰੀਜ਼ਨ, ਉਹ ਤਾਂ ਵੀਰੇ ਪਰਸਨਲ ਉਹਦੇ 'ਚ ਕੀ ਪੁਰਾਣੀ ਕਹਾਵਤ ਨੇ, ਕਹਿੰਦਾ ਐਵਰੀਥਿੰਗ ਇਜ਼ ਫੇਅਰ, ਲਵ ਐਂਡ ਵਾਰ। ਉਹ ਤਾਂ ਫਿਰ ਜਿੱਦ ਤੇ ਆਈ ਦੀ ਗੱਲ, ਉਹ ਤਾਂ ਹੁਣ ਪੰਜਾਬੀ ਫਿਰ ਉਹ ਕੀ ਕਰੇ, ਮੁੰਡਾ ਕੀ ਕਰੇ? ਘਰ ਦੇ ਕਹਿੰਦੇ ਨਹੀਂ ਕਰਾਉਣਾ ਜਾਂ ਕੁੜੀ ਵਾਲੇ ਕਹਿੰਦੇ ਨਹੀਂ ਕਰਾਉਣਾ, ਉਹ ਵਿਚਾਰੇ ਦੋਨੋਂ ਆਪਸ 'ਚ ਫਸ ਗਏ, ਫਿਰ ਉਹ ਕਰਨ ਹੁਣ ਵੀਰੇ ਐਡਜਸਟਮੈਂਟ ਫਿਰ ਤਾਂ ਤਿਆਗ ਹੀ ਆ ਵੀਰੇ। ਕੀ ਮਤਲਬ ਭੱਜ ਲੈਣ? ਨਹੀਂ ਭੱਜਣਾ ਕਿਉਂ, ਤਿਆਗ ਕਰੋ ਰਿਸ਼ਤੇ ਦਾ ਵੀਰੇ। ਮਾਂ ਪਿਓ ਟੋਟਲੀ ਤਿਆਗ ਨਹੀਂ ਕੀਤਾ, ਛੱਡਤਾ ਰਿਸ਼ਤਾ ਹੀ ਛੱਡ ਦੇਣਾ। ਯਾਰ ਮੇਰੀ ਗੱਲ ਸੁਣੋ, ਮਾਂ ਨੇ ਤੁਹਾਡੇ ਵਿਆਹਣ ਦੀ ਤੱਕ ਤੇ ਤੁਹਾਡੇ ਪਿਓ ਨੇ ਤੁਹਾਡੇ ਵਿਆਹ ਤੱਕ ਕਿੰਨੇ ਤਿਆਗ ਕੀਤੇ? ਜੇ ਇੱਕ ਵਾਰ ਤੁਹਾਡੇ ਪਿਓ ਨੇ ਤੁਹਾਡੇ ਤੋਂ ਕੁਝ ਮੰਗ ਲਿਆ, ਤੁਸੀਂ ਤਿਆਗ ਨਹੀਂ ਕਰ ਸਕਦੇ ਉਹਦੀ ਖਾਤਰ? ਬਾਈ ਮੈਂ ਇੱਕ ਸਵਾਲ ਪੁੱਛਣ ਲੱਗਾ, ਇਹ ਕੱਟਿਆ ਨਹੀਂ ਜਾਣਾ, ਸ਼ਰਤ ਵੀਰੇ। ਮੈਂ ਤਾਂ ਕਦੇ ਕਹਿ ਨਹੀਂ ਕੱਟਣ ਨੂੰ, ਕੁਝ ਕੱਟੋ ਵਿੱਚੋਂ। ਤੁਸੀਂ ਗੱਲਾਂ ਕਰ ਰਹੇ ਹੋ ਬਾਈ ਪੋਡਕਾਸਟ ਦੇ ਵਿੱਚ ਐਡੀਆਂ ਹਨਾ, ਘਰ ਗ੍ਰਸਤੀ, ਇਹ ਉਹ ਸਿਸਟਮ ਸਾਰਾ ਤੁਸੀਂ ਸੁਣ ਰਹੇ ਹੋ। ਮੇਰੇ ਮਨ ਦੇ ਵਿੱਚ ਇੱਕ ਸਵਾਲ ਸੀ, ਮੈਂ ਸੋਚਿਆ ਪਹਿਲਾਂ ਰਹਿਣ ਦਾ। ਤੁਸੀਂ ਕਹਿੰਦੇ ਤੁਹਾਡਾ ਵਿਆਹ ਹੋਇਆ ਹੈ, ਤੁਹਾਡੇ 2 ਬੱਚੀਆਂ, ਪਰ ਮੇਰੀ ਜਿਹੜੀ ਖਬਰ ਹੈ ਇੱਕ ਤਾਂ ਉਹ ਪੱਕੀ ਹੈ। ਅੱਛਾ ਜੀ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਝੂਠੀ ਖਬਰ ਹੈ। ਥੋੜ੍ਹੇ ਕੁ ਮਹੀਨੇ ਪਹਿਲਾਂ ਤੁਸੀਂ ਇੱਕ ਕਾਲਜ ਦੇ ਬਾਹਰ, ਸਕੂਲ ਦੇ ਬਾਹਰ ਫੁੱਲ ਲੈ ਕੇ ਖੜੇ ਸੀ। ਇਹ ਮੇਰੇ ਕੋਲ ਵੀਡੀਓ ਵੀ ਹੈ ਤੁਹਾਡੀ, ਫੁੱਲ ਫੜੇ ਹੋਏ, ਤੁਸੀਂ ਗੁਲਦਸਤਾ ਫੜਿਆ ਹੋਇਆ, ਤੁਹਾਡਾ ਵਿਆਹ ਹੋਇਆ, ਤੁਹਾਡੀ 2 ਬੱਚੀਆਂ, ਫਿਰ ਉਹ ਕੀ ਕਹਾਣੀ ਹੈ? ਹਾਂ, ਮੈਨੂੰ ਯਾਦ ਆ ਗਿਆ ਵੀਰੇ, ਉਹ ਕਾਲਜ ਨਹੀਂ ਸਕੂਲ ਹੈ ਜਿੱਥੇ ਮੇਰੀ ਬੇਟੀਆਂ ਪੜ੍ਹਦੀਆਂ ਨੇ, ਠੀਕ ਹੈ। ਮੇਰੀ ਵੱਡੀ ਬੇਟੀ ਦਾ ਬਰਥਡੇ ਆਉਂਦਾ 14 ਅਕਤੂਬਰ ਦਾ, ਉਹਦਾ ਜਨਮ ਦਿਨ ਸੀਗਾ। ਮਤਲਬ ਉਹਦੇ 10 ਸਾਲ ਪੂਰੇ ਕੀਤੇ ਸੀ ਉਹਦੇ। ਮੈਨੂੰ ਬਰਦਰ ਇਹ ਲੱਗਦਾ ਕਿ ਪਹਿਲਾਂ ਟੀਨਏਜ, ਜਿਵੇਂ ਆਪਾਂ ਕਹਿੰਦੇ 17 ਸਾਲ 'ਚ 18 ਸਾਲ ਸੀ, ਹੁਣ ਟੀਨਏਜ ਥੋੜ੍ਹੀ ਅਰਲੀ ਬੱਚਿਆਂ ਦੀ ਆ ਰਹੀ ਹੈ, ਕਿਉਂਕਿ ਮੋਡਰਨਾਈਜ਼ ਹੋ ਗਿਆ ਬੱਚੇ, ਅਪਬ੍ਰਿੰਗਿੰਗ ਜ਼ਿਆਦਾ ਹੋ ਗਈ। ਤਾਂ ਮੈਨੂੰ ਸੀਗਾ ਕਿ ਮੈਂ ਨਾ ਤੁਹਾਨੂੰ ਇਹ ਗੱਲ ਤੋਂ ਪਹਿਲਾਂ ਇੱਕ ਬੇਸਿਕ ਚੀਜ਼ ਦੱਸਣਾ ਚਾਹੁੰਦਾ, ਮੇਰੇ ਦਿਲ 'ਚ ਹੈ, ਮੈਂ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ, ਸਪੈਸ਼ਲ ਫੀਮੇਲਸ ਲਈ। ਹੁਣ ਚਲੋ ਬੜਾ ਮੋਡਰਨਾਈਜ਼ ਹੋ ਗਿਆ, ਰਿਲੇਸ਼ਨਸ ਮਤਲਬ ਕਹਿ ਲਓ ਆਨਲਾਈਨ ਫਰੈਂਡਸ ਬਣਨ ਲੱਗ ਗਏ ਜਾਂ ਚੈਟ ਹੋ ਗਿਆ ਸਕੂਲ ਤੱਕ। ਪਹਿਲਾਂ ਬੇਸਿਕ ਕੀ ਹੁੰਦਾ ਸੀ, 10th ਤੱਕ ਤਾਂ ਬੱਚਿਆਂ ਨੂੰ ਸਮਝ ਹੀ ਨਹੀਂ ਸੀ, ਨਾ ਕੁੜੀਆਂ ਨੂੰ ਨਾ ਮੁੰਡਿਆਂ ਨੂੰ। ਜੋ ਬੇਸਿਕ ਪਹਿਲਾਂ ਪਰਿਵਾਰਾਂ 'ਚ ਹੁੰਦਾ ਸੀ, ਘਰੇ ਜੇ ਕਿਤੇ 4 ਪ੍ਰਾਹੁਣੇ ਆਉਣੇ ਤਾਂ ਬੱਚੇ ਤਾਂ ਮਾਂ ਦੀ। ਤੁਹਾਡੇ ਟਾਈਮ 'ਚ ਸਮਝ ਨਹੀਂ ਸੀ? ਹਾਂ, ਸਾਡਾ ਟਾਈਮ ਲਾ ਲਓ। ਤੁਹਾਨੂੰ ਸੀਗੀ?
ਕਿਸੇ ਨੂੰ ਵੀ ਸਮਝ ਨਹੀਂ ਹੁੰਦੀ ਉਸ ਟਾਈਮ ਦੇ ਵਿੱਚ, ਸਕੂਲ ਮਤਲਬ ਉਹ ਟਾਈਮ ਦੇ ਵਿੱਚ ਕਿਸੇ ਨੂੰ ਵੀ ਨਹੀਂ ਸੀ, ਮੈਂ ਵੀ ਉਹਦੇ ਵਿੱਚ ਹੀ ਆਉਂਦਾ। ਨਹੀਂ ਅੱਜ ਕੱਲ ਦੇ ਬੱਚੇ ਤਾਂ ਚਲੋ ਉਹ ਪ੍ਰੀ ਹੋਣ ਲੱਗ ਗਏ ਨਾ, ਜਿੱਥੇ ਕਿ 18 ਸਾਲ ਦੀ ਜਗ੍ਹਾ 10 ਸਾਲ ਦੀ ਜਗ੍ਹਾ ਹੋਣ ਲੱਗ ਗਏ ਬੱਚੇ ਜਵਾਨ। ਮਤਲਬ ਉਦੋਂ ਬਰਦਰ ਇਹ ਜ਼ਮਾਨਾ ਹੀ ਨਹੀਂ ਸੀ, ਟਾਈਮ ਪੀਰੀਅਡ ਨਹੀਂ। ਤੁਸੀਂ ਸ਼ਾਇਦ 10 ਸਾਲ ਚ 20 ਸਾਲ ਵਾਲੇ ਜਵਾਨ ਸੀ। ਤੇ ਉਦੋਂ ਬੇਸਿਕ ਕੀ ਹੁੰਦਾ ਸੀਗਾ, ਸਾਡਾ ਨਾ ਪੋਡਕਾਸਟ ਥੋੜਾ ਜਿਹਾ ਇੰਟਰਸਟਿੰਗ ਲੱਗਣਾ ਚਾਹੀਦਾ, ਤਾਂ ਮੈਂ ਵਿੱਚ ਥੋੜਾ ਜਿਹਾ ਅਸਲੀ ਫੀਲ ਚ ਆ ਰਿਹਾ, ਜੋ ਆਪਾਂ ਅਸਲ ਚ ਸਾਰਾ ਦਿਨ ਹੁੰਨੇ ਆ। ਬਿਲਕੁਲ ਠੀਕ ਹੈ। ਇੰਨਾ ਸੀਰੀਅਸ ਤਾਂ ਅਸੀਂ ਕਦੀ ਗੱਲਾਂ ਕੀਤੀਆਂ ਨਹੀਂ ਜਿੰਨੀਆਂ ਇਸ ਪੋਡਕਾਸਟ ਚ ਹੋ ਗਿਆ। ਤਾਂ ਬੇਸਿਕ ਕੀ ਹੁੰਦਾ ਬ੍ਰਦਰ ਕਿ ਜਦੋਂ 10th ਹੁੰਦੀ ਸੀ, ਪੁਰਾਣੇ ਮਤਲਬ ਆਪਾਂ ਗੱਲ ਸਟੈਂਡਰਡ ਪੁਰਾਣੀ ਦੀ ਗੱਲ ਕਰ ਰਹੇ ਹਾਂ, ਕਿ ਜਦੋਂ 10th ਹੁੰਦੀ ਸੀ ਸਕੂਲਾਂ +2 ਨਹੀਂ ਹੁੰਦੀ ਸੀ ਮਤਲਬ ਉਦੋਂ, ਤਾਂ +2 ਕਰਨ ਦੇ ਲਈ +2 ਤੋਂ ਬਾਅਦ ਕੁੜੀਆਂ ਕਾਲਜ ਜਾਂਦੀਆਂ, ਤਾਂ ਉਹ ਜਾ ਕੇ ਕੀ ਜਿਹੜੀ BA ਵਾਲੀਆਂ ਕੁੜੀਆਂ ਹੁੰਦੀਆਂ ਸੀਗੀਆਂ, ਉਹ ਦੇਖਦੀਆਂ ਜਿਹੜੀ ਫਰੈਸ਼ਰਸ ਨਵੀਆਂ ਗਈਆਂ ਨੇ ਕਿ ਯਾਰ ਕੁੜੀਆਂ ਬੰਕ ਕਰ ਰਹੀਆਂ, ਕੋਈ ਸਕੂਲ ਕਾਲਜ ਤੋਂ ਚਲੀ ਗਈ ਵਾਪਸ ਆਈ, ਉਹਦੇ ਕੋਲ ਟੈਡੀ ਵੇਅਰ ਆਇਆ, ਉਹਦੇ ਕੋਲ ਗੁਲਾਬ ਹੈ ਜਾਂ ਵਟਐਵਰ ਕੁਝ ਵੀ ਹੈ, ਤਾਂ ਬੱਚੇ ਦੇ ਅੰਦਰ ਐਕਸਾਈਟਮੈਂਟ ਪੈਦਾ ਹੁੰਦੀ ਹੈ, ਮੇਰਾ ਵੀ ਕੋਈ ਬॉयਫ੍ਰੈਂਡ ਹੋਵੇ, ਮੈਨੂੰ ਵੀ ਕੋਈ ਪਿਕ ਕਰਨਾ ਹੋਵੇ, ਠੀਕ ਹੈ। ਜਾਂ ਜਿਹੜੇ ਨਵੇਂ ਮੁੰਡੇ ਜਿਹਨੂੰ ਆਪਾਂ ਕਹਿੰਦੇ ਵੀ ਗੇੜੀ ਮਾਰਨ ਨੂੰ ਪਹਿਲਾਂ ਤਿਆਰ ਖੜੇ ਹੋਏ, ਕਾਲਜ ਕਿਹੜੀ ਨਵੀਂ ਆਈ ਹੈ, ਸੋ ਕਾਈਂਡ ਆਫ। ਸੋ ਐਂ ਕਰਦੇ ਕਰਦੇ ਬੱਚੇ ਦਾ ਕਿਸੇ ਨਾਲ ਰਿਲੇਸ਼ਨਸ਼ਿਪ ਹੁੰਦਾ, ਰਿਸ਼ਤਾ ਜੁੜਦਾ, ਗੱਲਾਂ ਹੋਈਆਂ 2 ਮਹੀਨੇ 3 ਮਹੀਨੇ, ਆਫਟਰ ਫਿਜ਼ੀਕਲ ਰਿਲੇਸ਼ਨ ਹੋ ਗਿਆ, 6 ਮਹੀਨੇ ਬਾਅਦ ਇੰਟਰਸਟ ਘਟਣਾ ਸ਼ੁਰੂ ਹੋ ਗਿਆ। ਜੋ ਬੇਸਿਕ ਜਬ ਸਟੈਂਡਰਡ ਦੀ ਗੱਲ ਕਰੀਏ, ਇੱਥੇ ਮੈਂ ਕਿਸੇ ਨੂੰ ਗਲਤ ਸਹੀ ਨਹੀਂ ਕਹਿ ਰਿਹਾ, ਕਿਉਂਕਿ ਚੰਗੇ ਮਾੜੇ ਹਰ ਜਗ੍ਹਾ 'ਤੇ ਹੀ ਬੰਦੇ ਹੁੰਦੇ ਆ, ਆਪਾਂ ਪਰਟੀਕੂਲਰ ਕਿਸੇ ਇੱਕ ਬੰਦੇ ਨਾਲ ਤਾਂ ਗੱਲ ਹੀ ਨਹੀਂ ਕਰ ਰਹੇ ਆਪਾਂ, ਤਾਂ ਬੇਸਿਕ ਦੀ ਗੱਲ ਕਰ ਰਹੇ ਹਾਂ, ਸਟੈਂਡਰਡ ਜੋ ਚੱਲਦਾ। ਉਦੋਂ ਬਾਅਦ ਰਿਲੇਸ਼ਨਸ਼ਿਪ ਦੇ ਵਿੱਚ ਟਕਰਾਰ ਸ਼ੁਰੂ ਹੋ ਗਿਆ, ਜਿਹੜਾ ਮੁੰਡਾ ਸਾਰੀ ਰਾਤ ਗੱਲ ਕਰਦਾ ਹੈ, ਫਿਰ ਉਹ ਕਹਿੰਦਾ ਮੈਨੂੰ ਨੀਂਦ ਆ ਰਹੀ ਹੈ, ਮੈਂ ਗੱਲ ਨਹੀਂ ਕਰ ਸਕਦਾ, ਮੰਮੀ ਆ ਗਏ, ਪਾਪਾ ਆ ਗਏ, ਮਤਲਬ ਹੌਲੀ ਹੌਲੀ ਰਿਸ਼ਤੇ 'ਚ ਗੈਪ ਟਕਰਾਰ ਹੋਣਾ ਸ਼ੁਰੂ ਹੋ ਗਿਆ। ਕੁੜੀ ਨੂੰ ਲੱਗਦਾ ਕਿ ਇਹਦੇ 'ਚ ਬਦਲਾਅ ਆ ਗਿਆ, ਚੇਂਜ ਆ ਗਿਆ, ਜਾਂ ਉਹਦੀ ਕੋਈ ਹੋਰ ਗਰਲਫ੍ਰੈਂਡ ਬਣ ਗਈ, ਤਾਂ ਕਰਦੇ ਕਰਦੇ ਬ੍ਰੇਕਅਪ ਹੋ ਗਿਆ। ਹਜੇ ਉਹ ਪਰੇਸ਼ਾਨ ਚੱਲ ਰਹੀ ਹੈ, ਜਾਂ ਉਹਨੂੰ ਕੋਈ ਹੋਰ ਮੋਢਾ ਦੇਣ ਵਾਲਾ ਆ ਜਾਂਦਾ, ਨਵਾਂ ਤਿਆਰੀ ਖੜਾ ਹੁੰਦਾ, ਠੀਕ ਹੈ ਜੀ, ਉਹਨੇ ਤਾਂ ਬਹੁਤ ਗਲਤ ਕੀਤਾ ਹੈ, ਉਹ 4 ਤੋਪੇ ਤਲਦਾ, ਮੋਰਲ ਦਾ ਸਟੋਰੀ ਖੜਾ ਉਹ ਵੀ ਉੱਥੇ ਹੀ ਆ ਗਿਆ ਕਿ ਉਹ ਵੀ ਟਾਈਮ ਪੀਰੀਅਡ ਤੁਹਾਡੇ ਨਾਲ ਆ। ਸੋ ਕਰਦੇ ਕਰਦੇ ਕੁੜੀ MA ਪਹੁੰਚ ਜਾਂਦੀ ਹੈ। ਇਸੇ ਕਰਕੇ ਉਦੋਂ ਕਹਿੰਦੇ ਯਾਰ ਗੱਲ ਹਿੰਮਤ ਹੈ MA ਵਾਲੀ ਕੁੜੀ ਨਾਲ ਗੱਲ ਕਰਕੇ ਦਿਖਾਓ, ਕਿਉਂਕਿ ਉਹਨੂੰ ਬੇਸਿਕ ਮੈਂਟੈਲਿਟੀ ਪਤਾ ਹੁੰਦੀ ਸੀ ਕਿ ਹੋਣਾ ਕੀ ਹੈ। ਸੋ ਬੱਚਿਆਂ ਨੂੰ ਜਦੋਂ ਕਦੋਂ ਵੀ ਕੋਈ ਬਾਹਰ ਗਿਫਟ ਦਿੰਦਾ, ਪ੍ਰੈਜ਼ੈਂਟ ਦਿੰਦਾ, ਤਾਂ ਬੱਚੀ ਨੂੰ ਸਪੈਸ਼ਲ ਫੀਲ ਕਰਾਉਂਦਾ। ਬਸ ਸਪੈਸ਼ਲ ਫੀਲ ਕਰਾਇਆ ਨਹੀਂ, ਤਾਂ ਬੱਚਾ ਉੱਧਰ ਨੂੰ ਗਿਆ ਨਹੀਂ। ਤਾਂ ਮੇਰੀ ਬੇਟੀ ਦਾ ਬਰਥਡੇ ਸੀ, ਤਾਂ ਮੈਂ ਉਦੋਂ ਆਪਦੇ ਵੱਲੋਂ ਜਿੰਨੀ ਮੇਰੀ ਹੈਸੀਅਤ, ਮੈਂ ਤਿਆਰ ਸ਼ਿਆਰ ਹੋ ਕੇ ਉਹਦੇ ਸਕੂਲ ਦੇ ਬਾਹਰ ਉਹ ਇੱਕ ਫੁੱਲਾਂ ਵਾਲਾ ਲੈ ਕੇ ਗੁਲਦਸਤਾ ਰੈੱਡ ਵਗੈਰਾ, ਉਹਦੇ ਲਈ ਗ੍ਰੀਟਿੰਗਸ ਵਗੈਰਾ ਲੈ ਕੇ ਗਿਆ। ਹੁਣ ਉਹਨੂੰ ਐਜ਼ ਰੂਟੀਨ ਵਿੱਚ ਉਹ ਸਕੂਲ ਤੋਂ ਬਾਹਰ ਆ ਰਹੀ ਸੀ, ਜਿਵੇਂ ਉਹਦੇ ਗ੍ਰੈਂਡਫਾਦਰ ਮਤਲਬ ਮੇਰੇ ਪਾਪਾ ਲੈਣ ਜਾਂਦੇ ਆ ਵੀ ਸ਼ਾਇਦ ਉਹ ਵੀ ਲੈਣ ਆਏ ਹੋਣਗੇ। ਉਹ ਜਿਵੇਂ ਛੁੱਟੀ ਹੋਈ, ਗੇਟ ਖੁੱਲ੍ਹਿਆ ਅਤੇ ਮੈਂ ਗਿਆ। ਫਿਰ ਮੈਂ ਬਿਲਕੁਲ ਸੰਗ ਨਹੀਂ ਕੀਤੀ, ਮੈਂ ਰੋਡ 'ਤੇ ਨੀਚੇ ਗੋਡਾ ਲਾ ਕੇ ਇੱਦਾਂ ਪ੍ਰੋਪਰ ਉਹਨੂੰ ਪ੍ਰੈਜ਼ੈਂਟ ਕੀਤਾ, ਇੱਕਦਮ ਸਰਪ੍ਰਾਈਜ਼ ਹੋ ਗਈ ਹੈ ਨਾ, ਉਹਨੂੰ ਵੀ ਬੜਾ ਵਧੀਆ ਲੱਗਿਆ ਉਹਦੇ ਪਾਪਾ ਆਏ। ਤਾਂ ਜਦੋਂ ਲਾਈਫ 'ਚ ਉਹਨੂੰ ਕੱਲ੍ਹ ਨੂੰ ਕੋਈ ਪ੍ਰੈਜ਼ੈਂਟ ਕਰੂਗਾ, ਕੁਛ ਕਰੂਗਾ, ਤਾਂ ਮੈਨੂੰ ਲੱਗਦਾ ਕਿ ਉਹਨੂੰ ਲੱਗਣਾ ਕਿ ਨੋਰਮਲ ਕਲਚਰ ਹੈ ਕਿ ਤੁਹਾਡਾ ਬਰਥਡੇ ਤੁਹਾਨੂੰ ਕਿਸੇ ਨੇ ਕੁਛ ਗਿਫਟ ਦਿੱਤਾ, ਇਹ ਨੋਰਮਲ ਚੀਜ਼ ਹੈ। ਉਹਨੂੰ ਐਕਸਟਰਾ ਫੀਲ ਹੀ ਨਹੀਂ ਹੋਣ ਦਿਓ ਬੱਚੇ ਨੂੰ। ਬਹੁਤ ਯਾਰ ਬਹੁਤ ਡੀਪ ਸਪੈਸ਼ਲ ਫੀਲ ਉਹਨੂੰ ਹੋਣ, ਬੱਚਾ ਉਦੋਂ ਹੀ ਮੈਂਟਲ ਲੈਵਲ ਬੱਚੇ ਦਾ ਹਿਲਦਾ, ਇਸ ਲੈਵਲ ਤੱਕ ਬੱਚਿਆਂ ਨੂੰ ਪਿਆਰ ਦੇ ਦਿਓ, ਠੀਕ ਹੈ, ਕਿ ਬੱਚੇ ਨੂੰ ਬੱਚਾ ਸੋਚੇ ਹੀ ਨਾ। ਹੁਣ ਉਹਦਾ 10ਵੀਂ 'ਚ ਜਾ ਕੇ ਉਹਨੂੰ ਥੋੜਾ ਬੱਚਾ ਅਵੇਅਰ ਹੁੰਦਾ ਹੈ ਨਾ ਇਸ ਚੀਜ਼ਾਂ ਨੂੰ ਲੈ ਕੇ। ਅੱਜ ਮੈਂ ਉਹਦੇ ਪਹਿਲੇ ਬਰਥਡੇ 'ਤੇ ਉਹਦੇ ਗਿਆ, ਉਹਦੇ ਨੈਕਸਟ ਬਰਥਡੇ 'ਤੇ ਮੈਨੂੰ ਕੋਈ ਹੋਰ ਚੀਜ਼ ਫੀਲ ਕਰਾਵਾਂ, ਤੀਜੇ ਜਾਂ ਮੈਂ ਰਾਤ ਨੂੰ ਉਹਦੇ ਨਾਲ ਬੱਚੇ ਨੂੰ ਕਹਾਂ ਬੇਟਾ ਆ ਜਾਓ ਆਪਾਂ ਰਾਤ ਨੂੰ ਨਾਈਟ ਆਊਟ ਚੱਲੀਏ, ਮੈਂ ਉਹਨੂੰ ਨਾਈਟ ਲਾਈਵ ਦਿਖਾਵਾਂ, ਬਟ ਆਪਣੇ ਨਾਲ ਦਿਖਾਵਾਂ, ਆਪਣੀ ਗਾਈਡੈਂਸ ਦਿਖਾਵਾਂ, ਅਤੇ ਆਪਣੀ ਮਰਿਆਦਾ ਦੇ ਜਿਹੜਾ ਮਰਿਆਦਾ ਵਰਡ ਮੈਂ ਕਹਿ ਰਿਹਾ ਉਹਦੇ ਵਿੱਚ ਉਹਨੂੰ ਸਾਰੀ ਦੁਨੀਆ ਦਿਖਾ ਦਾਂ ਬੱਚੇ ਨੂੰ, ਤਾਂ ਕਿ ਉਹ ਸੰਸਾਰ ਮੇਰੀ ਨਿਗਾਹ ਨਾਲ ਦੇਖ, ਆਪਣੇ ਪਿਓ ਦੀ ਨਿਗਾਹ ਨਾਲ ਸੰਸਾਰ ਦੇਖ। ਬੱਚਾ ਕਦੇ ਵਿਗੜੂਗਾ ਹੀ ਨਹੀਂ। ਜਦੋਂ ਬੱਚੇ ਨੇ ਉਹੀ ਸੰਸਾਰ ਕਿਸੇ ਹੋਰ ਦੀ ਨਿਗਾਹ ਨਾਲ ਦੇਖਣਾ, ਤਾਂ ਇਹ ਉਹਦਾ ਬੱਚਾ ਨਹੀਂ ਹੈ। ਉਹ ਆਪਣੇ ਤਰੀਕੇ ਨਾਲ ਦੁਨੀਆ ਦਿਖਾਊਗਾ, ਉਹ ਵਰਤੇਗਾ, ਉਹ ਤਰਸ ਨਹੀਂ ਖਾਏਗਾ। ਸੋ ਆਪਣੀ ਬੇਟੀ ਨੂੰ ਇੰਨਾ ਸਪੈਸ਼ਲ ਫੀਲ ਕਰਾਓ, ਉਹਨੂੰ ਆਪਣੇ ਪਾਪਾ, ਉਹਨੂੰ ਲੱਗੇ ਕਿ ਮੈਂ ਜਿੰਨੀ ਦੇਰ ਤੱਕ ਮੈਂ ਆਪਣੇ ਪਿਓ ਦੀ ਬਾਹਾਂ ਦੇ ਵਿੱਚ ਆ, ਮੈਂ ਉਨੀ ਦੇਰ ਸੇਫ ਹਾਂ। ਸੋ ਇੱਥੇ ਕਮੀ ਉਹੀ ਗੱਲ ਫਿਰ ਆਉਂਦੀ ਹੈ ਕਿ ਅਸੀਂ ਆਪਣੇ ਕੰਮਾਂ ਕਾਰਾਂ ਦੀ ਜ਼ਿੰਦਗੀ 'ਚ ਇੰਨੇ ਕੁ ਜ਼ਿਆਦਾ ਵਿਅਸਤ ਹੋ ਚੁੱਕੇ ਹਾਂ, ਅਸੀਂ ਆਪਣੇ ਬੱਚਿਆਂ ਨੂੰ ਸਿਰਫ ਪੈਸੇ ਨਾਲ ਤੋਲਦੇ ਹਾਂ ਕਿ ਘਰ ਵਾਲੀ ਨੂੰ ਪੈਸੇ ਫੜਾ ਤੇ ਇਹਨਾਂ ਨੂੰ ਆਹ ਲਿਆ ਦੀ, ਇਹਨਾਂ ਨੂੰ ਇਹ ਕਰਦੀ। ਹੁਣ ਮੇਰੀ ਵਾਈਫ ਦੀ ਹਮੇਸ਼ਾ ਇਹ ਡਿਸਕਸ਼ਨ ਹੁੰਦੀ ਹੈ ਕਿ ਅੱਛੇ ਸਕੂਲ 'ਤੇ ਤੁਸੀਂ ਜ਼ੋਰ ਲਾਤਾ ਕਿ ਜੀ ਬੱਚਾ ਫਲਾਣੇ ਸਕੂਲ ਚਲਾਓ, ਡੋਨੇਸ਼ਨਾਂ ਦੇ ਰਹੇ ਹੋ 5-5 ਲੱਖ ਦੀਆਂ ਭਾਈ, ਬਟ ਮੋਰਲ ਵੈਲਿਊਜ਼ ਸੰਸਾਰ ਜਿਹੜੀ ਦੁਨਿਆਵੀ ਚੀਜ਼ਾਂ ਨੇ ਯਾਰ, ਸਕੂਲ ਚਾਹੇ ਸਰਕਾਰੀ ਸਕੂਲ ਭੇਜੋ ਚਾਹੇ ਵੱਡੇ 'ਚ ਭੇਜ ਦਿਓ, ਪੜ੍ਹਾਈ ਤਾਂ ਸਕੂਲ ਜਾ ਕੇ ਪੜ੍ਹਾਈ ਕਰਨੀ ਹੈ ਨਾ। ਹੁਣ ਹਲਵਾਈ ਦੀ ਦੁਕਾਨ ਤੋਂ ਤੁਸੀਂ ਉੱਥੋਂ ਕਹਿ ਲਓ ਕੰਨਾਂ ਦੀ ਮੁੰਦਰਾਂ ਤਾਂ ਲੈਣੋਂ ਰਹੇ, ਹਲਵਾਈ ਦੀ ਦੁਕਾਨ ਤੋਂ ਜਲੇਬੀਆਂ ਮਿਲਣੀਆਂ, ਸਕੂਲ 'ਚ ਪੜ੍ਹਾਈ ਹੋਈ ਮਿਲਣੀ ਆ, ਪਰ ਜਿਹੜੀ ਬੇਸਿਕ ਸੰਸਾਰ ਨੂੰ ਜ਼ਿੰਦਗੀ ਦੀ ਜੰਗ ਦੀ ਲੜਾਈ ਹੈ, ਇਹ ਕੋਈ ਨਹੀਂ ਦੱਸਦਾ। ਦ ਬੈਸਟ ਥਿੰਗ ਅਬਾਊਟ ਪੋਡਕਾਸਟ ਇਜ਼ ਦਿਸ ਟੌਪਿਕ, ਸਮਝਦੇ ਹੋ? ਉਹ ਕੋਈ ਨਹੀਂ ਸਿਖਾਉਂਦਾ। ਹੁਣ ਆਪਦੀ ਬੇਟੀ ਨੂੰ ਗੁੱਡ ਟੱਚ ਬੈਡ ਟੱਚ ਦੱਸੋ, ਉਹਨੂੰ ਦੱਸੋ ਕਿ ਬੇਟਾ ਮੈਂ ਆਪਦੀ ਬੇਟੀ ਨਾਲ ਜਦੋਂ ਅਸੀਂ ਬੈਠਦੇ ਹਾਂ, ਮੈਂ ਉਹਦੇ ਨਾਲ ਜਿਹੜੇ ਮੇਰੇ ਸਾਰੇ ਦੋਸਤ ਨੇ ਸਭ ਨੂੰ ਪਤਾ, ਜਦੋਂ ਵੀ ਮੈਂ ਲੁਧਿਆਣੇ ਆਉਣਾ ਹੁੰਦਾ ਤਾਂ ਮੇਰੇ 3 ਮਤਲਬ ਕਹਿ ਲਓ ਮੇਰੀ ਆਊਟਿੰਗ ਹੈ, ਮਤਲਬ ਘਰ ਦੇ ਵਿੱਚ ਅਲੱਗ-ਅਲੱਗ ਬੰਦਿਆਂ ਨਾਲ। ਮੈਂ ਸਭ ਤੋਂ ਪਹਿਲਾਂ ਆਪਦੀ ਛੋਟੀ ਬੇਟੀ ਨੂੰ ਲੈ ਕੇ ਜਾਣਾ ਇਕੱਲੀ ਨੂੰ ਬਾਹਰ, ਵੱਡੀ ਨੂੰ ਵੀ ਲੈ ਕੇ ਜਾਣਾ, ਵਾਈਫ ਨੂੰ ਵੀ ਲੈ ਕੇ ਜਾਣਾ, ਛੋਟੀ ਨੂੰ ਲੈ ਕੇ ਜਾਣਾ, ਉਹਨੂੰ ਮੈਂ ਕੌਫੀ 'ਤੇ ਉਹਨੂੰ ਪੁੱਛਣਾ ਤੇਰਾ ਕੀ ਖਾਣ ਦਾ ਮਨ ਆ, ਉਹਨੇ ਕਿਹਾ ਪਾਪਾ ਮੇਰਾ ਕੌਫੀ ਪੀਣ ਦਾ ਮਨ ਆ, ਅਸੀਂ ਦੋਨੇ ਗਏ। ਫਿਰ ਮੈਨੂੰ ਸਾਰਾ ਪੁੱਛਣਾ ਸਕੂਲ ਮੇਂ ਕਿਆ ਚੱਲ ਰਿਹਾ ਹੈ, ਕੌਣ ਤੇਰੀ ਫਰੈਂਡ ਹੈ, ਕੌਣ ਤੇਰਾ ਫਰੈਂਡ ਹੈ, ਪਾਪਾ ਇੱਕ ਹਰਨੂਰ ਹੈ ਮੁੰਡਾ, ਇੱਕ ਫਲਾਨਾ ਹੈ, ਪਾਪਾ ਫਿਰ ਇੱਦਾਂ ਹੋ ਗਿਆ, ਪਾਪਾ ਫਿਰ ਉਦੋਂ ਸਾਰੀਆਂ ਗੱਲਾਂ ਦੱਸਦੀ ਆਪਣੀ ਜੋ ਉਹਦੀ ਦਿਨਚਾਰਿਆ ਜੋ ਰੀਸੈਂਟਲੀ ਹੋਇਆ ਹੁੰਦਾ। ਫਿਰ ਮੈਂ ਦੱਸਣਾ ਉਹ 'ਚ ਵੀ ਬੇਟਾ ਇੱਥੇ ਤੂੰ ਗਲਤ ਕੀਤਾ, ਤੈਨੂੰ ਨਹੀਂ ਮਾਰਨਾ ਚਾਹੀਦਾ, ਤੈਨੂੰ ਇੱਦਾਂ ਕਰਨਾ ਚਾਹੀਦਾ, ਮਤਲਬ ਇੱਕ ਐਜ਼ ਅ ਫਰੈਂਡਲੀ, ਠੀਕ ਹੈ, ਉਹਦੇ ਨਾਲ ਸਾਰੀ ਗੱਲਾਂ ਸ਼ੇਅਰ ਹੋ ਗਈਆਂ। ਫਿਰ ਉਹਨੂੰ ਦੱਸਣਾ ਕਿ ਯਾਰ
ਉਹਨੂੰ ਫਿਰ ਮੈਂ ਛੋਟੀ ਬੇਟੀ ਨੂੰ ਦੱਸਿਆ ਵੀ ਸਵੇਰੇ ਜਦੋਂ ਸਕੂਲ ਜਾਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਘਰੇ ਗੁਰੂ ਮਹਾਰਾਜ ਦੀ ਫੋਟੋ ਲੱਗੀ, ਮਹਾਰਾਜ ਨੂੰ ਪ੍ਰਣਾਮ ਕਰੋ, ਮਹਾਰਾਜ ਮੈਂ ਸਕੂਲ ਚੱਲੀ ਹਾਂ, ਮੇਰੇ ਅੰਗ ਸੰਗ ਸਹਾਈ ਰਹਿਣਾ, ਮੈਨੂੰ ਇੱਜ਼ਤ ਦਿਓ। ਫਿਰ ਆਪਣੀ ਦਾਦੀ ਦੇ ਪੈਰ ਥਲਾਉਣੇ ਆ, ਫਿਰ ਦਾਦਾ ਜੀ ਨੂੰ ਮਿਲਣਾ, ਉਹਨਾਂ ਨੇ ਸਕੂਲ ਛੱਡ ਕੇ ਆਉਣਾ, ਵਾਪਸ ਆ ਕੇ ਸਭ ਤੋਂ ਪਹਿਲਾਂ ਬੈਗ ਰੱਖ ਕੇ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਨੂੰ ਪ੍ਰਣਾਮ ਕਰਨਾ ਕਿ ਮਹਾਰਾਜ ਤੁਹਾਡਾ ਲੱਖ ਲੱਖ ਸ਼ੁਕਰ, ਤੁਸੀਂ ਮੈਨੂੰ ਘਰ ਲੈ ਆਓ, ਪ੍ਰਣਾਮ ਕਰੋ ਮਹਾਰਾਜ ਨੂੰ। ਫਿਰ ਆਪਣੀ ਦਾਦੀ ਨੂੰ ਮਿਲੋ ਜਾ ਕੇ। ਜਦੋਂ ਤੁਸੀਂ ਬੇਸਿਕ ਚੀਜ਼ਾਂ ਬੱਚੇ ਨੂੰ ਸਿਖਾਓਗੇ, ਬੱਚਾ ਪਰਿਵਾਰ ਤੋਂ ਦੂਰ ਹੋਣਾ ਹੀ ਨਹੀਂ ਹੈ। ਹੁਣ ਇਹ ਚੀਜ਼ ਉਹਨੂੰ ਉਦੋਂ ਆਊ ਜਦੋਂ ਇਹ ਚੀਜ਼ ਉਹ ਪਹਿਲਾਂ ਮੈਨੂੰ ਕਰਦੇ ਦੇਖੋ ਕਿ ਪਾਪਾ ਕੰਮ 'ਤੇ ਜਾਣ ਤੋਂ ਪਹਿਲਾਂ ਗੁਰੂ ਮਹਾਰਾਜ ਨੂੰ ਪ੍ਰਣਾਮ ਕਰਦੇ ਆ, ਫਿਰ ਬੜੇ ਮੰਮਾ ਨੂੰ ਪੈਰ ਥਲਾਉਂਦੇ ਆ, ਫਿਰ ਬੜੇ ਪਾਪਾ ਨੂੰ ਗੋਡੇ ਥਲਾਉਂਦੇ ਆ, ਫਿਰ ਕੰਮ 'ਤੇ ਜਾਂਦੇ ਆ, ਫਿਰ ਘਰ ਆ ਕੇ ਗੱਡੀ ਦੀ ਚਾਬੀ ਰੱਖ ਕੇ ਜਿੱਥੇ ਵੀ ਬੰਦੇ ਦਾ ਸਿਸਟਮ ਹੁੰਦਾ ਘਰ ਦਾ, ਫਿਰ ਆਪਣੀ ਮਾਂ ਕੋਲ ਅੰਦਰ ਜਾਣਾ, ਜੇ ਸੁੱਤੀ ਵੀ ਪਈ ਉਹਨਾਂ ਦਾ ਦਰਵਾਜ਼ਾ ਖੋਲ੍ਹਣਾ, ਸੁੱਤੇ ਪਿਆ ਨੂੰ ਵੀ ਪ੍ਰਣਾਮ ਕਰਨਾ, ਵੀ ਪ੍ਰਣਾਮ ਕਰੋ, ਸੁੱਤੇ ਪਿਆ ਨੂੰ ਵੀ ਪ੍ਰਣਾਮ ਕਰੋ, ਤਾਂ ਕਿ ਬੱਚੇ ਨੂੰ ਲੱਗੇ ਕਿ ਇਹੀ ਜ਼ਿੰਦਗੀ ਹੈ। ਠੀਕ ਹੈ। ਫਿਰ ਮੈਂ ਵੱਡੀ ਬੇਟੀ ਨੂੰ ਲੈ ਕੇ ਜਾਣਾ, ਉਹ ਵੱਡੀ ਹੈ, ਫਿਰ ਉਹਨੂੰ ਸਾਰਾ ਪੁੱਛਣਾ ਕੀ ਚੱਲ ਰਿਹਾ, ਕੀ ਹੋ ਰਿਹਾ, ਘਰੇ ਡਾਂਟ ਪਈ, ਮੰਮਾ ਨੇ ਕੀ ਕਿਹਾ, ਫਰੈਂਡਸ ਨੇ ਤੇਰੀਆਂ ਨੇ ਕੀ ਕੀਤਾ, ਕਿਹਦੀ ਫਰੈਂਡ ਦਾ ਬਰਥਡੇ ਸੀ, ਉਹਦੇ ਕੀ ਇੰਜੋਏ ਕੀਤਾ। ਮਿਸ ਨੇ ਹੋ ਤੁਸੀਂ ਮਿਸ ਨੇ ਹੋ, ਇੱਕ ਦਾ ਸ਼ਿਕਾਰ ਕਰਦੇ ਹੋ। ਦੇਖੋ ਬੇਸਿਕਲੀ ਨਾਲੇ ਬੱਚੇ ਹੁੰਦੇ ਗੁੱਡ ਇਨਫੋਰਮਰ, ਉਹਨਾਂ ਨੇ ਸਾਰੇ ਘਰ ਤੁਹਾਡੇ ਪਿੱਛੇ ਕੀ ਇਸ ਪੋਡਕਾਸਟ ਤੋਂ ਬਾਅਦ ਜੇ ਬੱਚਿਆਂ ਨੇ ਸੁਣ ਲਿਆ ਕਿ ਇਹ ਕੀ ਹੈ, ਨਹੀਂ ਉਹ ਮੇਰੇ ਨਾਲ, ਉਹ ਮੇਰੇ ਗੱਲ ਦੀ, ਉਹ ਇੰਨੇ ਪੱਕੇ ਨੇ। ਦੇਖੋ ਇੱਕ ਹੁੰਦੇ ਫੈਨ, ਇੱਕ ਹੁੰਦੇ ਕੱਟੜ ਫੈਨ, ਵੀ ਧਰਤੀ ਇੱਧਰ ਦੀ ਉੱਧਰ ਹੋ ਸਕਦੀ ਹੈ, ਉਹ ਮੇਰਾ ਖਹਿੜਾ ਨਹੀਂ ਛੱਡ ਸਕਦਾ। ਉਹ ਵਾਹ ਯਾਰ, ਮੈਂ ਦਿਲੋਂ ਚਾਹੁੰਦਾ ਕਿ ਤੁਸੀਂ ਜੋ ਬਾਈ ਪੋਡਕਾਸਟ 'ਚ ਗੱਲਾਂ ਕਰ ਰਹੇ ਹੋ ਨਾ, ਔਰ ਅਗਰ ਇੱਕ ਪਰਿਵਾਰ 'ਚ ਹੋਣ ਲੱਗ ਜਾਣ, ਮੈਨੂੰ ਲੱਗਦਾ ਕੋਈ ਦੁਨੀਆ ਦੇ ਵਿੱਚ ਇਸ ਤੋਂ ਵੱਡੀ ਕੋਈ ਅਚੀਵਮੈਂਟ ਨਹੀਂ ਹੈਗੀ। ਤੁਸੀਂ ਜਿਹੜੀ ਘਰ ਗ੍ਰਸਤੀ ਜਨਮ ਲਿੱਤਾ, ਤੁਸੀਂ ਕਿੰਨੀ ਵਧੀਆ ਤਰੀਕੇ ਨਾਲ ਕਰ, ਉਹ ਤੁਸੀਂ ਜੋ ਬਾਈ ਸਾਰਾ ਕੁਝ ਬੋਲ ਰਹੇ ਕਰਦੇ ਵੀ ਹੋਗੇ ਸਿਰਫ ਇੰਪ੍ਰੈਸ ਕਰਨ ਵਾਸਤੇ ਬੋਲ ਰਹੇ? ਇਹ ਤਾਂ ਵੀਰੇ ਮੈਂ ਇਹ ਕੈਮਰੇ 'ਤੇ ਬਹਿ ਕੇ ਨਹੀਂ ਬੋਲ ਸਕਦਾ। ਜਿਹੜੇ ਮੇਰੇ ਦੋਸਤ ਨੇ ਜਾਂ ਜਿਨ੍ਹਾਂ ਨਾਲ ਮੈਂ ਰਹਿਣਾ, ਉੱਠਦਾ ਬੈਠਦਾ, ਜੋ ਮੇਰੀ ਨਿੱਜੀ ਜ਼ਿੰਦਗੀ ਤੋਂ ਜਾਣੂ ਨੇ, ਇਹ ਤੋਂ ਬੈਟਰ ਤੁਹਾਨੂੰ ਉਹ ਦੱਸ ਸਕਦੇ ਆ। ਉਹ 'ਚੋਂ ਪਹਿਲਾ ਦੋਸਤ ਮੇਰਾ ਤੁਸੀਂ ਹੋਇਆ। ਨਹੀਂ, ਮੈਂ ਗੱਲ ਦਿਲੋਂ ਦੱਸਣਾ ਚਾਹੁੰਦਾ, ਚਲੋ ਔਨ ਕੈਮਰਾ 'ਚ ਪਹਿਲੀ ਵਾਰੀ ਬੈਠੇ ਹਾਂ, ਪਰ ਮੈਂ ਆਪਣੀ ਲਾਈਫ 'ਚ ਬਹੁਤ ਕੁਝ ਸਿੱਖਿਆ ਇਸ ਇਨਸਾਨ ਕੋਲ, ਬਹੁਤ ਕੁਝ। ਉਹਦੇ 'ਚੋਂ ਭਾਵੇਂ ਮੈਂ 60% ਅਮਲ ਕੀਤਾ, 40 ਮੈਂ ਕਰ ਨਹੀਂ ਪਿਆ ਕਿਉਂਕਿ ਕੌੜੇ ਬਹੁਤ ਨੇ। ਇਹ ਤਾਂ ਉਹ ਕੁਛ ਕਰਨ ਨੂੰ ਕਹਿ ਦਿੰਦੇ ਨੇ ਜਿਹੜਾ ਮੈਂ ਨਹੀਂ ਸੋਚ ਸਕਦਾ, ਹੈ ਨਾ। ਤਾਂ ਮੈਂ ਇਹਨਾਂ ਦੀ ਕਈਆਂ ਗੱਲਾਂ 'ਚੋਂ 60% 70% ਆਪਣੀ ਜ਼ਿੰਦਗੀ 'ਚ ਇੰਪਲੀਮੈਂਟ ਕਰਦਾ ਅਤੇ ਮੈਨੂੰ ਰਿਜ਼ਲਟ ਵਧੀਆ ਮਿਲਦੇ ਨੇ। ਅਤੇ ਜਿਹੜੀ ਆ ਬੱਚਿਆਂ ਵਾਲੀ ਗੱਲ ਹੈ, ਮੈਂ ਫਿਰ ਦੱਸ ਰਿਹਾ ਕਿ ਇਹ ਪੋਡਕਾਸਟ ਦੇ ਵਿੱਚ ਜਿਹੜੀਆਂ ਗੱਲਾਂ ਹੋ ਰਹੀਆਂ, ਇਹ ਮੈਨੂੰ ਸਾਰੀਆਂ ਹੀ ਪਹਿਲਾਂ ਪਤਾ ਹੈ, ਪਰ ਮੈਂ ਸਿਰਫ ਤੁਹਾਨੂੰ ਇੰਟਰਸਟ ਦਿਵਾਉਣ ਲਈ, ਤੁਹਾਨੂੰ ਇੱਕ ਐਕਸਪੀਰੀਅੰਸ ਦੇਣ ਲਈ ਕੀਤਾ, ਔਰ ਮੈਂ ਦਿਲੋਂ ਧੰਨਵਾਦ ਆ ਬਾਈ। ਅੱਛਾ, ਆਪਾਂ ਦੂਜੀ ਬੱਚੀ ਦੇ ਸੀਗੇ, ਦੂਜੀ ਬੱਚੀ ਨੂੰ ਘੁਮਾਇਆ, ਫਿਰ ਮੈਂ ਵੱਡੀ ਬੇਟੀ ਨੂੰ ਲੈ ਕੇ ਜਾਣਾ, ਉਹਨੂੰ ਸਾਰਾ ਪੁੱਛਣਾ ਕੀ ਚੱਲ ਰਿਹਾ, ਘਰੇ ਕੀ ਹੋਇਆ। ਅੱਛਾ, ਬੜੇ ਮੰਮਾ ਦੀ ਕੋਈ ਗੱਲ ਹੋਈ, ਆਪਸ ਵਿੱਚ ਦੱਸ ਦਿੰਦੀ ਹੈ, ਹਾਂ ਬੜੇ ਮੰਮਾ ਦੀ ਆਹ ਗੱਲ ਹੋ ਗਈ। ਮਤਲਬ ਸਾਰਾ ਘਰ ਦਾ ਪਤਾ ਲੱਗ ਜਾਂਦਾ ਇੱਕ ਤਾਂ ਮੈਨੂੰ, ਹੈ ਨਾ। ਇਹਦਾ ਸੈਕਿੰਡ ਬੈਨੀਫਿਟ ਇਹ ਹੈ, ਸੌਰੀ। ਫਿਰ ਮੈਂ ਉਹਨੂੰ ਦੱਸਦਾ ਤੂੰ ਕੌਫੀ ਪੀਣੀ ਆ। ਹੁਣ ਜਦੋਂ ਮੈਂ ਉਹਨੂੰ ਇੱਕ ਬਾਏਫਰੈਂਡ ਵਾਂਗੂ ਕੌਫੀ 'ਤੇ ਲੈ ਕੇ ਜਾ ਰਿਹਾ, ਉਹਨੂੰ ਗੁੱਡ ਫੀਲ ਕਰਾ ਰਿਹਾ, ਉਹਦੀ ਆਪਣੀ ਫੀਲ ਹੈ, ਉਹ ਆਪਣਾ ਦਿਨ ਮੇਰੇ ਨਾਲ ਸਾਰਾ ਸ਼ੇਅਰ ਕਰ ਰਹੀ ਕਿ ਪਾਪਾ ਆਹ ਹੋਇਆ, ਪਾਪਾ ਹੋਇਆ। ਅੱਛਾ, ਫਿਰ ਹੋਰ ਦੱਸ ਤੇਰਾ ਕੀ ਮਨ ਆ, ਡੈਡੀ ਮੇਰਾ ਆਹ ਮਨ ਆ, ਆਪਾਂ ਐਂ ਕਰ ਲਈਏ। ਮਤਲਬ ਉਹਨੂੰ ਲੱਗੇ ਕਿ ਯਾਰ ਮੈਂ ਜੋ ਵੀ ਜ਼ਿੰਦਗੀ 'ਚ ਬਣਨਾ ਚਾਹੁੰਦੀ ਹਾਂ, ਮੈਨੂੰ ਇੱਕੋ ਬੰਦਾ ਬਣਾ ਸਕਦਾ, ਉਹ ਮੇਰਾ ਪਿਓ ਹੈ। ਉਹਨੂੰ ਕਦੇ ਲੱਗੇ ਹੀ ਨਾ ਕਿ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਰੋੜਾ ਇਹ ਹੈ, ਉਹਨੂੰ ਲੱਗੇ ਕਿ ਮੇਰੀ ਜ਼ਿੰਦਗੀ ਸਭ ਤੋਂ ਵੱਡਾ ਬੈਕਅਪ ਹੀ ਮੇਰਾ ਪਿਓ ਹੈ। ਤਾਂ ਤੁਹਾਡਾ ਬੱਚਾ ਕਦੇ ਗਲਤ ਹੋਣਾ ਹੀ ਨਹੀਂ। ਹਾਂ, ਬਾਕੀ ਜੇ ਕੋਈ ਕਰਮਾਂ 'ਚ ਕੁਛ ਲਿਖਿਆ ਹੋ, ਆਪਾਂ ਰੱਬ ਤੋਂ ਤਾਂ ਆਪਾਂ ਵੱਡੇ ਹੈ ਹੀ ਨਹੀਂ ਹੈ। ਰੱਬ 'ਚ ਯਕੀਨ ਕਰਦੇ ਹੋ? ਰੱਬ 'ਤੇ ਮੈਂ ਬਹੁਤ ਕਰਮਾਂ, ਰੱਬ, ਧਰਮ ਕਰਮ, ਬਹੁਤ ਜ਼ਿਆਦਾ। ਪਲੀਜ਼ ਥੋੜ੍ਹਾ ਜਿਹਾ ਪੋਡਕਾਸਟ ਲੰਬਾ ਹੋ ਰਿਹਾ, ਬਟ ਆਈ ਐਮ ਰੀਅਲੀ ਇੰਜੋਇੰਗ, ਕਿਉਂਕਿ ਮੈਂ ਚਾਹੁੰਦਾ ਕਿ ਜਿਹੜੀਆਂ ਇੱਕ ਬੰਦਾ ਮਿਸ ਹੈ ਪਰਿਵਾਰ ਦਾ। ਫਿਰ ਮੈਂ ਆਪਣੀ ਵਾਈਫ ਨੂੰ ਲੈ ਕੇ ਜਾਂਦਾ, ਫਿਰ ਮੇਰਾ ਉਹਦੇ ਨਾਲ ਵੀ ਇੱਕ ਗੇੜਾ ਲੱਗਦਾ। ਫਿਰ ਮੈਂ ਉਹਨੂੰ ਸਾਰਾ ਪੁੱਛਣਾ ਕਿੱਦਾਂ ਚੱਲ ਰਿਹਾ, ਠੀਕ ਹੈ, ਵਧੀਆ ਚੱਲ ਰਿਹਾ, ਖੁਸ਼ ਨੇ ਭਾਬੀ ਤੁਹਾਡੇ ਤੋਂ? ਇਹ ਹੁਣ ਉਦੋਂ ਉਹ ਸਵਾਲ ਦੱਸ ਸਕਦੇ, ਉਹਨਾਂ ਨੂੰ ਵੀ ਪੋਡਕਾਸਟ ਕਰਾਂਗੇ ਕਿ ਇਸ ਬੰਦੇ ਨਾਲ ਕੱਟ ਕੇ ਕਿਵੇਂ ਭੈਣੇ ਤੁਸੀਂ ਚੱਲ ਰਹੇ ਹੋ, ਇੰਨੇ ਅਸੂਲਾਂ ਦੇ ਪੱਕੇ ਬੰਦੇ ਨੇ। ਫਿਰ ਮੈਂ ਉਹਨੂੰ ਪੁੱਛਣਾ ਕਿ ਨੁਕਸਾਨ ਹੁੰਦਾ ਬਈ ਘਰਦਿਆਂ ਨੂੰ ਕੁਝ ਇੰਨੇ ਅਸੂਲਨ ਇਨਸਾਨਾਂ ਨਾਲ? ਬ੍ਰਦਰ ਮੈਂ ਦਿਲੋਂ ਇਹ ਗੱਲ ਨਾ ਔਨ ਕੈਮਰਾ ਕਹਿਣਾ ਚਾਹੁੰਦਾ, ਹੋ ਸਕਦਾ ਮੇਰੇ ਪਰਿਵਾਰ ਨੂੰ ਮੇਰੀਆਂ ਕਈ ਗੱਲਾਂ ਕੌੜੀਆਂ ਲੱਗਦੀਆਂ, ਹੁਣ ਮੈਂ ਇਹ ਗੱਲ ਕੁਛ ਕਹਿ ਨਹੀਂ ਸਕਦਾ, ਪਰ ਮੈਨੂੰ ਇਹ ਪਤਾ ਮੈਂ ਜ਼ਿੰਦਗੀ ਵਿੱਚ ਆਪਣੇ ਮੇਰੇ ਪਰਿਵਾਰ ਨੂੰ ਕੀ ਸਹੀ ਲੱਗਦਾ ਮੈਂ ਨਹੀਂ ਦੇਖਣਾ, ਉਹਨਾਂ ਲਈ ਕੀ ਸਹੀ ਹੈ ਮੈਂ ਇਹ ਦੇਖ। ਮੇਰੇ ਲਈ ਚੰਦ ਮਿੰਟ ਦੀ ਖੁਸ਼ੀ ਦੇ ਨਾਲ ਅਗਰ ਕਿਸੇ ਪੂਰੇ ਘਰ ਦਾ ਸਿਸਟਮ ਮਿਲ ਰਿਹਾ ਤਾਂ ਉਹ ਬੇਵਕੂਫੀ ਹੈ। ਕਹਿੰਦੇ ਨਾ ਕਿਸੇ ਨੂੰ ਇੰਨਾ ਮਿੱਠਾ ਉਹਦੀ ਖੁਸ਼ੀ ਦੀ ਖਿਲਾ ਦਿਓ ਕਿ ਉਹਨੂੰ ਸ਼ੂਗਰ ਹੋ ਜਾਏ, ਉਹ ਮਰ ਹੀ ਜਾਵੇ, ਤਾਂ ਉਹ ਪਿਆਰ ਨਹੀਂ ਹੈ, ਉਹ ਤਾਂ ਫਿਰ ਉਹ ਪਿਆਰ ਹੀ ਨਹੀਂ ਹੈ ਉਹਦਾ। ਬਾਈ ਮੈਂ ਨਾ ਇੱਕ ਤੁਹਾਡੇ ਉਹ ਪਰਮਾਤਮਾ ਵਾਲੇ ਟੌਪਿਕ 'ਤੇ ਜਾਣ ਤੋਂ ਪਹਿਲਾਂ ਮੇਰੇ ਮਨ 'ਚ ਇੱਕ ਸਵਾਲ ਆਇਆ ਕਿ ਤੁਸੀਂ ਕਿਸੇ ਨੂੰ ਬਹੁਤ ਪਿਆਰ ਕਰਦੇ ਹੋ, ਉਹਦਾ ਹਰ ਚੰਗਾ ਮਾੜਾ ਤੁਸੀਂ ਆਪਣਾ ਉਹਨਾਂ ਨਾਲ ਸ਼ੇਅਰ ਕਰਦੇ ਹੋ, ਕੱਲ੍ਹ ਨੂੰ ਤੁਹਾਨੂੰ ਪਤਾ ਲੱਗ ਰਿਹਾ ਕਿ ਤੁਹਾਨੂੰ ਉਹਨੇ ਹੀ ਫਸਾਤਾ ਕਿਤੇ ਔਰ ਉਹਨੇ ਹੀ ਕਢਾਤਾ, ਉਸ ਬੰਦੇ ਨਾਲ ਅੱਗੇ ਵਰਤਣੀ ਚਾਹੀਦੀ ਕਿ ਨਹੀਂ? ਕੀ ਕਰਨਾ ਚਾਹੀਦਾ ਉਹਦੇ ਨਾਲ? ਬਿਲਕੁਲ ਵੀ ਨਹੀਂ ਇਹਦੇ ਵਰਤਣਾ ਛੱਡ ਦੇਣਾ ਚਾਹੀਦਾ। ਸਭ ਤੋਂ ਡੇਂਜਰਸ ਮੈਨ ਉਹ ਹੁੰਦਾ ਜਿਹੜਾ ਕਿ ਆਪਦੇ ਮਿੱਤਰ ਦੇ ਰਾਜ ਜਾਣ ਕੇ ਉਹਨੂੰ ਫਸਾਵੇ ਅਤੇ ਫਿਰ ਉਹਨੂੰ ਕਢਾਵੇ ਵੀ ਕਿ ਘੁੰਮ ਕੇ ਮੇਰੇ ਕੋਲ ਹੀ ਆਵੇ। ਇਸ ਤੋਂ ਮਾੜਾ ਇਨਸਾਨ ਹੀ ਨਹੀਂ ਧਰਤੀ 'ਤੇ ਕੋਈ। ਅੱਜ ਕੱਲ੍ਹ ਸਾਡੇ ਨਾਲ ਮੇਰੇ ਨਾਲ ਬਹੁਤ ਹੋ ਰਿਹਾ ਬਾਈ। ਕਰਮ ਸੰਸਕਾਰ ਆ ਵੀਰੇ। ਇਹਦਾ ਫਿਰ ਮੈਨੂੰ ਕੀ ਕਰਨਾ ਚਾਹੀਦਾ? ਮੈਨੂੰ ਪਤਾ ਲੱਗ ਗਿਆ ਕਿ ਆਹ ਬੰਦੇ ਨੇ ਮੈਨੂੰ ਆਪਣੇ ਕੋਲ ਬੁਲਾਉਣ ਲਈ ਸਾਰਾ ਛੜਯੰਤਰ ਰਚਿਆ। ਵੀਰੇ ਫਿਰ ਉਹ ਡੈਮੋ ਦੇਣੀ ਚਾਹੀਦੀ, ਜਿਵੇਂ ਮੈਂ ਕਹਿੰਦਾ ਹੁੰਦਾ ਬੰਦੇ। ਉਹ ਆਪਾਂ ਕੈਮਰੇ 'ਤੇ ਨਹੀਂ ਦੱਸ ਸਕਦੇ, ਹਾਂ ਉਹਦੇ ਲਈ ਸਾਨੂੰ ਆਫ ਕੈਮਰਾ ਮਿਲ ਲਓ। ਪਰ ਮੈਂ ਸੱਚੀ 'ਚ ਫਿਰ ਗੱਲ ਰਿਪੀਟ ਕਰ ਰਿਹਾ ਕਿ ਮੈਂ ਬਹੁਤ ਕੁਝ ਸਿੱਖਿਆ ਇਸ ਇਨਸਾਨ। ਨਹੀਂ ਵੀਰੇ, ਦੇਖੋ ਲਾਈਫ ਕੋਈ ਇਨਸਾਨ ਕਦੇ ਕਿਸੇ ਤੋਂ ਨਹੀਂ ਕੁਝ ਸਿੱਖਦਾ, ਇੱਕ ਆਮ ਜ਼ਿੰਦਗੀ ਦੇ ਐਕਸਪੀਰੀਅੰਸ ਨੇ। ਤੁਹਾਡੇ ਤੋਂ ਮੈਂ ਬਹੁਤ ਕੁਝ ਸਿੱਖਦਾ ਹੋਊਗਾ ਵੀਰੇ। ਮੇਰੇ ਕੋਲ ਕੀ ਸਿੱਖਦੇ ਹੋ ਬਾਜੀ? ਪਲੀਜ਼ ਇਹ ਗੱਲ ਮੈਂ ਹੁਣ ਕੈਮਰਾ ਕਹਿਣਾ ਚਾਹੁੰਦਾ। ਇਹਨਾਂ ਨੇ ਮੈਨੂੰ ਬਾਰ-ਬਾਰ ਕਿਹਾ ਸੀ ਵੀ ਜੇ ਗੱਲ ਨਾ ਬੋਲੀ ਆਪਦਾ ਹਿਸਾਬ ਲਾ। ਪਲੀਜ਼ ਦੱਸੋ, ਗੱਲ ਦੱਸੋ, ਤੁਸੀਂ ਗੱਲ ਵੱਲ ਜ਼ੋਰ ਲਾਓ, ਗੱਲ ਦੱਸੋ ਜਿਹੜੀ ਮੈਂ ਤੁਹਾਨੂੰ ਸਮਝਾਈ ਸੀ ਨਾ ਸਾਰੀ ਮੇਰੇ ਬਾਰੇ ਕਹਿਣੀ, ਪਲੀਜ਼ ਕਹਿ ਦਿਓ।
ਉਹਦੇ ਸਭ ਚਲੋ ਮਜ਼ਾਕ ਨਾਲ ਮਜ਼ਾਕ ਰਿਹਾ ਅੱਛਾ ਹੁਣ ਮਤਲਬ ਪਹਿਲਾ ਤਵਾ ਲਾਤਾ ਨਹੀਂ ਹੁਣ ਮੈਂ ਸੀਰੀਅਸ ਗੱਲ ਦੱਸੂਗਾ। ਅਨਮੋਲ ਨੇ ਮੈਨੂੰ ਹਮੇਸ਼ਾ ਇੱਕ ਚੀਜ਼ ਲਈ ਕਿਹਾ ਕਿ ਵੀਰੇ ਆਪਣਾ ਜ਼ਰੂਰ ਸੋਚਿਆ ਕਰੋ। ਇਹ ਗੱਲ ਮੈਨੂੰ ਇਹਦੀ ਸਭ ਤੋਂ ਬੈਸਟ ਲੱਗਦੀ ਹੈ ਕਿ ਇਹ ਇਸ ਬਾਰੇ ਹਮੇਸ਼ਾ ਅਸੀਂ ਜਦੋਂ ਵੀ ਬੈਠਦੇ ਹਾਂ, ਜਦੋਂ ਵੀ ਹੁੰਦੀ ਆ, ਮੇਰੇ ਆਪਣੇ ਟੌਪਿਕਸ ਹੁੰਦੇ, ਮੇਰੇ ਆਪਣੇ ਗੱਲਾਂ ਹੁੰਦੀਆਂ ਲੋਕਾਂ ਨੇ ਕਹਿਣਾ ਇਹ ਜੇ ਤੁਹਾਨੂੰ ਕਹਿ ਰਿਹਾ ਤੁਸੀਂ ਆਪਣੇ ਬਾਰੇ ਸੋਚੋ ਤਾਂ ਇਹ ਸਾਰਾ ਦਿਨ ਲੋਕਾਂ ਬਾਰੇ ਉਹ ਨਹੀਂ ਉਹਦਾ ਵੀ ਮੈਂ ਕਾਰਨ ਦੱਸਦਾ। ਉਹਦਾ ਕਾਰਨ ਹੈ ਕਿ ਜਿਹੜਾ ਅੱਛਾ ਦੋਸਤ ਹੁੰਦਾ ਉਹ ਆਪਣੇ ਦੋਸਤ ਦਾ ਹਮੇਸ਼ਾ ਸੁੱਖ ਮੰਗਦਾ। ਉਹਨੂੰ ਲੱਗਦਾ ਕਿ ਅਗਰ ਉਹਦਾ ਕਿਸੇ ਚੀਜ਼ ਕਰਕੇ ਨੁਕਸਾਨ ਹੋ ਰਿਹਾ ਜਾਂ ਲੋਕ ਉਹਨੂੰ ਯੂਜ਼ ਕਰ ਰਹੇ ਆ, ਉਹਦੇ ਰਿਲੇਸ਼ਨਸ ਨੂੰ ਯੂਜ਼ ਕਰ ਰਹੇ ਆ ਜਾਂ ਉਹ ਤੋਂ ਬੈਨੀਫਿਟ ਲੈ ਰਹੇ ਆ, ਪਰ ਉਹ ਬੰਦਾ ਆਪਣੇ ਲਈ ਨਹੀਂ ਕੁਛ ਕਰਦਾ ਉਹਨਾਂ ਦੋਸਤਾਂ ਤੋਂ, ਹੈ ਨਾ। ਮਤਲਬ ਉਹ ਸਿਰਫ ਦੇਣਾ ਹੀ ਸਿੱਖਿਆ, ਲੈਣਾ ਨਹੀਂ ਸਿੱਖਿਆ, ਤਾਂ ਉਹ ਤੁਹਾਡਾ ਜ਼ਿੰਦਗੀ ਦਾ ਸਭ ਤੋਂ ਅੱਛਾ ਦੋਸਤ ਹੈ। ਤਾਂ ਅਨਮੋਲ ਮੇਰੇ ਲਈ ਉਹਨਾਂ 'ਚੋਂ ਇੱਕ ਜਿਹੜਾ ਕਿ ਹਮੇਸ਼ਾ ਮੈਨੂੰ ਇਹ ਕਹਿੰਦਾ ਕਿ ਯਾਰ ਵੀਰੇ ਆਪਾਂ ਸਭ ਦਾ ਇੰਨਾ ਕਰਤਾ, ਆਪਾਂ ਉਹਦੇ ਲਈ ਆਹ ਕਰਤਾ, ਆਪਾਂ ਆਪਣੇ ਲਈ ਕਿਉਂ ਨਹੀਂ ਉਹਨੂੰ ਕਹਿੰਦੇ, ਵਾਪਸ ਲਈ ਨਹੀਂ ਕਿਉਂ ਕਹਿੰਦੇ। ਤਾਂ ਮੈਨੂੰ ਵਧੀਆ ਲੱਗਦੀ ਅਨਮੋਲ ਦੀ ਇਹ ਚੀਜ਼ ਹਮੇਸ਼ਾ, ਕਿ ਜਦੋਂ ਵੀ ਮੇਰੇ ਕੋਲ ਬੈਠਦਾ ਤਾਂ ਉਹਦਾ ਇਹ ਹੌਟ ਟੌਪਿਕ ਹੁੰਦਾ ਹਮੇਸ਼ਾ ਕਿ ਵੀਰੇ ਹੁਣ ਤੁਸੀਂ ਆਹ ਕਰ ਲਓ, ਵੀਰੇ ਹੁਣ ਤੁਸੀਂ ਉਹ ਕਰ ਲਓ। ਕਿਉਂਕਿ ਮੈਂ ਚਾਹੁੰਦਾ ਕਿ ਜ਼ਿੰਦਗੀ ਦੇ ਵਿੱਚ ਜਿਹੜੇ ਇਨਸਾਨ ਤੁਹਾਡੇ ਕੋਲ ਸਿੱਖ ਕੇ ਮੈਂ ਕਹੀ ਜਾਂਦਾ ਕਿ ਮੈਂ ਆਪਣੀ ਜ਼ਿੰਦਗੀ 'ਚ ਤੁਹਾਡੇ ਕੋਲ ਸਲਾਹ ਲੈ ਕੇ ਕੋਈ ਕੰਮ ਸ਼ੁਰੂ ਕੀਤਾ ਔਰ ਮੈਂ ਉਹਦੇ 'ਚ ਟੱਚ ਵੁੱਡ ਵਧੀਆ ਗਰੋ ਕਰ ਰਿਹਾ, ਪਰ ਮੈਂ ਸੋਚ ਰਿਹਾ ਕਿ ਜਿਹਦੇ ਕੋਲ ਮੈਂ ਸਲਾਹ ਲਿੱਤੀ ਉਹ ਆਪ ਕਿਉਂ ਨਹੀਂ ਇਸ ਚੀਜ਼ 'ਤੇ ਧਿਆਨ ਦੇ ਰਿਹਾ। ਔਰ ਇਹ ਵੀ ਨਹੀਂ ਕਿ ਉਹਨੂੰ ਲੋੜ ਵੀ ਉਹਨੂੰ ਹੈਗੀ ਇਸ ਚੀਜ਼ ਦੀ, ਪਰ ਫਿਰ ਵੀ ਉਹ ਬੰਦਾ, ਚਲੋ ਇਹ ਵੀ ਤੁਹਾਡਾ ਕਰਮ ਹੀ ਸ਼ਾਇਦ ਪਰਮਾਤਮਾ ਨੇ ਹੀ ਲਾਇਆ ਕਿ ਤੁਸੀਂ ਦੇਣਾ ਹੀ ਸਿੱਖਿਓ। ਲਾਸਟ ਟੌਪਿਕ ਐਂਡ ਲਾਸਟ ਬਟ ਨਾਟ ਦ ਲੀਸਟ, ਇਟਸ ਮੇਜਰ ਟੌਪਿਕ, ਰੱਬ, ਕਰਮਾਂ, ਇਹਨਾਂ ਬਾਰੇ ਤੁਸੀਂ ਕੀ ਸੋਚਦੇ ਹੋ? ਰੱਬ 'ਤੇ ਵੀਰੇ ਮੈਂ ਬਹੁਤ ਜ਼ਿਆਦਾ ਵਿਸ਼ਵਾਸ ਕਰਦਾ। ਤੁਹਾਡੇ ਲਈ ਰੱਬ ਕੀ ਹੈ? ਐਕਸਪਲੇਨ ਗੋਡ। ਮੇਰੇ ਲਈ ਰੱਬ ਤੁਹਾਡੀ ਜ਼ਿੰਦਗੀ ਦਾ ਸਭ ਤੋਂ, ਜਿਹਨੂੰ ਆਪਾਂ ਬੈਸਟ ਫਰੈਂਡ ਕਹਿ ਦਈਏ, ਤੁਹਾਡਾ ਸਭ ਤੋਂ ਵੱਡੀ, ਤੁਹਾਡੀ ਜ਼ਿੰਦਗੀ ਸਭ ਤੋਂ ਵੱਡਾ ਜਿਹੜਾ ਪਿੱਲਰ ਹੈ ਉਹ ਪ੍ਰਮਾਤਮਾ। ਉਹ ਫਰੈਂਡ ਦਾ ਕੋਈ ਰੂਪ ਵੀ ਹੋ ਸਕਦਾ? ਪ੍ਰਮਾਤਮਾ ਦਾ ਕਦੇ ਕੋਈ ਰੂਪ ਨਹੀਂ ਹੈ। ਪ੍ਰਮਾਤਮਾ ਨਿਰੰਕਾਰ ਹੈ। ਆਪਾਂ ਸਭ ਨੇ ਵੇਦਾਂ ਗ੍ਰੰਥਾਂ ਵਿੱਚ ਪੜ੍ਹਿਆ। ਉਹ ਤੁਹਾਡੀ ਇੱਕ ਸ਼ਰਧਾ, ਤੁਹਾਡੇ ਵਿਸ਼ਵਾਸ 'ਤੇ ਡਿਪੈਂਡ ਕਰਦਾ। ਰਹੀ ਗੱਲ ਕਰਮ ਦੀ, ਆ ਮੇਰੇ ਟੈਟੂ ਬਣੇ ਹੋਏ ਨੇ, ਬੜੇ ਲੋਕਾਂ ਨੂੰ ਲੱਗਦਾ ਕਿ ਮੈਂ ਮੋਰਨੀਆਂ ਬਣਾਈਆਂ ਹੋਈਆਂ ਨੇ, ਕਾਟੇ ਮਾਟੇ, ਬਟ ਇਹ ਮੋਰਨੀਆਂ ਨਹੀਂ ਹੈ। ਇਹ ਬੇਸਿਕਲੀ ਜਨਮ ਤੋਂ ਮੌਤ ਤੱਕ ਦੀ ਕਹਾਣੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਸਲੋਕ ਆਉਂਦਾ, ਕਹਿੰਦੇ ਉਹ ਦਿਨ ਯਾਦ ਕਰ ਜਦ ਪੱਗ ਉੱਪਰ ਤਲ ਸ਼ੀਸ਼, ਮ੍ਰਿਤ ਮੰਡਲ ਮੈਂ ਆ ਕੇ ਵਿਸਰ ਗਿਓ ਜਗਦੀਸ਼। ਜਦੋਂ ਬੱਚਾ ਮਾਤਾ ਦੇ ਗਰਭ 'ਚ ਲੜਕ ਰਿਹਾ ਹੁੰਦਾ ਤਾਂ ਉਹ 9 ਮੰਥ ਕੰਪਲੀਟ ਹੋ ਜਾਂਦਾ, ਅੰਦਰ ਹੀਟ ਹੁੰਦੀ ਹੈ, ਜਨਮ ਮੰਗਦਾ ਕਿ ਪਰਮਾਤਮਾ ਇੱਕ ਜਨਮ ਦੇ। ਗੁਰਬਾਣੀ ਗੁਰੂ ਮਹਾਰਾਜ ਸਲੋਕ ਲਿਖਦੇ ਨੇ, 1,84 ਭਰਮ ਦਿਆਂ ਦੁਰਲਭ ਜਨਮ ਪਾਇਓ, ਨਾਨਕ ਨਾਮ ਸੰਭਾਲ ਤੂੰ ਸੋਹ ਦੇ ਨੇੜੇ ਆਇਓ। ਵੀ 1,84 ਜੂਨਾਂ ਤੋਂ ਬਾਅਦ ਸਾਨੂੰ ਜਨਮ ਮਿਲਿਆ। ਰਮਾਇਣ ਦੇ ਵਿੱਚ ਤੁਲਸੀਦਾਸ ਮਹਾਰਾਜ ਜੀ ਲਿਖਦੇ ਨੇ, ਕਹਿੰਦੇ ਬੜੇ ਭਾਗ ਮਾਨਸ ਤਨ ਪਾਵਾ, ਸੁਰ ਦੁਰਲਭ ਸਭ ਗ੍ਰੰਥਨ ਗਾਵਾ, ਸਾਧਮ ਦਾਮ ਮੋਕਸ਼ ਕਾ ਦੁਆਰਾ, ਪਾਏ ਨਾ ਜਾਏ ਪਰਲੋਕ ਸਵਾਰਾ। ਵੀ ਬੜੇ ਭਾਗਾਂ ਨਾਲ ਸਾਨੂੰ ਇਹ ਜਨਮ ਮਿਲਦਾ। ਇਹ ਜਨਮ ਕੋਈ ਛੋਟੀ ਮੋਟੀ ਚੀਜ਼ ਨਹੀਂ ਹੈ ਨਾ। ਗੁਰੂ ਨਾਨਕ ਸਾਹਿਬ ਲਿਖਦੇ, ਕਹਿੰਦੇ ਆਏ ਜਗਤ ਮੈਂ ਕਿਆ ਕੀਆ, ਤਨ ਪਾਲਾਂ ਜਾਂ ਪੇਟ, ਸਹਿਜੋ ਦਿਨ ਤਨ ਦੇ ਕੇ ਰਿਆਨ ਕੋਈ ਸੁਖ ਲੇਟ। ਸੋ ਜਿਹੜਾ ਜਨਮ ਹੈ ਨਾ ਬੜੀ ਔਖਾ ਮਿਲਦਾ, ਪਰ ਅਸੀਂ ਆ ਕੇ ਖਾ ਲਿਆ, ਪੀ ਲਿਆ, ਸੌ ਲਿਆ, ਸਾਨੂੰ ਜਨਮ ਦੀ ਵੈਲਿਊ ਨਹੀਂ ਪਤਾ। ਸੋ ਇਹ ਇੱਕ ਬੰਦਾ ਬਣਿਆ ਹੋਇਆ ਜਿਹਨੂੰ ਜੰਜੀਰਾਂ ਨਾਲ ਬੰਨਿਆ ਹੋਇਆ ਕਿ ਉਹ ਜਨਮ ਮੰਗਦਾ, ਉਹ ਇੱਕ ਲਾਈਫ ਮੰਗਦਾ, 1 ਲਾਈਫ 1 ਚਾਂਸ। ਉਹ ਪਰਮਾਤਮਾ ਤੋਂ ਇੱਕ ਜ਼ਿੰਦਗੀ, ਇੱਕ ਮੌਕਾ ਮੰਗਦਾ। ਜਿਹੜੀ ਲਾਈਫ ਆ ਉਹ ਪਲੇਲਿਸਟ ਵਾਂਗੂ ਨਹੀਂ ਹੈ ਕਿ ਅਸੀਂ ਰੋਕ ਲਾਂਗੇ, ਅੱਗੇ ਕਰ ਲਾਂਗੇ, ਪਿੱਛੇ ਕਰ ਲਾਂਗੇ। ਜਿਹੜਾ ਕਰਮ ਅਸੀਂ ਕਰਤਾ ਉਹ ਕਦੇ ਵਾਪਸ ਨਹੀਂ ਹੋਣਾ, ਔਰ ਕਰਮ ਤੁਹਾਡਾ ਕਦੇ ਖਹਿੜਾ ਨਹੀਂ ਛੱਡਦਾ। ਤੁਸੀਂ ਇੱਕ ਮਹਾਭਾਰਤ ਵਿੱਚ ਦੇਖਿਆ ਹੋਣਾ, ਭੀਸ਼ਮ ਜਿੰਨੀ ਮਰਜ਼ੀ ਭਗਤੀ ਕਰੀ ਜਾਓ ਬਈ, ਕਰਮ ਨਹੀਂ ਖਹਿੜਾ ਛੱਡਦਾ। ਕਰਮ ਨਹੀਂ ਬਦਲੇ। ਕਰਮ ਪਰਮਾਤਮਾ ਚਾਹੇ ਤੁਹਾਡਾ ਕਰਮ ਕੱਟ ਸਕਦਾ। ਬੰਦੇ ਦੇ ਪਰਮਾਤਮਾ ਨੂੰ ਕਿਵੇਂ ਅਸੀਂ ਮਤਲਬ ਉਹ ਪਰਮਾਤਮਾ ਦੀ ਭਗਤੀ ਨਾਲ ਤੁਸੀਂ ਉਹ ਕਰਮ, ਪਰਮਾਤਮਾ ਕੋਲ ਇੱਕ ਪਾਵਰ ਹੈ। ਮੈਂ ਤੁਹਾਨੂੰ ਕੋਈ ਦੱਸਣ ਲੱਗਿਆ, ਮਹਾਭਾਰਤ ਵਿੱਚ ਤੁਸੀਂ ਸਭ ਨੇ ਦੇਖਿਆ ਹੋਣਾ, ਭੀਸ਼ਮ ਪਿਤਾਮਾ ਜੀ ਤੀਰਾਂ ਦੇ ਉੱਪਰ ਜਿਹੜੇ ਪਏ ਹੁੰਦੇ ਆ, ਅਤੇ ਜਦੋਂ ਉਹਨਾਂ ਦਾ ਲਾਸਟ ਹੋਇਆ ਤਾਂ ਪ੍ਰਭੂ ਸ਼੍ਰੀ ਕ੍ਰਿਸ਼ਨ ਨੂੰ ਯਾਦ ਕਰਦੇ ਆ ਅਤੇ ਪ੍ਰਭੂ ਨੂੰ ਕਹਿੰਦੇ, ਪ੍ਰਭੂ ਮੈਨੂੰ ਆਪਣੇ ਪਿਛਲੇ 108 ਜਨਮ ਅਨਮੋਲ ਜੀ ਯਾਦ ਨੇ। ਉਹਨਾਂ ਨੂੰ 108 ਜਨਮ ਉਹਨਾਂ ਨੂੰ ਯਾਦ ਸੀ, ਸੈਕਿੰਡ ਟੂ ਸੈਕਿੰਡ। ਉਹ ਕਹਿੰਦੇ ਮੈਂ ਤਾਂ ਕੋਈ ਕਰਮ ਨਹੀਂ ਕੀਤਾ ਕਿ ਮੈਨੂੰ ਇਹ ਸਜ਼ਾ ਮਤਲਬ ਮੈਨੂੰ ਮਿਲੇ। ਤਾਂ ਫਿਰ ਕ੍ਰਿਸ਼ਨ ਜੀ ਉਹਨਾਂ ਦੇ 109ਵੇਂ ਜਨਮ 'ਚ ਲੈ ਕੇ ਜਾਂਦੇ, ਜਿਨ੍ਹਾਂ ਦਾ ਉਹਨੂੰ ਗਿਆਨ ਨਹੀਂ ਸੀਗਾ। ਉਹ 'ਚ ਦੱਸਦੇ ਆ ਕਿ ਉਹ ਜੰਗਲ ਦੇ ਵਿੱਚ ਜਾ ਰਹੇ ਹੁੰਦੇ ਆ, ਹੱਥ 'ਚ ਉਹਨਾਂ ਨੇ ਇੱਕ ਪਾਸੇ ਕਮੰਡਲ ਫੜਿਆ ਹੁੰਦਾ, ਇੱਕ ਪਾਸੇ ਇੱਕ ਡੰਡਾ ਹੁੰਦਾ ਜਿਹਨੂੰ ਆਪਾਂ ਲੋਟਾ ਕਹਿ ਦਿੰਦੇ ਨਾ ਬੇਸਿਕਲੀ। ਅਤੇ ਇੱਕ ਸੱਪ ਲੰਘਦਾ ਜੰਗਲ ਦੇ ਵਿੱਚੋਂ ਅਤੇ ਉਹ ਡਸਣ ਲੱਗਦਾ, ਅਤੇ ਉਹ ਡੰਡੇ ਨਾਲ ਸੱਪ ਚੁੱਕ ਕੇ ਲੈਫਟ 'ਤੇ ਸਿੱਟ ਦਿੰਦੇ ਆ ਜਾਂ ਰਾਈਟ 'ਤੇ ਸਿੱਟ ਦਿੰਦੇ ਆ, ਮੈਨੂੰ ਹੁਣ ਪੂਰੀ ਦ੍ਰਿਸ਼ਟਾਂਤ ਨੂੰ ਯਾਦ ਨਹੀਂ ਹੈ। ਅਤੇ ਉਹ ਜਿੱਧਰ ਸਿੱਟਦੇ ਆ ਅਤੇ ਉੱਧਰਲੇ ਪਾਸੇ ਕੰਡਿਆਂ ਦਾ ਬੂਟਾ ਲੱਗਿਆ ਹੁੰਦਾ, ਉਹ ਸੱਪ ਕੰਡਿਆਂ ਦੇ ਬੂਟੇ ਦੇ ਉੱਪਰ ਹੋ ਜਾਂਦਾ, ਸਾਰੇ ਉਹਦੇ ਪਿੰਡੇ 'ਚੋਂ ਆਰ ਪਾਰ ਹੋ ਜਾਂਦੇ ਆ। ਉਹਨਾਂ ਦਾ ਉਹ ਅੱਗੇ ਜਾਂਦੇ ਆ, ਭਗਤੀ ਕਰਦੇ ਰਹਿੰਦੇ ਆ, ਚੰਗੇ ਕਰਮ ਕਰਦੇ ਰਹਿੰਦੇ ਆ, ਉਹ ਉਹਨਾਂ ਦਾ ਦੇਹਾਂਤ ਹੋ ਜਾਂਦਾ। ਫਿਰ ਅਗਲਾ ਜਨਮ ਕਰਦੇ 108 ਜਨਮ ਅੱਗੇ, 9 ਜਨਮ ਅੱਗੇ ਆ ਜਾਂਦੇ ਆ। ਬਟ ਉਹਨਾਂ ਨੇ ਕਦੇ ਵੀ ਕੋਈ ਇੱਦਾਂ ਦਾ ਕਰਮ ਨਹੀਂ ਕੀਤਾ, ਮਤਲਬ ਬੁਰਾ ਕਰਮ ਨਹੀਂ ਕੀਤਾ, ਪ੍ਰਭੂ ਦੀ ਭਗਤੀ ਕਰਦੇ ਰਹੇ। ਪਰ ਇਸ ਵਾਰ ਉਹ ਪਾਂਡਵਾਂ ਦੀ ਬਜਾਏ ਕੌਰਵਾਂ ਵਾਲੇ ਚਲੇ ਗਏ, ਜਾਣੀ ਕਿ ਪ੍ਰਭੂ ਸ਼੍ਰੀ ਕ੍ਰਿਸ਼ਨ ਦੇ ਉਲਟ ਆ ਗਏ, ਭਗਵਾਨ ਦੇ ਉਲਟ ਹੀ ਖੜ੍ਹ ਗਏ ਅਤੇ ਕਰਮ ਆ ਕੇ ਖੜ੍ਹ ਗਿਆ। ਜੇ ਐਡੇ ਵੱਡੇ ਬ੍ਰਹਮ ਗਿਆਨੀ ਜਿਹਨੂੰ ਇੰਨਾ ਯਾਦ ਸੀ, ਉਹਦਾ ਕਰਮ ਨੇ ਖੇਡਣਾ ਛੱਡਿਆ, ਤੁਹਾਡੀ ਮੇਰੀ ਤਾਂ ਔਕਾਤ ਕੀ। ਆਪਾਂ ਤਾਂ ਇਹ ਨਹੀਂ ਪਤਾ ਆਪਾਂ ਪੌਡਕਾਸਟ ਸ਼ੁਰੂ ਕਿੱਥੋਂ ਕੀਤਾ ਸੀ, ਆਪਾਂ ਤਾਂ ਇਹੀ ਯਾਦ ਨਹੀਂ, ਗੱਲਾਂ ਨਹੀਂ ਯਾਦ ਰਹਿਣੀਆਂ। ਤਾਂ ਜਿਹੜਾ ਕਰਮ ਸੰਸਕਾਰ ਹੈ ਤੁਹਾਡਾ ਖੇੜਾ ਨਹੀਂ ਛੱਡਦਾ। ਸੋ ਮੈਂ ਉਹ ਚੀਜ਼ਾਂ ਵਿਜ਼ੂਅਲ, ਜਿਹਨੂੰ ਆਪਾਂ ਵਿਜ਼ੂਅਲਸ ਨਹੀਂ ਕਹਿ ਦਿੰਦੇ, ਕਿ ਮੇਰੇ 'ਤੇ ਵਿਜ਼ੂਅਲਸ ਬਹੁਤ ਇਫੈਕਟ ਕਰਦੇ ਆ, ਜਿਵੇਂ ਸਭ 'ਤੇ ਇਫੈਕਟ ਕਰਦੇ ਆ। ਜਿਵੇਂ ਆਪਾਂ ਕਈ ਵਾਰੀ ਗੱਡੀ 'ਚ ਜਾ ਰਹੇ, ਫੋਨ 'ਤੇ ਗੱਲ ਕਰਦੇ ਹਾਂ, ਗੁਰਦੁਆਰਾ ਸਾਹਿਬ ਜਾਂ ਮੰਦਿਰ ਆ ਗਿਆ, ਆਪਾਂ ਗੱਲ ਕਰਦੇ ਇੱਦਾਂ ਸਿਰ 'ਚ ਮਤਲਬ ਵਿਜ਼ੂਅਲਸ
ਪਰਮਾਤਮਾ ਦਿਖਤਾ ਨਹੀਂ ਰਿਹਾ, ਪਰ ਵਿਜ਼ੂਅਲਸ ਆਪਾਂ ਦੇਖਦੇ ਗੁਰੂ ਘਰ ਆ ਗਿਆ। ਆਪਾਂ ਦੋ ਬੰਦੇ ਆਪਸ ਵਿੱਚ ਗੱਲ ਕਰ ਰਹੇ, ਲਾਊਡ ਬੋਲ ਰਹੇ, ਕੋਈ ਗਾਲ ਕੱਢ ਰਿਹਾ, ਕੋਈ ਸਿਆਣਾ ਬਾਬਾ ਕਹਿੰਦੇ ਓਏ ਆਂਟੀ ਖੜੇ ਪਿੱਛੇ ਲੀਡੀ, ਵਿਜ਼ੂਅਲਸ। ਉਹ ਆਂਟੀ ਸਾਡੀ ਲੱਗਦੀ ਕੁਛ ਨਹੀਂ ਰਿਸ਼ਤੇ 'ਚ, ਨਾ ਚਾਚੀ ਹੈ, ਨਾ ਮਾਮੀ, ਨਾ ਤਾਈ, ਨਾ ਭੂਆ, ਪਰ ਵਿਜ਼ੂਅਲਸ ਉਹ ਵੱਡੇ ਨੇ, ਸਾਡੇ ਤੋਂ ਸਿਆਣੇ ਆ। ਤਾਂ ਫਿਰ ਮੈਂ ਇੱਥੇ ਰਾਕਸ਼ਸ਼ ਬਣਿਆ ਹੋਇਆ ਅਤੇ ਉੱਤੇ ਜਮਦੂਤ ਉਹਨੂੰ ਮਾਰਦਾ। ਉਹ ਬਾਣੀ 'ਚ ਇੱਕ ਸਲੋਕ ਲਿਖਦੇ, ਕਹਿੰਦੇ ਤਬ ਹੀ ਨਰ ਜਾਗੇ ਜਬ ਜਮ ਕਾ ਨਡ ਮੂੰਡ ਪੇ ਲਾਗੇ, ਕਿ ਬੰਦਾ ਕਹਿੰਦਾ ਕਿ ਮੈਂ ਜਨਮ ਦੇ ਅੱਛੇ ਕਰਮ ਕਰੂੰਗਾ, ਅੱਛੇ ਇਨਸਾਨ ਬਣੂੰਗਾ, ਪਰ ਬਣਦਾ ਰਾਕਸ਼ਸ ਹੈ। ਉਹ ਫਿਰ ਉਹ ਮਾਰਦਾ ਅਤੇ ਉਹਨੂੰ ਵਾਪਸ ਲੈ ਜਾਂਦਾ। ਸੋ ਬੇਸਿਕਲੀ ਜਨਮ ਤੋਂ ਮੌਤ ਤੱਕ ਦੀ ਕਹਾਣੀ ਹੈ। ਸੋ ਸਾਨੂੰ ਜ਼ਿੰਦਗੀ ਦੇ ਵਿੱਚ ਅਗਰ ਸਾਨੂੰ ਪਰਮਾਤਮਾ ਨੇ ਜਨਮ ਦਿੱਤਾ ਤਾਂ ਸਾਨੂੰ ਉਹਦੇ ਭੌਂ 'ਚ ਰਹਿਣਾ ਚਾਹੀਦਾ, ਉਹਦੀ ਰਜ਼ਾ 'ਚ ਰਹਿਣਾ ਚਾਹੀਦਾ। ਔਰ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਇਨਸਾਨ ਪਰਮਾਤਮਾ ਨੂੰ ਹਮੇਸ਼ਾ ਆਪਣੇ ਅੰਗ ਸੰਗ ਲੈ ਕੇ ਚੱਲਦਾ, ਆਪਣੇ ਸਹਾਈ ਸਮਝ ਕੇ ਚੱਲਦਾ, ਜ਼ਿੰਦਗੀ 'ਚ ਉਹਦਾ ਕਦੇ ਨੁਕਸਾਨ ਹੋ ਹੀ ਨਹੀਂ ਸਕਦਾ। ਸੋ ਪਰਮਾਤਮਾ 'ਤੇ ਵਿਸ਼ਵਾਸ ਕਰੋ, ਹਮੇਸ਼ਾ ਉਹਦੀ ਰਜ਼ਾ 'ਚ ਰਹੋ। ਮੇਰੀ ਜ਼ਿੰਦਗੀ ਦੇ ਬਹੁਤ ਇੱਦਾਂ ਦੀ ਘਟਨਾਵਾਂ ਨੇ ਕਿ ਜਿੱਥੇ ਬਹੁਤ ਮੈਨੂੰ ਮੇਜਰਸ ਪ੍ਰੋਬਲਮਸ ਆਈਆਂ, ਪਰ ਪਰਮਾਤਮਾ ਨੇ ਹਮੇਸ਼ਾ ਮੇਰੇ ਅੰਗ ਸੰਗ ਸਹਾਈ ਹੋ ਕੇ ਮੇਰਾ ਸਾਥ ਦਿੱਤਾ। ਅਤੇ ਮਤਲਬ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਜਿੱਥੇ ਵੀ ਹਾਂ, ਮਤਲਬ ਠੀਕ ਹੈ, ਮਾਂ ਪਿਓ ਦਾ ਯੋਗਦਾਨ ਬਹੁਤ ਵੱਡਾ ਹੁੰਦਾ ਸਾਡੀ ਜ਼ਿੰਦਗੀ 'ਚ, ਉਹਨਾਂ ਦਾ ਆਪਾਂ ਕਦੇ ਰਿਣ ਨਹੀਂ ਲਾ ਸਕਦੇ, ਪਰ ਪਰਮਾਤਮਾ ਦੀ ਬਦੌਲਤ ਹੀ ਇੱਥੇ ਤੱਕ ਹੈ ਜਿੱਥੇ ਵੀ ਕਿਤੇ ਖੜੇ ਆ। ਮਤਲਬ ਪਰਮਾਤਮਾ ਨੇ ਮੇਰਾ ਬਹੁਤ ਸਾਥ ਦਿੱਤਾ। ਇਹ ਟੌਪਿਕ ਬਹੁਤ ਵੱਡਾ ਹੈ, ਮੈਨੂੰ ਪਤਾ ਹੈ, ਕਿਉਂਕਿ ਮੈਂ ਇਹ ਟੌਪਿਕ ਛੇੜ ਤਾਂ ਲਿਆ, ਪਰ ਇਹ ਮੈਂ ਸਮਝ ਰਿਹਾ ਕਿ ਮੇਰੇ ਅੰਦਰ ਸਵਾਲ ਹੋਰ ਖੁਰ ਰਹੇ ਨੇ। ਪਰ ਆਪਾਂ ਦੁਬਾਰਾ ਪੋਡਕਾਸਟ ਕਰਾਂਗੇ ਇਸ ਚੀਜ਼ ਦੇ ਉੱਤੇ, ਪਰਮਾਤਮਾ ਦੇ ਉੱਤੇ ਤਾਂ ਚਲੋ ਕੋਈ ਪੋਡਕਾਸਟ ਕਰ ਹੀ ਨਹੀਂ ਸਕਦਾ, ਪਰ ਫਿਰ ਵੀ ਆਪਾਂ ਕੋਸ਼ਿਸ਼ ਕਰਾਂਗੇ ਕਿ ਐਲੈਬੋਰੇਟ ਕਰੀਏ, ਪਰਮਾਤਮਾ ਦਾ ਮਤਲਬ ਸਮਝੀ ਅਸਲ ਦੇ ਵਿੱਚ ਹੈ ਕੀ। ਕਿ ਲੋਕਾਂ ਨੇ ਤਾਂ ਰੱਬ ਦੇ ਨਾਮ 'ਤੇ ਵੀ ਡਰਾ ਕੇ ਲੋਕਾਂ ਨੂੰ ਵੇਚਿਆ ਜਾਂ ਖਰੀਦਿਆ। ਔਰ ਮੈਂ ਵੀ ਬਾਈ ਤੋਂ ਹੀ ਸਿੱਖਿਆ ਸੀਗਾ ਕਿ ਪਰਮਾਤਮਾ ਬਹੁਤ ਖੂਬਸੂਰਤ ਚੀਜ਼ ਆ, ਪਿਆਰ ਕਰਨ ਵਾਲੀ, ਡਰਨ ਵਾਲੀ ਨਹੀਂ ਹੈ। ਕਿਉਂਕਿ ਲੋਕ ਇਹਨੂੰ ਡਰਾ ਕੇ ਲੋਕਾਂ ਨੂੰ ਲੁੱਟਦੇ ਨੇ ਕਿ ਰੱਬ ਐਂ ਕਰ ਦੂ, ਰੱਬ ਐਂ ਕਰ ਦੂ। ਅਤੇ ਬੜਾ ਵਧੀਆ ਲੱਗਿਆ ਬਾਈ ਤੁਹਾਡੇ ਨਾਲ ਗੱਲਬਾਤ ਕਰਕੇ। ਆਪਾਂ ਫਿਰ ਬੈਠਾਂਗੇ ਇਸ ਪੋਡਕਾਸਟ ਦੇ ਵਿੱਚ। ਜੇ ਆਡੀਅנਸ ਨੇ ਸਾਨੂੰ ਕਮੈਂਟਸ ਦੇ ਵਿੱਚ ਭਰਮਾ ਹੁੰਗਾਰਾ ਦਿੱਤਾ, ਹੱਸ ਕਿਉਂ ਰਹੇ ਹੋ ਬਾਈ? ਨਹੀਂ ਤੁਹਾਡੀ ਗੱਲਾਂ ਸੁਣ ਕੇ ਹੱਸ ਰਿਹਾ। ਤੁਹਾਡੀਆਂ ਗਾਲ ਬਾਰੇ ਕੀ ਵਿਚਾਰ ਹੈ ਤੁਹਾਡਾ? ਗਾਲ ਕੱਢਣੀ ਚਾਹੀਦੀ ਇਨਸਾਨ ਨੂੰ? ਗਾਲਾਂ ਬਾਰੇ ਕੀ? ਦੇਖੋ ਗਾਲਾਂ ਬਾਰੇ ਕੋਈ ਕਹਿੰਦਾ ਪੰਜਾਬੀਆਂ ਦੇ ਖੂਨ 'ਚ ਹੀ ਹੈ। ਮਤਲਬ ਇੱਥੋਂ ਸਿੱਧ ਹੁੰਦਾ ਕਿ ਬਾਈ ਜੀ ਦਿਨ ਦੀ ਸ਼ੁਰੂਆਤ ਗਾਲ ਨਾਲ ਕਰਦੇ ਨੇ ਤੇ ਦਿਨ ਦੀ ਗੁੱਡ ਨਾਈਟ ਗਾਲ ਨਾਲ। ਕੌਣ ਕਹਿੰਦਾ? ਨਹੀਂ ਵੈਸੇ ਹੀ ਮੈਂ ਤਾਂ ਹਾਸੇ ਮਜ਼ਾਕ ਲਈ ਕਹਿੰਦਾ। ਨਹੀਂ ਹਾਸੇ ਮਜ਼ਾਕ ਤੁਸੀਂ ਕੁਛ ਵੀ ਕਹਿ ਲਓ, ਉਦੋਂ ਕਹਿੰਦਾ ਨਾ ਮਾਲਕਾਂ ਦਾ ਮਸ਼ਹੂਰੀ ਕੰਪਨੀ ਥੋੜ੍ਹੀ ਜਿਹੀ ਤਾਂ ਫਿਰ ਹੋਣੀ ਹੈ ਨਾ ਹੁਣ। ਹਾਂ ਚਲੋ ਜੋ ਵੀ ਕਹਿ ਸਕਦੇ ਹੋ ਬਾਈ। ਨਹੀਂ ਪੋਡਕਾਸਟ ਇਹੀ ਹੁੰਦਾ ਨਾ ਕਿ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ, ਜਿਹੜਾ ਬੰਦਾ ਪੋਡਕਾਸਟ ਕਰਨ ਆਉਂਦਾ ਮਾਲ ਤਾਂ ਉਹਦਾ ਹੁੰਦਾ, ਪਰ ਮਸ਼ਹੂਰੀ ਕੰਪਨੀ ਦੀ ਹੋ ਜਾਂਦੀ ਹੈ। ਨਹੀਂ ਮਸ਼ਹੂਰੀ ਭਾਈ ਸਾਹਿਬ ਇਹਨਾਂ ਦੀ ਕਰੋ। ਹਾਡੀ ਲੁਧਿਆਣਾ ਬਾਬਾ ਜੀ, ਤੁਹਾਡੇ ਘਰ ਕੋਈ ਕਲੇਸ਼ ਹੋਵੇ, ਕਿਸੇ ਵੀ ਜਿਹੜੇ ਜੈਂਟਸ ਦੇਖ ਰਹੇ ਨੇ, ਤੁਹਾਡੇ ਕੋਲ ਨਹੀਂ ਸਮਝਦਾ ਕਲੇਸ਼ ਨਾ, ਪਲੀਜ਼ ਤੁਸੀਂ ਇਹਨਾਂ ਨੂੰ ਕਾਲ ਕਰੋ, ਤੁਹਾਡੇ ਘਰ ਆ ਕੇ ਪੂਰਾ ਫੈਸਲਾ ਕਰਾ ਕੇ ਜਾਣਗੇ ਔਰ ਦੋਨਾਂ ਨੂੰ ਖੁਸ਼ ਕਰਕੇ ਜਾਣਗੇ। ਹੋਰ ਦੱਸੋ, ਹੋਰ ਕੋਈ ਆਪਾਂ ਇੰਟਰੋਡਕਸ਼ਨ ਦੇਣੀ ਹੈ? ਮੈਨੂੰ ਬਹੁਤ ਵਧੀਆ ਲੱਗਿਆ ਬਾਈ, ਥੈਂਕ ਯੂ। ਸੇਮ ਮੇਰੇ ਵੀਰੇ, ਥੈਂਕ ਯੂ ਸੋ ਮਚ। ਤੁਹਾਡਾ ਪਹਿਲਾ ਪੋਡਕਾਸਟ ਹੀ ਹੈ? ਕੀ ਬਾਤ ਹੈ, ਫਸਟ ਪੋਡਕਾਸਟ। ਔਰ ਤੁਹਾਨੂੰ ਵੀ ਪਤਾ ਮੈਂ ਕਰਦੇ ਨਹੀਂ, ਅੱਜ ਕਿਉਂ ਕੀਤਾ ਫਿਰ ਬਾਈ? ਉਹ ਪਿਆਰ ਵਾਸਤਾ ਫਿਰ ਉਹੀ ਕਹਿੰਦੇ ਨਾ, ਯਾਰੀ ਤਾਂ ਫਿਰ ਬੰਦਾ ਪਿਆਰ 'ਚ ਐਵਰੀਥਿੰਗ ਇਜ਼ ਫੇਅਰ ਇਨ ਲਵ ਐਂਡ ਵਾਰ, ਸੋ ਦਿਸ ਇਜ਼ ਲਵ। ਅਤੇ ਮੈਨੂੰ ਬਹੁਤ ਵਧੀਆ ਲੱਗਿਆ ਬਾਈ ਤੁਹਾਡੇ ਨਾਲ ਪੋਡਕਾਸਟ ਕਰਕੇ, ਔਰ ਮੈਨੂੰ ਲੱਗਦਾ ਕਿ ਆਡੀਅנਸ ਨੂੰ ਵੀ ਵਧੀਆ ਲੱਗਿਆ ਹੋਏਗਾ। ਅਗਰ ਤੁਹਾਡੇ ਮਨ 'ਚ ਕੋਈ ਹੋਰ ਸਵਾਲ ਨੇ ਘਰ ਗ੍ਰਸਤੀ ਨੂੰ ਲੈ ਕੇ, ਕੋਈ ਤੁਸੀਂ ਕਿਸੇ ਨੇ ਬਾਈ ਪੂਰੀ ਸਿਚੁਏਸ਼ਨ ਹੀ ਰੱਖਣੀ ਹੋਵੇ ਜੇ ਘਰ ਦੀ ਤੁਹਾਡੇ ਮੂਹਰੇ, ਅਤੇ ਗੁਪਤ ਰਹਿ ਕੇ ਉਹ ਵੀ ਰੱਖ ਸਕਦਾ, ਉਹ ਫਿਰ ਤੁਸੀਂ ਮੈਨੂੰ ਮੇਲ ID ਤਾਂ ਆਪਾਂ ਤੁਹਾਡੀ ਦੇ ਹੀ ਸਕਦੇ ਹਾਂ। ਯਾਰ ਹੱਸੋ ਨਾ ਯਾਰ, ਹੁਣ ਜਨ ਕਲਿਆਣ ਵੱਲ ਤੁਰੋ, ਤੁਸੀਂ ਆਪ ਹੀ ਮੈਨੂੰ ਦੱਸਿਆ ਕਿ ਜ਼ਿੰਦਗੀ ਦਾ ਮਕਸਦ ਹੀ ਸੇਵਾ ਹੈ। ਤਾਂ ਬਾਈ ਜੀ ਜੇ ਕਿਸੇ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸਲਾਹ ਚਾਹੀਦੀ ਹੋਵੇ, ਤੁਸੀਂ ਜ਼ਰੂਰ ਕਮੈਂਟ ਕਰ ਦਿਓ, ਅਸੀਂ ਦੁਬਾਰਾ ਫਿਰ ਪੋਡਕਾਸਟ ਲੈ ਕੇ ਆਵਾਂਗੇ। ਬਾਕੀ ਇਸ ਪੋਡਕਾਸਟ ਲਈ ਰੂਹ ਮੇਰੀ ਪੂਰੀ ਸੰਤੁਸ਼ਟ ਹੋ ਚੁੱਕੀ ਹੈ। ਆਪਾਂ ਫਿਰ ਬੈਠਾਂਗੇ, ਫਿਰ ਕਰਾਂਗੇ। ਉਦੋਂ ਤੱਕ ਲਈ ਅਲਵਿਦਾ, ਫਿਰ ਮਿਲਾਂਗੇ ਨਵੇਂ ਪੋਡਕਾਸਟ ਨਾਲ, ਨਵੇਂ ਗੈਸਟ ਦੇ ਨਾਲ। ਅਤੇ ਇੱਦਾਂ ਹੀ ਚੰਗੀਆਂ ਚੀਜ਼ਾਂ ਸਿੱਖਦੇ ਰਹੋ, ਸੁਣਦੇ ਰਹੋ, ਅਤੇ ਆਪਣੇ ਕੀਮਤੀ ਸੁਝਾਅ ਵੀ ਦਿੰਦੇ ਰਹੋ। ਕੁਛ ਅ ਬੈਸਟ ਪੀਸ ਆਫ ਐਡਵਾਈਸ ਯੂ ਐਵਰ ਗੈਟ। ਨਹੀਂ ਇੱਦਾਂ ਦੀ ਵੀਰੇ ਕੋਈ ਐਡਵਾਈਸ ਨਹੀਂ ਮੈਨੂੰ ਆਦਾ। ਹਰ ਇਨਸਾਨ ਦੇ ਅੰਦਰ ਚੀਜ਼ਾਂ ਹੁੰਦੀਆਂ, ਗੱਲ ਸਿਰਫ ਪ੍ਰਾਇਰਟੀਜ਼ ਦੀ ਹੁੰਦੀਆਂ ਨੇ ਕਿ ਅੱਛਾ ਅਤੇ ਬੁਰਾ ਵਿਚਾਰ ਹਰ ਇੱਕ ਦੇ ਅੰਦਰ ਇੱਕ ਵਾਰ ਤਾਂ ਜ਼ਰੂਰ ਆਉਂਦਾ। ਗੱਲ ਹੈ ਕਿ ਅਸੀਂ ਡੋਲ ਜਾਂਦੇ ਹਾਂ। ਬੰਦੇ ਨੂੰ ਕਦੇ ਵੀ ਆਪਣੀ ਲਾਈਫ ਵਿੱਚ ਡੋਲਣਾ ਨਹੀਂ ਚਾਹੀਦਾ। ਤਾਂ ਸਭ ਤੋਂ ਇੰਪੋਰਟੈਂਟ ਸਭ ਪਹਿਲਾਂ ਪਰਮਾਤਮਾ, ਉਹਦੀ ਰਜ਼ਾ 'ਚ ਰਹੋ, ਫਿਰ ਆਪਦੇ ਪੇਰੈਂਟਸ ਮੁੱਖ ਰੱਖੋ। ਮਤਲਬ ਜੋ ਚੀਜ਼ਾਂ ਜਿਵੇਂ ਬਣੀਆਂ, ਉਹ ਮੈਨੂੰ ਲੱਗਦਾ ਕਿ ਜੋ ਮੈਂ ਗੱਲਾਂ ਬੋਲੀਆਂ 'ਚ ਕੋਈ ਨਵੀਂ ਗੱਲ ਨਹੀਂ ਸੀ। ਇਹ ਬੇਸਿਕ ਚੀਜ਼ਾਂ ਨੇ ਜਿਹਨਾਂ ਤੋਂ ਅਸੀਂ ਦੂਰ ਹੋ ਚੁੱਕੇ ਹਾਂ। ਗੱਲ ਸਿਰਫ ਇੰਨੀ ਕੁ ਹੈ, ਪਤਾ ਸਭ ਨੂੰ ਹੈ, ਇਹ ਨਹੀਂ ਕਿ ਨਹੀਂ ਪਤਾ। ਜਿਵੇਂ ਆਪਾਂ ਕਹਿੰਦੇ ਨੇ ਜੀ ਰੋਡ 'ਤੇ ਖੜ੍ਹ ਕੇ ਆਹ ਨਹੀਂ ਕਰਨਾ ਚਾਹੀਦਾ, ਬੇਸਿਕ ਹੈ, ਪਰ ਸਾਰੀ ਦੁਨੀਆ ਕਰ ਰਹੀ ਹੈ। ਇੱਦਾਂ ਹੀ ਰੋਡ 'ਤੇ ਖੜ੍ਹ ਕੇ ਹੀ ਨਹੀਂ ਕਰਨਾ ਚਾਹੀਦਾ, ਕੁਛ ਵੀ ਲਾ ਲਓ ਜਿਵੇਂ। ਥੈਂਕ ਯੂ ਸੋ ਮਚ। ਮਿਲਾਂਗੇ ਫਿਰ, ਅਤੇ ਬਾਈ ਨਾਲ ਇੱਦਾਂ ਹੀ ਗੱਲਾਂ ਬਾਤਾਂ ਕਰਦੇ ਰਹਾਂਗੇ। ਹਜੇ ਤਾਂ ਅਸੀਂ ਮਜ਼ਾਕ ਘੱਟ ਕੀਤਾ, ਸਾਡਾ ਤਾਂ ਬਹੁਤ ਨੈਕਸਟ ਲੈਵਲ ਹੁੰਦਾ ਹੈ। ਗੱਲ ਉਹੀ ਹੈ ਕਿ ਹਰ ਬੰਦਾ ਬੋਲਣ ਵਾਲੇ ਸਾਡੇ ਬੁੱਲ ਤਾਂ ਹੈਗੇ ਨੇ, ਸੁਣਨ ਵਾਲੇ ਕੰਨ ਹੈ ਨਹੀਂ। ਤਾਂ ਜਿਸ ਦਿਨ ਇੰਨਾ ਕੰਫਰਟ ਜ਼ੋਨ ਹੋ ਗਿਆ, ਲੋਕਾਂ ਨੇ ਸੁਣਨਾ ਸ਼ੁਰੂ ਕਰਤਾ, ਜਿੰਨਾ ਕੁ ਅਸੀਂ ਆਫ ਕੈਮਰਾ ਵੀ ਗੱਲ ਕਰਦੇ ਹਾਂ, ਤਾਂ ਉਹ ਵੀ ਪੋਡਕਾਸਟਿੰਗ ਜ਼ਰੂਰ ਲੈ ਕੇ ਆਵਾਂਗੇ ਕਿਸੇ ਦਿਨ। ਥੈਂਕ ਯੂ, ਗੋਡ ਬਲੈਸ ਯੂ।